ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:15 ਹੋਏ ਨੇ ਤੇ 3 ਅਕਤੂਬਰ ਦਾ ਦਿਨ ਹੈ, ਵਰ੍ਹਾ 2022 ਦਾ ਸੋਮਵਾਰ ਹੈ ਤੇ 17 ਅਸੂਲ ਨਾਨਕਸ਼ੇ ਸੰਮਤ 554 ਨਿੱਘਾ ਹਾਰਦਿਕ ਸਵਾਗਤ ਹੈ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਸ਼ਾਮਲ ਹੋਣਗੇ, ਫਿਰ ਰਾਜਨੀਤੀ ਦੀਆਂ ਗੱਲਾਂ ਹੋਣਗੀਆਂ ਤੇ ਕੁਝ ਕੁ ਤੁਹਾਡੇ ਨਾਲ ਵਿਸ਼ੇ ਨੇ ਜਿਹੜੇ ਆਖਰੀ ਘੰਟੇ 'ਚ ਤੁਹਾਡੇ ਨਾਲ ਸ਼ੇਅਰ ਕਰਾਂਗਾ। ਜ਼ਿੰਦਗੀ ਨਾਲ ਖਹਿੰਦੀਆਂ ਗੱਲਾਂ। ਇਸ ਦੇਸ਼ ਦੇ ਵਿੱਚ ਜਿੱਥੇ ਇਮਾਨਦਾਰੀ ਦਾ ਓਨਰ ਸਿਸਟਮ ਹੈ, ਉੱਥੇ ਜਦ ਅਸੀਂ ਗੜਬੜ ਕਰਦੇ ਹਾਂ, ਉਹ ਗੜਬੜ ਦਾ ਮਤਲਬ ਕੀ ਹੈ, ਇਹਦੇ 'ਤੇ ਗੱਲਬਾਤ ਤੁਹਾਡੇ ਨਾਲ ਮੈਂ ਕਰਾਂਗਾ। ਅਤੇ ਫਲੋਰੀਡਾ ਦੇ ਵਿੱਚ ਬਹੁਤ ਬਰਬਾਦੀ ਹੋਈ ਆ। 80 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ, 1000 ਦੇ ਕਰੀਬ ਹਲੇ ਲਾਪਤਾ ਨੇ। ਨਾਰਥ ਕੈਰੋਲਾਈਨਾ ਦੇ ਵਿੱਚ ਵੀਕਐਂਡ 'ਤੇ ਉੱਥੇ ਈਐਨ ਨੇ ਬਹੁਤ ਤਰਥੱਲੀ ਮਚਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੇ ਕੰਢੇ ਰਹਿਣ ਦਾ ਰੁਝਾਨ ਜਿਹੜਾ ਸਭ ਤੋਂ ਮਹਿੰਗੀਆਂ ਲੋਟਸ ਹੁੰਦੀਆਂ ਸੀ ਵੀ ਪਾਣੀ ਦੇ ਕੰਢੇ, ਉਹਦੇ ਤੋਂ ਲੋਕ ਖਿਸਕਣ ਲੱਗ ਗਏ। ਅੱਜ ਫਲੋਰੀਡਾ 'ਤੇ ਸਵੇਰੇ ਜਿੰਨੀਆਂ ਇੰਟਰਵਿਊਜ਼ ਆ ਰਹੀਆਂ ਸੀ ਫੋਰਟ ਮੇਅਰਸ ਤੋਂ ਜਾਂ ਇੱਧਰੋਂ ਉੱਧਰੋਂ, ਉਹ ਕਹਿੰਦੇ ਅਸੀਂ ਤਾਂ ਗਲਤੀ ਕਰ ਲਈ, ਬਸ ਹੁਣ ਨਹੀਂ ਇੱਥੇ ਬਣਾਉਂਦੇ, ਹੁਣ ਸਮਾਨ ਚੱਕਾਂਗੇ ਇੱਥੋਂ। ਸਮਾਨ ਰਿਹਾ ਹੀ ਨਹੀਂ, ਚੱਕਣਾ ਕੀ ਹੈ। ਸੋ ਇਹ ਇੱਕ ਜਿਹੜੀ ਪਿਰਤ ਅਤੇ ਨੀਵੇਂ ਏਰੀਏ ਦੇ ਵਿੱਚ ਜਿਹੜਾ ਘਰ ਪਾਉਣ ਦੀ ਗੱਲ ਸੀ ਵੀ ਚੱਲ ਲੋਟ ਕੋਈ ਗੱਲ ਨਹੀਂ ਸਸਤੀ ਮਿਲਦੀ ਹੈ, ਇਹਦੇ 'ਤੇ ਵੀ ਵਿਚਾਰਾਂ ਹੋ ਰਹੀਆਂ। ਕੁਦਰਤੀ ਕਰੋਪੀਆਂ ਨੇ ਜਿਹੜੀਆਂ, ਉਹਨਾਂ ਦਾ ਬਦਲ ਤਾਂ ਸਾਡੇ ਕੋਲ ਕੁਛ ਨਹੀਂ, ਹੁਣ ਤਾਂ ਲੇਟ ਹੈ। ਹੁਣ ਬੰਦੋਬਸਤ ਕੀ ਹੋ ਸਕਦਾ, ਇਹਦੇ 'ਤੇ ਵੀ ਗੱਲਬਾਤ ਕਰਾਂਗਾ। ਇੱਕ ਦੋ ਵਿਸ਼ੇ ਹੋਰ ਨੇ। ਇਰਾਨ ਦੇ ਵਿੱਚ ਕੀ ਹੋ ਰਿਹਾ ਅਤੇ ਉਹਦੇ ਲਈ ਇਜ਼ਰਾਈਲ ਅਤੇ ਅਮਰੀਕਾ ਨੂੰ ਜ਼ਿੰਮੇਵਾਰ ਖੈਮਨਾਈ ਨੇ ਕਿਹਾ, ਅਤੇ ਉਹਦਾ ਕੀ ਮਤਲਬ ਹੈ। ਕਹਿੰਦੇ ਮੁਰਗੇ ਜਿਹੜੇ ਨੇ ਸਰੀ ਦੇ ਵਿੱਚ ਵਿਕਦੇ, ਉਹਦੇ ਵਿੱਚੋਂ ਕਹਿੰਦੇ ਫੈਟ 1.5 ਪਾਉਂਡ ਦੇ ਕਰੀਬ ਜਿਹੜੀ ਲਾ ਕੇ $8-9 ਹੋਰ ਮਹਿੰਗਾ ਪਈ ਜਾਂਦਾ ਹੈ। ਅਤੇ ਗੈਸ ਅੱਜ $2.40 ਨੂੰ ਆ। ਰੈਕ ਪ੍ਰਾਈਸ ਕਿੱਥੇ ਹੈ, ਉਹਦੇ ਵਿੱਚ ਕਿਵੇਂ ਜੁੜ ਰਿਹਾ, ਅਤੇ ਹੋਰ ਕਾਰਬਨ ਟੈਕਸ ਵਧਾਉਣ ਦੀਆਂ ਗੱਲਾਂ ਚੱਲ ਰਹੀਆਂ। ਇਹ ਸਭ ਗੱਲਾਂ ਅੱਜ ਤੁਹਾਡੇ ਨਾਲ ਕਰਾਂਗਾ। 604-204-0600 ਔਨ ਏਅਰ ਨੰਬਰ ਹੈ, 6042040600 ਅਤੇ 604-729-1224 ਵਟਸਐਪ 'ਤੇ ਟੈਕਸਟ ਲਈ ਮੇਰਾ ਨੰਬਰ ਹੈ 6047291224। ਲੈਂਗਲੀ ਟਾਊਨਸ਼ਿਪ ਦੀ ਰਾਜਨੀਤੀ ਕੀ ਕਹਿੰਦੀ ਹੈ, ਐਬਸਪੋਰਟ ਦੇ ਵਿੱਚ ਕੀ ਹੋ ਰਿਹਾ, ਇਹ ਵੀ ਸੁਨੇਹਾ ਅੱਜ ਚੱਲੂ। ਬਾਜ਼ ਅੱਖ ਰੱਖੀ ਦੀ ਆ ਲਾਈ ਲੱਗਾਂ 'ਤੇ, ਬਾਜ਼ ਅੱਖ ਰੱਖੀ ਦੀ ਆ ਲਾਈ ਲੱਗਾਂ 'ਤੇ, ਚਾਪਲੂਸਾਂ ਚੋਰਾਂ ਚੁਗਲਾਂ ਅਤੇ ਠੱਗਾਂ 'ਤੇ ਕਰਦੇ ਘਮੰਡ ਜਿਹੜੇ ਪੈਸੇ ਲੱਤੇ ਦਾ। ਯਾਰਾਂ ਦੀ ਲਿਸਟ ਵਿੱਚੋਂ ਬਾਹਰ ਵੇ ਨਰੰਜਣਾ, ਰਹਿਣਾ ਏ ਰੜਕ ਨਾਲ, ਬੋਲਣਾ ਬੜਕ ਨਾਲ, ਜ਼ਿੰਦਗੀ ਦੇ ਜਿਹੜੇ ਦਿਨ 4 ਵੇ ਨਰੰਜਣਾ। ਤੁਰੀ ਜਾਂਦੀ ਉੱਤੇ ਨਜ਼ਰਾਂ ਨਹੀਂ ਗੱਡੀਆਂ, ਲਈ ਦੇ ਨਹੀਂ ਫਾਹੇ ਚੁੱਕ ਚੁੱਕ ਅੱਡੀਆਂ। ਮਾੜੀ ਮੋਟੀ ਗੱਲ ਦਿਲ 'ਤੇ ਨਹੀਂ ਲਾਈ ਦੀ, ਸੌਂਦੇ ਨਹੀਂ ਹੋ ਸਿਰ ਰੱਖ ਭਾਰ ਵੇ ਨਰੰਜਣਾ। ਰਹਿਣਾ ਏ ਰੜਕ ਨਾਲ, ਬੋਲਣਾ ਬੜਕ ਨਾਲ, ਜ਼ਿੰਦਗੀ ਦੇ ਜਿਹੜੇ ਦਿਨ 4 ਵੇ ਨਰੰਜਣਾ। ਗੱਲ ਗੱਲ ਉੱਤੇ ਨਹੀਂ ਉਹ ਗਾਲ ਕੱਢੀ ਦੀ, ਆਪਣੀ ਜ਼ੁਬਾਨ 'ਤੇ ਦੰਦੀ ਨਹੀਂ ਵੱਢੀ ਦੀ। ਬਦਲੇ ਦੀ ਭਾਵਨਾ ਨੂੰ ਮਾਰ ਰੱਖੀ ਦਾ, ਜਿੱਤ ਕੇ ਵੀ ਜਾਈਏ ਭਾਵੇਂ ਹਾਰ ਵੇ ਨਰੰਜਣਾ। ਰਹਿਣਾ ਏ ਰੜਕ ਨਾਲ, ਬੋਲਣਾ ਬੜਕ ਨਾਲ, ਜ਼ਿੰਦਗੀ ਦੇ ਜਿਹੜੇ ਦਿਨ 4 ਵੇ ਨਰੰਜਣਾ। ਨਿੱਕੇ ਵੱਡੇ ਤਾਂ ਹੀ ਸਤਿਕਾਰ ਕਰਦੇ, ਗੰਦਮੰਦ ਨਾਲ ਨਹੀਂ ਉਹ ਫੋਨ ਭਰਦੇ। ਉੱਚੀਆਂ ਉਡਾਨਾਂ ਵਾਲੀ ਸੋਚ ਪਾਲਦੇ, ਮਾਰੀ ਦੀ ਛਾਲ ਵਿੱਚ ਗਾਰ ਵੇ ਨਰੰਜਣਾ। ਰਹਿਣਾ ਹੈ ਰੜਕ ਨਾਲ, ਬੋਲਣਾ ਬੜਕ ਨਾਲ, ਜ਼ਿੰਦਗੀ ਦੇ ਜਿਹੜੇ ਦਿਨ 4 ਵੇ ਨਰੰਜਣਾ। ਜ਼ਿੰਦਗੀ ਦੇ ਦਿਨ ਜਿਹੜੇ 4 ਵੇ ਨਰੰਜਣਾ। ਇਹ ਆ ਨੰਜੀ ਧਾਲੀਵਾਲ, ਧੂਰਕੋਟ, ਰਣਸੀ। ਧੰਨਵਾਦ ਜੀ ਸਾਰਿਆਂ ਦਾ ਜਿੱਥੇ ਵੀ ਬੈਠੇ ਹੋ। ਅਤੇ ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਨਾਲ ਕਰਦੇ ਹਾਂ ਗੱਲਬਾਤ। ਪੱਤੀ ਸੇਖਵਾਂ ਬਰਨਾਲਿਓਂ ਨਾਲ ਬੈਠੇ ਆ, ਅਤੇ ਧੰਨਵਾਦ, ਤੁਸੀਂ ਗੱਲਬਾਤ ਬਹੁਤ ਪਸੰਦ ਕਰਦੇ ਹੋ। ਰਲਦੀ ਆ ਮੇਰੀ ਅਤੇ ਨਵਕਿਰਨ ਪੱਤੀ ਦੀ। ਨਵਕਿਰਨ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ,
ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਆਸ ਕਰਦਾ ਚੰਗਾ ਵੀਕਐਂਡ ਲੰਘਿਆ ਹੋਵੇਗਾ ਸਾਰਿਆਂ ਦਾ ਜੀ। ਜਮਾਂ ਹੀ ਬਿਸਮੇ ਪਏ ਆ, 3 ਦਿਨ ਹੋ ਗਏ ਗੱਲ ਬਣੀ ਪਈ ਆ। ਤੇ ਮੈਨੂੰ ਇਉਂ ਦੱਸਿਓ ਬਈ ਕਿਵੇਂ ਰਿਹਾ ਜਿਹੜਾ ਅਜਲਾਸ, ਕੀ ਭਾਅ ਭੰਤਾ ਅਜਲਾਸ ਦਾ? ਜੀ ਗਿੱਲ ਸਾਹਿਬ, ਬਾਕੀ ਇਹ ਇਜਲਾਸ ਸ਼ੁਰੂ ਤੋਂ ਹੀ ਚਰਚਾ ਦਾ ਵਿਸ਼ਾ ਰਿਹਾ ਹੈਗਾ। ਵਿਵਾਦ ਇਸ ਇਜਲਾਸ ਨਾਲ ਜੁੜੇ ਰਹੇ, ਕਿਉਂਕਿ ਪਹਿਲਾਂ 22 ਸਤੰਬਰ ਨੂੰ ਇਜਲਾਸ ਇੱਕ ਦਿਨ ਦਾ ਸੱਦਿਆ ਸੀ, ਗਵਰਨਰ ਸਾਹਿਬ ਨੇ ਇੱਕ ਦਿਨ ਪਹਿਲਾਂ ਰੱਦ ਕਰਤਾ ਸੀ। ਫਿਰ 27 ਸਤੰਬਰ ਨੂੰ ਇਹ ਕਹਿ ਕੇ ਸੱਦਿਆ ਕਿ ਅਸੀਂ ਬਿਜਲੀ ਪਰਾਲੀ ਦੇ ਮਸਲੇ ਤੇ ਚਰਚਾ ਕਰਨੀ ਚਾਹੁੰਦੇ ਹਾਂ। ਲੇਕਿਨ ਇਜਲਾਸ ਸ਼ੁਰੂ ਹੁੰਦੇ ਹੀ ਭਗਵੰਤ ਮਾਨ ਨੇ ਭਰੋਸਗੀ ਦਾ ਮਤਾ ਰੱਖਤਾ। ਵਿਰੋਧੀ ਧਿਰਾਂ ਨੇ ਉਸ ਦਿਨ ਪ੍ਰਦਰਸ਼ਨ ਕੀਤਾ ਔਰ ਇਸ ਗੱਲ ਨੂੰ ਉਭਾਰਿਆ ਕਿ ਬੇਭਰੋਸਗੀ ਮਤੇ ਦੇ ਉੱਤੇ ਬਹਿਸ ਹੁੰਦੀ ਆ, ਵੋਟਿੰਗ ਹੁੰਦੀ ਆ, ਭਰੋਸਗੀ ਮਤੇ ਦੇ ਉੱਤੇ ਤਾਂ ਹੁੰਦੀ ਨਹੀਂ ਹੁੰਦੀ। 92 ਤੁਹਾਡੇ MLA ਨੇ ਔਰ ਤੁਹਾਡੀ ਸਰਕਾਰ ਡਿੱਗਦੀ ਨਜ਼ਰ ਨਹੀਂ ਆਉਂਦੀ, ਤੁਸੀਂ ਕਿਉਂ ਸਮਾਂ ਬਰਬਾਦ ਕਰਦੇ ਹੋ? ਲੇਕਿਨ ਸਰਕਾਰ ਦੀ ਜਿਹੜੀ ਮਨਸ਼ਾ ਉਹ ਸ਼ਾਇਦ ਗੁਜਰਾਤ ਤੇ ਹਿਮਾਚਲ ਦੀ ਇਲੈਕਸ਼ਨ ਹੈ, ਇਸੇ ਕਰਕੇ ਵਿੱਚ ਛੁੱਟੀਆਂ ਬਹੁਤ ਪਾਈਆਂ ਗਈਆਂ। ਔਰ ਸੈਸ਼ਨ ਚੱਲਦਿਆਂ ਦਰਮਿਆਨ ਹੀ ਕੱਲ ਭਗਵੰਤ ਮਾਨ ਹੋਰੀ ਗੁਜਰਾਤ ਫਿਰਦੇ ਸੀ, ਉੱਥੇ ਚੰਗਾ ਇਹਨਾਂ ਨੇ ਗਰਬਾ ਡਾਂਸ ਆ ਜਿਹੜਾ ਉਹ ਕੀਤਾ। ਔਰ ਅੱਜ ਗਿੱਲ ਸਾਹਿਬ ਆਖਰੀ ਦਿਨ ਸੀ ਪੰਜਾਬ ਵਿਧਾਨ ਸਭਾ ਸੈਸ਼ਨ ਦਾ। ਅੱਜ ਆਖਰੀ ਦਿਨ ਬਹੁਤ ਬਹਿਸ ਬਹਾਸਾ ਹੋਇਆ ਉੱਥੇ। ਔਰ ਜਦੋਂ ਅਖੀਰ ਦੇ ਵਿੱਚ ਭਰੋਸਗੀ ਮਤੇ ਦੇ ਉੱਤੇ ਵੋਟਿੰਗ ਹੋਈ, ਆਮ ਆਦਮੀ ਪਾਰਟੀ ਦੇ ਵੋਟ ਪਾਉਣ ਵਾਲੇ MLA ਸੀ 91, ਵੋਟਾਂ ਕਹਿੰਦੇ ਵੀ ਨਿਕਲੀਆਂ 93। ਹੁਣ ਗਿੱਲ ਸਾਹਿਬ 2 ਵੋਟਾਂ ਨੇ ਜਿਹੜੀਆਂ ਕਿਹੜੀਆਂ ਗਿਣੀਆਂ ਇਹਨਾਂ ਨੇ ਗਿਣੀਆਂ, ਇੱਕ ਮਨਪ੍ਰੀਤ ਇਆਲੀ ਦੀ ਵੋਟ, ਇੱਕ ਗਿਣੀ ਇਹਨਾਂ ਨੇ ਬਹੁਜਨ ਸਮਾਜ ਪਾਰਟੀ ਦੇ MLA ਦੀ ਵੋਟ। ਹਾਲਾਂਕਿ ਮਨਪ੍ਰੀਤ ਇਆਲੀ ਕਹਿ ਰਿਹਾ ਕਿ ਭਾਈ ਮੈਂ ਤਾਂ ਇਹਨਾਂ ਦੇ ਹੱਕ ਵਿੱਚ ਹੈ ਨਹੀਂ ਇਜਲਾਸ ਸੱਦਣ ਦੇ, ਮੇਰੀ ਵੋਟ ਕਿਉਂ ਵਿੱਚ ਗਿਣ ਲਈ। ਬਹੁਜਨ ਸਮਾਜ ਪਾਰਟੀ ਵਾਲਾ MLA ਵੀ ਲਗਭਗ ਇਹੋ ਗੱਲ ਕਹਿ ਰਿਹਾ ਹੈਗਾ। ਤਾਂ ਹੁਣ ਮਸਲਾ ਇਹ ਆ ਕਿ ਗਿੱਲ ਸਾਹਿਬ BJP ਵਾਲੇ ਅੰਦਰ ਹੈ ਨਹੀਂ ਸੀ ਸੈਸ਼ਨ ਦੇ ਵਿੱਚ, ਅੱਜ ਕਾਂਗਰਸ ਵਾਲੇ ਵਾਕਆਊਟ ਕਰ ਗਏ ਸੀ, ਉਹ ਹੈ ਨਹੀਂ ਸੀ। ਮਨਪ੍ਰੀਤ ਇਆਲੀ ਤੇ ਬਹੁਜਨ ਸਮਾਜ ਪਾਰਟੀ ਵਾਲੇ MLA ਨੇ ਵਾਕਆਊਟ ਨਹੀਂ ਕੀਤਾ ਸੀ, ਉਹ ਅੰਦਰ ਬੈਠਾ ਸੀ। ਔਰ ਜਦੋਂ ਇਹਨਾਂ ਨੇ ਵੋਟਿੰਗ ਕਰੀ ਤਾਂ ਕਹਿਤਾ ਕਿ 93 ਜਾਣੇ ਅੰਦਰ ਬੈਠੇ ਨੇ, 93 ਦੇ 93 ਸਹਿਮਤ ਨੇ, ਸਰਬਸੰਮਤੀ ਨਾਲ ਮਤਾ ਪਾਸ। ਔਰ ਇਹਨਾਂ ਨੇ ਉਹਨਾਂ ਦੀਆਂ ਵੋਟਾਂ ਵਿੱਚ ਗਿਣ ਲਈਆਂ, ਜਿਹਦੇ ਕਰਕੇ ਵਿਵਾਦ ਖੜਾ ਹੋ ਗਿਆ। ਇਸ ਸੈਸ਼ਨ ਦੇ ਦੌਰਾਨ ਗਿੱਲ ਸਾਹਿਬ ਖੁਦ ਸਪੀਕਰ ਸਾਹਿਬ ਨੇ ਕਿਹਾ ਕਿ ਇੱਕ ਦਿਨ ਦਾ 70 ਤੋਂ 80 ਲੱਖ ਖਰਚਾ ਆਉਂਦਾ ਕਾਰਵਾਈ ਚਲਾਉਣ ਦਾ। ਜੇ MLAਆਂ ਦਾ, ਮੰਤਰੀਆਂ ਦਾ, ਚੰਡੀਗੜ੍ਹ ਤੱਕ ਦਾ ਤੇਲ, ਉੱਥੇ ਰਹਿਣ ਦੇ ਖਰਚੇ ਗਿਣ ਲਈਏ, ਕਈ ਗੁਣਾ ਵਾਧੂ ਅੰਕੜਾ। ਲੇਕਿਨ ਸਵਾਲ ਇਹ ਖੜਾ ਹੁੰਦਾ ਗਾ ਕਿ ਇੰਨਾ ਪੈਸਾ ਕਾਹਦੇ ਲਈ ਖਰਚਿਆ ਗਿਆ? ਸਿਰਫ ਇਹ ਦੱਸਣ ਲਈ ਕਿ ਸਾਡੇ ਵਿਧਾਇਕ ਵਿਕਦੇ ਨਹੀਂ, ਸਿਰਫ ਇਹ ਦੱਸਣ ਲਈ ਕਿ ਭਾਜਪਾ ਦੇ ਅਸਲੀ ਵਿਰੋਧੀ ਅਸੀਂ ਆ, ਜਾਂ ਭਰੋਸਗੀ ਮਤੇ ਦੇ ਉੱਤੇ ਇਹ ਜਿਹੜੀ ਵੋਟਿੰਗ ਹੋਈ ਇਹ ਕਰਾਉਣ ਲਈ? ਵੈਸੇ ਬਹੁਤ ਕੁਛ ਚੱਲਿਆ ਗਿੱਲ ਸਾਹਿਬ ਸੈਸ਼ਨ ਦੌਰਾਨ। ਕਾਂਗਰਸੀਆਂ ਨੇ ਆਪਦੀ ਸਿਆਸਤ ਚਮਕਾਈ। ਗਨੀਵ ਕੌਰ ਮਜੀਠਾ ਨੇ ਇੱਕ ਸ਼ਬਦ ਨਹੀਂ ਬੋਲਿਆ ਸੈਸ਼ਨ ਦੇ ਵਿੱਚ ਪੰਜਾਬ ਦੇ ਪੱਖ ਦੇ ਵਿੱਚ ਜਾਂ ਪੰਜਾਬ ਦੇ ਕਿਸੇ ਮੁੱਦੇ ਦੇ ਉੱਤੇ। ਬਾਕੀ ਰਾਜਨੀਤਿਕ ਪਾਰਟੀਆਂ ਵਾਲੇ ਵੀ ਜਿਹੜੇ ਨੇ ਉਹ ਸਿਰਫ ਤੇ ਸਿਰਫ ਮੀਡੀਆ 'ਚ ਛਾਏ ਰਹਿਣ ਦੀ ਗੱਲ ਕਰਦੇ ਰਹੇ, ਲੇਕਿਨ ਪੰਜਾਬ ਦੇ ਮੁੱਦੇ ਤੇ ਨਾ ਆਮ ਆਦਮੀ ਪਾਰਟੀ ਨੇ ਕਿਸੇ ਹੋਰ ਨੇ ਚਰਚਾ ਕੀਤੀ। ਜੀ ਗਿੱਲ ਸਾਹਿਬ, ਸਿੱਧੂ ਦਾ ਇੱਕ ਕਾਤਲ ਦੀਪਕ ਟੀਨੂ ਮਾਨਸਿਓ ਕਿਵੇਂ ਰੇਤੇ ਦੇ ਟਿੱਬਿਆਂ 'ਚੋਂ ਭੱਜ ਗਿਆ ਬਈ? ਗਿੱਲ ਸਾਹਿਬ, ਇਹ ਬੜੀ ਫਿਲਮੀ ਕਹਾਣੀ ਬਣੀ ਹੈ। ਦੇਖੋ 29 ਸਾਲਾਂ ਦਾ ਇਹ ਦੀਪਕ ਟੀਨੂ ਹੈ ਨਾ, ਜਿਹੜਾ ਹਰਿਆਣਾ ਦੇ ਭਵਾਨੀ ਦਾ ਰਹਿਣ ਵਾਲਾ ਹੈ। 34 ਕੇਸ ਨੇ ਇਹਦੇ ਤੇ, 10 ਕਤਲ ਦੇ, 14 ਇਰਾਦਾ ਕਤਲ ਦੇ, 10 ਹੋਰ ਮਾਮਲੇ। 34 ਮਾਮਲਿਆਂ ਦੇ ਵਿੱਚ ਬੰਦਾ ਨਾਮਜ਼ਦ ਹੋਵੇ। ਔਰ ਗਿੱਲ ਸਾਹਿਬ ਇਹ ਤੋਂ ਪਹਿਲਾਂ ਭੱਜਿਆ ਇਹ ਇੱਕ ਵਾਰ। ਇਹ ਹਰਿਆਣਾ ਦਾ ਰਹਿਣ ਵਾਲਾ, ਭਵਾਨੀ ਦਾ, ਔਰ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਸਮੇਤ ਇਹਦੇ ਤੇ 34 ਕੇਸ ਜਿਹੜੇ ਇਹਨਾਂ ਸੂਬਿਆਂ ਦੇ ਵਿੱਚ ਦਰਜ ਨੇ। ਇਹਨੂੰ ਪਹਿਲਾਂ ਫੜਿਆ ਸੀਗਾ ਔਰ ਹਰਿਆਣਾ ਦੀ ਪੁਲਿਸ ਇਹਨੂੰ ਲਿਜਾ ਰਹੀ ਸੀ, ਤਾਂ ਇਹ ਪੁਲਿਸ ਵਾਲੇ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਭੱਜ ਗਿਆ ਸੀ। ਕਈ ਮਹੀਨਿਆਂ ਬਾਅਦ ਫੇਰ ਫੜ ਲਿਆਂਦਾ ਸੀ। ਫੇਰ ਗਿੱਲ ਸਾਹਿਬ ਇਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਰੱਖਿਆ। ਔਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲੈਨਿੰਗ ਦੇ ਵਿੱਚ ਬਿਸ਼ਨੋਈ ਗੈਂਗ ਦੇ ਵਿੱਚ ਜਿਹੜਾ ਇਹ ਸ਼ਾਮਲ ਸੀਗਾ, ਮੇਨ 'ਚ ਸ਼ਾਮਲ ਸੀਗਾ। ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀ ਯੋਜਨਾ ਘੜਨ ਵਾਲਿਆਂ 'ਚ ਸ਼ਾਮਲ ਸੀਗਾ। ਔਰ ਇਹਨੂੰ ਪੁਲਿਸ ਆ ਜਿਹੜੀ ਮਾਨਸਾ ਦੀ ਉਹ ਲੈ ਕੇ ਆਉਂਦੀ ਹੈ ਕਸਟਡੀ ਦੇ ਵਿੱਚ। ਔਰ CI ਸਟਾਫ ਦਾ ਜਿਹੜਾ ਇੰਚਾਰਜ ਹੈ ਸਬ ਇੰਸਪੈਕਟਰ, ਉਹ ਗਿੱਲ ਸਾਹਿਬ ਇਹਨੂੰ ਰਾਤ ਨੂੰ ਆਪਦੀ ਗੱਡੀ ਦੇ ਵਿੱਚ ਬਿਨਾਂ ਸਿਕਿਉਰਿਟੀ ਦੇ, ਬਿਨਾਂ ਹੱਥ ਕੱਢੇ ਲਵਾਏ, ਇਹਦੀ ਗਰਲਫ੍ਰੈਂਡ ਨੂੰ ਮਿਲਾਉਣ ਝਨੀਰ ਲਿਜਾਂਦਾ ਮਾਨਸਾ ਤੋਂ।
ਝਨੀਰ ਦੇ ਇੱਕ ਹੋਟਲ ਦੇ ਵਿੱਚ ਇੱਕ ਕਮਰੇ 'ਚ ਆਪਦੀ ਗਰਲਫ੍ਰੈਂਡ ਨੂੰ ਮਿਲ ਰਿਹਾ ਤੇ ਦੂਸਰੇ ਨਾਲ ਦੇ ਕਮਰੇ ਦੇ ਵਿੱਚ ਆਪ ਸੌਂ ਜਾਂਦਾ ਸੀ ਇਹ ਸਟਾਫ ਦਾ ਇੰਚਾਰਜ। ਸੋ ਇਹ ਪਹਿਲੀ ਵਾਰ ਨਹੀਂ ਸੀ ਹੋਇਆ, ਕਈ ਵਾਰ ਹੋਇਆ ਸੀ, ਇਦੋਂ ਪਹਿਲਾਂ ਵੀ ਏਦਾਂ ਚੱਲਦਾ ਆ ਰਿਹਾ ਸੀ। ਇਹਦੇ ਬਕਾਇਦਾ ਮੋਬਾਈਲ ਲੈ ਕੇ ਦਿੱਤਾ ਹੋਇਆ ਸੀ। ਸੋ ਮਸਲਾ ਇਹ ਹੈ ਗਿੱਲ ਸਾਹਿਬ ਕਿ ਕਿਵੇਂ ਜਿਹੜੇ ਲੋਕਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ, ਜਿਹੜੇ ਪੰਜਾਬ ਦੇ ਗੈਂਗਸਟਰ ਨੇ, ਜਿਹੜੇ ਪੰਜਾਬ ਦੇ ਦੋਸ਼ੀ ਨੇ, ਉਹਨਾਂ ਨੂੰ ਜੇਲ੍ਹਾਂ 'ਚ ਮੋਬਾਈਲ ਮਿਲ ਰਹੇ ਨੇ, ਸਹੂਲਤਾਂ ਮਿਲ ਰਹੀਆਂ ਨੇ ਔਰ ਅਯਾਸ਼ੀ ਕਰ ਰਹੇ ਨੇ ਉਹ ਤਾਂ ਪੁਲਿਸ ਰਿਮਾਂਡ ਦੇ ਉੱਤੇ। ਪੁਲਿਸ ਰਿਮਾਂਡ ਦੇ ਉੱਤੇ ਤਾਂ ਇਹ ਹੁੰਦਾ ਬੰਦੇ ਨੂੰ ਸੌਣ ਨਹੀਂ ਦਿੰਦੀ ਪੁਲਿਸ, ਕਈ ਦਿਨ ਜਗਾ ਕੇ ਰੱਖਦੇ ਨੇ, 2 ਜਣੇ ਪਾਣੀ ਦੀਆਂ ਬਾਲਟੀਆਂ ਭਰ ਕੇ ਸਰਾਣੇ ਖੜਾ ਆਉਂਦੇ ਨੇ, ਅੱਖਾਂ 'ਚ ਮਾਰਦੇ ਨੇ। ਜਿਹੜੇ ਹਕੀਕਤ ਦੇ ਵਿੱਚ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਜਦੋਂ ਪੁਲਿਸ ਰਿਮਾਂਡ ਦੇ ਉੱਤੇ ਲਿਆ ਜਾਂਦਾ। ਲੇਕਿਨ ਇਹਨਾਂ ਗੈਂਗਸਟਰਾਂ ਨੂੰ ਹੁਣ ਪਤਾ ਲੱਗ ਰਿਹਾ ਵੀ ਤਾਂ ਪ੍ਰਾਈਵੇਟ ਗੱਡੀਆਂ ਦੇ ਵਿੱਚ ਲਿਜਾ ਕੇ ਰਾਤ ਨੂੰ ਉਹਨਾਂ ਦੀਆਂ ਮਤਲਬ ਪ੍ਰੇਮਕਾਂ ਨੂੰ ਮਿਲਾਉਂਦੇ ਸੀ। ਪੁਲਿਸ ਦਾ ਕੰਮ ਥੋੜੀ ਆ। ਦੂਸਰਾ ਇਹ ਕਿ ਇਹ ਜਿਹੜਾ ਇਕੱਲੇ ਸੀਆਈ ਸਟਾਫ ਦੇ ਇੰਚਾਰਜ ਤੱਕ ਸੀਮਿਤ ਨਹੀਂ ਹੈਗਾ। ਹੁਣ ਮਾਨਸਾ ਦੇ ਐਸਐਸਪੀ ਨੂੰ ਜੇ ਨੌਲੇਜ ਨਹੀਂ ਸੀ ਤਾਂ ਉਹਦੀ ਵੀ ਕੋਤਾਹੀ ਹੈ। ਆਈਜੀ ਦੀ, ਡੀਜੀਪੀ ਦੀ, ਗ੍ਰਹਿ ਵਿਭਾਗ ਜਿਨ੍ਹਾਂ ਕੋਲੇ ਹੈ ਭਗਵੰਤ ਮਾਨ ਦੀ, ਸਾਰਿਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਆ। ਹੁਣ ਇਹਨਾਂ ਨੇ ਗਿੱਲ ਸਾਹਿਬ ਕੀ ਕੀਤਾ, ਸਾਰਾ ਜਿਵੇਂ ਹੁੰਦਾ ਗਾ ਵੀ ਇੱਕ ਜਾਣੇ ਦੇ ਉੱਤੇ ਝਾੜ ਦਿੰਦੇ ਨੇ। ਹੁਣ ਸਾਰਾ ਇਹ ਨਜ਼ਲਾ ਗਾ ਜਿਹੜਾ ਉਹ ਸੀਆਈ ਸਟਾਫ ਮਾਨਸਾ ਦੇ ਇੰਚਾਰਜ ਤੇ ਝਾੜਤਾ, ਉਹਨੂੰ FIR ਦਰਜ ਕਰਕੇ ਗ੍ਰਿਫਤਾਰ ਕਰਕੇ ਅੱਜ ਉਹਦਾ ਪੁਲਿਸ ਰਿਮਾਂਡ ਲੈ ਲਿਆ, ਉਹਨੂੰ ਨੌਕਰੀ ਤੋਂ ਬਰਖਾਸਤ ਹੈਗਾ ਜਿਹੜਾ ਉਹ ਕਰਤਾ। ਹੁਣ ਇਹਦੇ 'ਚ ਬਾਕੀ ਅਫਸਰਾਂ ਦੀ, ਮੰਤਰੀ ਤੱਕ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ, ਇੱਕ ਗੱਲ। ਦੂਸਰਾ ਪੁਆਇੰਟ ਇਹ ਆ ਕਿ ਬਾਕੀਆਂ ਨਾਲ ਵੀ ਕੀ ਇਹੀ ਹੋਇਆ। ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੇ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਫੜੇ ਹੋਏ ਦੂਸਰੇ ਜਿਹੜੇ ਮੁਲਜ਼ਮ ਨੇ ਉਹਨਾਂ ਕੋਲੋਂ ਵੀ ਜੇਲ੍ਹ ਦੇ ਵਿੱਚ ਮੋਬਾਈਲ ਬਰਾਮਦ ਹੋਇਆ ਸੀ। ਇਹਦਾ ਮਤਲਬ ਇਹ ਸਾਰਿਆਂ ਨੂੰ ਇਸ ਤਰੀਕੇ ਨਾਲ ਕੀਤਾ ਜਾ ਰਿਹਾ। ਇਹਦਾ ਮਤਲਬ ਸਿੱਧੂ ਮੂਸੇਵਾਲਾ ਦੇ ਫਾਦਰ ਸਰਦਾਰ ਬਲਕੌਰ ਸਿੰਘ ਸਿੱਧੂ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਗੱਲ ਕਹਿ ਰਹੇ ਸੀਗੇ ਕਿ ਇਹ ਤਾਂ ਟੀ-ਸ਼ਰਟਾਂ ਬਦਲ ਆਉਂਦੇ ਨੇ ਫੋਟੋਆਂ ਖਿਚਾਉਣ, ਇਹਨਾਂ ਨੂੰ ਅੰਦਰ ਸਹੂਲਤਾਂ ਮਿਲ ਰਹੀਆਂ, ਉਹ ਗੱਲ ਸੱਚੀ ਹੈ। ਇਹਦਾ ਮਤਲਬ ਲਾਰੈਂਸ ਬਿਸ਼ਨੋਈ ਨੂੰ ਵੀ ਏਦਾਂ ਦੀਆਂ ਸਹੂਲਤਾਂ ਮਿਲਣ ਦੇ ਸ਼ੰਕੇ ਪ੍ਰਗਟ ਕੀਤੇ ਜਾ ਸਕਦੇ ਨੇ, ਜੋ ਦੀਪਕ ਟੀਨੂ ਦੇ ਮਸਲੇ ਦੇ ਵਿੱਚ ਹੋਇਆਗਾ। ਹੁਣ ਪੁਲਿਸ ਇਹਨੂੰ ਭਾਲਦੀ ਫਿਰਦੀ ਹੈ ਜੀ। ਹੁਣ ਭਗਵੰਤ ਮਾਨ ਨੇ ਅੱਜ ਬਿਆਨ ਦਿੱਤਾ ਗਾ ਕਿ ਨੇਪਾਲ ਤੱਕ ਅਸੀਂ ਮਤਲਬ ਜਿਹੜੇ ਸੁਰੱਖਿਆ ਦੇ ਸਖਤ ਪ੍ਰਬੰਧ ਕਰਤੇ। ਉਹ ਤਾਂ ਉਹਦੇ ਸੁੱਤੇ ਪਏ ਨਿਕਲ ਗਏ ਰਾਤ ਨੂੰ, ਉਹਦੇ ਸੁੱਤੇ ਪਏ ਨਾਲ ਦੇ ਕਮਰੇ 'ਚੋਂ ਤਾਂ ਰਾਤ ਨਿਕਲ ਗਏ। ਕਈ ਜ਼ਿਲ੍ਹੇ ਟੱਪ ਗਏ ਹੋਣਗੇ। ਸੋ ਇਹ ਮਸਲਾ ਗਿੱਲ ਸਾਹਿਬ ਬੜਾ ਟੇਢਾ ਗਾ ਔਰ ਇਹਦੀ ਜਾਂਚ ਉੱਚ ਪੱਧਰ ਦੇ ਉੱਤੇ ਹੋਣੀ ਚਾਹੀਦੀ ਹੈ। ਜਿਹੜੇ ਵੀ ਜ਼ਿੰਮੇਵਾਰ ਨੇ, ਮਤਲਬ ਪੰਜਾਬ ਦੇ ਵਿੱਚ ਗੈਂਗਸਟਰ ਭੱਜੀ ਜਾਂਦੇ ਨੇ, ਸਾਡੇ ਮੁੱਖ ਮੰਤਰੀ ਸਾਹਿਬ ਗੁਜਰਾਤ ਦੀਆਂ ਚੋਣਾਂ 'ਚ ਬਿਜੀ ਨੇ ਜੀ। ਕਿੱਡਾ ਵੱਡਾ ਕਤਲਾ ਦੁਨੀਆ ਦੇ ਵਿੱਚ ਜਾਣਨ ਵਾਲਾ ਨਾਂ ਹੈ, ਵੱਡੇ ਨਾਮ ਨੇ ਮਿਲ ਰਹੇ ਨੇ, ਦੁਨੀਆ ਦੀ ਸਟੇਜ ਤੇ ਉਹਦਾ ਨਾਂ ਚੱਲ ਰਿਹਾ। ਉਹਦੇ ਕਾਤਲ ਨੂੰ ਟੁੱਕੜ ਬੋਚ ਇੱਕ ਥਾਣੇਦਾਰ ਉਹਦੀ ਪ੍ਰੇਮਕਾ ਨੂੰ ਮਿਲਾਉਣ ਜਾ ਰਿਹਾ ਤੇ ਉਹਦੀ ਲੱਖ ਰੁਪਏ ਜੇ ਤਨਖਾਹ ਹੋਈ, ਜੇ 15 ਸਾਲ ਦੀ ਸਰਵਿਸ ਹੋਈ, ਉਹਦਾ ਤਾਂ ਕੱਖ ਵੀ ਨਹੀਂ ਹੈ। 1.5 ਕਰੋੜ ਰੁਪਈਆ ਉਹਦਾ ਰਹਿੰਦਾ ਹੈ ਤੇ 1.5 ਕਰੋੜ ਦੇ ਵਿੱਚੋਂ ਇਹਦੇ ਤੋਂ ਲੈ ਕੇ 10-12 ਕਰੋੜ ਉਹ ਤਾਂ ਛੁੱਟ ਗਿਆ। ਤੇ ਜਾਵੇ ਤੇ ਸਜ਼ਾ ਸੁਜਾ ਜਿਨ੍ਹਾਂ ਨੇ ਭਜਾਇਆ 10-15 ਕਰੋੜ ਲੈ ਕੇ, ਉਹ ਗਾਂ ਕਿਸੇ ਨੂੰ ਕਰੋੜ ਦੇ ਕੇ ਛੁੱਟ ਜੂ। ਇਦੋਂ ਬਾਅਦ ਹਲੇ ਵੀ ਕਹਿ ਰਹੀ ਹੈ ਸਰਕਾਰ ਵੀ ਅਮਨ ਕਾਨੂੰਨ ਤੇ ਅਸੀਂ ਲੋਕਾਂ ਦੀ ਰਾਖੀ ਕਰਾਂਗੇ। ਇਹੋ ਜਿਹਾ ਤਾਂ ਕਦੇ ਵੀ ਨਹੀਂ ਹੋਇਆ ਬਈ ਗੈਂਗਸਟਰ ਕੋਈ ਇਸ ਤਰ੍ਹਾਂ ਭੱਜਿਆ ਹੋਵੇ ਤੇ ਇੰਚਾਰਜ ਜਿਹੜਾ ਗੁੰਡਾ ਸਟਾਫ ਦਾ ਇੱਕ ਥਾਣੇਦਾਰ ਲੈ ਕੇ ਜਾਵੇ ਤੇ ਗੱਡੀ 'ਚੋਂ ਕੱਢ ਕੇ ਥਾਣੇ 'ਚੋਂ ਲੈ ਕੇ ਜਾਵੇ। ਇਹ ਤਾਂ ਜ਼ੁਲਮ ਹੋ ਗਿਆ। ਇਹਦੇ ਬਾਅਦ ਤਾਂ ਰਹਿੰਦੀ ਉਹ ਨਹੀਂ ਗੱਲ ਕੋਈ। ਕਿਹੜੇ ਅਮਨ ਕਾਨੂੰਨ ਦੀ ਗੱਲ ਇਹ ਕਰਦੀ ਹੈ ਤੇ ਆਮ ਆਦਮੀ ਪਾਰਟੀ ਦੀਆਂ ਗੱਲਾਂ ਕਰਦੇ ਆ। ਆਮ ਬੰਦੇ ਦਾ ਤਾਂ ਕਚੂਮਰ ਨਿਕਲ ਜੂ। ਖਾਸ ਬੰਦਾ ਜਿਹੜਾ ਦੁਨੀਆ 'ਚ ਜਾਣਿਆ ਜਾਂਦਾ ਸੀ, ਉਹਦੇ ਕਤਲ 'ਚ ਆ ਕੁਛ ਹੋ ਰਿਹਾ। ਆਮ ਬੰਦੇ ਨੂੰ ਕਿੰਨੇ ਪੁੱਛਣਾ? ਟਿੱਡੀਆਂ ਪਪਲੀਆਂ ਵਾਂਗੂ ਕਿਸੇ ਨੇ ਨਹੀਂ ਪੁੱਛਣਾ। ਟੱਬਰ ਫਿਰਦਾ ਆਦਮਪੋ ਕਰਦਾ ਲੈਂਡ ਕਰੂਜ਼ਰਾਂ ਦੇ ਵਿੱਚ। ਕਦੇ ਕੋਈ ਘਰ ਵਾਲੀ ਚਲੇ ਗਈ, ਕੋਈ ਭੈਣ ਆ ਗਈ ਤੇ ਮਾਂ ਆ ਗਈ। ਤੇ ਕਿਹੜੀ ਆਮ ਆਦਮੀ ਪਾਰਟੀ ਕਿ ਆਮ ਨੋਰਮਲ ਪਰਿਵਾਰ ਦੀ ਕਿਹੜੀ ਗੱਲ ਹੋ ਰਹੀ ਹੈ? ਹੈਰਾਨੀ ਦੀ ਗੱਲ ਆ। ਅੱਛਾ, ਕਿਹੜਾ ਪੰਜਾਬੀ ਗਾਇਕ ਆ ਜੀ ਜਿਹਦੇ ਕਰਕੇ 2 ਗਰੁੱਪ ਭਿੜ ਗਏ ਹਿੰਦੂ ਭਾਈਚਾਰੇ ਦੇ ਲੁਧਿਆਣੇ? ਗਿੱਲ ਸਾਹਿਬ, ਇਹ ਪੰਜਾਬੀ ਗਾਇਕ ਆ ਜੀ ਖਾਨ। ਜੀ ਖਾਨ ਦੇ ਮਸਲੇ ਦੇ ਵਿੱਚ 2 ਗਰੁੱਪ ਨੇ ਜਿਹੜੇ ਹਿੰਦੂਆਂ ਦੇ, ਉਹ ਆਪਸ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਭਿੜੇ, ਇੱਟਾਂ ਰੋੜੇ, ਹੋਰ ਕਾਫੀ ਮਸਲਾ ਗਾ ਜਿਹੜਾ ਉਹ ਭਖਿਆ। ਦਰਅਸਲ ਗੱਲ ਇਹ ਹੋਈ ਸੀ ਕਿ ਲੁਧਿਆਣਾ ਦੇ ਵਿੱਚ ਗਣੇਸ਼ ਉਤਸਵ ਦੇ ਮੌਕੇ ਦੇ ਉੱਤੇ ਪੰਜਾਬੀ ਗਾਇਕ ਜੀ ਖਾਨ ਦੇ ਵੱਲੋਂ ਕੁਝ ਗੀਤ ਗਾਏ ਗਏ। ਉਹ ਗੀਤ ਗਿੱਲ ਸਾਹਿਬ ਨੇ ਜਿਹੜੇ ਉਹਨਾਂ ਨੂੰ ਲੈ ਕੇ ਹਿੰਦੂ ਭਾਈਚਾਰੇ ਦੇ ਵਿੱਚ ਰੋਸ ਫੈਲ ਗਿਆ ਕਿ ਜੀ ਖਾਨ ਨੇ ਉਹ ਗੀਤ ਨੇ ਜਿਹੜੇ ਧਾਰਮਿਕ ਸਥਾਨ ਦੇ ਉੱਤੇ
ਗਾ ਕੇ ਵਿਵਾਦ ਪੈਦਾ ਕਰ ਲਿਆ। ਉਸ ਤੋਂ ਬਾਅਦ ਮਸਲਾ ਇਹ ਹੋਇਆ ਕਿ ਜੀ ਖਾਨ ਦੇ ਖਿਲਾਫ ਇਹਨਾਂ ਨੇ ਦਰਖਾਸਤਾਂ ਦਿੱਤੀਆਂ, ਮਸਲਾ ਕਾਫੀ ਜ਼ਿਆਦਾ ਅੱਗੇ ਵੱਧ ਗਿਆ ਸੀ। ਫਿਰ ਜੀ ਖਾਨ ਨੇ ਕਿਹਾ ਕਿ ਮੈਂ ਮਾਫੀ ਮੰਗਣ ਦੇ ਲਈ ਤਿਆਰ ਹਾਂ। ਹਿੰਦੂ ਸਮਾਜ ਦੇ ਵੱਲੋਂ ਉਹਨੂੰ ਇੱਕ ਮੰਦਿਰ ਦੇ ਵਿੱਚ ਸੱਦਿਆ ਗਿਆ। ਮੰਦਿਰ ਦੇ ਵਿੱਚ ਸੱਦ ਕੇ ਹਿੰਦੂ ਸੰਗਠਨਾਂ ਨੇ ਉਹਨੂੰ ਕਿਹਾ ਕਿ ਇੱਥੇ ਮਾਫੀ ਮੰਗ। ਉਹਨੇ ਗਿੱਲ ਸਾਹਿਬ ਜੀ ਖਾਨ ਉੱਥੇ ਗਿਆ ਲੁਧਿਆਣਾ ਦੇ ਵਿੱਚ। ਜੀ ਖਾਨ ਦਾ ਪੂਰਾ ਨਾਂ ਗੁਲਸ਼ਨ ਖਾਨ ਹੈ, ਬਰਨਾਲਾ ਜ਼ਿਲ੍ਹੇ ਦੇ ਭਦੌੜ ਦਾ ਰਹਿਣ ਵਾਲਾ ਗਾ, ਪੰਜਾਬੀ ਦਾ ਕਾਫੀ ਚਰਚਿਤ ਗਾਇਕ ਹੈਗਾ। ਇਹ ਕਈ ਗੀਤ ਨੇ ਜਿਹੜੇ ਪੈਗ ਮੋਟੇ ਮੋਟੇ ਵਿਸਕੀ ਵਾਲੇ ਮੁੰਡੇ ਚੰਡੀਗੜ੍ਹ ਸ਼ਹਿਰ ਦੇ, ਉਹ ਡਾਲਰ ਗਿਣਦੀ ਮੈਂ ਤਾਰੇ ਗਿਣਦਾ, ਇਹ ਬੜੇ ਮਸ਼ਹੂਰ ਹੋਏ ਸੀਗੇ। ਮੈਂ ਤਾਂ ਕਹਿੰਦਾ ਕਿ ਕਾਫੀ ਫੇਮਸ ਗਾਇਕ ਹੈਗਾ ਜਿਹੜਾ ਇਹ ਹੈਗਾ ਗਾ। ਔਰ ਜੀ ਖਾਨ ਜਦੋਂ ਲੁਧਿਆਣਾ ਦੇ ਵਿੱਚ ਗਿਆ ਤਾਂ ਉਸ ਮੰਦਿਰ ਦੇ ਵਿੱਚ ਇਹਨੇ ਮਾਫੀ ਮੰਗ ਲਈ। ਮਾਫੀ ਮੰਗ ਕੇ ਜਦੋਂ ਇਹ ਬਾਹਰ ਆ ਗਿਆ, ਇਹ ਤਾਂ ਆਪਦੀ ਗੱਡੀ 'ਚ ਬੈਠਣ ਲੱਗਿਆ ਸੀ। ਹਿੰਦੂਆਂ ਦੇ ਦੋ ਗੁੱਟ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਗਏ ਕਿ ਇਹਨੂੰ ਮਾਫੀ ਤੁਸੀਂ ਕਿਵੇਂ ਦਿੱਤੀ, ਔਰ ਉਹਨਾਂ ਦਾ ਆਪਸ ਦੇ ਵਿੱਚ ਮਸਲਾ ਗਾ ਜਿਹੜਾ ਉਹ ਵੱਧ ਗਿਆ। ਉਸ ਤੋਂ ਬਾਅਦ ਗਿੱਲ ਸਾਹਿਬ ਉਹਨਾਂ ਦੇ ਦੋ ਗੁੱਟਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਝੜਪ ਆ ਗਈ ਉਹ ਨਜ਼ਰ ਆਈ। ਔਰ ਇਸ ਮਸਲੇ ਦੇ ਵਿੱਚ ਫਿਰ ਪੁਲਿਸ ਨੇ ਤਹਿਕੀਕਾਤ ਕੀਤੀ, ਪੁਲਿਸ ਨੇ ਕੁਝ ਲੋਕਾਂ ਨੂੰ ਕਾਬੂ ਕੀਤਾ, ਔਰ ਹੁਣ ਇੱਕ ਕੇਸ ਵੀ ਹੈ ਜਿਹੜਾ ਦੋਵੇਂ ਧੜਿਆਂ ਦੇ ਵਿੱਚ ਦਰਜ ਕੀਤਾ ਗਿਆ ਗਾ ਜੀ। ਅੱਛਾ ਜੀ, ਨਾਲ ਗੁਰਦਾਸਪੁਰ ਜ਼ਿਲ੍ਹੇ ਚੋਂ ਸੰਤਰੀ ਤੋਂ ਰਫਲ ਖੋਹ ਕੇ ਕੌਣ ਭੱਜਿਆ ਸੀ? ਗਿੱਲ ਸਾਹਿਬ ਇਹ ਮਸਲਾ ਗਾ ਜਿਹੜਾ ਇਹ ਨੌਜਵਾਨ ਇੱਕ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਗਾ, ਇਹ ਅੰਮ੍ਰਿਤਧਾਰੀ ਸਿੰਘ ਹੈਗਾ। ਇਹਦਾ ਇੱਕ ਮਸਲਾ ਸੀ ਆਪਸ ਦੇ ਵਿੱਚ ਪਿੰਡ ਪੱਧਰ ਦੇ ਉੱਤੇ ਗੁਰਦੁਆਰਾ ਕਮੇਟੀ 'ਚ। ਇਹ ਉਸ ਮਸਲੇ ਨੂੰ ਲੈ ਕੇ ਥਾਣੇ ਗਿਆ। ਥਾਣੇ ਜਾ ਕੇ ਨੇ ਕਿਹਾ ਕਿ ਮੇਰੀ ਗੱਲ ਸੁਣੋ, ਇਸ ਮਸਲੇ 'ਚ ਰਿਪੋਰਟ ਲਿਖੋ। ਪੁਲਿਸ ਵਾਲਿਆਂ ਨੇ ਗਿੱਲ ਸਾਹਿਬ ਇਹਨੂੰ ਇਗਨੋਰ ਕਰਕੇ ਮੋੜਤਾ। ਇਹ ਅੱਜ ਦੁਬਾਰੇ ਫੇਰ ਸਵੇਰੇ ਗਿਆ। ਜਦੋਂ ਇਹਨੇ ਸਵੇਰੇ ਜਾ ਕੇ ਨੌਜਵਾਨ ਨੇ ਧਾਰੀਵਾਲ ਵਿੱਚ ਪੁਲਿਸ ਵਾਲਿਆਂ ਨੂੰ ਕਿਹਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈਗਾ, ਤੁਸੀਂ ਮੇਰੀ ਜਿਹੜੀ ਗੱਲ ਆ ਉਹ ਸੁਣੋ। ਪੁਲਿਸ ਨੇ ਇਹਦੀ ਗੱਲ ਨਾ ਸੁਣੀ ਤਾਂ ਸੰਤਰੀ ਕੋਲੇ SLR ਰਫਲ ਸੀ। ਇਹਨੇ ਸੰਤਰੀ ਨੂੰ ਦਿੱਤਾ ਧੱਕਾ, ਉਹਦੀ SLR ਰਫਲ ਖੋ ਕੇ ਇਹਦੀ ਗੱਡੀ ਬਾਹਰ ਖੜੀ ਸੀ, ਗੱਡੀ 'ਚ ਭੱਜ ਗਿਆ। ਉਸ ਤੋਂ ਬਾਅਦ ਗਿੱਲ ਸਾਹਿਬ ਇਹ ਨੌਜਵਾਨ ਆਪ ਹੀ ਲਾਈਵ ਹੋ ਗਿਆ ਫੇਸਬੁੱਕ ਦੇ ਉੱਤੇ। ਇਹਨੇ ਕਿਹਾ ਵੀ ਦੇਖੋ ਮੈਂ ਆਹ ਚੱਕ ਲਿਆ SLR, ਮੈਂ ਫਲਾਣੇ ਥਾਂ ਜਾ ਰਿਹਾ, ਮੈਂ ਇਹ ਜਿਹੜੀ ਹੈਗੀ ਮੇਰੇ ਨਾਲ ਧੱਕਾ ਹੋਇਆ, ਮੈਂ ਆਪਦਾ ਮਸਲਾ ਗਾ ਜਿਹੜਾ ਲੋਕਾਂ ਦੇ ਵਿੱਚ ਦੱਸਣ ਦੇ ਲਈ ਇਹ ਲੈ ਕੇ ਆਇਆ। ਔਰ ਲਾਈਵ ਵੀਡੀਓ ਦੇ ਵਿੱਚ ਇਹ ਮੈਗਜ਼ੀਨ ਲੋਡ ਕਰਦਾ, ਕਬੂਲ ਕਰਦਾ ਕਿ ਉਹਨੇ ਪੁਲਿਸ ਕੋਲੇ ਰਫਲ ਖੋਹੀ ਹੈ। ਜਸਵਿੰਦਰ ਸਿੰਘ ਦਾ ਨਾਂ, ਜਸਵਿੰਦਰ ਸਿੰਘ ਨੇ ਲਾਈਵ ਹੋ ਕੇ ਉਸ ਤੋਂ ਬਾਅਦ ਇਹਨੇ ਆਪਦੀ ਲੋਕੇਸ਼ਨ ਦੱਸੀ। ਇਹ ਮੋਟਰ ਵਾਲੇ ਇੱਕ ਕੋਠੇ ਦੇ ਵਿੱਚ ਚਲਾ ਗਿਆ। ਉਸ ਤੋਂ ਬਾਅਦ ਗਿੱਲ ਸਾਹਿਬ ਕਈ ਜਿਹੜੇ ਥਾਣਿਆਂ ਦੀ ਪੁਲਿਸ ਹੋਰ ਉੱਥੇ ਪਹੁੰਚੇ, ਨੂੰ ਕਿ ਆਤਮ ਸਮਰਪਣ ਕਰਦੇ। ਕਹਿੰਦਾ ਮੈਂ ਕਰ ਦੂੰ, ਮੀਡੀਆ ਨੂੰ ਆ ਜਾਣ ਦਿਓ। ਉਦੋਂ ਬਾਅਦ ਮੀਡੀਆ ਪਹੁੰਚਿਆ, ਆਤਮ ਸਮਰਪਣ ਕਰਤਾ। ਰਫਲ SLR ਉਹਨਾਂ ਨੂੰ ਫੜਾਤੀ, ਆ ਫੜੋ ਆਪਦੀ SLR ਰਫਲ। ਔਰ ਇਹਨੇ ਕਿਹਾ ਵੀ ਮੈਂ ਆਪਦਾ ਮਸਲਾ ਦੱਸਣਾ ਇੱਥੋਂ, ਮੈਂ ਇਸ ਕਰਕੇ ਇਹ ਸਾਰੀ ਗੱਲ ਕੀਤੀ ਆ। ਸੋ ਕੋਈ ਇਹਨੇ ਗੋਲੀ ਨਹੀਂ ਚਲਾਈ। ਅਸਲ 'ਚ ਇਹਨੇ ਆਪਦੀ ਗੱਲ ਪ੍ਰੋਜੈਕਟ ਕਰਨੀ ਸੀ। ਹਾਲਾਂਕਿ ਮਸਲਾ ਇਹਦਾ ਠੀਕ ਨਹੀਂ ਹੈ, ਉੱਚ ਅਫਸਰਾਂ ਨੂੰ ਮਿਲਦਾ, ਹੋਰ ਢੰਗ ਅਪਣਾਉਂਦਾ, ਲੇਕਿਨ ਕੋਈ ਟੈਂਕੀ ਤੇ ਚੜ ਰਿਹਾ ਆਪਦੀ ਗੱਲ ਦੱਸਣ ਦੇ ਲਈ, ਕੋਈ ਟਾਵਰ ਤੇ ਚੜ ਰਿਹਾ ਆਪਦੀ ਗੱਲ ਦੱਸਣ ਦੇ ਲਈ, ਇਹਨੇ ਰਫਲ ਖੋ ਕੇ ਭੱਜ ਲਿਆ ਆਪਦੀ ਗੱਲ ਦੱਸਣ ਦੇ ਲਈ। ਜਿੰਨੀ ਕੁ ਗੱਲ ਹੈ ਇਹਦੇ ਰਾਹੀਂ ਸਾਹਮਣੇ ਆਈ ਹੈ। ਬਾਕੀ ਪੁਲਿਸ ਤਹਿਕੀਕਾਤ ਕਰ ਰਹੀ ਹੈ, ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਗਾ। ਕੀ ਆ ਮਸਲਾ, ਡਿਪਰੈਸ਼ਨ ਦੇ ਵਿੱਚ ਹੈ ਜਾਂ ਕੋਈ ਹੋਰ ਮਸਲਾ ਗਾ, ਉਹ ਸਾਹਮਣੇ ਆ ਜਾਊਗਾ ਜੀ। ਕੌਲ ਖਾਨਦਾਨ ਜਿਹੜਾ ਨਹਿਰੂ ਖਾਨਦਾਨ ਬਣ ਗਿਆ ਸੀ, ਉਹਦੇ ਕੋਲੋਂ ਕਾਂਗਰਸ ਦੀ ਪ੍ਰਧਾਨਗੀ ਜਾਊ ਹੁਣ ਤੈਅ ਹੈ ਕਿ ਹਲੇ ਵੀ ਮਾਰਦੇ ਹੱਥ ਕਿਤੇ ਇੱਧਰ ਉੱਧਰ? ਗਿੱਲ ਸਾਹਿਬ ਹੁਣ ਤਾਂ ਤੈਅ ਹੋ ਚੁੱਕਿਆ ਹੈਗਾ ਕਿ ਗਾਂਧੀ ਪਰਿਵਾਰ ਦੇ ਵਿੱਚੋਂ ਕੋਈ ਵੀ ਕਾਂਗਰਸ ਦਾ ਪ੍ਰਧਾਨ ਨਹੀਂ ਬਣਨ ਜਾ ਰਿਹਾ। ਨਾ ਪ੍ਰਿਅੰਕਾ ਗਾਂਧੀ, ਨਾ ਸੋਨੀਆ ਗਾਂਧੀ, ਨਾ ਰਾਹੁਲ ਗਾਂਧੀ, ਕਿਉਂਕਿ ਇਹਨਾਂ ਨੇ ਜਿਹੜੇ ਪੇਪਰ ਫਾਈਲ ਕਰਨੇ ਸੀ ਉਹਦੀ ਡੇਟ ਲੰਘ ਚੁੱਕੀ ਆ। ਹੁਣ ਸਿਰਫ ਦੋ ਜਣਿਆਂ ਦੇ ਵਿੱਚ ਮੁਕਾਬਲਾ, ਇੱਕ ਤਾਂ ਸ਼ਸ਼ੀ ਥਰੂਰ ਤੇ ਦੂਜਾ ਮਲਕ ਰਾਜਨ ਖੜਗੇ। ਮਲਕ ਰਾਜਨ ਖੜਗੇ ਆ ਜਿਹੜਾ ਇਹ ਵਿਰੋਧੀ ਧਿਰ ਦਾ ਲੀਡਰ ਰਿਹਾ ਗਾ, ਔਰ ਇਹਨੇ ਰਿਜ਼ਾਈਨ ਕਰ ਦਿੱਤਾ ਉਧਰੋਂ, ਤੇ ਹੁਣ ਇਹ ਆਪਣੀ ਚੋਣ ਆ ਗਈ ਜਿਹੜੀ ਉਹ ਲੜ ਰਿਹਾ। ਮਲਕ ਰਾਜਨ ਖੜਗੇ ਮੰਨਿਆ ਜਾਂਦਾ ਗਾ ਕਿ ਸੋਨੀਆ ਗਾਂਧੀ ਦਾ ਥਾਪੜਾ ਪ੍ਰਾਪਤ ਉਮੀਦਵਾਰ ਹੈ, ਗਾਂਧੀ ਪਰਿਵਾਰ ਦਾ ਨੇੜਲਾ ਬੰਦਾ ਹੈ। ਸ਼ਸ਼ੀ ਥਰੂਰ ਜਿਹੜਾ ਗਿੱਲ ਸਾਹਿਬ ਇਹ ਬਹੁਤ ਪੜ੍ਹਿਆ ਲਿਖਿਆ ਇੰਟੈਲੀਜੈਂਟ ਪਰਸਨ ਹੈ, UNO 'ਚ ਜੋਬ ਕੀਤੀ ਹੈ ਇਹਨੇ, ਯੂਨਾਈਟਿਡ ਨੇਸ਼ਨ 'ਚ ਕਈ ਸਾਲ ਵੱਖ-ਵੱਖ ਅਹੁਦਿਆਂ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਵਿੱਚ ਰਿਹਾ ਹੈ। ਜਦੋਂ ਅਮਰੀਕਾ ਦੇ ਵਿੱਚ ਇਹ ਜਨਰਲ ਸਕੱਤਰ UN ਦਾ ਬਣਨ ਵਾਲਾ ਸੀ, ਲੇਕਿਨ ਬਣਿਆ ਨਹੀਂ ਸੀਗਾ, ਤਾਂ ਇਹ ਉਸ ਤੋਂ ਬਾਅਦ ਛੱਡ ਕੇ ਆ ਗਿਆ ਸੀ, ਕਾਂਗਰਸ ਜੁਆਇਨ ਕੀਤੀ ਸੀ, ਲੋਕ ਸਭਾ ਮੈਂਬਰ ਹੈਗਾ। ਇਹ ਜਿਹੜਾ ਇਹਨਾਂ ਦਾ G23 ਸੀਗਾ, ਜਾਂ ਕਾਂਗਰਸ ਦੇ ਵਿੱਚ ਗਾਂਧੀ ਪਰਿਵਾਰ ਦੇ ਖਿਲਾਫ ਜਿਹੜੇ ਬਗਾਵਤ ਦਾ ਝੰਡਾ ਚੱਕਣ ਵਾਲੇ ਲੀਡਰ ਨੇ, ਉਹਨਾਂ ਦੇ ਵਿੱਚੋਂ ਇੱਕ ਆ ਸ਼ਸ਼ੀ ਥਰੂਰ। ਇਹਨੂੰ ਇਹ ਚੋਣ ਲੜ ਰਿਹਾ, ਦੋਨਾਂ ਦੇ ਵਿੱਚ ਹੀ ਮੁਕਾਬਲਾ ਹੈ।
ਕਿਉਂਕਿ ਗਾਂਧੀ ਪਰਿਵਾਰ ਪਹਿਲਾਂ ਰਾਜਸਥਾਨ ਵਾਲੇ ਚੀਫ ਮਿਨਿਸਟਰ ਅਸ਼ੋਕ ਗਹਿਲੋਤ ਨੂੰ ਜਿਹੜਾ ਉਹ ਪ੍ਰਧਾਨ ਬਣਾਉਣਾ ਚਾਹੁੰਦਾ ਸੀ, ਲੇਕਿਨ ਅਸ਼ੋਕ ਗਹਿਲੋਤ ਆ ਜਿਹੜਾ ਉਹ ਮੁੱਖ ਮੰਤਰੀ ਦੀ ਕੁਰਸੀ ਨੂੰ ਚੁੰਬੜ ਗਿਆ, ਨਾਲੇ ਉੱਧਰੋਂ ਪ੍ਰਧਾਨਗੀ ਵਾਲੇ ਪਾਸੇ ਨੂੰ ਤੁਰ ਪਿਆ। ਤਾਂ ਉਹਦੇ ਚੋਂ ਇਹਨਾਂ ਦਾ ਕਾਫੀ ਮਾਹੌਲ ਆ ਜਿਹੜਾ ਰਾਜਸਥਾਨ ਦੇ ਵਿੱਚ ਵੀ ਸਰਕਾਰ ਜਾਂਦੀ ਡਿੱਗਦੀ ਸੀ ਇਹਨਾਂ ਨੂੰ, ਉਹਦੀ ਉੱਥੇ ਹੀ ਰਹਿ ਗਿਆ ਉਹ ਰਾਜਸਥਾਨ ਜੋਗਾ। ਔਰ ਹੁਣ ਜਦੋਂ ਗੁਜਰਾਤ ਤੇ ਹਿਮਾਚਲ ਦੀ ਚੋਣ ਮੂੰਹ ਤੇ ਹੈ, ਜਦੋਂ ਰਾਹੁਲ ਗਾਂਧੀ 3500 ਕਿਲੋਮੀਟਰ ਲੰਬੀ ਯਾਤਰਾ ਤੇ ਕਰਨਾਟਕ ਪਹੁੰਚਿਆ ਹੋਇਆ, ਜਦੋਂ ਸੋਨੀਆ ਗਾਂਧੀ ਉਸ ਯਾਤਰਾ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ, ਉਸ ਵਕਤ ਕਾਂਗਰਸ ਦੀ ਪ੍ਰਧਾਨਗੀ ਦੀ ਚੋਣ ਹੋਣ ਜਾ ਰਹੀ ਹੈ। ਗਾਂਧੀ ਪਰਿਵਾਰ ਤੋਂ ਕਈ ਦਹਾਕਿਆਂ ਬਾਅਦ ਪ੍ਰਧਾਨਗੀ ਹੈ ਜਿਹੜੀ ਉਹ ਬਾਹਰ ਆ ਰਹੀ ਆ, ਕਿਉਂਕਿ ਇੰਦਰਾ ਗਾਂਧੀ ਤੋਂ ਬਾਅਦ, ਰਾਜੀਵ ਗਾਂਧੀ ਤੋਂ ਬਾਅਦ ਕੁਝ ਸਾਲਾਂ ਦੇ ਲਈ ਪ੍ਰਧਾਨਗੀ ਬਾਹਰ ਗਈ ਸੀ, ਫਿਰ ਸੋਨੀਆ ਗਾਂਧੀ, ਫਿਰ ਰਾਹੁਲ ਗਾਂਧੀ, ਫਿਰ ਸੋਨੀਆ ਗਾਂਧੀ, ਏਦਾਂ ਗਾਂਧੀ ਪਰਿਵਾਰ ਕੋਲੇ ਰਹਿ ਰਹੀ ਸੀ। ਹੁਣ ਮਲਕ ਰਾਜਨ ਖੜਗੇ ਜਾਂ ਸ਼ਸ਼ੀ ਥਰੂਰ, ਉਹਨਾਂ 'ਚ ਇੱਕ ਪ੍ਰਧਾਨ ਬਣੂਗਾ, ਜ਼ਿਆਦਾ ਚਾਂਸ ਹੈ ਖੜਗੇ ਦੇ ਪ੍ਰਧਾਨ ਬਣਨ ਦੇ। ਜੀ ਭਗਵੰਤ ਮਾਨ ਹੁਣੀ ਗੁਜਰਾਤ ਦੇ ਵਿੱਚ ਭੰਗੜਾ ਪਾਉਂਦੇ ਫਿਰਦੇ ਨੇ, ਫੋਟੋਆਂ ਚੰਨੀ ਦੀਆਂ ਛਪੀ ਜਾਂਦੀਆਂ ਨੇ। ਚੰਨੀ ਤਾਂ ਅਮਰੀਕਾ ਦੇ ਵਿੱਚ ਮੈਡੀਟੇਸ਼ਨ ਕਰ ਰਿਹਾ, ਤੇ ਗੁਜਰਾਤ ਵਾਲਾ ਦੌਰਾ ਕਿਵੇਂ ਆ ਭਗਵੰਤ ਮਾਨ ਉਹਨਾਂ ਦਾ? ਮੈਂ ਕਿਹਾ ਜੀ ਪੂਰਾ ਜ਼ੋਰ ਲਾ ਇਹਨਾਂ ਨੇ, ਪੂਰਾ ਜ਼ੋਰ। ਗਿੱਲ ਸਾਹਿਬ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਇਹ ਸਾਰਾ ਮਤਲਬ ਇਹ ਦੱਸਣ ਲਈ ਕਿ ਭਾਜਪਾ ਦੇ ਅਸਲੀ ਵਿਰੋਧੀ ਅਸੀਂ ਆ, ਕਿ ਅਸੀਂ ਸਾਡੇ ਜਿਹੜੇ MLA ਨੂੰ ਦੇਖੋ, ਭਾਜਪਾ ਨੇ ਕੋਸ਼ਿਸ਼ ਕੀਤੀ 25-25 ਕਰੋੜ ਦੇਣ ਦੀ। ਹਾਲਾਂਕਿ ਇਹਨਾਂ ਦੇ ਅੱਜ MLA ਵਿਧਾਨ ਸਭਾ 'ਚ ਬੋਲ ਰਿਹਾ ਸੀ, ਉਹਨੇ 2 ਮੰਤਰੀਆਂ ਦਾ ਵੀ ਨਾਂ ਲਿਆ, ਲੇਕਿਨ ਸਿੱਧੇ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਆਫਰ ਆਈ ਉਹਨੇ ਦੱਸਿਆ ਨਹੀਂ ਹੈਗਾ। ਤਾਂ ਭਗਵੰਤ ਮਾਨ ਦਾ ਦੌਰਾ ਵਧੀਆ ਰਿਹਾ ਜੀ। ਇਹਨਾਂ ਦਾ ਰਾਘਵ ਚੱਡਾ ਵੀ ਹੁਣ ਉੱਥੇ ਪਹੁੰਚਿਆ ਹੋਇਆ। ਗਿੱਲ ਸਾਹਿਬ ਇਹਨਾਂ ਨੇ ਨਾ ਜਿਹੜਾ ਮਿਸ਼ਨ ਗੁਜਰਾਤ ਹੈ ਉਹਦੇ 'ਚ ਪੰਜਾਬ ਦੇ ਸਾਰੇ MLA ਨੂੰ, ਸਾਰੇ ਮੰਤਰੀਆਂ ਨੂੰ, ਪੰਜਾਬ ਦਿਆਂ ਨੂੰ ਸੱਦ ਕੇ ਕਹਿਤਾ ਕਿ ਸਾਰੇ ਜਾਣੇ ਤੁਸੀਂ ਗੁਜਰਾਤ ਦਿਸਣੇ ਚਾਹੀਦੇ ਆਉਣ ਵਾਲੇ ਦਿਨਾਂ 'ਚ। ਕੱਲੇ ਨੂੰ ਇਹਨਾਂ ਨੂੰ ਗਿੱਲ ਸਾਹਿਬ ਗੁਜਰਾਤ ਦਾ ਇਲਾਕਾ ਵੰਡ ਕੇ ਦੇਤਾ ਔਰ ਕਹਿੰਦਾ ਕਿ ਤੁਸੀਂ ਉੱਥੇ ਪਹੁੰਚੋ। ਬਾਕੀ ਨਾ ਸਾਰਿਆਂ ਨੂੰ ਕਹਿੰਦਾ ਤੁਹਾਨੂੰ ਪਾਰਟੀ ਫੰਡ ਕੋਈ ਨਹੀਂ ਮਿਲੂ, ਤੁਹਾਨੂੰ ਗੁਜਰਾਤ ਦੇ ਵਿੱਚ ਰਹਿਣ ਦਾ, ਗੁਜਰਾਤ ਦੇ ਵਿੱਚ ਤੇਲ ਫੂਕਣ ਦਾ ਸਾਰਾ ਖਰਚਾ ਪੱਲਿਓ ਕਰਨਾ ਪਊ। ਪੱਲਿਓ ਕਰਨ ਦਾ ਮਤਲਬ ਇਹ ਹੈ ਪੰਜਾਬ ਚੋਂ, ਕਿਉਂਕਿ ਤੇਲ ਇਹਨਾਂ ਨੇ ਜੇਬਾਂ 'ਚ ਤਾਂ ਪਵਾਉਣਾ ਨਹੀਂ, ਯਾਨੀ ਕਿ ਪੰਜਾਬ ਦਾ ਖਜ਼ਾਨਾ ਹੋਣਾ ਜਿਹੜਾ ਉਹ ਗੁਜਰਾਤ ਕਨੀ ਨੂੰ ਜਾਊ। ਜਿਹੜਾ ਹੁਣ ਇੱਥੋਂ ਤੇਲ ਮੱਚ ਰਿਹਾ ਗੁਜਰਾਤ ਤੱਕ ਦਾ, ਜਿਹੜਾ ਭਗਵੰਤ ਮਾਨ ਦੇ ਦੌਰੇ ਨੇ, ਉਹ ਵੀ ਤਾਂ ਪੰਜਾਬ ਦੇ ਖਜ਼ਾਨੇ 'ਚੋਂ ਨੇ। ਭਗਵੰਤ ਮਾਨ ਗੁਜਰਾਤ ਦੇ ਦੌਰੇ ਦੇ ਉੱਤੇ ਜਾ ਰਿਹਾ ਹੈ, ਇੱਧਰੋਂ ਪੰਜਾਬ ਦੇ ਵਿੱਚ ਜੇ ਕੋਈ ਦੁੱਖ ਦੇ ਜਾਂ ਕਿਸੇ ਸੁੱਖ ਦੇ ਸਮਾਗਮ ਦੇ ਉੱਤੇ ਜਾਣਾ, ਉੱਥੇ ਭਗਵੰਤ ਮਾਨ ਹੋਰਾਂ ਦੀ ਪਤਨੀ, ਭੈਣ, ਮਾਤਾ ਉਹ ਜਾ ਰਹੇ ਨੇ। ਹਲਕਾ ਇੰਚਾਰਜਾਂ ਵੇਲੇ ਵਿਰੋਧ ਕਰਦੇ ਸੀ ਆਮ ਆਦਮੀ ਪਾਰਟੀ ਵਾਲੇ, ਕਰਨਾ ਵੀ ਬਣਦਾ ਸੀ। ਹਲਕਾ ਇੰਚਾਰਜ ਜਦੋਂ ਅਕਾਲੀਆਂ ਨੇ ਲਾਏ ਸੀ, ਕਾਂਗਰਸੀਆਂ ਨੇ ਲਾਏ ਸੀ, ਕਾਹਦੇ ਲਈ? ਤਾਂ ਹੁਣ ਸਵਾਲ ਇਹ ਉੱਠਦਾ ਵੀ ਇਹਨਾਂ ਕੋਲੇ ਕਿਹੜੇ ਵਿਧਾਨਕ ਅਹੁਦੇ ਨੇ ਪਰਿਵਾਰਕ ਮੈਂਬਰਾਂ ਕੋਲੇ? ਇਹ ਵੀ ਤਾਂ ਉਸੇ ਤਰੀਕੇ ਦੇ ਨਾਲ ਜਦੋਂ ਤੁਰਦੇ ਨੇ ਗਨਮੈਨ, ਹੋਰ ਸਾਰੀਆਂ ਸਹੂਲਤਾਂ। ਤਾਂ ਪੰਜਾਬ ਤੋਂ ਗੁਜਰਾਤ ਤੱਕ ਦਾ ਜਿਹੜਾ ਵਿਧਾਇਕਾਂ ਦਾ, ਮੰਤਰੀਆਂ ਦਾ, ਈਵਨ ਉੱਥੇ ਰਹਿਣ ਤੱਕ ਦਾ ਖਰਚਾ ਵੀ ਜਿਹੜਾ ਪੰਜਾਬ ਦੇ ਖਜ਼ਾਨੇ ਤੇ ਬੋਝ ਬਣਨਾ ਆਉਣ ਵਾਲੇ ਦਿਨਾਂ ਦੇ ਵਿੱਚ। ਇੱਕ ਗੱਲ, ਦੂਸਰਾ ਪੁਆਇੰਟ ਗਿੱਲ ਸਾਹਿਬ ਇਹ ਹੈਗਾ ਕਿ ਜਿਹੜੇ ਇਹ ਮੰਤਰੀ ਜਾਂ ਭਗਵੰਤ ਮਾਨ ਇਹ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਸੋਚਣ, ਹੱਲ ਕਰਨ ਦੇ ਲਈ ਚੁਣੇ। ਹੁਣ ਪੰਜਾਬ ਦੇ ਵਿੱਚੋਂ ਤਾਂ ਤੁਸੀਂ ਦੇਖੋ ਪੁਲਿਸ ਅਫਸਰ ਮਨਮਾਨੀਆਂ ਕਰ ਰਹੇ ਨੇ। ਪੁਲਿਸ ਅਫਸਰ ਤਾਂ ਗੈਂਗਸਟਰਾਂ ਨੂੰ ਜਿਹੜਾ ਉਹ ਇਸ ਤਰੀਕੇ ਦੇ ਨਾਲ ਲਈ ਤੁਰੇ ਫਿਰਦੇ ਨੇ ਆਪਦੀਆਂ ਪਰਸਨਲ ਗੱਡੀਆਂ ਦੇ ਵਿੱਚ, ਔਰ ਸਰਕਾਰ ਫਿਰ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਪੰਜਾਬ ਦੀ ਬਾਗਡੋਰ ਸੰਭਾਲੇ, ਨਾ ਕਿ ਗੁਜਰਾਤ ਦੀ। ਗੁਜਰਾਤ ਜਾਣਾ ਆਮ ਆਦਮੀ ਪਾਰਟੀ ਕਰੇ ਪ੍ਰਚਾਰ, ਜਾਂ ਇਹ ਹੋਵੇ ਫਿਰ ਭਾਈ ਇੱਧਰੋਂ ਪੰਜਾਬ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੰਭਾਓ ਪਾਰਟੀ 'ਚ। ਸੋ ਇਹ ਦੋਨੇ ਚੀਜ਼ਾਂ ਨੇ ਜਿਹੜੀਆਂ ਨੁਕਸਾਨਦੇਹ ਸਾਬਤ ਹੋਣਗੀਆਂ, ਹੋ ਵੀ ਰਹੀਆਂ ਨੇ ਜੀ। ਅਖੀਰ 'ਚ ਦੱਸਿਓ ਜੀ, ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜੰਮੂ ਕਸ਼ਮੀਰ ਦੇ ਦੌਰੇ ਤੇ ਨੇ ਜੀ, ਪਹੁੰਚ ਚੁੱਕੇ ਨੇ ਜੀ ਜੰਮੂ ਕਸ਼ਮੀਰ। ਜੰਮੂ ਕਸ਼ਮੀਰ ਦੇ ਵਿੱਚ ਕਈ ਦਿਨ ਉਹ ਰਹਿਣਗੇ। ਜੰਮੂ ਕਸ਼ਮੀਰ ਦੇ ਲਈ ਕੁਝ ਐਲਾਨ ਕਰ ਸਕਦੇ ਨੇ, ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਤੇ 35 ਇਹ ਮਨਸੂਖ ਕਰਨ ਤੋਂ ਬਾਅਦ ਉੱਥੋਂ ਦੇ ਹਾਲਾਤ ਹਜੇ ਤੱਕ ਲੋਟ ਨਹੀਂ ਆਏ। ਉੱਥੇ ਚੋਣਾਂ ਹੋਈਆਂ ਨੂੰ ਕਾਫੀ ਲੰਬਾ ਸਮਾਂ ਹੋ ਗਿਆ, ਚੋਣਾਂ ਨਹੀਂ ਹੋਈਆਂ। ਜੰਮੂ ਕਸ਼ਮੀਰ ਦੇ ਇਹਨਾਂ ਨੇ ਮਤਲਬ ਜਿਸ ਤਰੀਕੇ ਦੀ ਦੁਬਾਰੇ ਕਰਿਆ ਸੀਗਾ ਕਿ ਜੰਮੂ ਅੱਡ, ਕਸ਼ਮੀਰ ਅੱਡ, ਲਦਾਖ ਅੱਡ, ਉਹ ਸਾਰੇ ਮਸਲੇ ਤੋਂ ਬਾਅਦ ਇਹਨਾਂ ਤੋਂ ਮਸਲਾ ਗਾ ਜਿਹੜਾ ਉੱਥੇ ਅਜੇ ਤੱਕ ਸੈੱਟ ਨਹੀਂ ਆਇਆ। ਸੋ ਹੁਣ ਅਮਿਤ ਸ਼ਾਹ ਸਾਰੇ ਮਸਲੇ ਦੇ ਉੱਤੇ ਨਜ਼ਰਸਾਨੀ ਕਰ ਰਹੇ ਨੇ ਜਾ ਕੇ, ਔਰ ਨੇੜਿਓਂ ਦੇਖ ਰਹੇ ਨੇ ਸਾਰੇ ਮਸਲੇ। ਖਾਸ ਕਰਕੇ ਇਹਨਾਂ ਦਿਨਾਂ 'ਚ ਬੜੀ ਇੰਪੋਰਟੈਂਟ ਹੈ ਇਹਨਾਂ ਦੀ ਇਹ ਯਾਤਰਾ, ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਵੱਡਾ ਲੀਡਰ ਗੁਲਾਮ ਨਬੀ ਆਜ਼ਾਦ ਉਹ ਕਾਂਗਰਸ ਛੱਡ ਕੇ ਉਹਦੀ ਨਵੀਂ ਪਾਰਟੀ ਬਣਾਉਣ ਜਾ ਰਿਹਾ, ਔਰ ਉੱਥੇ ਗਿੱਲ ਸਾਹਿਬ ਇਹ ਨਵੇਂ ਐਲਾਨ ਕੀ ਕਰਦੇ ਨੇ ਕੱਲ ਨੂੰ, ਇਹ ਦੇਖਣ ਯੋਗ ਹੋਵੇਗਾ ਜੀ। ਧੰਨਵਾਦ ਜੀ। ਤੇ ਕੱਲ ਸਵੇਰੇ ਫੇਰ ਮੁਲਾਕਾਤੀ ਹੋਊ ਤੁਹਾਡੇ ਨਾਲ। ਆਪਣਾ ਖਿਆਲ ਰੱਖਿਓ। ਚੜ੍ਹਦੀ ਕਲਾ।
ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ ਰਹੇ ਸੀ ਦੇਸ਼ ਪੰਜਾਬ ਦੇ ਝਰੋਖੇ ਚੋਂ ਸੈਗਮੈਂਟ ਇਸ ਵਾਰਤਾ ਦਾ। ਹੁਣ ਮੇਰੇ ਨਾਲ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਮੁੱਖ ਸੇਵਾਦਾਰ ਸਰਦਾਰ ਹਰਦੀਪ ਸਿੰਘ ਨਿੱਜਰ ਹਨ। ਵੀਕਐਂਡ ਤੇ ਦੂਸਰੀ ਵਾਰ ਸਰਦਾਰ ਨਿੱਜਰ ਨੂੰ ਸਰਬਸੰਮਤੀ ਦੇ ਨਾਲ ਮੁੱਖ ਸੇਵਾਦਾਰ ਚੁਣਿਆ ਗਿਆ ਤੇ ਉਸ ਦੇ ਬਾਰੇ ਉਹ ਜਾਣਕਾਰੀ ਦੇਣਾ ਚਾਹੁੰਦੇ ਨੇ ਤੇ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਨੇ। ਨਿੱਜਰ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਕਿਹੜੇ ਦਿਨ ਇਹ ਚੋਣ ਦਾ ਦਿਨ ਸੀ, ਕਿਉਂਕਿ ਵੋਟਾਂ ਬਣੀਆਂ ਨੇ, ਕਿਹੜੇ ਦਿਨ ਸਲੇਟ ਜਿਹੜੀ ਹੈ ਉਹ ਰਜਿਸਟਰਡ ਕਰਨੀ ਸੀ, ਜਮਾਂ ਨਾਂ ਦੇਣਾ ਸੀ, ਤੇ ਕਦ ਇਹ ਫਿਰ ਸਰਬਸੰਮਤੀ ਹੋਈ ਜੀ? ਇਹ ਜੀ 30 ਆਪਣੇ ਸਤੰਬਰ ਨੂੰ ਦੇਣੀ ਸੀ, ਅੱਜ ਸ਼ੁੱਕਰਵਾਰ ਜੀ 2 ਤੋਂ 4 ਵਜੇ ਤੱਕ। ਤੇ ਕੋਈ ਵੀ ਸਲੇਟ ਵੱਖਰੀ ਨਹੀਂ ਆਈ ਹੈਗੀ। ਸਾਰੇ ਸਿੰਘਾਂ ਨੇ ਗੁਰਮਤਾ ਭਰਾਵਾਂ ਨੇ ਕਰਕੇ ਦਾਸ ਦੀਆਂ ਸੇਵਾਵਾਂ ਵੇਖ ਕੇ ਤੇ ਜੋ ਵੀ ਆਪਾਂ ਕਰ ਸਕਦੇ ਸੀ ਕਮਿਊਨਿਟੀ ਵਾਸਤੇ, ਜਿਸ ਤਰ੍ਹਾਂ ਹੁਣ ਪ੍ਰੀ ਸਕੂਲ ਖੋਲਿਆ ਗਿਆ, ਨਾਲ ਲੱਗਦੀ ਗਰਾਊਂਡ ਦੇ ਵਿੱਚ ਬਜ਼ੁਰਗਾਂ ਵਾਸਤੇ ਟਰੈਕ ਚੌੜਾ ਕੀਤਾ ਗਿਆ ਤੇ ਵਾਲੀਬਾਲ ਦੀ ਗਰਾਊਂਡ ਬਣਾਈ ਗਈ। ਤੇ ਤੁਸੀਂ ਆਪ ਵੀ ਦੇਖਦੇ ਆ 2019 ਤੋਂ ਲੈ ਕੇ ਜਾਂ ਉਸ ਤੋਂ ਪਹਿਲਾਂ ਵੀ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਸੀ, ਆਪਾਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੇ। ਜਦੋਂ ਵੀ ਸਾਡੀ ਸੇਵਾ ਦੀ ਡਿਊਟੀ ਲਾਉਂਦੇ ਤੇ ਸਾਰਾ ਲੰਗਰ ਹਾਲ, ਮੋਹਰੇ ਫਰੰਟ ਰੋਡ ਜਾਂ ਪਿਛਲੇ ਪਾਸੇ ਹੁਣ ਵਿਆਹਾਂ ਵਾਸਤੇ ਤੇ ਗਾਹਾਂ ਫਿਕਰ ਤੇ ਸਕੂਲ ਖੋਲ੍ਹਣ ਵਾਸਤੇ ਜਿਹੜੇ ਸਾਡੇ ਪ੍ਰੋਜੈਕਟ ਆ, ਤੇ ਤੁਸੀਂ ਦੇਖਦੇ ਹੋ ਦਿਨਾਂ ਦੇ ਵਿੱਚ ਬਿਨਾਂ ਲੋਨ ਤੋਂ ਬਿਲਡਿੰਗ ਖੜੀ ਹੋ ਚੁੱਕੀ ਆ। ਕਿਉਂਕਿ ਉਹਨੂੰ ਦੇਖਦੇ ਸਾਰੀਆਂ ਸੰਗਤਾਂ ਦਾ ਤੇ ਸਾਰਿਆਂ ਭਰਾਵਾਂ ਦਾ, ਸੱਜਣਾ ਮਿੱਤਰਾਂ ਦਾ ਸੀਗਾ ਸਹਿਯੋਗ ਵੀ ਇਸੇ ਤਰ੍ਹਾਂ ਤੁਸੀਂ ਸੇਵਾ ਕਰੋ। ਅੱਛਾ ਜੀ, ਕਿਰਪਾ ਕੀਤੀ। ਤੇ ਇੱਕ ਨਾਲ ਹੁਣ ਤੁਸੀਂ ਮੁੱਖ ਸੇਵਾਦਾਰ ਹੋ ਗਏ ਤੇ ਅਹਿਮ ਅਹੁਦੇ ਨੇ ਜਿਹੜੇ ਖਜ਼ਾਨਚੀ ਜਾਂ ਸੈਕਟਰੀ, ਉਹਦੇ ਵਿੱਚ ਕੌਣ ਕੌਣ ਨੇ ਜੀ? ਆਪਣੇ ਸੈਕਟਰੀ ਭੁਪਿੰਦਰ ਸਿੰਘ ਹੋਠੀ ਤੇ ਦੂਸਰੇ ਸੈਕਟਰੀ ਗੁਰਮੀਤ ਸਿੰਘ ਤੂਰ ਜੀ। ਖਜ਼ਾਨਚੀ ਸਾਡੇ ਤੁਸੀਂ ਉੱਥੇ ਨੌਜਵਾਨ ਦੇਖਦੇ ਆ 30 ਕੁ ਸਾਲ ਦੇ ਆ ਨੌਜਵਾਨ ਯੂਥ ਦੇ ਵਿੱਚੋਂ ਭਾਈ ਮਨਪ੍ਰੀਤ ਸਿੰਘ ਜੀ, ਜਿਹੜੇ ਹਮੇਸ਼ਾ ਹੀ 8 ਸਾਲ ਤੋਂ ਸਾਡੇ ਮੋਢੇ ਨਾਲ ਮੋਢਾ ਲਾ ਕੇ, ਜਦੋਂ ਰਘਵੀਰ ਸਿੰਘ ਉਹਨਾਂ ਦੀ ਵੀ ਪ੍ਰਬੰਧਕ ਕਮੇਟੀ ਸੀ ਤੇ ਸਟੂਡੈਂਟ ਇਹ ਨੌਜਵਾਨ ਪੱਕਾ ਹੋਇਆ ਸੀਗਾ, ਉਸ ਦਿਨ ਤੋਂ 7 ਦਿਨ ਨੌਜਵਾਨ ਵਲੰਟੀਅਰ ਸੇਵਾ ਕਰਦਾ। ਉਹਦੀਆਂ ਸੇਵਾਵਾਂ ਨੂੰ ਵੇਖ ਕੇ ਉਹਨਾਂ ਨੂੰ ਮੇਨ ਖਜ਼ਾਨਚੀ, ਤੇ ਜਿਹੜਾ ਸਾਡੀਆਂ ਭੈਣਾਂ ਨੂੰ ਮੈਂਬਰ ਹੀ ਲਿਆ ਜਾਂਦਾ ਸੀ ਤੇ ਉਹਨਾਂ ਨੂੰ ਵੀ ਦੋ ਭੈਣਾਂ ਨੂੰ ਵੀ ਅਸੀਂ ਖਜ਼ਾਨਚੀ ਬਣਾਇਆ। ਤੇ ਮੁੱਖ ਸੇਵਾਦਾਰ ਛੋਟਾ ਨਾਲ ਕੌਣ ਹੈ ਜੀ? ਭਾਈ ਅਮਨਦੀਪ ਸਿੰਘ ਜੀ ਜੌਲ। ਅੱਛਾ ਜੀ। ਤੇ ਤੀਜੇ ਨੰਬਰ ਤੇ ਭਾਈ ਗੁਰਮੀਤ ਸਿੰਘ ਜੀ ਗਿੱਲ। ਤੇ ਇਸੇ ਤਰ੍ਹਾਂ ਸਾਰੇ ਜਿਹੜੇ ਸੇਵਾ ਕਰਦੇ, ਆਪਾਂ ਮੁੱਖ ਮਹੱਤਵ ਆਪਣਾ ਇਹ ਸੀ ਜਿਹੜੇ ਸਿੰਘ ਸੇਵਾ ਕਰਦੇ ਆ ਆਪਾਂ ਉਹਨਾਂ ਨੂੰ ਪ੍ਰਬੰਧ ਦੇ ਵਿੱਚ ਲੈ ਕੇ ਆਈਏ ਤੇ ਹੋਰ ਸੁਚੱਜੇ ਢੰਗ ਦੇ ਨਾਲ ਕਮਿਊਨਿਟੀ ਦੀ ਸੇਵਾ ਤੇ ਗੁਰੂ ਘਰ ਦੀ ਬਿਹਤਰੀ ਵਾਸਤੇ ਆਪਾਂ ਕਾਰਜ ਕਰਦੇ ਰਹੀਏ। ਹੋਣਾ ਤਾਂ ਗੁਰੂ ਘਰ ਦੇ ਵਿੱਚ ਇਲੈਕਸ਼ਨ ਦੀ ਜਗ੍ਹਾ ਸਿਲੈਕਸ਼ਨ ਹੀ ਹੈ, ਕਿਉਂਕਿ ਸੇਵਾ ਹੀ ਕਰਨੀ ਹੈ, ਕੋਈ ਤਨਖਾਹ ਤਾਂ ਲੈਣੀ ਨਹੀਂ। 19 ਦੇ ਵਿੱਚ ਵੀ ਤੁਹਾਡੇ ਨਾਂ ਦੀ ਸਰਬਸੰਮਤੀ ਹੋਈ ਤੇ 22 ਦੇ ਵਿੱਚ ਫੇਰ ਹੁਣ ਸਰਬਸੰਮਤੀ ਹੋਈ। ਗਰੀਬ ਸਿੱਖਾਂ ਨੂੰ ਜਿਹੜੀ ਪਾਤਸ਼ਾਹੀਆਂ ਦਿੱਤੀਆਂ, ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਜੈ ਯਾਦ ਕਰੇ ਹਮਰੀ ਗੁਰਿਆਈ। ਪੈਸਾ ਧੇਲਾ, ਕਈ ਵਾਰ ਰੁਤਬੇ, ਬੰਦੇ ਬਹੁਤ ਕੋਸ਼ਿਸ਼ ਕਈ ਵਾਰ ਕਰਦੇ ਨੇ, ਪਰ ਇਹ ਜਿਹੜੀ ਸੇਵਾ ਸਾਹਿਬ ਦੇ ਦਰ ਦੀ, ਉਹ ਬਹੁਤ ਵੱਡਿਆਂ ਭਾਗਾਂ ਨਾਲ ਮਿਲਦੀ ਹੈ ਨਿੱਜਰ ਸਾਹਿਬ। ਅਤੇ ਵੱਡੇ ਪ੍ਰੋਜੈਕਟ ਜਿਹੜੇ ਸ਼ੁਰੂ ਹੋਏ ਨੇ, ਜਿਹੜਾ ਸਭ ਤੋਂ ਪਹਿਲੀ ਤਾਂ ਗੱਲ ਜਿਹੜਾ ਬੱਚਿਆਂ ਦੇ ਲਈ ਪ੍ਰੀ ਸਕੂਲ ਅਤੇ ਐਲੀਮੈਂਟਰੀ ਸਕੂਲ ਦੀ ਤਿਆਰੀ ਹੈ, ਅਤੇ ਵੱਡਾ ਹਾਲ ਬਣ ਰਿਹਾ, ਸਾਰੀ ਲੰਗਰ ਦੀ ਇਮਾਰਤ ਬਣ ਕੇ ਤਿਆਰ ਹੋਈ ਹੈ। ਉੱਪਰ ਗਲਿਆਰੇ ਅਤੇ 3 ਦਰਬਾਰ ਸਾਹਿਬ ਹਾਲ ਨੇ, ਉੱਪਰ ਬਜ਼ੁਰਗਾਂ ਦੇ ਬਹਿਣ ਦੇ ਲਈ, ਪਿੱਛੇ ਲੰਗਰ ਵਾਲੇ ਪਾਸੇ ਬਹੁਤ ਲੰਮਾ ਕੋਰੀਡੋਰ ਹੈ ਜਿੱਥੇ ਬਜ਼ੁਰਗ ਬਹਿੰਦੇ ਨੇ, ਅਤੇ ਤੁਰਨ ਲਈ ਉਹਨਾਂ ਨੂੰ ਕੀਤਾ। ਸੋ ਐਲੀਮੈਂਟਰੀ ਸਕੂਲ ਜਿਹੜਾ ਅਗਲਾ ਜਾਣਾ ਹੈ, ਉਸ ਦੀ ਵੀ ਤਿਆਰੀ ਚੱਲ ਰਹੀ ਹੈ ਜੀ। ਫਿਰ ਬਿਲਡਿੰਗ ਵਗੈਰਾ ਇਸ ਹਾਲ ਦੇ ਉੱਪਰੇ ਬਣੇਗੀ ਉਹ? ਹਾਂਜੀ, ਹਜੇ ਇਹਦੇ ਤੇ ਟੈਂਪਰੇਰੀ ਉੱਪਰਲੇ ਹਾਲ 'ਚ ਉੱਪਰ ਬਣੂਗੀ। ਤੇ ਜਿਹੜੀ ਆਪਣੇ ਜਿੱਥੇ ਆਪਾਂ ਨਗਰ ਕੀਰਤਨ ਦਾ ਪੰਡਾਲ ਸਜਾਉਂਦੇ ਆ, ਉੱਥੇ ਆਉਣ ਵਾਲੇ ਸਾਲਾਂ ਦੇ ਵਿੱਚ ਆਪਾਂ ਉੱਥੇ ਬਿਲਡਿੰਗ ਉਸਾਰਾਂਗੇ 4 ਲੈਵਲ, ਜਿਹਦੇ ਵਿੱਚ ਜਿਮ ਵੀ ਹੋਊਗੀ ਤੇ ਸਾਡੇ ਬੱਚਿਆਂ ਦੇ ਲਈ ਮਤਲਬ 4 ਲੈਵਲ ਦੀ ਬਿਲਡਿੰਗ ਹੋਵੇਗੀ।
ਤੇ ਅਸੀਂ ਸਿਟੀ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਖੜੇ ਉਹਨਾਂ ਨੂੰ ਵੀ ਇਹੀ ਬੇਨਤੀ ਕੀਤੀ ਸੀ ਕਿ ਸਾਰਿਆਂ ਨੂੰ ਜਿਹੜੇ ਵੀ ਸਾਡੇ ਕੋਲ ਗੁਰੂ ਘਰ ਆਏ ਵੀ ਭਾਈ ਜਿਹੜੀ ਗਰਾਊਂਡ ਹੈ ਨਾਲ ਦੀ ਇਹ ਸਿੱਖ ਸੰਗਤਾਂ ਨੂੰ ਗੁਰੂ ਘਰ ਨੂੰ ਦਿੱਤੀ ਜਾਵੇ 0 ਲੀਜ਼ ਤੇ ਜੀ। ਤੇ ਇਹਦੇ ਵਿੱਚ ਸਾਡੇ ਬੱਚੇ ਆਉਣ ਵਾਲੇ ਫਿਊਚਰ ਦੇ ਵਿੱਚ ਇੱਥੇ ਖੇਡਣਗੇ ਜਦੋਂ ਸਕੂਲ ਬਣ ਗਿਆ। ਤੇ ਇਹ ਸਾਡੇ ਪ੍ਰੋਜੈਕਟ ਆ ਤੇ ਬਿਨਾਂ ਲੋਨ ਤੋਂ ਜਿਹੜੀ ਹੁਣ ਵੀ ਬਿਲਡਿੰਗ ਜੀ ਸ਼ੁਰੂ ਹੋਈ ਆ 120/50 ਦੀ, ਇਹਦੇ ਤੇ 1 ਸੈਂਟ ਦਾ ਵੀ ਲੋਨ ਨਹੀਂ ਚੱਕਿਆ। 2019 ਤੋਂ ਜਦ ਤੇ ਆਏ ਆ ਤੇ ਸੰਗਤਾਂ ਦੇ ਤਿਲ ਫੁੱਲ ਭੇਟਾ ਦੇ ਨਾਲ 1 ਸੈਂਟ ਦੇ ਨਾਲ ਚਾਹੇ ਰਿਚਮੰਡ ਪਲਾਈਬੋਰਡ ਵਾਲੇ ਆ ਉਹਨਾਂ ਦੇ ਕੋਲ ਜਾ ਕੇ ਮੈਂ ਤਤਾਲਾ ਕੀਤਾ ਵੀ ਭਾਈ ਗੁਰੂ ਘਰ ਦੇ ਕਾਰਜ ਆ ਤੁਸੀਂ ਕਰੋ। ਚਾਹੇ A1 ਟਰੱਸਸ ਵਾਲੇ ਹੋ ਗਏ, ਹੁਣ ਰੂਫਿੰਗ ਕੰਪਨੀਆਂ ਵਾਲਿਆਂ ਦੇ ਕੋਲ ਜਿਹੜੇ ਵੱਡੀਆਂ ਸਪਲਾਇਰ ਆ ਉਹਨਾਂ ਦੇ ਕੋਲ ਜਾਣਾ ਅਸੀਂ 1-2 ਦਿਨਾਂ ਦੇ ਵਿੱਚ ਵੀ ਭਾਈ ਜਿੰਨਾ ਵੀ ਤੁਸੀਂ ਮਟੀਰੀਅਲ ਪ੍ਰੋਵਾਈਡ ਕਰ ਸਕਦੇ ਆ ਤੇ ਸਾਨੂੰ ਕਰੋ, ਜਾਂ ਲਾਗਤ ਜਿੰਨੀ ਵੀ ਤੁਹਾਡੀ ਆ ਉਸ ਹਿਸਾਬ ਨਾਲ ਕਰੋ। ਤੇ ਜਿੰਨੇ ਵੀ ਹੁਣ ਫਰੇਮਿੰਗ ਦਾ ਕੰਮ ਹੋਇਆ ਤੇ ਸਾਰੇ ਵਲੰਟੀਅਰ ਭਰਾਵਾਂ ਨੇ, ਫਰੇਮਰਾਂ ਨੇ ਇਹ ਕਾਰਜ ਸਾਰੇ ਕੀਤੇ ਆ। ਤੇ ਇਸੇ ਤਰ੍ਹਾਂ ਪਲੰਬਰ ਭਰਾਵਾਂ ਨੇ ਤੇ ਸਿਰਫ ਕੁਛ ਕੁ ਟ੍ਰੇਡਮੈਨ ਜਿਹੜੇ ਸਾਨੂੰ ਹਾਇਰ ਕਰਨੇ ਪੈਣੇ, ਜਿਸ ਤਰ੍ਹਾਂ ਸਪੰਕਲਰ ਵਾਲੇ ਹੋ ਗਏ, ਉਹ ਵੀ ਭਰਾਵਾਂ ਨੇ ਸਿਰਫ ਮਟੀਰੀਅਲ ਦੇ ਪੈਸੇ ਲੈਣੇ ਆ, ਲੇਬਰ ਫਰੀ। ਤੇ ਇਲੈਕਟ੍ਰੀਸ਼ੀਅਨ ਹੋ ਗਏ। ਹਰ ਇੱਕ ਕੋਸ਼ਿਸ਼ ਆਪਾਂ ਕਰਦੇ ਹਾਂ ਹਰ ਇੱਕ ਭਰਾ ਨੂੰ, ਜੇ ਘਰੇ ਕੋਈ ਸਾਡੇ ਨਾਲ ਸਾਡੇ ਤੋਂ ਕਿਉਂਕਿ ਜਿਹੜੇ ਪ੍ਰਬੰਧਕ ਹੁੰਦੇ ਉਹਨਾਂ ਤੋਂ ਕਈ ਊਣਤਾਈਆਂ ਰਹਿ ਜਾਂਦੀਆਂ ਜਾਂ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ, ਕਿਉਂਕਿ ਪਤਾ ਨਹੀਂ ਲੱਗਦਾ ਐਡੀ ਵੱਡੀ ਸੁਸਾਇਟੀ ਆਪਾਂ ਚਲਾਉਂਦੇ ਹਾਂ। ਤੇ ਅਸੀਂ ਤਾਂ ਹਰ ਇੱਕ ਨੂੰ ਮਿਲ ਜਾਂਦੇ ਹਾਂ ਵੀ ਭਾਈ ਦੱਸੋ ਤੁਸੀਂ ਕਿਹੜੀ ਸੇਵਾ ਕਰ ਸਕਦੇ ਹਾਂ। ਹਰ ਇੱਕ ਟ੍ਰੇਡਮੈਨ ਨੂੰ ਅਸੀਂ ਕਾਲਾਂ ਕਰਦੇ ਹਾਂ ਵੀ ਭਾਈ ਆਓ। ਜਿਸ ਤਰ੍ਹਾਂ ਡਰਾਈ ਬਾਲਰ ਵੀ ਭਰਾ ਆ ਜਾਂ ਪੇਂਟਰ, ਸਾਰਿਆਂ ਦੇ ਨਾਲ ਰਾਬਤਾ ਹੋ ਚੁੱਕਾ ਆ ਜੀ। ਤੇ ਸਾਰੇ ਤਤਪਰ ਆ ਗੁਰੂ ਕੀ ਸੇਵਾ ਕਰਨ ਨੂੰ। ਜਦੋਂ ਤੁਸੀਂ ਆਪ ਸੇਵਾ ਕਰਨੀ ਆ ਲੱਕ ਬੰਨ੍ਹ ਕੇ ਤੇ ਉਹ ਵੀ ਜਿਹੜੇ ਸੇਵਾਦਾਰ ਆ ਵਲੰਟੀਅਰ ਉਹ ਵੀ ਨਾਲ ਕਰਨਗੇ। ਜੇ ਮੇਰੇ ਵਰਗੇ ਨੇ ਕੋਟ ਪਾ ਕੇ ਖੜਨਾ ਜੇਬਾਂ ਦੇ ਵਿੱਚ ਹੱਥ ਤੇ ਮੇਰੇ ਕੋਲ ਪ੍ਰਧਾਨਗੀ ਦਾ ਛੱਜ ਆ ਤੇ ਫਿਰ ਉਹ ਜਦੋਂ ਵੀ ਕੋਈ ਸੇਵਾਦਾਰ ਆਉਂਦਾ ਤੇ ਉਹ ਫਿਰ ਨਿਰਾਸ਼ ਹੋ ਕੇ ਚੱਲ ਜਾਂਦਾ। ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸੇਵਾਦਾਰਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ, ਨਾ ਇਸ ਗੁਰੂ ਘਰ ਕੋਈ ਪ੍ਰਧਾਨ ਆ, ਨਾ ਕੋਈ ਸੈਕਟਰੀ, ਨਾ ਖਜ਼ਾਨਚੀ। ਇਹ ਤਾਂ ਸਿਰਫ ਇੱਕ ਅਹੁਦੇ ਆ ਸੰਸਥਾ ਨੂੰ ਚਲਾਉਣ ਵਾਸਤੇ। ਆਪਾਂ ਸਾਰੇ ਹੀ ਪ੍ਰਧਾਨ ਆ, ਆਪਾਂ ਸਾਰੇ ਹੀ ਸੈਕਟਰੀਆਂ, ਖਜ਼ਾਨਚੀਆਂ। ਆਪਣਾ ਸਾਰਿਆਂ ਦਾ ਗੁਰੂ ਘਰ ਇਹ ਸਰਬ ਸਾਂਝਾ ਆ ਤੇ ਸਾਰਿਆਂ ਨੇ ਇੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੋਵੇ, ਕੌਮ ਦੀ ਗੱਲ ਹੋਵੇ, ਆਪਣੇ ਬੱਚਿਆਂ ਦੇ ਭਵਿੱਖ ਦੀ ਗੱਲ ਹੋਵੇ, ਜਾਂ ਸਾਡੇ ਬੱਚੇ ਡਰੱਗ ਗੈਂਗਵਾਰ 'ਚ ਜਾਂਦੇ ਆ, ਕਿਹੜਾ ਵਿਸ਼ਾ ਜਿਹੜਾ ਆਪ ਜੀ ਨੂੰ ਵੀ ਤੁਸੀਂ ਵੀ ਭਲੀ ਭਾਂਤ ਜਾਣਦੇ ਹੋ, ਤੁਸੀਂ ਆਪ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ। ਹਰ ਇੱਕ ਚਾਹੇ ਡਰੱਗ ਵਾਰ ਸੀ, ਚਾਹੇ ਗੈਂਗਵਾਰ ਸੀ, ਚਾਹੇ ਕਿਸੇ ਵੀ ਕਮਿਊਨਿਟੀ ਤੇ ਕਿਤੇ ਵੀ ਕੋਈ ਅਤਿਆਚਾਰ ਹੁੰਦਾ, ਆਪਾਂ ਉੱਥੇ ਬਾਹ ਲਾ ਕੇ ਖੜਦੇ ਆ ਤੇ ਆਪਣੀ ਕਮਿਊਨਿਟੀ ਵਾਸਤੇ ਵੀ ਸਾਡਾ ਫਰਜ਼ ਬਣਦਾ। ਤੇ ਗਾਹਾਂ ਵੀ ਇਹ ਆਸ ਕਰਦੇ ਹਾਂ ਸਾਰੀ ਸੰਗਤ ਤੋਂ, ਸੱਚ ਦੇ ਨਾਲ ਆਪਾਂ ਖੜੀਏ, ਪੰਥਕ ਲੋਕਾਂ ਦੇ ਨਾਲ ਖੜੀਏ ਤੇ ਜਿਹੜੇ ਗੁਰੂ ਘਰ ਨੂੰ ਸਹਿਰਦ ਹੋਣ ਉਹਨਾਂ ਦੇ ਨਾਲ ਖੜੀਏ ਤੇ ਆਪੇ ਸੱਚ ਦੀ ਜਿੱਤ ਹੋਵੇਗੀ। ਬਿਲਕੁਲ ਜੀ। ਸਾਂਝੇ ਕੰਮਾਂ ਦੇ ਲਈ ਕਮਿਊਨਿਟੀ ਦੇ ਵਿੱਚੋਂ ਭਾਈਚਾਰਾ ਜਦ ਵੀ ਕੋਈ ਸਾਂਝਾ ਕੰਮ ਹੁੰਦਾ ਉਹਦੇ 'ਤੇ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਇਹ ਸਾਡਾ ਸਭ ਤੋਂ ਪੁਰਾਣਾ ਜਿਹੜਾ ਗੁਰਦੁਆਰਾ ਸਾਹਿਬ ਆ ਸੰਗਤਾਂ ਦਾ, ਜਿਹਦਾ ਦੋਨੇ ਸ਼ਹਿਰਾਂ ਦਾ, ਸਰੀ ਅਤੇ ਡੈਲਟਾ ਦਾ, ਇਹਨੂੰ ਕਿਹਾ ਜਾਂਦਾ ਹੈ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਇਹਨੂੰ ਕਹਿੰਦੇ ਨੇ। ਹੁਣ ਗੁਰੂ ਨਾਨਕ ਪਹਿਲਾਂ ਸਿੱਖ ਟੈਂਪਲ ਕਹਿੰਦੇ ਸੀ। ਅਤੇ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਹੋਣੀ ਮੁੱਖ ਸੇਵਾਦਾਰ ਬਣੇ ਨੇ। ਥਰਡ ਪਾਰਟੀ ਨੇ ਇਸ ਨੂੰ ਮੋਨੀਟਰ ਕੀਤਾ, ਜਿਨ੍ਹਾਂ ਦੇ ਹੁੰਦਿਆਂ ਹੋਇਆਂ ਜਦ ਕੋਈ ਸਲੇਟ ਨਾ ਹੋਈ ਤਾਂ ਸਰਬਸੰਮਤੀ ਦੇ ਨਾਲ ਉਹਨਾਂ ਨੂੰ ਮੁੱਖ ਸੇਵਾਦਾਰ ਬਣਾਇਆ। ਅਤੇ ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਭਾਈ ਸਾਹਿਬ ਭਾਈ ਸਰਾ ਗੁਰਿੰਦਰ ਸਿੰਘ ਸੰਘਾ, ਬੈਜੀ ਹੱਟ ਪੀਜ਼ਾ ਵਾਲਿਆਂ ਨੇ, ਗਗਨ ਸਿੰਘ ਨੇ, ਸਰਾ ਹਰਜਿੰਦਰ ਸਿੰਘ ਟੰਡਵਾੜ, ਉਹਨਾਂ ਨੇ ਰਲ ਕੇ ਸਾਰੇ ਗਰੁੱਪਸ ਦੇ ਨਾਲ ਗੱਲਬਾਤ ਕਰਕੇ, ਸਾਰਿਆਂ ਦੇ ਮੈਂਬਰ ਲੈ ਕੇ, ਸਾਰਿਆਂ ਨੂੰ ਖੁਸ਼ ਰੱਖ ਕੇ ਇਸ ਨੂੰ ਸਿਰੇ ਚਾੜ੍ਹਿਆ। ਧੰਨਵਾਦ ਭਾਈ ਸਾਹਿਬ, ਬਹੁਤ ਬਹੁਤ ਸਰਬੱਤ ਦੇ ਭਲੇ ਲਈ, ਚੜ੍ਹਦੀ ਕਲਾ ਲਈ, ਸਾਰੇ ਲੋਕਾਂ ਲਈ। ਚਾਰੇ ਦਰਵਾਜ਼ੇ ਜਿਵੇਂ ਸਾਂਝੇ ਨੇ ਸ਼੍ਰੀ ਦਰਬਾਰ ਸਾਹਿਬ ਦੇ, ਉਸ ਤਰ੍ਹਾਂ ਸਾਰਿਆਂ ਦਾ ਸਤਿਕਾਰ ਕਰਕੇ ਇਸ ਸਾਂਝੇ ਵੱਡੇ ਜਿਹੜਾ ਇੰਸਟੀਟਿਊਟ ਨੂੰ ਹੋਰ ਚੜ੍ਹਦੀ ਕਲਾ 'ਚ ਲੈ ਕੇ ਜਾਇਓ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਤੇ ਆਪ ਜੀ ਦੇ ਸਰੋਤਿਆਂ ਦਾ ਗੁਰੂ ਕੀ ਸੰਗਤ ਦੇ ਚਰਨਾਂ ਵਿੱਚ ਮੈਂ ਫੇਰ ਬੇਨਤੀ ਕਰਦਾ ਜੀ, ਸੰਗਤ ਜੀ ਤੁਸੀਂ ਆਓ, ਤੁਹਾਡੇ ਲਈ 4 ਦਰਵਾਜ਼ੇ ਖੁੱਲ੍ਹੇ ਆ। ਚਾਹੇ ਇੰਟਰਨੈਸ਼ਨਲ ਸਟੂਡੈਂਟ ਸੀਗੇ ਜੀ, ਉਹਨਾਂ ਵਾਸਤੇ ਵੀ ਅਸੀਂ 24/7 ਦਰਵਾਜ਼ੇ ਖੋਲ੍ਹੇ। ਚਾਹੇ ਕੋਵਿਡ ਆਇਆ, ਚਾਹੇ ਹੜ੍ਹ ਆਏ, ਚਾਹੇ ਅੱਗਾਂ ਲੱਗੀਆਂ, ਤੁਸੀਂ ਉਸ ਵਿੱਚ ਭਾਜੀ ਹਰਜੀਤ ਗਿੱਲ ਜੀ, ਆਪ ਜੀ ਵੀ, ਭਾਈ ਮਨਵੀਰ ਸਿੰਘ ਸਪੋਰਟ, ਹੁਣ ਆਪਾਂ ਕਾਬਲੇ ਦੇ ਰੂਪ ਵਿੱਚ ਆਪਾਂ ਸਾਰਿਆਂ ਨੇ ਇਕਮੁੱਠ ਹੋ ਕੇ ਕਮਿਊਨਿਟੀ ਦੇ ਸੇਵਾ ਲਈ ਆਪਾਂ ਗਾਹਾਂ ਵੀ ਹਮੇਸ਼ਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ। ਆਪਾਂ ਸਾਰੇ ਭਰਾ ਇਕਮੁੱਠ ਹੋ ਕੇ, ਇਕਜੁੱਟ ਹੋ ਕੇ, ਕਿਤੇ ਵੀ ਕੋਈ ਸਾਡੇ ਤੇ ਭਾਰੀ ਆਉਂਦੀ ਆ ਕੈਨੇਡਾ ਦੇ ਵਿੱਚ ਜਾਂ ਸਾਡੀ ਕਿਤੇ ਵੀ ਲੁਕਾਈ ਦੇ ਵਿੱਚ, ਆਪਾਂ ਹਮਲਾ ਮਾਰੀਏ। ਤੇ ਸੰਗਤਾਂ ਦੇ ਚਰਨਾਂ ਵਿੱਚ ਮੈਂ ਮਾਧਿਅਮ ਰਾਹੀਂ ਤੁਹਾਡੇ ਰਾਹੀਂ ਬੇਨਤੀ ਕਰਦਾ ਵੀ ਆਓ ਗੁਰੂ ਕੀ ਸੰਗਤ ਜੀ,
ਤੁਸੀਂ ਸਾਨੂੰ ਸੁਝਾਅ ਦਿਓ, ਵਧੀਆ ਤੋਂ ਵਧੀਆ ਆਪਾਂ ਪ੍ਰੋਗਰਾਮ ਲਿਖ ਕੇ ਤੇ ਕੌਮ ਵਾਸਤੇ ਤੇ ਆਪਣੀ ਕਮਿਊਨਿਟੀ ਵਾਸਤੇ ਤੇ ਬੱਚਿਆਂ ਵਾਸਤੇ ਚੰਗੇ ਕੰਮ ਕਰੀਏ। ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਰੂਮ ਕਰਕੇ ਜਿਨ੍ਹਾਂ ਨੇ ਦਾਸ ਨੂੰ ਦੁਬਾਰਾ ਸੇਵਾ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 604 725 1525 ਸਰਾ ਨਿੱਜਰ ਦਾ ਨੰਬਰ ਹੈ, ਜੇ ਕਿਸੇ ਨੇ ਵੀ ਕੰਟੈਕਟ ਕਰਨਾ 6047251525। ਬਹੁਤ ਵੱਡੀ ਗੱਲ ਹੈ ਜਦ ਅੱਗਾਂ ਲੱਗੀਆਂ ਇਸ ਵਾਰ ਆਪਣੇ ਇੰਟੀਰੀਅਰ ਦੇ ਵਿੱਚ ਮਾੜਾ ਜਿਹਾ ਕਿਹਾ ਅਤੇ ਦੇਗੇ ਦਾਲਾਂ ਸਬਜ਼ੀਆਂ ਅਤੇ ਪ੍ਰਸ਼ਾਦੇ ਗੱਡੀਆਂ 'ਚ ਭਰ ਕੇ ਜਦੇ ਹੀ ਉਸੇ ਸਮੇਂ ਐਬਸਪੋਰਟ ਦੇ ਵਿੱਚ ਸਾਰੀ ਟੀਮ ਆਪਣੀ ਮਨਵੀਰ ਸਿੰਘ ਗਰੇਵਾਲ, ਜਗਦੀਪ ਸਿੰਘ ਜੈ ਕੰਗੂੜਾ, ਡੇਵ ਸਿੱਧੂ ਜਿਹੜੇ ਕੌਂਸਲ ਦੀ ਚੋਣ ਲੜ ਰਹੇ ਨੇ, ਲਾਲੀ ਫਾਰਮ ਵਾਲਿਆਂ ਨੇ ਹੈਲੀਕਾਪਟਰ ਦਿੱਤਾ ਅਤੇ ਦੇਖਦਿਆਂ ਹੈਲੀਕਾਪਟਰ ਦੇ ਉੱਪਰ ਰਸਦਾਂ ਜਿਹੜੀਆਂ ਖਾਣਾ ਪੀਣਾ ਪਹੁੰਚਣ ਲੱਗਿਆ। ਸੋ ਇਹ ਬਹੁਤ ਵੱਡੀ ਗੱਲ ਹੈ। ਮੈਂ 2 ਕਾਲਰ ਵੇਟ ਕਰ ਰਹੇ ਨੇ 15 ਮਿੰਟ ਦੇ, ਉਹਨਾਂ ਨਾਲ ਗੱਲਬਾਤ ਕਰਕੇ ਖਬਰਾਂ ਸੁਣਾਉਣਾ। ਸਰ ਗੁਰਜੀਤ ਸਿੰਘ ਜੀ। ਗੁਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਇੱਕ ਨਿੱਕੀ ਜਿਹੀ ਬੇਨਤੀ ਸੀਗੀ ਤੁਹਾਡੇ ਚਰਨਾਂ 'ਚ। ਬਾਈ ਜੀ ਪਿੱਛੇ ਆਵਾਜ਼ ਆਉਂਦੀ ਆ, ਮਾੜੀ ਜੀ ਪਰਾਂ ਹੋ ਕੇ ਗੱਲ ਕਰੋ। ਇੱਕ ਮਿੰਟ ਜੀ ਹਾਂ ਠੀਕ ਆ, ਕਰੋ। ਮੈਂ ਕਿਹਾ ਨਿੱਕੀ ਜਿਹੀ ਬੇਨਤੀ ਸੀਗੀ। ਜੀ ਦੱਸੋ ਵੀਰ ਜੀ। ਆਪਣੇ ਨਾ ਜਿੱਦਾਂ ਹੁਣ ਕਾਂਗਰਸ ਦੇ ਕਾਲੀ ਝੱਕਾ ਕਰਦੇ ਆ, ਆਪਾਂ ਜਿਵੇਂ ਤੁਸੀਂ ਆਵਾਜ਼ ਚੱਕਦੇ ਆ, ਇੱਕ ਥੋੜੀ ਜਿਹੀ ਵਾਰ ਹੋ ਚੱਕਣੀਆਂ ਜੀ, ਤੇ ਉਹ ਆਪਣੇ ਲੱਖਾਂ ਸਿਧਾਣਾ ਤੇ ਝੂਠਾ ਪਰਚਾ ਪਾਇਆ ਗਿਆ ਭਗਵੰਤ ਮਾਨ ਵੱਲੋਂ ਚਿੱਟੇ ਦਾ। ਹਾਲਾਂਕਿ ਉਹ ਬੰਦਾ ਚਿੱਟੇ ਦੇ ਖਿਲਾਫ ਹਮੇਸ਼ਾ ਹੀ ਤੁਹਾਨੂੰ ਪਤਾ ਮੁੱਦੇ ਚੱਕਦਾ ਰਿਹਾ। ਜੀ ਤੇ ਜੇ ਤੁਸੀਂ ਚਾਹੋਗੇ ਜੀ ਆਪਾਂ ਉਹਦੀ ਮਦਦ ਕਰਨੀ ਤਾਂ ਆਪਾਂ ਉਹਨੂੰ ਟਾਕ ਸ਼ੋਅ ਤੇ ਵੀ ਜਿੱਦਾਂ ਆਪਾਂ ਕਰ ਸਕਦੇ ਹਾਂ। ਕੀ ਕਰ ਸਕਦੇ ਹੋ ਜੀ? ਟਾਕ ਸ਼ੋਅ ਤੇ ਜਦੋਂ ਵੀ ਗੱਲ ਤੁਹਾਡੇ ਨਾਲ ਕਰਵਾ ਸਕਦੇ। ਹਾਂਜੀ ਕਰਵਾਓ ਕੱਲ ਨੂੰ 1-2 ਦਿਨ 'ਚ ਕਰਦੇ ਆ। ਮੈਨੂੰ ਕੰਟੈਕਟ ਕਰਿਓ ਸ਼ੋਅ ਤੋਂ ਬਾਅਦ। ਤੁਸੀਂ 604 729 1224 ਤੇ ਸਾਗਰਜੀਤ ਸਿੰਘ ਗੱਲ ਕਰਿਓ, ਆਪਾਂ ਉਹਨਾਂ ਨੂੰ ਲੈ ਕੇ ਆਵਾਂਗੇ। 604 729 1224। ਥੈਂਕ ਯੂ ਵੀਰ ਜੀ, ਬੜੀ ਧੰਨਵਾਦ ਜੀ। ਧੰਨਵਾਦ ਜੀ ਬਾਈ ਜੀ, ਧੰਨਵਾਦ। ਰਾਜਸਥਾਨੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬੜਾ ਜੀ ਮਨ ਖੁਸ਼ ਹੁੰਦਾ ਜਦੋਂ ਤੁਸੀਂ ਇੱਕ ਅੱਛੇ ਹੋਸਟ ਦੇ ਨਾਤੇ ਜਿੱਦਾਂ ਹਰਜਿੰਦਰ ਸਿੰਘ ਥਿੰਦ ਦਾ ਇੰਟਰਨੈਸ਼ਨਲ ਖਬਰ ਲਿਆਉਂਦੇ ਆ ਨਾ, ਤਾਂ ਮੈਂ ਉਹਦਾ ਹੋਸਟ ਦਾ ਮਤਲਬ ਬਹੁਤ ਉਹਦਾ ਵੱਧ ਜਾਂਦਾ। ਧੰਨਵਾਦ ਜੀ। ਤੇ ਮੇਰਾ ਬੜਾ ਮਨ ਖੁਸ਼ ਹੁੰਦਾ ਵੀ ਇੰਟਰਨੈਸ਼ਨਲ ਜਿਹੜੀ ਨਿਊਜ਼ ਦੇਣੀ ਹੁੰਦੀ ਹੈ ਨਾ ਵਿਸ਼ਵ ਲੈਵਲ ਦੀ, ਇੱਕ ਬੁੱਧੀਮੱਤਾ ਦਾ ਕੰਮ ਹੈ। ਸਭ ਤੋਂ ਮੈਂ ਪੜ੍ਹਿਆ ਲਿਖਿਆ ਇਸ ਚੀਜ਼ ਨੂੰ ਬਹੁਤ ਪਸੰਦ ਕਰਦਾ ਮੈਂ। ਤੇ ਆਮ ਜਿਹੜੇ ਵੀ ਘਰੇਲੂ ਤਾਂ ਖਬਰਾਂ ਚੱਲਦੀਆਂ ਰਹਿੰਦੀਆਂ ਜਾਂ ਇਲਾਕੇ ਦੀਆਂ ਜਾਂ ਡਿਸਟ੍ਰਿਕਟ ਸਟੇਟ ਸੂਟ ਦੀਆਂ, ਤੇ ਇੱਕ ਬੜੀ ਤਗੜੀ ਚੀਜ਼ ਹੁੰਦੀ ਕਿਉਂਕਿ ਦੁਨੀਆ ਸੁਣਦੀ ਇਸ ਖਬਰ ਨੂੰ। ਤੇ ਜਦੋਂ ਤੁਸੀਂ ਦਿੰਦੇ ਖਬਰ ਤਾਂ ਬੜਾ ਮਨ ਖੁਸ਼ ਹੁੰਦਾ। ਇਹਦੇ ਤਾਂ ਇੰਨਾ ਕਹਿੰਦੇ ਸੀ। ਦੂਜਾ ਦੇਖੋ ਸਿੱਖੀ ਦਾ ਸੋਮਾ ਇਹ ਵੀ ਤੁਸੀਂ ਬਹੁਤ ਸੋਹਣਾ ਨਿੱਜਰ ਸਾਹਿਬ ਦਾ ਸੰਦੇਸ਼ ਗਿਆ ਵੀ ਇਹ ਹੈ ਸਿੱਖੀ। ਦੂਜਾ ਸੀਗਾ ਵੀ ਅਗਰ ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ ਜਿੱਤ ਜਾਂਦੀ ਹੈ ਜਾਂ ਥੋੜ੍ਹੀਆਂ ਬਹੁਤੀਆਂ ਸੀਟਾਂ ਲੈ ਜਾਂਦੀ ਹੈਗੇ, ਤੇ ਇੱਕ ਨਵਾਂ ਸਮੀਕਰਨ ਭਾਰਤ ਦਾ ਸਿਰਜਿਆ ਜਾਊਗਾ। ਆਰ ਪਾਰ ਦੀ ਲੜਾਈ ਮੋਦੀ ਸਾਹਿਬ ਦੀ ਤੇ ਕੇਜਰੀਵਾਲ ਦੀਆਂ ਦੋਹੇ ਬਾਣੀਆਂ ਹੈਗੇ ਆ, ਤੇ ਦੋਹਾਂ ਦਾ ਇੰਨਾ ਉੱਥੇ ਜ਼ਬਰਦਸਤ ਹੜਕੰਪ ਮੱਚਿਆ ਹੋਇਆ ਗੁਜਰਾਤ ਦੇ ਵਿੱਚ। ਆਰ ਪਾਰ ਦਾ ਯੁੱਧ ਸ਼ੁਰੂ ਹੋ ਗਿਆ ਹੈਗਾ। ਅਗਰ ਕੇਜਰੀਵਾਲ ਗੁਜਰਾਤ ਜਿੱਤ ਲੈਂਦਾ ਤੇ ਇੱਕ ਨਵਾਂ ਭਾਰਤ ਦਾ ਸਮੀਕਰਨ ਬਣ ਜਾਊਗਾ ਤੇ ਪੰਜਾਬ ਵੀ ਮਜ਼ਬੂਤ ਹੋ ਜਾਊਗਾ। ਤੇ ਜੇ ਉੱਥੇ ਹਾਰਦਾ ਵੀ ਹੈਗਾ ਫਿਰ ਵੀ ਜੇ ਸੀਟਾਂ ਲੈ ਜਾਂਦਾ ਤਾਂ ਫਿਰ ਵੀ ਮਤਲਬ ਉਹ ਕੁਛ ਨਾ ਕੁਛ ਮਤਲਬ ਉੱਥੇ ਇਹਦਾ ਕੇਂਦਰ ਬਿੰਦੂ ਜਾਂ ਭਾਰਤ ਦਾ ਨਵਾਂ ਇਤਿਹਾਸ ਛਪੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹੁਣੇ ਗੱਲਬਾਤ ਸ਼ੁਰੂ ਕਰਦੇ ਹਾਂ ਸਰੀ ਫਾਰਵਰਡ ਤੋਂ। ਜਿਨੀ ਸਿਮਸ ਦੀ ਸਲੇਟ ਦੇ ਵਿੱਚ ਕੌਂਸਲਰ ਦੀ ਉਹਨਾਂ ਦੀ ਸਲੇਟ ਚੋਣ ਲੜ ਰਿਹਾ ਸਰਦਾਰ ਪਰਮਜੀਤ ਸਿੰਘ ਮੱਲੀ, ਜਿਹੜੇ ਪੇਸ਼ੇ ਵੱਲੋਂ ਵਕੀਲ ਨੇ, ਇੱਥੇ ਦੇ ਜੰਮਪਲ ਨੇ, ਵਕਾਲਤ ਦੀ ਪੜ੍ਹਾਈ ਕੀਤੀ ਹੈ ਅਤੇ ਨਾਲ ਕਮਿਊਨਿਟੀ ਦੇ ਵਿੱਚ ਛੋਟੇ ਹੁੰਦਿਆਂ ਹੀ ਜਦ ਤੋਂ ਪੜ੍ਹੇ, ਖਾਲਸਾ ਸਕੂਲ ਤੋਂ ਲੈ ਕੇ ਕਮਿਊਨਿਟੀ ਦੀਆਂ ਗਤੀਵਿਧੀਆਂ, ਚਾਹੇ ਜਿੱਥੇ ਵੀ ਕੌਮੀ ਕੋਈ ਕੰਮ, ਚਾਹੇ ਭਾਈਚਾਰੇ ਦਾ ਕੰਮ, ਇਹ ਨੌਜਵਾਨ ਮੁੰਡਿਆਂ ਦਾ ਇੱਕ ਵਧੀਆ ਗਰੁੱਪ ਹੈ ਜਿੱਥੇ ਉਹ ਰਲ ਕੇ ਫਿਰ ਕੰਮ ਕਰਦੇ ਨੇ। ਅਤੇ ਹੁਣ ਇਸ ਰਾਜਨੀਤੀ ਵਾਲੇ ਪਾਸੇ ਅਕਸਰ ਬੜੀ ਮੰਗ ਹੈ ਭਾਈਚਾਰੇ ਦੀ ਕਿ ਜਿਹੜੀ ਸਾਡੀ ਪੀੜ੍ਹੀ ਇੱਥੇ ਦੀ ਜੰਮਪਲ ਹੈ ਉਹ ਰਾਜਨੀਤੀ ਵਾਲੇ ਪਾਸੇ ਆਵੇ। ਜਿਸ ਤਰ੍ਹਾਂ ਲੈਂਗਲੀ ਦੇ ਵਿੱਚ ਸੁਖਮਨ ਗਿੱਲ 23 ਵਰ੍ਹਿਆਂ ਦਾ ਮੁੰਡਾ ਹੈ ਜਿਸ ਨੇ ਐਲੀਵੇਟ ਲੈਂਗਲੀ ਦੇ ਨਾਲ ਆਪਣਾ ਨਾਂ ਅੱਗੇ ਕੀਤਾ। ਡੇਵ ਸਿੱਧੂ ਹੈ ਬਿਸਫੋਰਡ ਦੇ ਵਿੱਚ ਹੈ। ਗੁਰਨੂਰ ਕੌਰ ਸਿੱਧੂ ਆ 22-23 ਵਰ੍ਹਿਆਂ ਦੀ ਸਾਡੀ ਬੱਚੀ ਹੈ।
ਸੋ ਇਹ ਸ਼ੁਭ ਸ਼ਗਨ ਹੈ। ਇਹ ਨੌਜਵਾਨ ਜਿਹੜੇ ਨੇ ਇਹ ਇਸ ਪਾਸੇ ਆਉਣਾ ਚਾਹੁੰਦੇ ਨੇ। ਅੱਜ ਸਰਦਾਰ ਪਰਮਜੀਤ ਸਿੰਘ ਮੱਲੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਵਿਜ਼ਨ ਆ, ਕੀ ਕਰਨਾ ਚਾਹੁੰਦੇ ਨੇ, ਕੀ ਥਾਟਸ ਨੇ, ਕਿਹੜੀਆਂ ਸਿਸਟਮ ਦੇ ਵਿੱਚ ਡੈਫੀਸ਼ੈਂਸੀਜ਼ ਦੇਖੀਆਂ ਨੇ ਜਿਨ੍ਹਾਂ ਨੂੰ ਉਹ ਸਹੀ ਕਰਨਾ ਚਾਹੁੰਦੇ ਨੇ। ਸਰਦਾਰ ਪਰਮਜੀਤ ਸਿੰਘ, ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀਰ ਜੀ, ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਟਾਈਮ ਕੱਢ ਕੇ ਸਾਨੂੰ ਇਹ ਕੀਮਤੀ ਵਕਤ ਦਿੱਤਾ ਹੈਗਾ, ਅਤੇ ਜਿਹੜੇ ਵੀ ਆਪਣੇ ਕਾਲਰਸ ਹੈਗੇ ਆ ਅਤੇ ਤੁਹਾਡੇ ਲਿਸਨਰਸ ਹੈਗੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਆਪਣਾ ਟਾਈਮ ਕੱਢ ਕੇ ਤੁਸੀਂ ਇਹ ਗੱਲ ਸੁਣ ਰਹੇ ਹੈਗੇ ਸਾਡੀ। ਪਹਿਲਾਂ ਤਾਂ ਆਪਣੀ ਪੜ੍ਹਾਈ ਬਾਰੇ ਦੱਸੋ ਜੀ। ਵਕਾਲਤ ਕਿੱਥੇ ਕੀਤੀ ਅਤੇ ਹੁਣ ਪ੍ਰੈਕਟਿਸ ਕਰ ਰਹੇ ਹੋ ਫਿਰ? ਹਾਂਜੀ, ਮੇਰੀ ਪੜ੍ਹਾਈ ਜਿਹੜੀ ਸੀਗੀ ਸ਼ੁਰੂਆਤ ਜਿਹੜੀ ਸੀਗੀ ਮੈਂ ਬੇਸਿਕ ਤੋਂ ਸ਼ੁਰੂ ਕਰ ਦਿੰਦਾ ਹੈਗਾ। ਸਟ੍ਰਾਬੇਰੀ ਹਿੱਲ ਐਲੀਮੈਂਟਰੀ ਦੇ ਵਿੱਚ ਮੈਂ ਨਿਊਟਨ ਦੇ ਵਿੱਚ ਪੜ੍ਹਿਆ ਹੈਗਾ। ਉਦੋਂ ਬਾਅਦ ਪ੍ਰਿੰਸੈਸ ਮਾਰਗਰੇਟ ਮੇਰਾ ਹਾਈ ਸਕੂਲ ਹੈਗਾ ਸੀਗਾ ਜੀ। ਹਾਈ ਸਕੂਲ ਤੋਂ ਬਾਅਦ ਮੈਂ ਕੁਆਲਨ ਯੂਨੀਵਰਸਿਟੀ ਦੇ ਵਿੱਚ ਮੈਂ ਟਾਈਮ ਲਾਇਆ ਹੈਗਾ। ਉਹਦੇ ਬਾਅਦ SFU ਦੇ ਵਿੱਚ ਗ੍ਰੈਜੂਏਟ ਕਰਕੇ ਮੈਂ ਪੋਲੀਟੀਕਲ ਸਾਇੰਸ ਵਿੱਚ ਮੇਰੀ ਡਿਗਰੀ ਸੀਗੀ ਜੀ। ਉਦੋਂ ਬਾਅਦ ਮੈਂ ਲੰਡਨ ਵਿੱਚ ਮੈਂ 4 ਸਾਲ ਲਾਏ ਹੈਗੇ ਆ। 3 ਸਾਲ ਮੈਂ ਆਪਦੀ ਡਿਗਰੀ ਵਾਸਤੇ, 1 ਸਾਲ ਮੈਂ ਉੱਥੇ ਕੰਮ ਕੀਤਾ। ਉਦੋਂ ਬਾਅਦ ਮੈਂ ਇੱਥੇ BC ਦੇ ਵਿੱਚ ਵਾਪਸ ਆ ਗਿਆ ਹੈਗਾ, ਕਿਉਂਕਿ ਮੇਰਾ ਸ਼ਹਿਰ ਹੈਗਾ, ਮੇਰੀ ਸਿਟੀ ਹੈਗੀ ਆ। ਮੈਂ ਇਹਦੇ ਵਿੱਚ ਮੈਂ ਚਾਹੁੰਦਾ ਸੀਗਾ ਵੀ ਮੇਰੀ ਜਿਹੜੀ ਅੱਗੇ ਕੋਈ ਵੀ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਫੈਸਲਾ ਹੋਵੇ ਇਸ ਸਿਟੀ ਤੋਂ ਸ਼ੁਰੂ ਹੋਵੇ। ਬਾਈ ਚਾਂਸ ਰੱਬ ਨੇ ਮਿਹਰ ਕੀਤੀ ਹੈਗੀ, ਮੈਨੂੰ ਇੱਥੇ ਜੌਬ ਮਿਲ ਗਈ ਸੀਗੀ। ਮੇਰੀ ਪਾਰਟਨਰ ਜਿਹੜੀ ਅੱਜ ਮੇਰੀ ਪਾਰਟਨਰ ਹੈਗੀ ਇਨਵਿਕਟਸ ਲਾਅ ਦੇ ਵਿੱਚ, ਮੈਂ ਉਹਨਾਂ ਦੇ ਨਾਲ ਹੀ ਸ਼ੁਰੂ ਕੀਤਾ ਸੀਗਾ, ਜਿਨ੍ਹਾਂ ਨੇ ਮੈਨੂੰ ਇਹ ਸਿੱਖਿਆ ਦਿੱਤੀ ਅਤੇ ਮੈਨੂੰ ਉਹਨਾਂ ਦੀ ਗਾਈਡੈਂਸ ਦਿੱਤੀ। ਆਰਟੀਕਲਿੰਗ ਉਹਨਾਂ ਨਾਲ ਕੀਤੀ। ਅੱਜ ਉਹਨਾਂ ਦੇ ਨਾਲ ਮੈਂ ਪਾਰਟਨਰਸ਼ਿਪ ਕਰਕੇ ਅਸੀਂ ਲਾਅ ਫਰਮ ਚਲਾ ਰਹੇ ਹੈਗੇ ਹਾਂ। ਮੈਨੂੰ 7 ਸਾਲ ਹੋ ਗਏ ਪ੍ਰੈਕਟਿਸ ਕਰਦਿਆਂ ਨੂੰ ਕ੍ਰਿਮੀਨਲ ਡਿਫੈਂਸ ਅਤੇ ਫੈਮਿਲੀ ਲਾਅ ਵਿੱਚ। ਅੱਛਾ, ਰਾਜਨੀਤੀ ਨੂੰ ਤੁਸੀਂ ਵੇਖਦੇ ਰਹੇ ਕੌਮੀ ਕੰਮਾਂ ਦੇ ਵਿੱਚ, ਧਰਮ ਦੇ ਅਤੇ ਕਮਿਊਨਿਟੀ ਐਕਟੀਵਿਟੀਜ਼, ਕਿਉਂਕਿ ਹਰ ਇੱਕ ਦਾ ਆਪਣਾ ਇੱਕ ਸੈਟਅਪ ਹੈ ਜਿਹਦੇ 'ਚ ਨਾਲ ਨੌਜਵਾਨ ਮੁੰਡੇ ਜਿਹੜੇ ਕੁੜੀਆਂ ਤੁਹਾਡੇ ਨਾਲ ਪੜ੍ਹੇ ਵੱਡੇ ਹੋਏ, ਉਹਨਾਂ ਨਾਲ ਮਿਲ ਕੇ ਕੁਝ ਨਾ ਕੁਝ ਕਰਦੇ ਰਹਿੰਦੇ ਹੋ। ਇਹ ਨਹੀਂ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਮਿਊਨਿਟੀ 'ਚ ਨਹੀਂ ਪਤਾ ਲੱਗਦੀਆਂ, ਅਤੇ ਨਾ ਹੀ ਦੱਸਣ ਦੀ ਲੋੜ ਹੈ ਕਿ ਕੁਛ ਆਤਮਿਕ ਸ਼ਾਂਤੀ ਦੇ ਲਈ ਤੁਸੀਂ ਕਰਨਾ ਚਾਹੁੰਦੇ ਹੋ ਜੀ। ਹੁਣ ਜਿਹੜਾ ਰਾਜਨੀਤੀ ਵਾਲਾ ਇਹ ਸਫ਼ਰ ਹੈ, ਇਹ ਬੜਾ ਅਲੱਗ ਸਫ਼ਰ ਹੈ। ਸੋ ਇਸ ਦੀ ਚੋਣ ਕਿਵੇਂ ਹੋਈ? ਕਿਉਂਕਿ ਪਰਿਵਾਰ ਹੈ ਨਾਲ, ਇੱਕ ਲੋਇਰ ਦੇ ਤੌਰ 'ਤੇ ਕੰਮ ਬਹੁਤ ਹੈ। ਸੋ ਇਹ ਕਿਵੇਂ ਡਿਸਾਈਡ ਕੀਤਾ ਵੀ ਮੈਂ ਇੱਧਰ ਨੂੰ ਜਾਣਾ, ਰਾਜਨੀਤੀ ਵਾਲੇ ਪਾਸੇ? ਸੋ ਭਾਈ ਸਾਹਿਬ, ਮੇਰੇ 2 ਛੋਟੇ ਬੇਟੇ ਹੈਗੇ ਨਾ। ਇੱਕ ਦੀ ਉਮਰ 4 ਸਾਲ ਆ, ਦੂਸਰਾ ਜਿਹੜਾ ਹੈਗਾ ਆ ਉਹਦੀ 3 ਸਾਲ ਦੀ ਉਮਰ ਹੋ ਜਾਣੀ ਹੈ ਅਕਤੂਬਰ ਦੇ ਐਂਡ 'ਤੇ। ਇਹ ਡਿਸੀਜਨ ਜਿਹੜਾ ਹੈਗਾ ਸੀ ਮੈਨੂੰ ਲਾਈਟਲੀ ਨਹੀਂ ਲੈਣਾ ਪਿਆ। ਮੈਨੂੰ ਬਹੁਤ ਔਖਾ ਸੀਗਾ, ਕਿਉਂਕਿ ਉਹਨਾਂ ਦੀ ਜਿਹੜੀ ਮੈਨੂੰ ਦੇਖਭਾਲ ਹੈਗੀ ਹੈ, ਮੇਰੀ ਵਾਈਫ ਨੂੰ ਇਸ ਵਕਤ ਬਹੁਤ ਜ਼ਿਆਦਾ ਕੰਮ ਕਰਨਾ ਪੈ ਰਿਹਾ ਹੈਗਾ ਇਕੱਲਿਆਂ ਨੂੰ, ਕਿਉਂਕਿ ਮੈਂ ਕੈਂਪੇਨ ਦੇ ਵਿੱਚ ਬਿਜ਼ੀ ਬਹੁਤ ਜ਼ਿਆਦਾ ਹੋ ਚੁੱਕਿਆ ਹੈਗਾ। ਪਰ ਉਹਨਾਂ ਦੇ ਭਵਿੱਖ ਵਾਸਤੇ, ਉਹਨਾਂ ਦੇ ਸੱਭਿਆਚਾਰ ਵਾਸਤੇ, ਸਾਡੇ ਕਲਚਰ ਵਾਸਤੇ, ਸਾਡੀ ਕਮਿਊਨਿਟੀ ਵਾਸਤੇ ਮੈਂ ਚਾਹੁੰਦਾ ਸੀਗਾ ਵੀ ਜਿਹੜੀਆਂ ਸਹੂਲਤਾਂ ਸਾਨੂੰ ਮਿਲੀਆਂ ਸੀਗੀਆਂ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਉਹ ਸਹੂਲਤਾਂ ਅੱਜ ਨਹੀਂ ਹੈਗੀਆਂ। ਉਹਨਾਂ ਨੂੰ ਕਿੱਦਾਂ ਵਾਪਸ ਲੈ ਕੇ ਆਇਆ ਜਾਵੇ ਅਤੇ ਕਿੱਦਾਂ ਇੰਪਰੂਵ ਕੀਤਾ ਜਾਵੇ, ਉਹਨਾਂ ਦੇ ਕਾਰਨ ਕਰਕੇ ਮੈਂ ਇਹ ਸਟੈਪ ਅੱਗੇ ਚੁੱਕਿਆ ਹੈਗਾ। ਪਲੱਸ ਮੇਰੇ ਜਿਹੜੇ ਨਿਕਟਵਰਤੀ ਮੇਰੇ ਕਲੋਜ਼ ਫਰੈਂਡ ਹੈਗੇ, ਜਿਨ੍ਹਾਂ ਦੇ ਨਾਲ ਮੈਂ ਹਾਈ ਸਕੂਲ ਯੂਨੀਵਰਸਿਟੀ ਪੜ੍ਹਿਆ ਹੈਗਾ ਆ, ਜਿਨ੍ਹਾਂ ਦੀ ਮਿਹਰ ਕਰਕੇ ਮੈਂ ਐਸੀ ਵਕਾਲਤ ਵੀ ਕੀਤੀ ਹੈਗੀ ਆ, ਉਹਨਾਂ ਨੇ ਇਸ ਚੀਜ਼ ਦੇ ਮੈਨੂੰ ਅੱਗੇ ਲਾਇਆ ਵੀ ਤੂੰ ਇੰਨਾ ਕਰ ਰਿਹਾ ਹੈਗਾ, ਇੱਕ ਕੰਮ ਹੋਰ ਕਰ ਦੇ ਅਤੇ ਤੈਨੂੰ ਅੱਗੇ ਕਰੀਏ ਵੀ ਤੂੰ ਇਸ ਜਿਹੜੀ ਸਿਸਟਮ ਨੂੰ ਜਿਹੜਾ ਹੈਗਾ ਆਪਣੇ ਕੋਲੋਂ ਹੱਥੋਂ ਨਿਕਲੀ ਜਾ ਰਿਹਾ ਹੈਗਾ ਆ, ਆਪਣੇ ਜਿਹੜੀ ਕਮੀਆਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਕਰਨ ਵਾਸਤੇ ਤੂੰ ਅੱਗੇ ਖੜ੍ਹਾ ਹੋ, ਅਤੇ ਇਸ ਚੀਜ਼ ਦੇ ਵਿੱਚ ਜਿਹੜਾ ਹੈਗਾ ਜੋ ਵੀ ਫਾਇਦਾ ਹੋ ਸਕਦਾ ਹੈਗਾ ਆਪਾਂ ਫਾਇਦਾ ਕਰੀਏ। ਸਾਡਾ ਮੇਨ ਗੋਲ ਜਿਹੜਾ ਸੀਗਾ, ਨਾਲੇ ਕੈਂਪੇਨ ਦਾ ਵੀ ਮੇਨ ਗੋਲ ਹੈਗਾ ਸੀਗਾ, ਜਿਹਦੇ ਨਾਲ ਸਾਡੀ ਅਲਾਈਨਮੈਂਟ ਹੋ ਗਈ ਹੈਗੀ ਵੀ ਅਸੀਂ ਗਵਰਨਮੈਂਟ ਵਿੱਚ ਟਰਾਂਸਪੇਰੈਂਸੀ ਚਾਹੁੰਦੇ ਹੈਗੇ। ਅਸੀਂ ਚਾਹੁੰਦੇ ਹੈਗੇ ਵੀ ਸਾਨੂੰ ਹਰੇਕ ਵੋਟਰ ਨੂੰ, ਹਰੇਕ ਸਿਟੀਜ਼ਨ ਨੂੰ ਪਤਾ ਹੋਣਾ ਚਾਹੀਦਾ ਸਾਡੀ ਗਵਰਨਮੈਂਟ 'ਚ ਕੀ ਹੋ ਰਿਹਾ ਹੈਗਾ। ਅਸੀਂ ਫੇਅਰਨੈਸ ਚਾਹੁੰਦੇ ਹੈਗੇ ਵੀ ਸਾਨੂੰ ਸਾਰਿਆਂ ਨੂੰ ਇਕੁਅਲੀ ਟਰੀਟ ਕੀਤਾ ਜਾਵੇ। ਆਪਾਂ ਵੀ ਛੋਟੇ ਹੁੰਦੇ, ਮੈਂ ਵੀ ਸੀਗਾ, ਹੁਣ ਤੁਸੀਂ ਵੀ ਆਏ ਹੈਗੇ ਆ, ਤੁਹਾਨੂੰ ਵੀ ਪਤਾ ਹੋਣਾ ਰੇਸਿਜ਼ਮ ਕਿੰਨਾ ਚੱਲਦਾ ਸੀਗਾ। ਹੁਣ ਰੇਸਿਜ਼ਮ ਉਹ ਚੀਜ਼ ਜਿਹੜਾ ਹੈਗਾ ਪਹਿਲਾਂ ਸੀ ਉਹ ਘੱਟ ਚੁੱਕਿਆ ਹੈਗਾ, ਪਰ ਹੁਣ ਸਿਸਟਮੈਟਿਕ ਰੇਸਿਜ਼ਮ ਜਿਹੜਾ ਹੈਗਾ ਉਹ ਅਜੇ ਵੀ ਹੈਗਾ ਆ। ਉਸ ਚੀਜ਼ ਨੂੰ ਆਪਾਂ ਕਿੱਦਾਂ ਟੈਕਲ ਕਰ ਸਕਦੇ ਹੈਗੇ? ਸਾਡੀ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਆ ਇਹ ਮਿਹਨਤ ਕਰਨ ਵਾਲੀ ਗੱਲ ਜਿਹੜੀ ਅਸੀਂ ਉੱਥੇ ਕਰਨਾ ਚਾਹੁੰਦੇ ਹੈਗੇ ਆ। ਹੁਣ ਤੁਹਾਨੂੰ ਪਤਾ ਹੀ ਹੈਗਾ ਵੀ ਮੇਨ ਸਭ ਤੋਂ ਵੱਡਾ ਡਿਫਿਕਲਟ ਸਿਚੁਏਸ਼ਨ ਜਿਹੜਾ ਹਰੇਕ ਫੈਮਿਲੀ ਵਾਸਤੇ ਪੈ ਰਿਹਾ ਹੈਗਾ, ਅਫੋਰਡੇਬਿਲਿਟੀ। ਘਰ ਵਿੱਚ ਆਉਣ ਜਾਣ ਵਾਸਤੇ ਟਰਾਂਸਪੋਰਟੇਸ਼ਨ ਦੀ, ਸਾਡੀਆਂ ਬੱਸਾਂ ਦੀ ਘਾਟ ਹੈਗੀ ਆ। ਤੁਹਾਨੂੰ ਜਦੋਂ ਤੁਸੀਂ ਫਿਊਲ ਦੀ ਪ੍ਰਾਈਸਿਸ ਦੇਖ ਲਓ, $2.5 ਤੱਕ ਪਹੁੰਚ ਚੁੱਕੀ ਹੈਗੀ ਆ। ਫਿਰ ਤੁਸੀਂ ਆਪਾਂ ਦੇਖ ਰਹੇ ਹੈਗੇ ਵੀ ਘਰ ਵਿੱਚ ਰਹਿਣ ਵਾਸਤੇ ਆਪਣੇ ਕੋਲ ਕੋਈ ਜੇ ਬੇਸਮੈਂਟ ਵੀ ਲੈਣੀ ਹੈਗੀ ਆ, ਬੇਸਮੈਂਟ ਰਹਿਣ ਵਾਸਤੇ ਵੀ ਆਪਾਂ ਨੂੰ $1200-1300 ਇੱਕ ਬੈਡਰੂਮ ਵਾਲੀ ਬੇਸਮੈਂਟ ਨੂੰ ਦੇਣਾ ਪੈ ਰਿਹਾ ਹੈਗਾ।
ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਮ ਬੰਦੇ ਦੇ ਵਿੱਚ ਪਹੁੰਚ ਦੇ ਵਿੱਚ ਨਹੀਂ ਹੈਗੀਆਂ। ਉਹ ਕਿਉਂ ਹੋ ਰਿਹਾ ਹੈਗਾ ਹੈ? ਇਹ ਸਿਸਟਮ ਦੇ ਵਿੱਚ ਜਿਹੜੀਆਂ ਹੈਗੀਆਂ ਕਈ ਜਿਹੜੀਆਂ ਕਮੀਆਂ ਹੈਗੀਆਂ ਉਹ ਅਸੀਂ ਕਲੀਨ ਅਪ ਕਿੱਦਾਂ ਕਰ ਸਕਦੇ ਹੈਗੀਆਂ, ਇਹ ਸੋਸ਼ਲ ਪ੍ਰੋਬਲਮਸ ਜਿਹੜੀਆਂ ਹੈਗੀਆਂ ਅਸੀਂ ਕਿੱਦਾਂ ਟੈਕਲ ਕਰ ਸਕਦੇ ਹੈਗੀਆਂ, ਅਤੇ ਜਿਹੜਾ ਆਮ ਆਦਮੀ ਨੂੰ ਜਿਹੜੀ ਅਫੋਰਡੇਬਲੀ ਸਰਵਿਸਿਜ਼ ਜਿਹੜੀਆਂ ਚਾਹੀਦੀਆਂ ਹੈਗੀਆਂ ਸਾਡੀ ਸਿਟੀ, ਸਾਡਾ ਪਰਿਵਾਰ, ਸਾਡੀ ਕਮਿਊਨਿਟੀ ਕਿੱਦਾਂ ਪ੍ਰੋਵਾਈਡ ਕਰ ਸਕਦਾ, ਉਸ ਸਿਚੁਏਸ਼ਨ ਦੇ ਕਰਕੇ ਅੱਜ ਮੈਂ ਇਸ ਥਾਂ 'ਤੇ ਮੈਂ ਖੜਾ ਹੈਗਾ ਜੀ। ਨਿਊਟਨ 'ਚ ਤੁਸੀਂ ਬੌਰਨ ਬਰੌਟ ਅਪ ਹੋਏ, ਤੁਹਾਨੂੰ ਵੱਡਿਆਂ ਹੁੰਦਿਆਂ ਵੇਖਿਆ, ਆਪਾਂ ਆਲੇ ਦੁਆਲੇ ਰਹਿੰਦੇ ਰਹੇ, ਕਿਹੜੀਆਂ ਚੀਜ਼ਾਂ ਜਿਹੜੀਆਂ ਨਿਊਟਨ ਨੇ ਦੇ ਵਿੱਚ ਤੁਸੀਂ ਵੇਖੀਆਂ ਵੀ ਜਿਨ੍ਹਾਂ 'ਤੇ ਸੁਧਾਰ ਦੀ ਲੋੜ ਆ ਇਮੀਡੀਏਟ? ਸੋ ਮਹਾਰਾਜ ਦੀ ਕਿਰਪਾ ਰਹੀ ਹੈਗੀ ਜੀ, ਮੇਰੇ ਡੈਡੀ ਜੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਗਿਆਨੀ ਹਰਬੰਸ ਸਿੰਘ ਜੀ, ਉਹਨਾਂ ਨੇ ਦਸ਼ਮੇਸ਼ਵਰ ਵਿੱਚ ਸੇਵਾ ਬਹੁਤ ਕੀਤੀ ਹੈਗੀ ਆ, ਪਰ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਕਮਿਊਨਿਟੀ ਦੇ ਵਿੱਚ ਨੈਟਵਰਕ ਜਿਹਦੇ ਨਾਲ ਹੋਣ ਕਾਰਨ ਕਰਕੇ, ਸਾਡਾ ਘਰ ਦਾ ਫੈਮਿਲੀ ਬਿਜ਼ਨਸ ਹੋਣ ਕਰਕੇ ਅਸੀਂ ਇਹੀ ਕਰ ਰਹੇ ਹੈਗੇ ਆ, ਦੇਖ ਰਹੇ ਹੈਗੇ ਵੀ ਉਹਨਾਂ ਨੇ ਜਿਹੜੀ ਕਮਿਊਨਿਟੀ ਦੇ ਮੈਂਬਰਸ ਨੇ ਹੈਗੇ ਉਹਨਾਂ ਨੂੰ ਕੀ ਪ੍ਰੋਬਲਮਸ ਆ ਰਹੀਆਂ ਹੈਗੀਆਂ। ਸਭ ਤੋਂ ਵੱਡੀ ਪ੍ਰੋਬਲਮ ਸਾਡੇ ਕਮਿਊਨਿਟੀ ਦੇ ਵਿੱਚ ਕੀ ਆਉਂਦੀ ਹੈਗੀ ਆ? ਡਰੱਗ ਐਂਡ ਐਲਕੋਹਲ ਆਉਂਦੀ ਹੈਗੀ ਆ, ਗੈਂਗ ਵਾਇਲੈਂਸ ਆਉਂਦਾ ਹੈਗਾ, ਸਾਡੀਆਂ ਜਿਹੜੀਆਂ ਸੜਕਾਂ ਜਿਹੜੀਆਂ ਹੈਗੀਆਂ, ਮੇਰੇ ਪ੍ਰਾਈਮ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ ਹੈਗਾ, ਮੇਰੇ ਪੈਰੈਂਟਸ ਜਿਹੜੇ ਹੈਗੇ 124 ਤੇ 68 ਤੇ ਰਹਿੰਦੇ ਹੈਗੇ, 2 ਸਾਲ ਲੱਗ ਚੁੱਕੇ ਹੈਗੇ ਤੇ ਸੜਕ ਬੰਦ ਰਹੀ ਹੈਗੀ ਆ। ਇਟਸ ਐਨ ਅਨਰੀਜ਼ਨੇਬਲ ਐਕਸਪੈਕਟੇਸ਼ਨ ਵੀ ਤੁਸੀਂ 2 ਸਾਲ ਵਾਸਤੇ ਤੁਸੀਂ ਆਪਣੇ ਐਕਸਟਰਾ 20-30 ਮਿੰਟ ਤੁਹਾਨੂੰ ਲੱਗਦੇ ਹੈਗੇ ਉਸ ਚੀਜ਼ ਨੂੰ ਕੱਢਣ ਵਾਸਤੇ। ਉਹ ਚੀਜ਼ਾਂ ਨੂੰ ਜਿਹੜੀਆਂ ਹੈਗੀਆਂ ਉਹ ਇੱਕ ਸੜਕ ਦੀ ਗੱਲ ਨਹੀਂ ਹੈਗੀ। ਫੋਰ ਐਗਜ਼ਾਮਪਲ ਕਮਿਊਨਿਟੀ ਦੇ ਵਿੱਚ ਰੈਕ ਸੈਂਟਰ, ਮੇਰੇ ਪੈਰੈਂਟਸ ਜਿਹੜੇ ਹੈਗੇ ਆ ਉਹ ਕਮਿਊਨਿਟੀ ਦੇ ਵਿੱਚ ਰੈਕ ਸੈਂਟਰ ਨਾ ਹੋਣ ਕਰਕੇ ਸਨਗੋਡ ਅਰੀਨਾ ਡੈਲਟਾ ਦੇ ਵਿੱਚ ਜਾ ਕੇ ਉਹ ਆਪਦੀ ਜਿਹੜੀ ਹੈਗੀ ਆ ਰੈਕ੍ਰੀਏਸ਼ਨ ਕਰ ਰਹੇ ਸੀਗੇ ਜੀ। ਮੈਂ ਜਦੋਂ 20 ਸਾਲਾਂ ਦੇ ਵਿੱਚ ਅਸੀਂ 20-25 ਸਾਲ ਉੱਥੇ ਰਹੇ ਹੈਗੇ ਆ, ਸਾਨੂੰ ਇਹੀ ਦੇਖਿਆ ਹੈਗਾ ਨਿਊਟਨ ਨੂੰ ਇੱਕ ਨੈਗਲੈਕਟਡ ਚਾਈਲਡ ਕੀਤਾ ਗਿਆ ਸੀਗਾ। ਸਾਊਥ ਸਰੀ ਵਿੱਚ ਸਰਵਿਸਿਜ਼ ਆਉਂਦੀਆਂ ਹੈਗੀਆਂ, ਫਲੀਟਵੁੱਡ 'ਚ ਸਰਵਿਸਿਜ਼ ਜਾਂਦੀਆਂ ਹੈਗੀਆਂ, ਕਲੇਟਨ ਵਿੱਚ ਜਾਂਦੀਆਂ ਹੈਗੀਆਂ, ਨੌਰਥ ਸਰੀ ਨੂੰ ਜਾਂਦੀਆਂ, ਗਿਲਫੋਰਡ ਵਿੱਚ ਜਾਂਦੀਆਂ, ਵਾਲੀ ਦੇ ਵਿੱਚ ਤਾਂ ਹੁਣ ਆਪਾਂ ਦੇਖ ਲਿਆ ਹੈਗਾ ਕਿੰਨੀਆਂ ਵੱਡੀਆਂ ਵੱਡੀਆਂ ਇਮਾਰਤਾਂ ਖੜੀਆਂ ਹੋ ਗਈਆਂ ਹੈਗੀਆਂ, ਸਰਵਿਸਿਜ਼ ਕਿੰਨੀਆਂ ਵਧੀਆ ਆ ਗਈਆਂ ਹੈਗੀਆਂ। ਪਰ ਜਿੱਥੇ ਸਾਡਾ ਹੱਬ ਹੈਗਾ, ਜਿੱਥੇ ਸਾਡੀ ਸ਼ੁਰੂਆਤ ਸੀਗੀ, ਉੱਥੇ ਕਿਉਂ ਨਹੀਂ ਆਪਣੀਆਂ ਸਰਵਿਸਿਜ਼ ਆ ਰਹੀਆਂ ਹੈਗੀਆਂ? ਸਾਨੂੰ ਕਿਉਂ ਭੁੱਲਿਆ ਜਾ ਰਿਹਾ ਹੈਗਾ? ਨਾਲੇ ਜੇ ਦੇਖਿਆ ਜਾਵੇ ਵੋਟ ਬੈਂਕ ਨਿਊਟਨ ਦੇ ਅਤੇ ਸਾਊਥ ਸਰੀ ਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ। ਜਿੱਥੇ ਵੋਟ ਸਭ ਤੋਂ ਜ਼ਿਆਦਾ ਪੈਂਦੀ ਹੈਗੀ ਉੱਥੇ ਆਵਾਜ਼ ਕਿਉਂ ਨਹੀਂ ਉੱਠ ਰਹੀ ਹੈਗੀ? ਸੋ ਦਿਸ ਇਜ਼ ਵਨ ਆਫ ਦ ਰੀਜ਼ਨਸ ਵੀ ਜਿਹੜੀਆਂ ਮੈਂ ਕਹਿ ਰਿਹਾ ਹੈਗਾ ਵੀ ਇਹ ਸਰਵਿਸਿਜ਼ ਨੂੰ ਟੈਕਲ ਕਰਨ ਵਾਸਤੇ, ਇਹ ਜਿਹੜੀਆਂ ਸਰਵਿਸਿਜ਼ ਆਪਾਂ ਨੂੰ ਨਹੀਂ ਪ੍ਰੋਵਾਈਡ ਹੋਈਆਂ ਜਾਂ ਆਪਾਂ ਨੂੰ ਕੋਲ ਜਿਹੜੀ ਕਮੀ ਹੋਈ ਹੈਗੀ ਆ, ਉਹ ਅਸੀਂ ਆਪਣੇ ਸ਼ਹਿਰ ਵਾਸਤੇ ਹਰੇਕ ਸ਼ਹਿਰ ਦੇ ਏਰੀਆ ਨੂੰ ਇਕੁਅਲ ਡਿਸਟਰੀਬਿਊਸ਼ਨ ਆਫ ਜਿਹੜੇ ਫੰਡਸ ਹੈਗੇ ਆ, ਇਕੁਅਲ ਸਰਵਿਸਿਜ਼ ਹੋਣ, ਵੀ ਕਿਸੇ ਨੂੰ ਇਹ ਨਾ ਹੋਵੇ ਵੀ ਅਸੀਂ ਇੱਕ ਪਾਸੇ ਹਾਂ ਅਤੇ ਦੂਸਰੇ ਪਾਸੇ ਸਾਨੂੰ ਇੱਥੇ ਸਰਵਿਸਿਜ਼ ਨਹੀਂ ਮਿਲ ਰਹੀਆਂ, ਸਾਨੂੰ ਕਿਤੇ ਹੋਰ ਜਾਣਾ ਪੈਂਦਾ ਜਾਂ ਕਿਸੇ ਸਿਟੀ ਹੋਰ ਵਿੱਚ ਜਾਣਾ ਪੈਂਦਾ ਹੈਗਾ। ਪਾਰਦਰਸ਼ੀ ਦੀ ਗੱਲ ਬੜੀ ਸਰ ਪਰਮਜੀਤ ਸਿੰਘ ਚੱਲ ਰਹੀ ਹੈ, ਟਰਾਂਸਪੇਰੈਂਸੀ ਇਹ ਕੀ ਨੋਟਿਸ ਕੀਤਾ ਤੁਸੀਂ ਵੀ ਕਿਹੜੀ ਚੀਜ਼ ਦੀ ਕਮੀ ਲੱਗੀ ਹੈ ਵੀ ਜਿਹੜੀ ਪਾਰਦਰਸ਼ੀ ਹੁਣ ਦਾ ਸਿਸਟਮ ਹੈ ਨਹੀਂ? ਸੋ ਜੇ ਮੈਨੂੰ ਪਤਾ ਨਹੀਂ ਤੁਹਾਨੂੰ ਜਾਣ ਪਛਾਣ ਹੋਏਗੀ ਇਸ ਚੀਜ਼ ਬਾਰੇ ਜਾਂ ਤੁਹਾਡੇ ਲਿਸਨਰਸ ਨੂੰ ਇਸ ਚੀਜ਼ ਦੇ ਵਿੱਚ ਹੋਏਗਾ ਵੀ ਇਸ ਵਕਤ ਜਿਹੜੀ ਹੈਗੀ ਸਿਟੀ ਦੀ ਕਾਊਂਸਲ ਹੈਗੀ ਉਹਦੇ 'ਚੋਂ 8 ਜਾਂ 10 ਮੈਂਬਰ ਸਾਡੇ ਸਿਟੀਜ਼ਨਸ, ਸਰੀ ਦੇ ਸਿਟੀਜ਼ਨ ਜਿਹੜੇ ਵੋਟਰ ਹੈਗੇ ਆ ਉਹ ਪਬਲਿਕ ਹੀਅਰਿੰਗ ਅਟੈਂਡ ਨਹੀਂ ਕਰ ਸਕਦੇ। ਉਹ ਰੀਜ਼ਨ ਦਿੱਤਾ ਜਾਂਦਾ ਹੈਗਾ ਵੀ ਉਹ ਡਿਸਟਰਪਟ ਕਰ ਰਹੇ ਹੈਗੇ ਆ। ਡਿਸਟਰਬਟ ਇਸ ਕਰਕੇ ਕਰ ਰਹੇ ਹੈਗੇ ਉਹ ਜਿਹੜੀ ਪਬਲਿਕ ਹੀਅਰਿੰਗਸ, ਕਿਉਂਕਿ ਉਹਨਾਂ ਦੀ ਜਦੋਂ ਆਵਾਜ਼ ਉਦੋਂ ਉਠਾਉਂਦੇ ਹੈਗੇ ਆ ਉਹ ਆਵਾਜ਼ ਸੁਣੀ ਨਹੀਂ ਜਾਂਦੀ ਹੈਗੀ। ਦੈਟ ਇਜ਼ ਐਨ ਅਨਫੇਅਰ ਸਿਸਟਮ। ਪਿੱਛੇ ਜੇ ਦੂਸਰੀ ਗੱਲ ਜਦੋਂ ਆਪਾਂ ਦੇਖਦੇ ਹੈਗੇ ਆ, ਜਦੋਂ ਕਈ ਡਿਸੀਜਨ ਆਉਂਦੇ ਹੈਗੇ ਆ, ਫੋਰ ਐਗਜ਼ਾਮਪਲ ਜਿਹੜੇ ਏਜੰਡਾ ਆਉਂਦੇ ਹੈਗੇ, ਮੈਂ ਅੱਜ ਦੇਖ ਰਿਹਾ ਸੀ ਆਪਣੀ ਕੱਲ੍ਹ ਨੂੰ ਮੀਟਿੰਗ ਹੈਗੀ ਸਿਟੀ ਦੀ ਕਾਊਂਸਲ ਦੇ ਏਜੰਡਾ ਦੇ ਵਿੱਚ ਇੰਨਾ ਚੀਜ਼ਾਂ ਉਹ ਹਾਈਡ ਕੀਤਾ ਜਾਂਦਾ ਹੈਗਾ ਵੀ ਕੀ ਹੋਣਾ ਅਤੇ ਕੀ ਨਹੀਂ ਹੋਣਾ ਹੈਗਾ। 7 ਵਜੇ ਮੀਟਿੰਗ ਸ਼ੁਰੂ ਹੋਣੀ ਹੈਗੀ, 4:30 ਵਜੇ ਜਾ ਕੇ ਉਹਨਾਂ ਨੇ ਨੋਟਿਸ ਕੱਢਣਾ ਹੈਗਾ ਵੀ ਆਹ ਚੀਜ਼ ਕਰਨਾ ਹੈਗਾ। 3 ਘੰਟਿਆਂ ਦੇ ਵਿੱਚ ਤੁਸੀਂ ਜਿਹੜੇ 850 ਪੇਜ ਕਿੱਦਾਂ ਪੜ੍ਹ ਲਓਗੇ ਵੀ ਕੀ ਹੋ ਰਿਹਾ ਅਤੇ ਕੀ ਨਹੀਂ ਹੋ ਰਿਹਾ ਹੈਗਾ। ਸਾਡਾ ਫਰਜ਼ ਬਣਦਾ ਹੈਗਾ ਜੇ ਏਜੰਡਾ ਤੁਸੀਂ ਭੇਜਣੀ ਹੈਗੀ ਉਸ ਏਜੰਡਾ ਦੇ ਤੁਸੀਂ ਮਿੰਟਸ ਦੱਸੋਗੇ ਵੀ ਆਹ ਚੀਜ਼ਾਂ ਡਿਸਕਸ਼ਨ ਹੋਣੀਆਂ ਹੈਗੀਆਂ, ਅਤੇ ਉਹ ਚੀਜ਼ਾਂ ਨੂੰ ਐਟਲੀਸਟ ਜਿਹੜਾ ਬੰਦਾ ਪ੍ਰਪੇਅਰ ਕਰਕੇ ਆਪਦੀ ਕੰਸਰਨਸ ਹੈਗੀਆਂ ਆ ਉਹ ਲੈ ਕੇ ਆਵੇ, ਤੁਹਾਨੂੰ ਸੁਣਾ ਸਕੇ। ਇਹ ਜਦੋਂ ਸੁਣਾਈ ਨਹੀਂ ਹੁੰਦੀ ਉਦੋਂ ਫਿਰ ਜਦੋਂ ਆਵਾਜ਼ ਉੱਠਦੀ ਹੈਗੀ ਉਹਨਾਂ ਨੂੰ ਬੈਨ ਕੀਤਾ ਜਾਂਦਾ ਹੈਗਾ। ਦੈਟ ਇਜ਼ ਅ ਪ੍ਰੋਬਲਮ ਵਿਦ ਦ ਸਿਸਟਮ, ਕਿਉਂਕਿ ਇਹ ਟਰਾਂਸਪੇਰੈਂਸੀ ਨਹੀਂ ਚਾਹੁੰਦੇ ਹੈਗੇ, ਨਾ ਹੀ ਚਾਹੁੰਦੇ ਹੈਗੇ ਵੀ ਇਹ ਕੁਛ ਪਤਾ ਲੱਗੇ ਵੀ ਸਿਟੀ 'ਚ ਕੀ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ। ਮਨ ਮਰਜ਼ੀ ਨਾਲ ਜੋ ਕੁਛ ਕਰਨਾ ਹੈਗਾ ਉਹ ਹੋ ਸਕਦਾ ਹੈਗਾ ਅਤੇ ਉਹ ਕਰ ਰਹੇ ਹੈਗੇ ਨੇ। ਸਕੂਲਿੰਗ ਤੁਸੀਂ ਲੋਕਲ ਕੀਤੀ ਹੈ, ਸਕੂਲਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਪੋਰਟੇਬਲ ਮੈਨੂੰ ਇੱਕ ਲੇਟਲੀ ਕੋਈ ਜਾਣਨ ਵਾਲਾ ਬਰੈਂਪਟਨ ਵਿਜ਼ਿਟ ਕਰਕੇ ਆਇਆ। ਬਰੈਂਪਟਨ ਵੀ ਸਾਡੇ ਵਾਂਗੂ ਬਹੁਤ ਵੱਡਾ ਸ਼ਹਿਰ ਹੈ, ਸਾਡੀ ਵਸੋਂ ਬਹੁਤ ਆ ਉੱਥੇ। ਮੈਂ ਇੱਕ ਦਿਨ ਅੱਗੇ ਵੀ ਸ਼ੇਅਰ ਕੀਤੀ, ਇਹ ਵੀ ਹੁਣ ਵੀ ਕਰ ਰਿਹਾ। ਉੱਥੇ 4 to 5 ਸਟੋਰੀ ਇੱਕ ਬਿਲਕੁਲ ਸੈਕੰਡਰੀ ਸਕੂਲ ਦੇ ਨੇੜੇ ਉਹ ਰਹਿ ਕੇ ਆਇਆ। ਉਹ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ ਪੁੱਛਿਆ ਵੀ ਤੁਹਾਡਾ ਇਸ ਸਕੂਲ 'ਚ ਕਿੰਨੇ ਕੁ ਲੋਕ ਹੋ ਤੁਸੀਂ? ਉਹ ਕਹਿੰਦੇ ਵੀ ਹਾਲੇ 2 ਫਲੋਰ ਨੇ ਜਿਹੜੇ ਸਿਰਫ ਆਕੂਪਾਈ ਹੋਏ ਆ, 3 ਫਲੋਰ ਖਾਲੀ ਪਏ ਆ।
ਵੀ ਜਿੰਨੀ ਮਰਜ਼ੀ ਬੱਸੋਂ ਵੱਜ ਜਾਵੇ। ਸਰੀ ਸ਼ਹਿਰ ਦੇ ਵਿੱਚ ਖੋਖੇ ਲਾਏ ਹੋਏ ਨੇ ਸਕੂਲ ਦੇ ਵਿੱਚ, ਪੋਰਟੇਬਲ। ਤੁਸੀਂ ਆਪਣੀ ਸਕੂਲਿੰਗ ਵੇਲੇ ਤੇ ਹੁਣ ਦੀ ਸਕੂਲਿੰਗ ਦਾ ਕਿਵੇਂ ਵੇਖਦੇ ਹੋ ਫਰਕ? ਇਸ ਵਕਤ ਜਦੋਂ ਅਸੀਂ ਸਕੂਲ ਜਾ ਰਹੇ ਸੀਗੇ, ਵੀ ਵਰ ਫੋਰਚੂਨੇਟ ਵੀ ਇਹਨਾਂ ਸੀ ਵੀ ਸਾਨੂੰ ਪੋਰਟੇਬਲ ਉਦੋਂ ਨਹੀਂ ਐਗਜ਼ਿਸਟ ਨਹੀਂ ਕਰਦੇ ਸੀਗੇ। ਜਦੋਂ ਮੈਂ ਹਾਈ ਸਕੂਲ ਜਦੋਂ ਜਾ ਗਿਆ ਸੀਗਾ ਉਦੋਂ ਥੋੜ੍ਹੇ ਜਿਹੇ ਸ਼ੁਰੂਆਤ ਹੋਈ ਸੀਗੀ, ਕਿਉਂਕਿ ਉਹ ਸਾਡਾ ਪ੍ਰਿੰਸੈਸ ਮਾਰਗਰੇਟ ਪੁਰਾਣਾ ਸਕੂਲ ਸੀ, ਤੁਹਾਨੂੰ ਚੇਤਾ ਹੋਏਗਾ, ਉਦੋਂ ਨਵੀਂ ਬਿਲਡਿੰਗ ਬਣ ਰਹੀ ਸੀ, ਉਦੋਂ ਥੋੜ੍ਹੀ ਐਡਜਸਟਮੈਂਟ ਹੋ ਰਹੀ ਸੀਗੀ। ਉਦੋਂ ਬਾਅਦ ਜਦੋਂ ਅਸੀਂ ਸਕੂਲ ਜਾ ਰਹੇ ਸੀਗੇ, ਮੈਂ ਆਈ ਥਿੰਕ ਗ੍ਰੇਡ 10 ਗ੍ਰੇਡ 11 ਦੇ ਵਿੱਚ ਜਾ ਕੇ ਜਦੋਂ ਸਾਨੂੰ ਪਤਾ ਲੱਗਿਆ ਵੀ ਸਕੂਲ ਦੀ ਜਿਹੜੀ ਘਾਟ ਸੀਗੀ ਉਹ ਬਹੁਤ ਜ਼ਿਆਦਾ ਹੋ ਸਕੀ, ਐਕਸਪੈਂਸ਼ਨ ਕੀਤੀ ਗਈ। ਪਰ ਜਦੋਂ ਐਕਸਪੈਂਸ਼ਨ ਵੀ ਕੀਤੀ ਗਈ ਉਹ ਪੂਰੀ ਨਹੀਂ ਹੋਈ, ਕਿਉਂਕਿ ਜਿਹੜੀ ਸਕੂਲ ਦੇ ਸਟੂਡੈਂਟਸ ਜਿਹੜੇ ਸੀਗੇ ਉਹ ਵਧੀ ਜਾ ਰਹੇ ਸੀਗੇ, ਪਰ ਆਕੂਪੈਂਸੀ ਜਿਹੜੀ ਸੀਗੀ ਉਹ ਘਟੀ ਹੋਈ ਸੀਗੀ। ਇਹੀ ਸਿਚੁਏਸ਼ਨ ਜਿਹੜਾ ਹੈਗਾ ਆ, ਅਸੀਂ ਪ੍ਰੋਐਕਟਿਵ ਨਹੀਂ ਹੈਗੇ, ਅਸੀਂ ਰੀਐਕਟਿਵ ਹੈਗੇ ਆ। ਆਹ ਪ੍ਰੋਬਲਮ ਜਿਹੜੀਆਂ ਹੈਗੀਆਂ ਸਾਨੂੰ ਇਹ ਜੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹੈ। ਜੇ ਸਾਨੂੰ ਸਕੂਲ ਦੀ ਅੱਜ ਜਿਹੜੀ ਹੈਗੀ 1200 ਬੱਚੇ ਵਾਸਤੇ ਚਾਹੀਦੀ ਹੈਗੀ ਹੈ, ਸਾਨੂੰ ਸਕੂਲ 1500 ਬੱਚੇ ਦਾ ਬਣਾਉਣਾ ਚਾਹੀਦਾ, ਕਿਉਂਕਿ ਸਾਡੇ ਸ਼ਹਿਰ ਦੇ ਵਿੱਚ 1000 ਤੋਂ 1100 ਬੰਦਾ ਜਿਹੜਾ ਹੈਗਾ ਮਹੀਨੇ ਦੇ ਮਹੀਨੇ ਵਿੱਚ ਇੱਥੇ ਐਡ ਹੋ ਰਿਹਾ ਹੈਗਾ, ਇੱਥੇ ਮੂਵ ਹੋ ਰਿਹਾ। ਪਰ ਜੇ ਉਹਨਾਂ ਦੇ ਵੀ ਬੱਚੇ ਹੋਣਗੇ, ਉਹਨਾਂ ਦੇ ਵੀ ਉਹਨਾਂ ਨੂੰ ਸਹੂਲਤਾਂ ਚਾਹੀਦੀਆਂ ਹੈਗੀਆਂ। ਜੇ ਅਸੀਂ ਅੱਜ ਹੀ ਨਹੀਂ ਕੋਈ ਰਿਐਕਸ਼ਨ ਕਰ ਰਹੇ ਹੈਗੇ ਤੇ ਫਿਰ ਉਹ ਤੇ ਜਿਹੜੇ ਰਿਐਕਟਿਵ ਜਿਹੜੇ ਮੈਜਰ ਜਿਹੜੇ ਹੈਗੇ ਆ ਫॉर ਪੋਰਟੇਬਲਸ ਨਹੀਂ ਹੁੰਦੇ ਹੈਗੇ ਆ। ਸਾਨੂੰ ਲੌਬੀ ਕਰਨਾ ਪੈਣਾ ਹੈਗਾ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ, ਫੈਡਰਲ ਗਵਰਨਮੈਂਟ ਨਾਲ, ਵੀ ਸਾਨੂੰ ਫੰਡਿੰਗ ਚਾਹੀਦੀ ਹੈਗੀ, ਕਿਉਂਕਿ ਵੀ're ਅ ਫਾਸਟ ਗਰੋਇੰਗ ਸਿਟੀ। ਅਸੀਂ ਇਸ ਵਕਤ ਦੂਜੇ ਨੰਬਰ ਸ਼ਹਿਰ ਦੇ ਵਿੱਚ ਹੈਗੇ ਹਾਂ BC ਦੇ ਵਿੱਚ ਆਫਟਰ ਵੈਂਕੂਵਰ, ਐਂਡ ਚਾਂਸਸ ਹੈਗੇ ਅਸੀਂ 4-5 ਸਾਲਾਂ ਤੱਕ ਅਸੀਂ ਵੈਂਕੂਵਰ ਨੂੰ ਹੀ ਸਰਪਾਸ ਕਰ ਦੇਵਾਂਗੇ। ਜੇ ਅਸੀਂ 4-5 ਸਾਲਾਂ ਤੱਕ ਸਰਪਾਸ ਕਰਦੇ ਉਹ ਜਿਹੜੀਆਂ ਸਕੂਲਾਂ ਦੀਆਂ ਜਿਹੜੀਆਂ ਅੱਜ ਨਹੀਂ ਸਹੂਲਤਾਂ ਹੈਗੀਆਂ 4-5 ਸਾਲਾਂ ਨੂੰ ਕਿੱਥੇ ਹੋਣਗੀਆਂ। ਇਸੇ ਕਰਕੇ ਸਾਨੂੰ ਸ਼ੁਰੂਆਤ ਕਰਨੀ ਚਾਹੀਦੀ ਸੀ ਐਕਚੁਅਲੀ 10 ਸਾਲ ਪਹਿਲਾਂ, ਪਰ ਅੱਜ ਵੀ ਨਹੀਂ, ਅਸੀਂ ਲੇਟ ਨਹੀਂ ਹੈਗੇ, ਅਸੀਂ ਅੱਜ ਵੀ ਸ਼ੁਰੂ ਕਰ ਸਕਦੇ ਹੈਗੇ ਆ। ਫੰਡਿੰਗ ਅਵੇਲੇਬਲ ਹੈਗੀ ਆ, ਫੰਡਿੰਗ ਆ ਸਕਦੀ ਹੈਗੀ ਆ, ਫੰਡਿੰਗ ਸ਼ੁਰੂ ਕਰ ਬਾਕੀ ਸਾਰੇ ਪ੍ਰੋਗਰਾਮ ਨੂੰ ਆ ਸਕਦੀ ਹੈਗੀ। ਜੇ ਸਟੇਡੀਅਮ ਵਾਸਤੇ ਤਾਂ ਅਨਾਉਂਸਮੈਂਟ ਹੋ ਸਕਦੀ ਹੈਗੀ ਆ, ਫਿਰ ਸੇਮ ਥਿੰਗ ਇਹ ਸਕੂਲਾਂ ਵਾਸਤੇ ਵੀ ਅਨਾਉਂਸਮੈਂਟ ਹੋ ਸਕਦੀ ਵੀ ਸਕੂਲ ਵੀ ਵੱਧ ਸਕਦੇ ਹੈਗੇ। ਕ੍ਰਿਮੀਨਲ ਡਿਫੈਂਸ ਲਾਇਰ ਹੋ, ਚਲੋ ਇੱਕ ਕਲਾਇੰਟ ਸੋਲਿਸਿਟਰ ਪ੍ਰਿਵਿਲੇਜ ਆ, ਇਹ ਤਾਂ ਤੁਸੀਂ ਪਰਸਨਲ ਤਾਂ ਉਹਦੇ 'ਚ ਮੈਂ ਕੁਛ ਨਹੀਂ ਡਿਸਕਸ ਕਰਨਾ ਚਾਹੁੰਦਾ, ਪਰ ਕ੍ਰਾਈਮ ਰੇਟ ਬਾਰੇ ਕਿਉਂਕਿ ਤੁਸੀਂ ਉਹਦੇ ਥਰੂ ਜਾਂਦੇ ਹੋ, ਤੁਹਾਡੀ ਪ੍ਰੈਕਟਿਸ ਆ ਉਹ, ਕ੍ਰਾਈਮ ਦੀ ਗੱਲ ਬੜੀ ਸਰੀ ਚੱਲ ਰਹੀ ਹੈ, ਗੋਲੀਆਂ ਚੱਲ ਰਹੀਆਂ ਨੇ ਅਤੇ ਹਰ ਤੀਜੇ ਦਿਨ ਡਰਾਈਵ ਬਾਈ ਸ਼ੂਟਿੰਗ ਆ, ਮਰਡਰਸ ਹੋਏ ਨੇ, ਉਹਨੂੰ ਫਿਕਸ ਕਰਨ ਲਈ ਕੀ ਦਿਮਾਗ ਦੇ ਵਿੱਚ? ਸੋ ਕ੍ਰਾਈਮ ਜਿਹੜਾ ਹੈਗਾ ਆ ਉਹ ਐਸੋਸੀਏਸ਼ਨ ਜਿਹੜੀ ਹੈਗੀ ਆਪਾਂ ਦੇਖਿਆ ਜਾਵੇ ਵੀ ਉਹਦੇ 2 ਹੱਲ ਹੈਗੇ ਨੇ। ਇੱਕ ਤਾਂ ਹੱਲ ਹੈਗਾ ਆ ਜਿਹੜਾ ਸਿੰਪਲ, ਮੈਂ ਜੇ ਤੁਹਾਨੂੰ ਸਾਰਿਆਂ ਨੂੰ ਕਹਿ ਦਿੰਦਾ ਹੈਗਾ, ਪਰ ਉਹਦਾ ਵੀ ਜਿਹੜਾ ਕੰਪਲੀਕੇਸ਼ਨ ਵੀ ਦੱਸ ਦਿੰਦਾ ਹੈਗਾ। ਸਿੰਪਲ ਹੱਲ ਹੈਗਾ ਵੀ ਸਾਡੇ ਮਾਪੇ ਜਿਹੜੇ ਹੈਗੇ ਆ ਉਹ ਕੰਮਾਂ ਕਾਜਾਂ 'ਚ ਇੰਨੇ ਜ਼ਿਆਦਾ ਬਿਜ਼ੀ ਹੈਗੇ, ਬੱਚਿਆਂ ਦੇ ਨਾਲ ਟਾਈਮ ਨਹੀਂ ਸਪੈਂਡ ਕਰ ਸਕਦੇ। ਪਰ ਉਹ ਕਿਉਂ ਬਿਜ਼ੀ ਨੇ? ਕਿਉਂਕਿ ਅਫੋਰਡੇਬਿਲਿਟੀ ਨਹੀਂ ਹੈਗੀ। ਉਹਨਾਂ ਨੂੰ ਘਰ ਅਫੋਰਡ ਕਰਨ ਵਾਸਤੇ ਆਪਣੇ 2-2 ਕੰਮ 3-3 ਕੰਮ ਕਰਨੇ ਪੈ ਰਹੇ ਹੈਗੇ, ਅਤੇ ਆਪਣੇ ਬੱਚੇ ਜਿਹੜੇ ਹੈਗੇ ਉਹ ਨੈਗਲੈਕਟ ਹੋ ਰਹੇ ਹੈਗੇ। ਸੋ ਅਸੀਂ ਜੇ ਇੱਕ ਚੀਜ਼ ਨੂੰ ਟੈਕਲ ਕਰ ਰਹੇ ਹੈਗੇ ਆ, ਦੂਸਰੀ ਚੀਜ਼ ਆਪਣੇ ਆਪ ਹੀ ਆਟੋਮੈਟਿਕ ਐਸੋਸੀਏਟ ਹੋ ਜਾਂਦੀ ਹੈਗੀ ਆ। ਫਿਰ ਆਪਾਂ ਜੇ ਦੇਖਦੇ ਹੈਗੇ ਵੀ ਜੇ ਰੈਕ ਸੈਂਟਰ ਆਫਟਰ ਸਕੂਲ ਪ੍ਰੋਗਰਾਮ, ਹੁਣ ਮੇਰੇ ਜਦੋਂ ਮੈਂ ਹਾਈ ਸਕੂਲ ਜਾਂਦਾ ਸੀਗਾ ਸਾਡੇ ਹਾਕੀ ਹੁੰਦੀ ਸੀ, ਬਾਸਕਟਬਾਲ ਹੁੰਦੀ ਸੀ, ਟੀਚਰਸ ਟਾਈਮ ਸਪੈਂਡ ਕਰਦੇ ਸੀ ਆਫਟਰ ਸਕੂਲ, ਉਹ ਵੋਲੰਟੀਅਰ ਟਾਈਮ ਸੀਗਾ। ਅੱਜ ਕੱਲ੍ਹ ਉਹ ਟੀਚਰਾਂ ਦੇ ਕੋਲ ਮੋਟੀਵੇਸ਼ਨ ਨਹੀਂ ਹੈਗੀ, ਕਿਉਂਕਿ ਉਹ ਕਹਿੰਦੇ ਹੈਗੇ ਵੀ ਸਾਨੂੰ ਪੇ ਨਹੀਂ ਇੰਨੀ ਮਿਲ ਰਹੀ ਹੈਗੀ, ਸਾਡੇ ਵੀ ਬੱਚੇ ਹੈਗੇ, ਅਸੀਂ ਵੀ ਘਰੇ ਜਾਣਾ ਚਾਹੁੰਦੇ ਹੈਗੇ, ਸਾਨੂੰ ਵੀ ਕੁਛ ਕਰਨਾ ਚਾਹੀਦਾ ਹੈਗਾ ਆ। ਉਹ ਇਸ ਚੀਜ਼ਾਂ ਤੋਂ ਹਟ ਚੁੱਕੇ ਹੈਗੇ ਆ, ਕਿਉਂਕਿ ਆਫਟਰ ਸਕੂਲ ਬੱਚਿਆਂ ਦਾ ਪ੍ਰੋਗਰਾਮਸ ਸਾਡੇ ਕੋਲ ਸਾਡੀਆਂ ਸਹੂਲਤਾਂ ਦੇ ਸਾਡੇ ਕੋਲ ਜਿਹੜੇ ਲੋਕਲ ਸਕੂਲਸ ਹੈਗੇ ਆ ਜਾਂ ਲੋਕਲ ਬਿਜ਼ਨਸ ਹੈਗੇ ਆ ਉਹ ਪ੍ਰੋਵਾਈਡ ਨਹੀਂ ਕਰ ਰਹੇ ਹੈਗੇ। ਜੇ ਕਰ ਵੀ ਰਹੇ ਹੈਗੇ ਆ ਉਹ ਹੁੰਦੀਆਂ ਸ਼ਾਮ ਨੂੰ ਹੁੰਦੀਆਂ ਹੈਗੀਆਂ, ਪਰ ਜਦੋਂ ਸ਼ਾਮ ਨੂੰ ਉਦੋਂ ਤੱਕ ਹੁੰਦੀਆਂ ਹੈਗੀਆਂ ਜਦੋਂ ਤੱਕ ਬੱਚਾ ਸਕੂਲੋਂ ਨਿਕਲਦਾ ਹੈਗਾ ਆ, ਕੋਈ ਨਾ ਕੋਈ ਪੰਗਾ ਲੈ ਕੇ ਆਪਦੇ ਆਪ ਨੂੰ ਕੋਈ ਕ੍ਰਾਈਮ ਕਰ ਲੈਂਦਾ ਹੈਗਾ, ਕੋਈ ਚੋਰੀ ਕਰਦਾ ਹੈਗਾ, ਕੋਈ ਡਰੱਗ ਯੂਜ਼ ਕਰਦਾ ਹੈਗਾ, ਇਸ਼ੂ ਖੜੇ ਹੋ ਜਾਂਦੇ ਉਸ ਚੀਜ਼ ਨੇ। ਅਸੀਂ ਉਹਨਾਂ ਨੂੰ ਜਿੱਦਾਂ ਕਿਵੇਂ ਟੈਕਲ ਕਰ ਸਕਦੇ ਹਾਂ, ਅਸੀਂ ਪ੍ਰੋਗਰਾਮ ਆਫਟਰ ਸਕੂਲ ਪ੍ਰੋਗਰਾਮ ਸ਼ੁਰੂ ਕਰ ਸਕਦੇ ਹੈਗੇ ਆ, ਕਮਿਊਨਿਟੀ ਇੰਗੇਜਮੈਂਟ ਕਰ ਸਕਦੇ ਹੈਗੇ ਆ। ਦੂਸਰੀ ਜਿਹੜੀ ਹੈਗੀ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਐਜੂਕੇਸ਼ਨ ਦੇ ਵਿੱਚ ਕਈ ਚੀਜ਼ਾਂ ਫਿਕਸ ਹੋ ਸਕਦੀਆਂ ਹੈਗੀਆਂ, ਕਈ ਚੀਜ਼ਾਂ ਦੇ ਨਾਲ ਅਸੀਂ ਇਹ ਸਹੂਲਤਾਂ ਜਿਹੜੀਆਂ ਹੈਗੀਆਂ ਆ ਵੀ ਆਪਣੇ ਬੱਚਿਆਂ ਦੇ ਨਾਲ ਜਿਹੜੇ ਵੈਲ ਟੂ ਡੂ ਬੱਚੇ ਹੈਗੇ ਆ ਜੀ, ਉਹਨਾਂ ਦੀਆਂ ਟਿਊਟਰਿੰਗ ਕਲਾਸਿਸ ਜਿਹੜੇ ਹੈਗੇ ਸਾਡੇ ਸੀਨੀਅਰਸ ਨੂੰ ਅਸੀਂ ਕਨੈਕਟ ਕਰ ਸਕਦੇ ਹੈਗੇ। ਬਹੁਤ ਪੜ੍ਹੇ ਲਿਖੇ ਸੀਨੀਅਰ ਸਾਡੀ ਸਿਟੀ ਦੇ ਵਿੱਚ ਰਹਿੰਦੇ ਹੈਗੇ ਆ, ਉਹ ਕੁਛ ਚਾਹੁੰਦੇ ਹੈਗੇ ਵੀ ਅਸੀਂ ਆਪ ਕਮਿਊਨਿਟੀ ਵਿੱਚ ਕੁਛ ਕਰ ਸਕੀਏ। ਜੇ ਅਸੀਂ ਉਹਨਾਂ ਦੇ ਹੀ ਪ੍ਰੋਗਰਾਮ ਜਿਹੜੇ ਹੈਗੇ ਆ ਉਹਨਾਂ ਨੂੰ ਕਹਿੰਦੇ ਹੈਗੇ ਵੀ ਤੁਸੀਂ 15-20 ਘੰਟੇ ਜਿਹੜੇ ਹੈਗੇ ਹਫਤੇ ਦੇ ਤੁਸੀਂ ਲਾ ਲਵੋ, ਜਿਹਦੇ ਵਿੱਚ ਸ਼ਾਮ ਨੂੰ ਤੁਸੀਂ ਆਫਟਰ ਸਕੂਲ ਪ੍ਰੋਵਾਈਡ ਕਰ ਲਓ, ਕਿਉਂਕਿ ਉਹਦੇ 'ਚ ਸਾਨੂੰ 2 ਚੀਜ਼ਾਂ ਹੁੰਦੀਆਂ, ਸਾਨੂੰ ਸੀਨੀਅਰਸ ਦੀ ਕੇਅਰ ਵੀ ਮਿਲ ਜਾਂਦੀ ਹੈਗੀ ਆ, ਪਲੱਸ ਸਾਨੂੰ ਬੱਚਿਆਂ ਦਾ ਜਿਹੜਾ ਹੈਗਾ ਸਹੂਲਤ ਮਿਲ ਜਾਂਦੀ ਹੈਗੀ, ਉਸ ਕ੍ਰਾਈਮ ਤੋਂ ਜਿਹੜਾ ਹੈਗਾ ਦੂਰ ਕਰ ਸਕੀਏ। ਕ੍ਰਾਈਮ ਜਿਹੜਾ ਇੱਕ ਤੁਹਾਨੂੰ ਲਾਸਟ ਇਸ਼ੂ ਜਿਹੜਾ ਹੈਗਾ, ਕੱਲ੍ਹ ਵੀ ਮੈਨੂੰ ਕਿਸੇ ਨੇ ਇਹੀ ਗੱਲ ਸੇਮ ਕੁਐਸਚਨ ਪੁੱਛਿਆ ਸੀਗਾ, ਮੈਂ ਕਿਸੇ ਦੇ ਘਰੇ ਬੈਠਾ ਸੀਗਾ ਵੀ ਕੀ ਕਰਿਆ ਜਾ ਸਕਦਾ ਹੈਗਾ।
ਸਭ ਤੋਂ ਵੱਡਾ ਪੀਸ ਕ੍ਰਾਈਮ ਦਾ ਜਿਹੜਾ ਹੈਗਾ ਨਾ ਉਹ ਹੈਗਾ ਡਾਟਾ। ਸਾਡੀ ਕਮਿਊਨਿਟੀ ਵਿੱਚ ਜਿਹੜੀ ਹੈਗੀ ਸਭ ਤੋਂ ਵੱਡੀ ਨਿਗਾਲੀ ਇਹ ਹੈਗੀ ਆ ਵੀ ਜਦੋਂ ਤੁਸੀਂ ਕੋਈ ਕੁਛ ਹੁੰਦਾ ਹੈਗਾ ਤੁਸੀਂ ਕਹਿੰਦੇ ਛੱਡੋ ਪਰਾਂ, ਸਾਡਾ ਕੀ ਲੈਣਾ ਦੇਣਾ, ਇਨਵੋਲਵ ਨਹੀਂ ਹੋਣਾ ਚਾਹੁੰਦੇ। ਫਿਰ ਤੁਹਾਨੂੰ ਰਿਪੋਰਟ ਕਰਨੀ ਪੈਂਦੀ ਹੈਗੀ ਆ, ਸਟੇਟਮੈਂਟ ਦੇਣੀ ਪੈਂਦੀ ਹੈਗੀ, ਹੋ ਸਕਦਾ ਤੁਹਾਨੂੰ ਕੋਰਟ 'ਚ ਜਾਣਾ। ਉਹ ਚੀਜ਼ਾਂ ਦੇ ਵਿੱਚ ਅਸੀਂ ਆਪਦੇ ਵਿੱਚ ਪੈਣਾ ਨਹੀਂ ਚਾਹੁੰਦੇ ਹੈਗੇ, ਅਸੀਂ ਛੱਡ ਦਿੰਦੇ ਹੈਗੇ ਆ। ਅਤੇ ਉਹ ਜਿਹੜਾ ਕ੍ਰਾਈਮ ਹੁੰਦਾ ਹੈਗਾ ਫਿਰ ਆਪਾਂ ਕਹਿੰਦੇ ਸਾਡਾ ਕ੍ਰਾਈਮ ਇਨਕਰੀਜ਼ ਹੋ ਰਿਹਾ ਹੈਗਾ। ਕ੍ਰਾਈਮ ਕਿਉਂ ਇਨਕਰੀਜ਼ ਕਰ ਰਿਹਾ? ਕਿਉਂਕਿ ਅਸੀਂ ਰਿਪੋਰਟਿੰਗ ਨਹੀਂ ਕਰ ਰਹੇ। ਪਰ ਜੇ ਤੁਸੀਂ ਰਿਪੋਰਟ ਕਰਦੇ ਵੀ ਹੈਗੇ ਆ, ਮੇਰੀ ਇੱਕ ਦਰਖਾਸਤ ਤੁਹਾਡੇ ਵੱਲ ਸਾਰਿਆਂ ਵੱਲ ਹੈਗੀ ਆ ਵੀ ਉਹ ਰਿਪੋਰਟ ਨੂੰ ਤੁਸੀਂ ਆਪਣੇ ਆਪ ਜ਼ਿੰਮੇਵਾਰੀ ਲੈ ਕੇ ਫੋਲੋ ਅਪ ਕਰੋ। ਤੁਹਾਨੂੰ ਪੁਲਿਸ ਆਫਿਸਰ ਤੁਹਾਨੂੰ ਫਾਈਲ ਨੰਬਰ ਦਿੰਦਾ ਹੈਗਾ, ਆਪਣਾ ਨਾਂ ਦਿੰਦਾ ਹੈਗਾ, ਤੁਹਾਡੀ ਇੱਕ ਸਿਟੀਜ਼ਨ ਹੋਣ ਦੀ ਜ਼ਿੰਮੇਵਾਰੀ ਹੈ ਕਿ ਉਹ ਫੋਲੋ ਅਪ ਕਰੋ ਵੀ ਇਹ ਕਿੱਥੇ ਤੱਕ ਫਾਈਲ ਗਈ ਹੈਗੀ ਆ। ਕਿਉਂਕਿ ਜੇ ਤੁਹਾਡੇ ਕੋਲ ਡਾਟਾ ਹੋਊਗਾ, ਉਹ ਅਸੀਂ ਡਾਟਾ ਨੂੰ ਯੂਜ਼ ਕਰਕੇ ਅਸੀਂ ਕਮਿਸ਼ਨਰ ਨੂੰ ਕਹਿੰਦੇ, ਸੁਪਰਨਟੈਂਡੈਂਟ ਨੂੰ ਕਹਿੰਦੇ ਵੀ ਤੁਸੀਂ ਕੀ ਕੀਤਾ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਥੋੜ੍ਹੀ ਆਪਾਂ ਨੂੰ ਵੀ ਰਿਸਪੋਂਸੀਬਿਲਿਟੀ ਲੈਣੀ ਪੈਣੀ ਹੈਗੀ ਆ ਸਿਟੀਜ਼ਨਸ ਹੋਣ ਕਰਕੇ, ਅਤੇ ਕਮਿਊਨਿਟੀ ਨੂੰ ਵੀ ਸਾਰਾ ਹੈਗਾ ਇੰਗੇਜਮੈਂਟ ਕਰਨੀ ਚਾਹੁੰਦੀ ਹੈਗੀ ਵੀ ਬੱਚੇ ਨੂੰ ਜਿਹੜਾ ਹੈਗਾ ਆ ਉਹਨੂੰ ਸਹੂਲਤਾਂ ਕਿੱਥੇ ਪਾ ਸਕਦੇ ਹੈਗੇ ਆ। ਥੀਸ ਟੂ ਥਿੰਗਸ ਗੋ ਹੈਂਡ ਇਨ ਹੈਂਡ। ਯੂਨੀਫਾਰਮ ਦਾ ਰੰਗ ਕਿਹੜਾ ਹੋਵੇ ਪੁਲਿਸ ਦਾ, ਉਹ 'ਤੇ ਬਹੁਤ ਡਿਵੀਜ਼ਨ ਹੈ। ਉਹ ਕੋਈ ਵੀ ਹੋਵੇ, ਮੇਰਾ ਪਰਿਵਾਰ ਸੁਰੱਖਿਅਤ ਹੋਣਾ ਚਾਹੀਦਾ। ਜਿਨ੍ਹਾਂ ਨੇ ਲੈ ਕੇ ਆਉਣੀ ਹੈ ਉਹਨਾਂ ਦਾ ਬਜਟ ਕੀ ਹੈ, ਇਹ ਸਾਰਾ ਜਿਹੜਾ ਕੰਮ ਹੈ ਉਹ ਸਿਟੀ ਹਾਲ ਦਾ, ਉਹਨਾਂ ਨੂੰ ਵੇਖਣਾ ਪੈਣਾ ਵੀ ਬੈਲੈਂਸ ਕੀ ਹੈ, ਖਰਚਾ ਕੀ ਹੈ। ਪੁਲਿਸ ਦੀ ਟ੍ਰਾਂਜੀਸ਼ਨ ਜਾਂ ਪੁਲਿਸ 'ਤੇ ਇਹ ਬਹੁਤ ਵੱਡੀ ਡਿਵੀਜ਼ਨ ਹੈ ਕਮਿਊਨਿਟੀ ਦੇ ਵਿੱਚ ਵੀ RCMP ਜਾਂ ਸਰੀ ਪੁਲਿਸ ਸਰਵਿਸਿਜ਼। ਕੋਈ ਕਹਿ ਰਿਹਾ ਮੈਂ ਵਾਪਸ ਕਰ ਦੂੰ, ਕੋਈ ਕਹਿੰਦਾ ਮੈਂ ਲੈ ਕੇ ਆਊਂ। ਬੀਇੰਗ ਏ ਲਾਇਰ, ਪੁਲਿਸ ਦੀ ਯੂਨੀਫਾਰਮ ਜਾਂ ਪੁਲਿਸ ਦਾ ਕਿੰਨਾ ਕੁ ਇੰਪੈਕਟ ਹੈ ਕ੍ਰਾਈਮ ਨੂੰ ਰੋਕਣ ਦੇ ਲਈ? ਉਦੋਂ ਪਹਿਲਾਂ ਸਾਡੀਆਂ ਜਾਂ ਕਮਿਊਨਿਟੀ ਦੀਆਂ ਕੀ ਜ਼ਿੰਮੇਵਾਰੀਆਂ? ਸੋ ਪੁਲਿਸ ਨੂੰ ਜਿਹੜੀ ਯੂਨੀਫਾਰਮ ਦਾ ਮੇਰੇ ਹਿਸਾਬ ਨਾਲ ਉਹਦੇ ਨਾਲ ਕੋਈ ਮਕਸਦ ਨਹੀਂ ਹੈਗਾ। ਲਾਲ ਪਾ ਲਓ ਜਾਂ ਕਾਲੀ ਪਾ ਲਓ, ਜੇ ਤੁਸੀਂ ਜਿੱਦਾਂ ਤੁਸੀਂ ਦੱਸਿਆ ਹੈਗਾ ਸਾਨੂੰ ਸੇਫਟੀ ਅਤੇ ਜਿਹੜੀ ਸਾਡੀ ਸਿਕਿਉਰਿਟੀ ਸਭ ਤੋਂ ਵੱਡੀ ਕੰਸਰਨ ਹੈਗੀ ਆ। ਕ੍ਰਾਈਮ ਦੇ ਨਾਲ ਜਿਹੜਾ ਇਸ਼ੂ ਜਿਹੜਾ ਹੈਗਾ ਵੀ ਕੌਣ ਸਰਵਿਸਿਜ਼ ਬੈਟਰ ਪ੍ਰੋਵਾਈਡ ਕਰ ਸਕਦਾ ਹੈਗਾ, ਉਹ ਤਾਂ ਹੁਣ ਇਸ ਵਕਤ ਆਪਾਂ ਦੇਖ ਰਹੇ ਹੈਗੇ ਆਪਣੇ 100 ਮਿਲਦਾ ਆਈ ਥਿੰਕ 100 ਪੁਲਿਸ ਆਫਿਸਰ ਸਰੀ ਪੁਲਿਸ ਸਰਵਿਸਿਜ਼ ਵਿੱਚ ਇਨਰੋਲਮੈਂਟ ਕੀਤੇ ਗਏ ਹੈਗੇ। ਪਰ ਉਹਨਾਂ ਦੀ ਕਿੱਥੋਂ ਤੱਕ ਉਹਨਾਂ ਦੀ ਹੱਦ ਹੈਗੀ ਆ ਉਹ ਅਜੇ ਸ਼ੁਰੂਆਤ ਵਿੱਚ ਹੈਗਾ, ਸੋ ਟਾਈਮ ਲੱਗ ਸਕਦਾ ਹੈਗਾ। ਪਰ ਜਿਹੜਾ ਮੇਨ ਮਕਸਦ ਇਹ ਹੈਗਾ ਆ ਵੀ ਉਹ ਜਿਹੜੇ ਪੁਲਿਸ ਆਫਿਸਰਸ ਜਿਹੜੇ ਹੈਗੇ ਆ ਉਹ ਕਮਿਊਨਿਟੀ ਨਾਲ ਕਿੰਨਾ ਇੰਗੇਜਮੈਂਟ ਕਰ ਰਹੇ ਹੈਗੇ ਆ। ਮੈਂ 2-3 ਪੁਲਿਸ ਆਫਿਸਰਸ ਜਿਹੜੇ ਕਮਿਊਨਿਟੀ ਇੰਗੇਜਮੈਂਟ ਆਫਿਸਰਸ ਹੈਗੇ ਉਹਨਾਂ ਨੂੰ ਮਿਲਿਆ ਸੀਗਾ, ਉਹਨਾਂ ਦੀ ਵੀ ਇਹੀ ਸ਼ਿਕਾਇਤ ਹੈਗੀ ਆ ਸਾਡੇ ਕੋਲ ਸਿਟੀਜ਼ਨਸ ਦੇ ਕੋਲੇ ਵੀ ਸਿਟੀਜ਼ਨ ਸਾਨੂੰ ਕਹਿ ਦਿੰਦੇ ਹੈਗੇ ਵੀ ਆਹ ਗੱਲ ਹੈਗੀ ਆ। ਪਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਗੱਲ ਹੈਗੀ ਆ ਰਿਪੋਰਟਿੰਗ ਦੀ, ਉਹ ਕਹਿੰਦੇ ਜਦੋਂ ਅਸੀਂ ਪੁੱਛਦੇ ਹੈਗੇ ਵੀ ਸਾਨੂੰ ਦਿਖਾਓ ਵੀ ਕੀ ਹੋਇਆ, ਕੀ ਨਾ ਕੀ ਥੇ ਆ, ਕਦੋਂ ਇਹ ਗੱਲ ਹੋਈ ਹੈਗੀ ਆ ਅਤੇ ਤੁਹਾਨੂੰ ਅਗਲੀ ਸਟੈਪਸ ਤੁਹਾਨੂੰ ਕੀ ਕਰਨਾ ਪੈਣਾ, ਉਸੇ ਵਕਤ ਹੀ ਸਾਡੇ ਜਿਹੜੇ ਪੁਲਿਸ ਜਿਹੜੇ ਆਪਣੇ ਸਿਟੀਜ਼ਨਸ ਹੈਗੇ ਆ ਬੈਕ ਆਫ ਹੋ ਜਾਂਦੇ ਹੈਗੇ। ਸੋ ਉਹਨਾਂ ਦਾ ਵੀ ਹੱਥ ਉੱਥੋਂ ਤੱਕ ਹੀ ਚੱਲ ਸਕਦਾ ਹੈਗਾ ਜਿੰਨਾ ਚੱਕਰ ਤੁਸੀਂ ਉਹਨਾਂ ਦਾ ਹੱਥ ਫੜ ਕੇ ਅੱਗੇ ਲੈ ਕੇ ਜਾਓਗੇ। ਉਹ ਇਸੇ ਚੀਜ਼ ਨੂੰ ਜਿਹੜੀ ਹੈਗੀ ਆ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੀ ਘਾਟ ਹੈਗੀ ਆ, ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਸਾਰੇ ਕਰ ਰਹੇ ਹੈਗੇ ਆ, ਕਈ ਬੰਦੇ ਹੈਗੇ ਜਿਹੜੇ ਕਰ ਰਹੇ ਹੈਗੇ ਜਿਨ੍ਹਾਂ ਨੂੰ ਕੁਝ ਪਤਾ ਹੁੰਦਾ ਹੈਗਾ ਉਹ ਇਹ ਚੀਜ਼ ਨੂੰ ਰੋਕ ਲੈਂਦੇ ਹੈਗੇ ਆ। ਮੇਰੀ ਜਨਰੇਸ਼ਨ ਜਾਂ ਮੇਰੇ ਤੋਂ ਜਿਹੜੇ ਛੋਟੇ ਹੈਗੇ ਆ, ਮੈਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹੂੰਗਾ ਵੀ ਉਹ ਥੋੜ੍ਹੇ ਜਿਹੇ ਹੋਰ ਪ੍ਰੋਐਕਟਿਵ ਹੈਗੇ ਆ, ਉਹ ਚਾਹੁੰਦੇ ਹੈਗੇ ਫੋਲੋ ਅਪ। ਸਾਡੇ ਕੋਲ ਟੈਕਨੋਲੋਜੀ ਹੈਗੀ ਆ, ਉਹ ਫੋਨ ਵਰਤ ਲੈਂਦੇ ਹੈਗੇ ਆ, ਸਰਵਿਸਿਜ਼ ਜਿਹੜੇ ਉਹਨੇ ਟੈਕਸਟ ਮੈਸੇजेस ਕਈ ਚੀਜ਼ਾਂ ਹੈਗੀਆਂ ਜਿਹੜੇ ਆਪਣੇ ਕੋਲ ਅਵੇਲੇਬਲ ਹੈਗੀਆਂ ਰਾਈਟ ਵੇ ਰਿਪੋਰਟਿੰਗ ਕਰਨ ਵਾਸਤੇ। ਪਰ ਇਸ਼ੂ ਖੜਾ ਹੋ ਜਾਂਦਾ ਹੈਗਾ ਵੀ ਜਿਹੜੇ ਸਾਡੇ ਸੀਨੀਅਰ ਜਾਂ ਸਾਡੇ ਮਾਪਿਆਂ ਦੀ ਏਜ ਦੇ ਵਿੱਚ ਹੈਗੇ ਆ ਉਹਨਾਂ ਨੂੰ ਇਹ ਚੀਜ਼ਾਂ ਵਰਤੀਆਂ ਇਸ ਵਕਤ ਆਉਂਦੀਆਂ ਨਹੀਂ ਸੀਗੀਆਂ ਜਾਂ ਆ ਨਹੀਂ ਰਹੀਆਂ ਹੈਗੀਆਂ ਕਿਉਂਕਿ ਉਹਨਾਂ ਦੇ ਜਿਹੜੀ ਐਜੂਕੇਸ਼ਨ ਹੈਗੇ ਅਸੀਂ ਉਹ ਚੀਜ਼ ਨੂੰ ਇੰਪਰੂਵ ਨਹੀਂ ਕਰ ਸਕੇ। ਸੋ ਜੇ ਆਪਾਂ ਸਿੰਪਲ ਟੂਲਸ ਬਣਾ ਦਿੰਦੇ ਹੈਗੇ ਉਹਨਾਂ ਵਾਸਤੇ ਉਹ ਕਰ ਸਕਣਗੇ ਕਿਉਂਕਿ ਹਰੇਕ ਬੰਦਾ ਇਸ ਵਕਤ ਫੇਸਬੁੱਕ 'ਤੇ ਯੂਜ਼ ਕਰਦਾ ਹੈਗਾ। ਇਟਸ ਅ ਵੈਰੀ ਸਿੰਪਲ ਟੂਲ। ਜੇ ਇਸੇ ਤਰ੍ਹਾਂ ਦਾ ਕੋਈ ਇੱਦਾਂ ਦਾ ਟੂਲ ਅਸੀਂ ਪੁਲਿਸ ਵਾਸਤੇ ਕਮਿਊਨੀਕੇਸ਼ਨ ਕਰਨ ਵਾਸਤੇ ਅਸੀਂ ਦੇ ਸਕਾਂਗੇ ਨਾ, ਆਈ ਕੈਨ ਗੈਰੰਟੀ ਯੂ ਕੋਈ ਨਾ ਕੋਈ ਚੀਜ਼ ਜਿਹੜਾ ਇਹਦਾ ਸੋਲੂਸ਼ਨ ਨਿਕਲੇਗਾ। ਅਨਐਥੀਕਲ ਐਕਟੀਵਿਟੀਜ਼ ਨੇ ਜਿਹੜੀਆਂ, ਉਹਦਾ ਇੱਕ ਬਹੁਤ ਜ਼ਿਆਦਾ ਦੁੱਖ ਹੈ ਸਾਨੂੰ ਕਿਉਂਕਿ ਜਿਹੜੇ ਅਸੀਂ ਪੰਜਾਬ 'ਚ ਵੱਡੇ ਹੋ ਕੇ ਆਏ ਹਾਂ ਅਸੀਂ ਉਹਨਾਂ ਚੀਜ਼ਾਂ ਦੇ ਵਿਕਟਮ ਹਾਂ। VIP ਕਲਚਰ ਦੇ ਅਸੀਂ ਵਿਕਟਮ ਹਾਂ। ਜਿਹਦੀ ਪਹੁੰਚ ਆ ਉਹ ਮਰਜ਼ੀ ਕਰਦਾ ਹੈ, ਜਿਹਦਾ ਜ਼ੋਰ ਚੜ੍ਹ ਗਿਆ ਉਹਨੇ ਦੱਬ ਲੈਣਾ, ਦੂਜਾ ਜਸਟ ਕ੍ਰਿਪਲ ਹੋ ਕੇ ਰੋਂਦਾ ਰਹਿੰਦਾ, ਚਾਹੇ ਉਹ ਕੌਮ ਦੀ ਗੱਲ ਹੋਵੇ ਕਮਿਊਨਿਟੀ ਦੀ ਗੱਲ ਹੋਵੇ। ਅਤੇ ਇਸੇ ਤਰ੍ਹਾਂ ਹੀ ਇਹ ਜਿਹੜਾ VIP ਕਲਚਰ ਦੀ ਗੱਲ ਚੱਲ ਰਹੀ ਹੈ ਕਮਿਊਨਿਟੀ ਦੇ ਵਿੱਚ, ਦੇਖੋ ਜੇ ਕੁਛ ਨਾ ਕੁਛ ਹੋਇਆ ਤਾਂ ਗੱਲ ਚੱਲ ਰਹੀ ਹੈ ਜਾਂ ਕੁਝ ਖਾਸ ਬੰਦਿਆਂ ਦਾ ਐਕਸੈਸ ਜਿਹੜਾ ਹੈ ਸਿਟੀ ਹਾਲ ਦੇ ਵਿੱਚ ਉਹਦੀ ਗੱਲ ਚੱਲ ਰਹੀ ਹੈ। ਇੱਕ ਸਲੇਟ ਹੈ ਉਹ ਕਰਪਸ਼ਨ ਦੀ ਗੱਲ ਕਰ ਰਹੀ ਹੈ ਓਪਨਲੀ। ਜਿਹੜਾ ਇਹ ਅਨਐਥੀਕਲ ਸਟੈਂਡਰਡ ਇੱਕ ਸੈਟਅਪ ਹੋ ਰਿਹਾ ਹੈ ਵੀ ਜਾਂ ਖਾਸ ਬੰਦਿਆਂ ਲਈ
ਇਹ ਚੀਜ਼ਾਂ ਨਾਰਮਲ ਨੇ ਤੇ ਆਮ ਬੰਦਿਆਂ ਦੇ ਲਈ ਉਹ ਚੀਜ਼ਾਂ ਕਦੇ ਵੀ ਨਾਰਮਲ ਨਹੀਂ। ਸੋ ਇਸ ਨੂੰ ਰੋਕਣ ਦੇ ਲਈ ਕੋਈ ਦਿਮਾਗ ਦੇ ਵਿੱਚ ਕਿਹੋ ਜਿਹਾ ਜੇ ਤੁਸੀਂ ਚੁਣੇ ਜਾਂਦੇ ਹੋ ਤਾਂ ਕੀ ਕਰਨਾ ਚਾਹੁੰਦੇ ਹੋ ਜਿਹੜਾ ਸਾਰਿਆਂ ਲਈ ਬਰਾਬਰਤਾ ਦੀ ਗੱਲ ਹੋ? ਸੋ ਜੇ ਮਹਾਰਾਜ ਦੀ ਕਿਰਪਾ ਹੋਈ ਤਾਂ ਅਸੀਂ ਜਿੱਤ ਗਏ। ਸੋ ਐਥਿਕਸ ਜਿਹੜੇ ਹੈਗੇ ਆ, ਸਾਡੀ ਜਿਹੜੀ ਸਿੱਖਿਆ, ਸਾਡੇ ਜਿਹੜੇ ਸਿਧਾਂਤ, ਜਿਹੜੇ ਮੋਰਲਸ ਜਿਹੜੇ ਹੈਗੇ ਆ, ਸਾਡੇ ਵੱਡੇ ਵਡੇਰਿਆਂ ਨੇ ਬਹੁਤ ਵਧੀਆ ਦਿੱਤੇ ਹੈਗੇ ਆ। ਮੈਂ ਜੇ ਉਹਨਾਂ ਦਾ ਨਾਂ ਉੱਚਾ ਕਰ ਸਕਾਂ ਤਾਂ ਬਹੁਤ ਵਧੀਆ ਹੈਗਾ। ਨੀਵਾਂ ਕਰਨ ਦਾ ਜਿਹੜਾ ਹੈਗਾ ਤਾਂ ਸਾਡੀ ਆਪ ਦੀ ਬੇਵਕੂਫੀ ਹੈਗੀ ਅਤੇ ਸਾਡੀ ਆਪ ਦੀਆਂ ਗੱਲਾਂ ਜਿਹੜੀਆਂ ਹੈਗੀਆਂ। ਇੱਕ ਉਹਦੇ ਨਾਲ ਜਿਹੜੀ ਮੈਂ ਆਪਦੀ ਪਰਸਨਲ ਗੱਲ ਕਰ ਲੈਂਦਾ ਹੈਗਾ, ਇੱਕ ਤਾਂ ਜੇ ਹੈਗਾ ਮੈਂ ਪੋਲੀਟੀਸ਼ੀਅਨ ਬਣਦਾ ਹੈਗਾ ਅਤੇ ਕੁਛ ਮੈਂ ਇਹਦੇ ਵਿੱਚ ਕੁਛ ਕਰਕੇ ਦਿਖਾ ਸਕਦਾ ਹੈਗਾ ਆ। ਦੂਸਰਾ ਜਿਹੜਾ ਮੇਰਾ ਪ੍ਰੋਫੈਸ਼ਨ ਹੈਗਾ, ਮੇਰਾ ਇੱਕ ਲੀਗਲ ਪ੍ਰੋਫੈਸ਼ਨ ਹੈਗਾ ਆ, ਜਿਹਦੇ ਵਿੱਚ ਉਹਨਾਂ ਦੀ ਕੋਡ ਆਫ ਐਥਿਕਸ ਜਿਹੜਾ ਹੈਗਾ ਬਾਏ ਦ ਬੁੱਕਸ ਲੀਗਲ ਪ੍ਰੋਫੈਸ਼ਨਲ ਐਕਟ ਦੇ ਅਸੀਂ ਥੱਲੇ ਸਿਧਾਂਤ ਦੇ ਵਿੱਚ ਅਸੀਂ ਰਹਿੰਦੇ ਹੈਗੇ ਆ। ਮੈਂ ਜੇ ਕੱਲ੍ਹ ਕੋਈ ਵੀ ਗਲਤੀ ਕਰਦਾ ਹੈਗਾ, ਮੈਂ ਅਕਾਊਂਟੇਬਲ ਹੈਗਾ ਉਸ ਚੀਜ਼ ਦਾ, ਨਾਟ ਜਸਟ ਟੂ ਦ ਸਿਟੀਜ਼ਨਸ। ਕੱਲ੍ਹ ਨੂੰ ਜੇ ਮੈਂ ਦੁਬਾਰਾ ਇਲੈਕਸ਼ਨ ਲੜੀ ਅਤੇ ਮੈਂ ਜੇ ਹਾਰ ਜਾਂਦਾ ਹੈਗਾ, ਮੈਂ ਕਿੱਥੇ ਜਾਵਾਂਗਾ? ਮੈਂ ਆਪਦੇ ਪ੍ਰੋਫੈਸ਼ਨ ਦੇ ਵਿੱਚ ਤਾਂ ਜਾ ਨਹੀਂ ਸਕਦਾ, ਕਿਉਂਕਿ ਉਹਨਾਂ ਨੇ ਦੇਖਣਾ ਹੈਗਾ ਵੀ ਤੇਰੀ ਈਲੀਗਲ ਐਕਟੀਵਿਟੀ ਕੀ ਹੈਗੀ ਆ, ਤੂੰ ਕੀ ਕੀਤਾ, ਤੇਰੀ ਐਥਿਕਸ ਕਿੱਥੇ ਸੀਗੀਆਂ, ਤੇਰੀ ਮੋਰਲਸ ਕਿੱਥੇ ਸੀਗੀਆਂ। ਉਹਨਾਂ ਨੇ ਉਹ ਡਿਸਬਾਰਮੈਂਟ 'ਤੇ ਗੱਲ ਜਾ ਸਕਦੀ ਹੈਗੀ। ਜੀ ਅੱਜ ਇਹ ਕਲਚਰ ਪ੍ਰੋਡਿਊਸ ਕਰ ਰਹੇ ਹੈਗੇ ਆ ਜਾਂ ਹੋ ਰਿਹਾ ਹੈਗਾ ਆ, ਜਾਂ ਕਰਪਸ਼ਨ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਹੈਗੀਆਂ ਨੇ, ਇਹ ਇਸ ਕਰਕੇ ਕਿਉਂਕਿ ਉਹਨਾਂ ਦੀ ਕੋਈ ਰੀਪਰਕਸ਼ਨਸ ਉਹਨਾਂ ਨੂੰ ਕਰਨ ਵਾਲਾ ਜਾਂ ਦੇਣ ਵਾਲਾ ਹੈ ਨਹੀਂ ਸੀਗਾ। ਅਸੀਂ ਸਾਡੀ ਕਮਿਊਨਿਟੀ, ਸਾਡੀ ਸੁਸਾਇਟੀ ਨੂੰ ਇਹ ਅਕਾਊਂਟੇਬਿਲਿਟੀ ਜਿਹੜੀ ਹੈਗੀ, ਜੇ ਤੁਸੀਂ ਕਿਸੇ ਨੂੰ ਵੋਟ ਪਾਈ ਹੈਗੀ ਆ, ਉਹਨੂੰ ਅਕਾਊਂਟੇਬਲ ਵੀ ਰੱਖੋ। ਤੁਹਾਡਾ ਕੰਮ ਹੈਗਾ ਆ ਵੀ ਜੇ 15 ਤਰੀਕ ਨੂੰ ਤੁਸੀਂ ਵੋਟ ਆਪਣੀ ਦਰਜ ਕਰ ਦਿੱਤੀ ਹੈਗੀ ਆ, 16 ਤਰੀਕ ਨੂੰ ਉਸ ਬੰਦੇ ਦੇ ਕੰਨ ਫੜੋ, ਜੇ ਉਹ ਬੰਦਾ ਤੁਹਾਡਾ ਜਿਹੜੀ ਗੱਲ ਤੁਸੀਂ ਕਹੀ ਸੀਗੀ ਉਹ ਸੁਣਦਾ ਨਹੀਂ ਹੈਗਾ। ਮੈਂ ਉਹਨਾਂ ਦੇ ਵਿੱਚੋਂ ਇੱਕ ਹੈਗਾ ਆ। ਜੇ ਮੈਨੂੰ ਮੌਕਾ ਮਿਲ ਜਾਂਦਾ ਹੈਗਾ, ਮੈਂ ਇਹੀ ਚਾਹੂੰਗਾ ਵੀ ਜਿਹੜੇ ਮੇਰੇ ਵੋਟਰਸ ਹੈਗੇ ਆ, ਜਿਹੜੇ ਸਿਟੀਜ਼ਨਸ ਹੈਗੇ ਆ, ਭਾਵੇਂ ਮੈਨੂੰ ਇਲੈਕਟ ਕੀਤਾ ਉਹਨਾਂ ਨੇ, ਜੇ ਨਹੀਂ ਉਹ ਮੇਰੇ ਕੋਲ ਜ਼ਰੂਰ ਆਣ ਕੇ ਕਹਿਣ ਵੀ ਤੇਰੀ ਆਹ ਸ਼ਿਕਾਇਤ ਆਈ ਹੈਗੀ ਆ ਜਾਂ ਇਸ ਬੰਦੇ ਦੀ ਸ਼ਿਕਾਇਤ ਆਈ ਹੈ, ਵੀ ਤੁਸੀਂ ਕੀ ਕਰੋਗੇ। ਜੇ ਮੈਂ ਨਹੀਂ ਕੁਛ ਕਰਦਾ, ਇਹ ਮੇਰੀ ਜਿਹੜੀ ਹੈਗੀ ਆ ਇਹ ਬੇਇਨਸਾਫੀ ਹੈਗੀ ਆ, ਕਿਉਂਕਿ ਮੈਂ ਤੁਹਾਨੂੰ ਜਦੋਂ ਪ੍ਰੋਮਿਸ ਜਿਹੜੀ ਗੱਲ ਕੀਤੀ ਹੈਗੀ ਆ ਉਹਦੇ 'ਚ ਮੈਂ ਪਿੱਛੇ ਹਟ ਰਿਹਾ ਹੈਗਾ। ਪਰਮਜੀਤ ਸਿੰਘ, ਇੱਕ ਕਮਿਊਨਿਟੀ ਦੇ ਵਿੱਚ ਬਹੁਤ ਵੱਡੀ ਗੱਲ ਚੱਲ ਰਹੀ ਹੈ, ਤੁਸੀਂ ਵੀ ਸੁਣੀ ਆ, ਮੈਂ ਵੀ ਸੁਣੀ ਆ, ਆਈ ਵਾਜ਼ ਪਾਰਟ ਆਫ ਇਟ ਜਦ ਮੈਂ 19 'ਚ ਰਨ ਹੋਇਆ, ਕਿ ਫਰਾਡ ਵੋਟਿੰਗ ਹੁੰਦੀ ਹੈ। ਇਹ ਗੱਲ ਚੱਲਦੀ ਹੈ। ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਇਹ ਗੱਲ ਹੋਈ, 700-800 ਵੋਟਾਂ ਰਿਕੋਗਨਾਈਜ਼ ਵੀ ਕੀਤੀਆਂ। ਤੁਹਾਡੀ ਮੇਅਰ ਕੈਂਡੀਡੇਟ ਜਦੋਂ ਜਿੱਤੇ, ਜਿਨੀ ਸਿਮਸ MLA ਦੀ ਚੋਣ, ਦੋਨੇ ਕੰਸਟੀਚੁਐਂਸੀਜ਼ ਬਾਰਡਰ ਸੀ, ਪੈਨੋਰਾਮਾ ਅਤੇ ਸਰੀ ਨਿਊਟਨ 'ਚ 700 ਵੋਟ ਡੁਪਲੀਕੇਟ ਬਣੀ ਹੋਈ ਸੀ। ਉਹਨਾਂ ਨੇ ਰਿਕੋਗਨਾਈਜ਼ ਕੀਤੀ ਅਤੇ ਉਹਨਾਂ ਨੂੰ ਪਤਾ ਲੱਗਿਆ ਸਮਹਾਓ ਉਹ ਚੀਜ਼ ਫੋਲੋ ਨਾ ਹੋ ਸਕੀ। 19 ਦੇ ਵਿੱਚ ਮੇਰੇ ਕੋਲ ਹਾਲੇ ਵੀ ਵੋਟਰ ਕਾਰਡ ਪਏ ਨੇ ਜਿਹੜੇ ਸਟੂਡੈਂਟਸ ਦੇ ਸੀ। ਹੁਣ ਫਿਰ ਪਿਛਲੇ 4 ਦਿਨਾਂ ਤੋਂ ਗੱਲ ਕਮਿਊਨਿਟੀ ਚੱਲ ਰਹੀ ਹੈ, ਕਿਉਂਕਿ ਆਨਰ ਸਿਸਟਮ ਹੈ। ਇੱਕ ਤਾਂ ਲਿਸਟ ਹੈ, ਇੱਕ ਜਿਹੜੀ ਲਿਸਟ ਹੈ ਨਹੀਂ, ਫਰੈਸ਼ ਜਾਂਦੇ ਆ, ਐਂਟਰੀ ਜਿਹਨੂੰ ਕਹਿੰਦੇ ਆ ਜੀ। ਉਹ ਜਾ ਕੇ ਕਹਿੰਦਾ ਜੀ ਮੈਂ ਹਰਜੀਤ ਸਿੰਘ ਹਾਂ, ਮੇਰਾ ਲੋ ਐਡਰੈਸ, ਮੈਂ ਐਬਸਪੋਰਟ ਤੋਂ ਇੱਥੇ ਮੂਵ ਹੋਇਆ 2 ਮਹੀਨੇ, ਮੇਰਾ ਲਿਸਟ 'ਚ ਨਾਂ ਹੈ ਨਹੀਂ, ਬਟ ਆਹ ਮੇਰੀ ID ਆ ਅਤੇ ਮੈਂ ਆਹ ਐਡਰੈਸ 'ਤੇ ਰਹਿਣਾ। ਪ੍ਰੈਜ਼ਾਈਡਿੰਗ ਅਫੀਸਰ ਕੀ ਕਹਿੰਦਾ ਹੈ, ਬਈ ਓਕੇ ਆਓ, ਓਥ ਲਾਓ, ਅਫਰਮ ਕਰੋ। ਤੁਸੀਂ ਇਹਦੇ ਥਰੂ ਜਾਂਦੇ ਹੋ, ਅਫਰਮ ਬਹੁਤ ਵੱਡੀ ਗੱਲ ਹੈ। ਅਫਰਮ ਕਰੋ, ਅਤੇ ਕਿਉਂਕਿ ਓਨਰ ਬੇਸ ਸਿਸਟਮ ਹੈ ਅਤੇ ਉਹ ਉਹਨੂੰ ਅਲਾਓ ਕਰਦਾ, ਵੋਟ ਪਾ ਕੇ ਚਲੇ ਜਾਂਦਾ। ਜਿਹੜਾ ਬੰਦਾ ਕੁਛ ਟਾਈਮ ਲਈ ਜਿਹਨੇ ਐਡਰੈਸ ਚੇਂਜ ਕੀਤਾ, ਇੱਥੇ ਕੋਈ ਸਿਸਟਮ ਹੈ ਨਹੀਂ, ਮੈਂ 1 ਮਹੀਨਾ ਪਹਿਲਾਂ ਆ ਗਿਆ, ਅੱਜ ਮੈਂ 1 ਮਹੀਨਾ ਬਾਅਦ ਜਾਣਾ ਚਾਹੁੰਦਾ, ਤੁਸੀਂ ਮੈਨੂੰ ਕੋਈ ਨਹੀਂ ਰੋਕ ਸਕਦਾ। ਇਹ ਇੱਕ ਪ੍ਰੈਕਟਿਸ ਹੈ ਜਿਹਦੀ ਕਮਿਊਨਿਟੀ 'ਚ ਗੱਲ ਚੱਲ ਰਹੀ ਹੈ, ਔਰ ਇਹਦੇ ਸਬੂਤ ਨੇ ਮੇਰੇ ਕੋਲ ਪਏ ਨੇ, ਪਰ ਇਹਨੂੰ ਕੋਈ ਰੋਕ ਨਹੀਂ ਸਕਿਆ। ਲਾਅ ਦੇ ਹਿਸਾਬ ਤੋਂ ਤੁਸੀਂ ਕ੍ਰਿਮੀਨਲ ਡਿਫੈਂਸ ਲਾਇਰ ਹੋ, ਇਹਦੇ 'ਤੇ ਨਾ ਕਿਤੇ ਵੀ ਇਹ ਪ੍ਰੈਕਟਿਸ ਨਾ ਹੋਵੇ। ਆਪਣੀਆਂ ਵੋਟਾਂ ਨਾਲ ਬੰਦਾ ਜਿੱਤੇ, ਜਿਹਨੂੰ ਲੋਕ ਵੋਟਾਂ ਪਾਉਂਦੇ ਨੇ, ਇਹਦੇ ਬਾਰੇ ਕੁਛ ਤੁਹਾਡੇ ਦਿਮਾਗ ਦੇ ਵਿੱਚ ਹੈ ਗੱਲ ਵੀ ਇਹ ਕਿਵੇਂ ਰੋਕ ਸਕਦੇ? ਸੋ ਜਦੋਂ ਜਿਹੜੀ ਵੋਟਿੰਗ ਸਿਸਟਮ ਹੈਗਾ ਜਾਂ ਵੋਟਰ ਲਿਸਟ ਜਿਹੜੀ ਹੈਗੀ ਆ, ਇਲੈਕਸ਼ਨਸ BC ਗਵਰਨ ਕਰਦੀ ਹੈਗੀ, ਤੁਹਾਨੂੰ ਪਤਾ ਹੈਗਾ। ਇਲੈਕਸ਼ਨ BCs ਦਾ ਜਿਹੜਾ ਹੈਗਾ ਮੇਨ ਕੰਮ ਹੈਗਾ ਵੀ ਮੇਕ ਸ਼ੋਰ ਕਰਨਾ ਵੀ ਰਜਿਸਟਰਡ ਵੋਟਰ ਸਿਟੀਜ਼ਨ ਹੈਗਾ ਆ, ਉਹ ਇੱਥੇ ਰੈਜ਼ੀਡੈਂਟ ਹੈਗਾ ਜਾਂ ਬਿਜ਼ਨਸ ਓਨਰ ਹੈਗਾ, ਵੀ ਉਹਦੀ ਵੋਟ ਐਕਚੁਅਲੀ ਸ਼ਹਿਰੀ ਦੇ ਵਿੱਚ ਹੈਗੀ ਆ ਜਾਂ ਕਿਸੇ ਵੀ ਮਿਊਨਿਸਪੈਲਿਟੀ ਦੇ ਵਿੱਚ ਹੈਗੀ ਆ ਜਾਂ ਨਹੀਂ। ਉੱਥੇ ਆਪਣੇ ਕੋਲ ਇੱਕ ਪਹਿਲੇ ਵਕਤ 'ਤੇ ਜਦੋਂ ਤੁਸੀਂ ਅਫਰਮ ਕਰਦੇ ਹੈਗੇ ਜਾਂ ਕਨਫਰਮ ਕਰਦੇ ਹੈਗੇ ਬੰਦਾ ਇੱਥੇ ਸਿਟੀਜ਼ਨ ਰਹਿੰਦਾ ਹੈਗਾ ਜਾਂ ਨਹੀਂ, ਉੱਥੇ ਅਬਜੈਕਸ਼ਨ ਦਾ ਇੱਕ ਟਾਈਮ ਹੁੰਦਾ ਹੈਗਾ, ਤੁਸੀਂ ਉੱਥੇ ਅਬਜੈਕਸ਼ਨ ਕਰ ਸਕਦੇ ਹੈਗੇ। ਜੇ ਉਹ ਵੀ ਅਬਜੈਕਸ਼ਨ ਬਾਈ ਚਾਂਸ ਪਾਸ ਹੋ ਜਾਂਦੀ ਹੈਗੀ ਆ, ਵਟਐਵਰ ਦ ਰੀਜ਼ਨ,
ਉਹ ਚੀਜ਼ ਨੂੰ ਜਿਹੜੇ ਹੈਗੇ ਸਕਰੂਟਨੀਅਰਸ ਜਿਹੜੇ ਹੈਗੇ ਆ ਉਹ ਮਾਰਕ ਕਰ ਸਕਦੇ ਹੈਗੇ ਆ। ਆਪਾਂ ਉਹ ਚੀਜ਼ ਨੂੰ ਨੋਟ ਕਰ ਸਕਦੇ ਹਾਂ ਵੀ ਆਹ ਗੱਲ ਹੋਈ ਹੈਗੀ ਆ। ਜਦੋਂ ਤੁਹਾਡੇ ਕੋਲ ਜਿੱਦਾਂ ਤੁਸੀਂ ਕਹਿ ਰਹੇ ਕਿ ਤੁਹਾਡੇ ਕੋਲ ਵੋਟਰ ਲਿਸਟ ਹੈਗੀ ਆ, ਉਹ ਚੀਜ਼ਾਂ ਦੇ ਉਹ ਆਹ ਜਿਹੜੇ ਇਸ਼ੂ ਖੜੇ ਹੈਗੇ ਆ, ਉਹ ਤੁਸੀਂ ਕਿੱਥੇ ਤੱਕ ਮੈਨੂੰ ਪਤਾ ਨਹੀਂ, ਤੁਸੀਂ ਮੈਨੂੰ ਦੱਸਿਆ ਹੈਗਾ, ਪਰ ਤੁਸੀਂ ਕਿੱਥੋਂ ਤੱਕ ਉਹ ਆਪਣੀ ਆਵਾਜ਼ ਉਠਾ ਰਹੇ ਹੈਗੇ। ਹਰੇਕ ਕੈਂਡੀਡੇਟ ਦਾ, ਹਰੇਕ ਜਿਹੜੇ ਆਪਣੇ ਸਿਟੀਜ਼ਨ ਦਾ ਇਹ ਹੱਕ ਹੈਗਾ, ਤੁਸੀਂ ਆਪਣੇ ਜਾ ਕੇ ਉਸ ਨੂੰ ਚੈਲੰਜ ਕੀਤਾ ਜਾ ਸਕਦਾ। ਇਲੈਕਸ਼ਨ ਹੁਣ ਜਿਹੜਾ ਮੋਸਟ ਰੀਸੈਂਟ ਇਸ਼ੂ ਜਿਹੜਾ ਖੜਾ ਹੋਇਆ, ਨਾਲੇ ਖੜਾ ਹੋ ਰਿਹਾ ਹੈਗਾ ਆਪਣੀ US ਅਮਰੀਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ, ਅਜੇ ਤੱਕ ਚੱਲ ਰਿਹਾ ਹੈਗਾ, 4 ਸਾਲਾਂ ਦੀ ਗੱਲ ਹੋ ਚੁੱਕੀ ਹੈਗੀ ਆ। ਉਹਨਾਂ ਦੇ ਵਿੱਚ ਜਿਹੜੀਆਂ ਵੀ ਗੱਲਾਂ ਹੋ ਰਹੀਆਂ ਹੈਗੀਆਂ, ਉਹ ਸੇਮ ਚੀਜ਼ ਟ੍ਰਿਕਲ ਡਾਊਨ ਇੱਥੇ ਸਾਡੇ ਕੈਨੇਡਾ ਦੇ ਵਿੱਚ ਆ ਰਹੀਆਂ ਹੈਗੀਆਂ। ਆਹੀ ਗੱਲਾਂ ਜਿਹੜੀਆਂ ਹੈਗੀਆਂ, ਆਪਾਂ ਉਹਨਾਂ ਦੀ ਹਾਲਤ ਦੇਖੀ ਹੈਗੀ ਕੀ ਹੋ ਰਹੀ ਹੈਗੀ ਆ, ਅਤੇ ਆਹੀ ਹਾਲਤ ਜੇ ਆਪਣੀ ਹੋ ਜਾਣੀ ਜੇ ਅਸੀਂ ਸੁਧਾਰ ਅੱਜ ਨਾ ਲੈ ਕੇ ਆਉਂਦਾ। ਇਹ ਚੀਜ਼ਾਂ ਨੂੰ ਜਿਹੜਾ ਕਾਊਂਟਰ ਐਕਟਿਵ ਕਰਨਾ ਪੈਣਾ, ਇਟਸ ਇਮੀਡੀਏਟ। ਇਹ ਨਹੀਂ ਆਪਾਂ ਹਫ਼ਤਾ ਵੇਟ ਕਰਨਾ, 2 ਹਫ਼ਤੇ ਵੇਟ ਕਰਨੇ, ਤੁਹਾਨੂੰ ਇਮੀਡੀਏਟ ਐਕਸ਼ਨ ਲੈਣੀ ਚਾਹੀਦੀ ਹੈ ਕਿ ਆਬਜੈਕਸ਼ਨ ਤੁਹਾਡੀ ਨੋਟ ਹੋਣੀ ਚਾਹੀਦੀ ਹੈਗੀ ਆ, ਅਤੇ ਤੁਹਾਡੀ ਆਬਜੈਕਸ਼ਨ ਨੋਟ ਦੇ ਤੁਹਾਡੀ ਫੋਲੋ ਅਪ ਹੋਣੀ ਚਾਹੀਦੀ ਹੈਗੀ ਵੀ ਕਿੱਥੇ ਤੱਕ ਗੱਲ ਗਈ ਹੈਗੀ ਆ। ਰੀਕਾਊਂਟਿੰਗ ਦੀ ਜਿਹੜੀ ਪਰਪਸਿਸ ਹੁੰਦੀ ਇਸੇ ਕਾਰਨ ਕਰਕੇ ਹੁੰਦਾ ਵੀ ਰੀਕਾਊਂਟ ਕਰਾਓ ਕਿਉਂਕਿ ਤੁਹਾਡੀ ਆਬਜੈਕਸ਼ਨ ਲੱਗੀ ਸੀਗੀ, ਜਾਂ ਤੁਹਾਨੂੰ ਵੋਟਰ ਸੈਟਿਸਫਾਈਡ ਨਹੀਂ ਹੈ ਕਿ ਵੀ ਵੋਟਰ ਇੱਥੋਂ ਦਾ ਰੈਜ਼ੀਡੈਂਟ ਹੈਗਾ ਜਾਂ ਨਹੀਂ। ਸੋ ਵੀ ਨੀਡ ਟੂ ਟੇਕ ਦੋਜ਼ ਸਟੈਪਸ ਮੋਰ ਐਕਟਿਵ। ਅੱਜ ਐਕਟਿਵ ਹੋਵਾਂਗੇ, ਕੱਲ੍ਹ ਨੂੰ ਇਹ ਜਿਹੜੀਆਂ ਸੇਮ ਗੱਲਾਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਹੋ ਰਹੀਆਂ ਹੈਗੀਆਂ, ਇੱਥੇ ਸਰੀ ਵਿੱਚ ਨਾ ਹੋਣ। ਅਖੀਰ 'ਚ ਆਪਣਾ ਕੰਟੈਕਟ ਅਤੇ ਮੈਸੇਜ। ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਪਰਮਜੀਤ ਸਿੰਘ ਮੱਲੀ, ਜਨੀ ਸਿਮਸ ਜਿਹੜੇ ਹੈਗੇ ਮੇਅਰ ਸਰੀ ਫੋਰਵਰਡ ਦੇ ਵਿੱਚੋਂ ਅਸੀਂ ਸਾਰੇ ਕਲੈਕਟਿਵਲੀ ਰਨ ਕਰ ਰਹੇ ਹੈਗੇ ਆ। ਮੇਰੇ ਨਾਲ ਡਾਕਟਰ ਜੋਡੀ ਟੂਰ, ਫਿਲਿਪ ਗੈਰੀ, ਰੋਮਨ ਬੈਂਡੋਂਗ, ਜੂਨ ਲੂ, ਟ੍ਰੀਸਾ ਪਿਟਕੌਕ ਐਂਡ ਅਰਸ਼ਮਿੰਦਰ। ਅਸੀਂ ਸਾਰਿਆਂ ਨੇ ਇਹੀ ਵਾਅਦਾ ਕੀਤਾ ਹੈਗਾ ਵੀ ਅਸੀਂ ਜਿਹੜੀ ਹੈਗੀ ਸਾਡੀ ਕਮਿਊਨਿਟੀ ਵਿੱਚ ਚੇਂਜ ਕਰਨਾ ਚਾਹੁੰਦੇ ਹੈਗੇ ਹਾਂ। ਇਸ ਚੇਂਜ ਵਾਸਤੇ ਤੁਹਾਡੇ ਤੋਂ ਬੇਨਤੀ ਕਰਦੇ ਹੈਗੇ ਹਾਂ ਅਤੇ ਅਰਦਾਸ ਕਰਦੇ ਵੀ ਤੁਸੀਂ ਵੋਟ ਪਾ ਕੇ ਸਾਨੂੰ ਕਾਮਯਾਬ ਕਰੋਗੇ। ਇਸ ਕਾਮਯਾਬੀ ਦੇ ਵਿੱਚ ਜੋ ਵੀ ਤੁਹਾਡਾ ਆਪ ਦਾ ਧੰਨਵਾਦ ਹੋਊਗਾ ਵੀ ਜੋ ਵੀ ਤੁਸੀਂ ਹਿੱਸਾ ਪਾ ਰਹੇ ਹੈਗੇ ਅਤੇ ਜੋ ਵੀ ਆਪਣੇ ਨਾਲ ਗੱਲ ਕਰ ਸਕਦੇ ਹੈਗੇ। ਮੇਰੇ ਆਫਿਸ ਵਿੱਚ ਜੇ ਤੁਸੀਂ ਕਿਸੇ ਕੰਟੈਕਟ ਕਰਨਾ ਹੈਗਾ ਪਰਸਨਲੀ, ਮੇਰਾ ਆਫਿਸ ਹੈਗਾ 6045983325। ਇਹ ਮੇਰਾ ਪਰਸਨਲ ਆਫਿਸ ਦਾ ਨੰਬਰ ਹੈਗਾ ਆ। ਜੇ ਸਾਰੇ ਸਰੀ ਫੋਰਵਰਡ ਦੇ ਆਫਿਸ ਨਾਲ ਕਰਨੀ ਗੱਲ ਹੈਗੀ ਆ ਅਤੇ ਮੈਨੂੰ ਈਮੇਲ ਕਰ ਸਕਦੇ ਹੈਗੇ ਆ, parmjeet@surreyforward.com। ਇਸ ਹੈਗਾ ਈਮੇਲ ਐਡਰੈਸ PARAMJIT@surreyforward.com। ਥੈਂਕ ਯੂ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਤੁਹਾਡਾ ਟਾਈਮ ਕੱਢਣਾ, ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਅਤੇ ਸ਼ੁਭ ਸ਼ਾਮਾਂ। ਥੈਂਕ ਯੂ। ਇਸ ਸੰਸਥਾ ਪਰਮਜੀਤ ਸਿੰਘ ਮੱਲੀ ਜਿਹੜੇ ਸਰੀ ਫੋਰਵਰਡ ਦੇ ਵਿੱਚ ਕੌਂਸਲਰ ਦੀ ਚੋਣ ਲੜ ਰਹੇ ਨੇ, ਪੇਸ਼ੇ ਵੱਲੋਂ ਵਕੀਲ ਨੇ, ਇੱਥੇ ਦੇ ਬੌਰਨ ਬਰੌਟ ਆਪਣੇ, ਗੁਰੂ ਨੇ ਕਿਰਪਾ ਕੀਤੀ ਹੈ, ਸਿੱਖੀ ਸਰੂਪ ਦੇ ਵਿੱਚ ਨੇ, ਆਪਣੀ ਵਿਰਾਸਤ ਆਪਣੇ ਧਰਮ ਨੂੰ ਨਾਲ ਲੈ ਕੇ ਉਹ ਚੱਲ ਰਹੇ ਨੇ ਅਤੇ ਉਹ ਬੇਨਤੀ ਕਰ ਰਹੇ ਸੀ। ਹੁਣੇ ਹੀ ਵਪਾਰ ਸੰਦੇਸ਼ਾਂ ਤੋਂ ਬਾਅਦ ਮਿਨਿਸਟਰ ਹੈਰੀ ਬੇਂਸ ਜਿਹੜੇ ਲੇਬਰ ਦੇ ਨੇ, ਉਹ ਗੱਲਬਾਤ ਕਰਨਗੇ ਜਿਹੜਾ ਕਾਮਿਆਂ ਨਾਲ ਧੱਕਾ ਹੋ ਰਿਹਾ ਕੰਮ 'ਤੇ, ਉਹਨਾਂ ਦਾ ਬੰਨ੍ਹ ਕੀ। ਕਾਮਿਆਂ ਦੇ ਹੱਕਾਂ ਦੇ ਬਾਰੇ ਬੜੀ ਗੱਲ ਚੱਲਦੀ ਹੈ, ਬਹੁਤ ਕੁਝ ਲਿਖਿਆ ਹੋਇਆ ਹੈ ਕਾਨੂੰਨ ਦੇ ਵਿੱਚ, ਬਹੁਤ ਕੁਝ ਲਿਖਿਆ ਹੋਇਆ ਹੈ, ਪਰ ਕਈ ਵਾਰ ਕਾਨੂੰਨੀ ਪਹੁੰਚ ਤੋਂ ਉਹ ਦੂਰ ਹੋ ਜਾਂਦੇ ਨੇ, ਉਹਨਾਂ ਦੇ ਹੱਕ ਮਾਰੇ ਜਾਂਦੇ ਨੇ, ਤਨਖਾਹ ਮਾਰੀ ਜਾਂਦੀ ਹੈ। ਕਈ ਵਾਰ ਕਾਮਿਆਂ ਦਾ ਵੀ ਕਸੂਰ ਹੁੰਦਾ ਹੈ ਬਈ ਕੰਮ ਕਰਨ ਦੀ ਕਿਤੇ ਤਰਜੀਹ ਆ ਉਹਨਾਂ ਦੀ, ਕੰਮ ਕਿਤੇ ਉਹਨਾਂ ਨੂੰ ਪਰਮਿਸ਼ਨਾਂ ਪਰ ਕਰਦੇ ਕਿਤੇ ਨੇ, ਕਈ ਵਾਰ ਕੈਸ਼ ਇਨਵੋਲਵ ਹੋ ਜਾਂਦਾ ਹੈ। ਪਰ ਇਹਦੇ ਸਾਰੇ ਕੁਝ ਚੱਲਦਿਆਂ ਮਿਨਿਸਟਰੀ ਕਿਵੇਂ ਹੈਲਪ ਕਰਦੀ ਹੈ, ਸਿਸਟਮ ਉਹਨਾਂ ਦੀ ਮਦਦ ਕਿਵੇਂ ਕਰਦਾ ਹੈ। ਆਨਰੇਬਲ ਹੈਰੀ ਬੇਂਸ, ਮਿਨਿਸਟਰ ਆਫ ਲੇਬਰ ਮੇਰੇ ਨਾਲ ਨੇ। ਬੈਂਸ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਿਛਲੇ ਦਿਨੀ ਲੋਕਲ ਇੱਕ ਫੈਕਟਰੀ ਦੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਦਾ ਪਤਾ ਲੱਗਿਆ ਜੀ। ਉਸ ਦੇ ਪੇਰੈਂਟਸ ਨੇ ਮੇਰੇ ਨਾਲ ਇੰਟਰਵਿਊ ਕੀਤਾ, ਜਿਨ੍ਹਾਂ 45 ਵਰ੍ਹਿਆਂ ਦੇ ਸੀ, ਉਹਨਾਂ ਦਾ 19-20 ਵਰ੍ਹਿਆਂ ਦਾ ਬੱਚੇ ਦੀ ਇੱਥੇ ਮੌਤ ਹੋ ਗਈ। ਉਹ ਸੰਸਕਾਰ ਉਹਨਾਂ ਨੇ ਕਰ ਦਿੱਤਾ ਅਤੇ ਉਹ ਵਿਜ਼ਿਟ ਵੀਜ਼ੇ 'ਤੇ ਨੇ। ਉਹ ਕਹਿੰਦੇ ਸਾਨੂੰ ਕੱਖ ਨਹੀਂ ਪਤਾ ਲੱਗ ਰਿਹਾ ਵੀ ਹੋਇਆ ਕੀ ਉੱਥੇ, ਸਾਡੇ ਬੱਚੇ ਦੀ ਮੌਤ ਕਿਵੇਂ ਹੋਈ, ਅਤੇ ਨਾ ਸਾਡੇ ਕੋਲ ਕੋਈ ਉਹਦਾ ਜਿਹੜਾ ਸੈੱਲ ਫੋਨ ਹੈ ਜਿਹੜਾ ਉਹਦੇ ਕੋਲ ਸੀ, ਅਤੇ ਕੋਈ ਵੀ ਉਹਨਾਂ ਨੂੰ ਥਹੁ ਪਤਾ ਨਹੀਂ ਲੱਗ ਰਿਹਾ ਉਹ ਕਿੱਧਰ ਨੂੰ ਜਾਣ। ਇਹ ਇੱਕ ਐਗਜ਼ਾਮਪਲ ਹੈ। ਕਾਮਿਆਂ ਦੇ ਹੱਕਾਂ ਦੀ ਗੱਲ ਜਿਹੜੀ ਉਹਨਾਂ ਦੇ ਬਾਰੇ ਸਿਸਟਮ ਇਨ ਪਲੇਸ ਆ ਜਿਹੜਾ, ਜਦ ਕੋਈ ਵੀ ਉਹਨਾਂ ਨਾਲ ਧੱਕਾ ਹੁੰਦਾ ਹੈ ਜਾਂ ਸੱਟ ਲੱਗਦੀ ਹੈ ਜਾਂ ਕੋਈ ਮੌਤ ਹੁੰਦੀ ਹੈ, ਉਹ ਸਰਕਾਰ ਨੂੰ ਜਾਂ ਡਿਪਾਰਟਮੈਂਟ ਤੋਂ ਮਦਦ ਕਿਵੇਂ ਲੈ ਸਕਦੇ ਨੇ ਜੀ? ਇਹ ਜਾਣਕਾਰੀ ਦੇਣ ਲਈ ਤੁਹਾਨੂੰ ਮੈਂ ਬੇਨਤੀ ਕੀਤੀ ਹੈ। ਬਿਲਕੁਲ ਗਿੱਲ ਸਾਹਿਬ, ਆਈ ਥਿੰਕ ਜਦੋਂ ਇਹੋ ਜਿਹੀਆਂ ਸਿਚੁਏਸ਼ਨ ਸਾਡੇ ਸਾਹਮਣੇ ਆਉਂਦੀਆਂ, ਮੇਰਾ ਖਿਆਲ ਤੁਸੀਂ ਸੇਮ ਹੀ
ਪੇਰੈਂਟਸ ਦੀ ਗੱਲ ਕਰ ਰਹੇ ਹੋ, ਮੇਰੇ ਨਾਲ ਉਹਨਾਂ ਦਾ ਮੇਲ ਹੋਇਆ ਸੀਗਾ ਜੀ, ਤੇ ਮੈਨੂੰ ਸਟੋਰੀਜ਼ ਦੱਸੀ ਉਹਨਾਂ ਨੇ। ਤੇ ਗੱਲ ਇਸ ਤਰ੍ਹਾਂ ਕਿ ਜਦੋਂ ਇਹੋ ਜਿਹਾ ਹਾਲਾਤ ਹੋ ਜਾਂਦੇ, ਕੰਮ ਦੇ ਉੱਤੇ ਸੱਟ ਲੱਗ ਜਾਂਦੀ ਸੀਰੀਅਸ ਜਾਂ ਮੌਤ ਹੋ ਜਾਂਦੀ ਆ ਅਨਫੋਰਚੂਨੇਟਲੀ, ਤੇ ਉਸ ਵੇਲੇ ਫਿਰ ਪਹਿਲਾਂ ਤਾਂ ਵਰਕ ਸੇ BC ਆਪਣੀ ਇਨਵੈਸਟੀਗੇਸ਼ਨ ਕਰਦੇ ਆ, ਨਾਲ ਜੇ ਮੌਤ ਹੁੰਦੀ ਤਾਂ RCMP ਔਰ ਜਾਂ ਲੋਕਲ ਪੁਲਿਸ ਜਿਹੜੀ ਉਹ ਵੀ ਇਨਵੈਸਟੀਗੇਟ ਕਰਦੇ ਆ। ਸੋ ਤੁਹਾਨੂੰ ਪਤਾ ਹੀ ਆ ਕਿ ਜਦੋਂ ਪੁਲਿਸ ਇਨਵੋਲਵ ਹੁੰਦੀ ਹੈ, ਉਹ ਜਿੰਨਾ ਚਿਰ ਆਪਣਾ ਕਨਕਲੂਡ ਨਹੀਂ ਕਰ ਲੈਂਦੇ ਇਨਵੈਸਟੀਗੇਸ਼ਨ, ਉਹਨਾਂ ਚਿਰ ਉਹ ਇਨਫੋਰਮੇਸ਼ਨ ਬਹੁਤ ਘੱਟ ਸ਼ੇਅਰ ਕਰਦੇ ਆ। ਔਰ ਉਹਨਾਂ ਨੂੰ ਡਰ ਹੁੰਦਾ ਕਿ ਉਹ ਇਨਫੋਰਮੇਸ਼ਨ ਬਾਹਰ ਨਿਕਲ ਗਈ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਵਿੱਚ ਕੋਈ ਨੁਕਸਾਨ ਨਾ ਹੋ ਜਾਏ। ਤੇ ਇਸੇ ਤਰ੍ਹਾਂ WCB ਵਾਲੇ ਕਰਦੇ ਆ। ਤੇ ਜੇ ਉਹ ਫੀਲ ਕਰਨਗੇ ਕਿ ਇੱਥੇ ਨੁਕਸਾਨ ਹੋਇਆ, ਤੁਹਾਨੂੰ ਇਹ ਦੱਸਣਾ ਕਿ ਅਸੀਂ ਜਦੋਂ ਦੇ ਅਸੀਂ ਆਏ ਹਾਂ, ਇੱਕ ਨਵਾਂ ਅਸੀਂ ਕਾਨੂੰਨ ਬਣਾਇਆ। ਸਾਡੇ ਕ੍ਰਿਮੀਨਲ ਲਾਇਰ ਅਸੀਂ ਹਾਇਰ ਕੀਤੀ ਸੀ, ਜਿਹਨੂੰ ਕਿਹਾ ਕਿ ਵੈਸਟਵੇ ਬਿੱਲ ਜਿਹੜਾ ਹੈਗਾ ਆ ਜੀ 2005 ਤੋਂ ਚਾਲੂ ਹੋਇਆ ਹੈ। ਉਹ ਕ੍ਰਿਮੀਨਲ ਕੋਡ ਦੇ ਵਿੱਚ ਉਹ ਇਨਕਲੂਡ ਹੈਗਾ ਕਿ ਜਦੋਂ ਕਿਸੇ ਦੀ ਅਣਗਹਿਲੀ ਦੇ ਨਾਲ ਕੰਮ ਤੇ ਸੀਰੀਅਸ ਸੱਟ ਜਾਂ ਮੌਤ ਹੋ ਜਾਂਦੀ ਆ, ਤਾਂ ਜਿਹੜੇ ਉਸ ਕੰਪਨੀ ਦੇ ਮਾਲਕ ਜਾਂ ਜਿਹੜੇ ਅਹੁਦੇਦਾਰ ਆ, ਜਿਹੜੇ ਡਿਸੀਜਨ ਮੇਕਰ ਆ, ਉਹਨਾਂ ਤੇ ਕ੍ਰਿਮੀਨਲ ਚਾਰਜ ਲੱਗ ਸਕਦਾ। ਅੱਛਾ ਜੀ। ਉਹ ਪਰ ਉਦੋਂ ਬਾਅਦ ਦੇ ਵਿੱਚ ਆਬਸਟੀਕਲਸ ਇਹੋ ਜਿਹੇ ਹੁੰਦੇ ਸੀ ਕਿਉਂਕਿ ਸਿਸਟਮ ਤੇ ਕਲਚਰ ਇਹੋ ਜਿਹਾ ਬਣ ਚੁੱਕਾ ਵੀ ਕੰਮ ਤੇ ਸੱਟ ਲੱਗੀ ਕਹਿਣਾ ਐਕਸੀਡੈਂਟ ਹੋਇਆ ਹੋਣਾ, ਚਲੋ ਠੀਕ ਆ। ਪਰ ਉਹਦੇ ਪਿੱਛੇ ਇਸ ਤਰ੍ਹਾਂ ਕਿ ਹੁਣ ਉਹ ਇਨਵੈਸਟੀਗੇਸ਼ਨ ਹੋਏਗੀ ਕਿ ਜੇ ਕਿਸੇ ਦੀ ਅਣਗਹਿਲੀ ਦੇ ਨਾਲ ਮੌਤ ਹੋਈ ਆ ਤਾਂ ਉਹ ਤੇ ਕ੍ਰਿਮੀਨਲ ਚਾਰਜਸ ਲੱਗ ਸਕਦਾ। ਔਰ ਉਹ ਲੀਸਾ ਹੈਲਪ ਨੇ ਜੋ ਸਾਨੂੰ ਰੈਕਮੈਂਡੇਸ਼ਨ ਦਿੱਤੀਆਂ ਵੀ ਕਿੱਦਾਂ ਉਹ ਕਾਨੂੰਨ ਨੂੰ ਅਸੀਂ ਲਾਗੂ ਕਰ ਸਕਦੇ ਹਾਂ, ਉਹ ਅਸੀਂ ਇੰਪਲੀਮੈਂਟ ਕਰ ਦਿੱਤੀਆਂ ਬਿੱਲ 23 ਦੇ ਥਰੂ। ਸੋ ਹੁਣ ਇਹ ਇੱਕ ਅਸੀਂ ਜਿੱਦਾਂ ਟਾਈਮ ਟੂ ਟਾਈਮ ਆਈ ਜਾਂਦਾ ਤੇ ਅਸੀਂ ਉਹਨਾਂ ਨੂੰ ਸਟਰੈਂਥਨ ਕਰੀ ਜਾਂਦੇ ਹਾਂ, ਕਿਉਂਕਿ ਵਰਕਰ ਦੀ ਹੈਲਥ ਐਂਡ ਸੇਫਟੀ, ਗਿੱਲ ਸਾਹਿਬ ਤੁਸੀਂ ਵੀ ਜਾਣਦੇ ਹੋ, ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਕਿ ਜਿੰਨੀਆਂ ਮਰਜ਼ੀ ਬੇਸਿਸ ਹੋਣ, ਜੇ ਵਰਕਰ ਦੀ ਹੈਲਥ ਨਹੀਂ ਠੀਕ ਰਹਿੰਦੀ, ਸੱਟ ਲੱਗ ਜਾਂਦੀ ਸੀਰੀਅਸਲੀ, ਤਾਂ ਉਹ ਨਥਿੰਗ ਮੈਟਰਸ, ਹੈ ਨਾ। ਆਪਾਂ ਸਿਹਤ ਤੋਂ ਬਿਨਾਂ ਕੁਛ ਨਹੀਂ। ਇਸੇ ਕਰਕੇ ਟੈਂਪਰਰੀ ਫੋਰਨ ਵਰਕਰ ਜਿਹੜੇ ਆਏ ਸੀ, ਕਿੰਨੀ ਅਬਿਊਜ਼ ਹੁੰਦੇ ਸੀ ਉਹਨਾਂ ਦੇ ਪਾਸਪੋਰਟ ਖੋਹ ਰਹਿ ਜਾਂਦੇ ਸੀ, ਉਹਨਾਂ ਨੂੰ ਅਨਹੈਲਥੀ ਕੰਡੀਸ਼ਨ ਦੇ ਵਿੱਚ ਰਹਿਣਾ ਪੈਂਦਾ ਸੀ। ਕਈ ਬੰਦੇ ਇੱਕ ਰੂਮ ਦੇ ਵਿੱਚ। ਅਸੀਂ ਟੈਂਪਰਰੀ ਫੋਰਨ ਵਰਕਰ ਪ੍ਰੋਟੈਕਸ਼ਨ ਐਕਟ ਲੈ ਕੇ ਆਂਦਾ, ਜਿਹਦੇ ਨਾਲ ਹੁਣ ਜਿਹੜੇ ਇਮੀਗ੍ਰੇਸ਼ਨ ਰਿਕਰੂਟਰਸ ਹੈਗੇ ਆ ਜਾਂ ਇੰਪਲੋਇਰ ਹੈਗੇ ਆ, ਉਹਨਾਂ ਨੂੰ ਰਜਿਸਟਰ ਵੀ ਹੋਣਾ ਪੈਂਦਾ ਤਾਂ ਲਾਇਸੈਂਸ ਵੀ ਲੈਣਾ ਪੈਂਦਾ। ਮੈਨੂੰ ਪਤਾ ਲੱਗਿਆ 500 ਦੇ ਲਾਗੇ ਜਿਹੜੇ ਇਮੀਗ੍ਰੇਸ਼ਨ ਰਿਕਰੂਟਰਸ ਹੈਗੇ ਉਹ ਰਜਿਸਟਰਡ ਹੋ ਚੁੱਕੇ ਆ, ਔਰ ਇੰਪਲੋਇਰ ਵੀ ਆਪਣੀ ਰਜਿਸਟ੍ਰੇਸ਼ਨ, ਤਾਂ ਕਿ ਸਾਨੂੰ ਪਤਾ ਹੋਊਗਾ ਵੀ ਕਿੱਥੇ ਵਰਕਰ ਕੰਮ ਕਰਦੇ ਆ ਟੈਂਪਰਰੀ ਫੋਰਨ ਵਰਕਰ, ਤੇ ਅਸੀਂ ਫੈਡਰਲ ਗਵਰਨਮੈਂਟ ਨਾਲ ਉਹ ਫਿਰ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਜੇ ਇੰਪਲੋਇਰ ਉਹਨਾਂ ਦੀ ਅਬਿਊਜ਼ ਕਰਦਾ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਮ ਤੌਰ ਸ਼ਾਇਦ ਵਰਕਰਾਂ ਨੂੰ ਨਹੀਂ ਪਤਾ, ਪਰ ਉਹ ਅਸੀਂ ਪ੍ਰੋਗਰਾਮਾਂ ਵਾਂਗ ਤੁਹਾਡੇ ਵਾਂਗ ਬਾਕੀਆਂ ਦੇ ਥਰੂ ਦੱਸ ਰਹੇ ਕਿ ਇਹੋ ਜਿਹਾ ਕੰਮ ਹੋ ਗਿਆ। ਇਸ ਤਰ੍ਹਾਂ ਕਿ ਜਿਸ ਤਰ੍ਹਾਂ ਹੁਣ ਇੰਪਲੋਇਮੈਂਟ ਸਟੈਂਡਰਡ ਦੀ ਗੱਲ ਕਰ ਲਓ, ਪਹਿਲਾਂ ਹੁੰਦਾ ਸੀਗਾ ਕਿ ਜੇ ਤੁਹਾਨੂੰ ਫੀਲ ਕਰਦੇ ਕਿ ਤੁਹਾਡੇ ਪੈਸੇ ਮਾਰੇ ਗਏ ਆ, ਓਵਰ ਟਾਈਮ ਨਹੀਂ ਮਿਲਦਾ, ਸਟੈਚੂਟਰੀ ਹੌਲੀਡੇ ਨਹੀਂ ਮਿਲਦੀ, ਤੇ ਉਹਨਾਂ ਨੂੰ ਜਾਓ ਇੰਪਲੋਇਮੈਂਟ ਸਟੈਂਡ, ਉਹ ਕਹਿੰਦੇ ਜੀ ਆ ਜੋ ਸੈਲਫ ਹੈਲਪ ਕਿੱਟ ਪਈ ਆ, ਇਹ ਲੈ ਜਾਓ ਭਰ ਕੇ, ਆਪਣੇ ਇੰਪਲੋਇਰ ਕੋ ਆਪ ਜਾ ਕੇ ਪਹਿਲਾਂ ਗੱਲ ਕਰੋ। ਹੁਣ ਦੱਸੋ, ਵਰਕਰ ਜਿਹਨੂੰ ਇੰਪਲੋਇਰ ਨੇ ਪਹਿਲਾਂ ਹੀ ਚੀਟ ਕੀਤਾ, ਉਹਦੇ ਕੋਲ ਦੁਬਾਰਾ ਕਿਹੜਾ ਇੰਪਲੋਇਰ ਜਾਂਦਾ? ਖਾਸ ਤੌਰ ਤੇ ਇੰਪਲੋਈ ਜਿਹੜੇ ਕਿ ਨਵੇਂ ਇੰਪਲੋਈ ਹੈਗੇ ਉਹ ਡਰਦੇ ਆ, ਉਹ ਉੱਥੇ ਹੀ ਛੱਡ ਦਿੰਦੇ ਸੀ। ਉਹਦਾ ਮਤਲਬ ਵੀ ਕੀ ਹੋਇਆ ਗਿੱਲ ਸਾਹਿਬ ਕਿ ਜਦੋਂ ਸਾਡੀ ਇਹ ਪਹਿਲੀ ਸਰਕਾਰ ਬਣੀ ਸੀ BC ਲਿਬਰਲ, ਉਸ ਵੇਲੇ ਹਰੇਕ ਸਾਲ 11,000 ਦੇ ਲਾਗੇ ਕੰਪਲੇਂਟ ਇੰਪਲੋਇਮੈਂਟ ਸਟੈਂਡਰਡ ਕੋਲ ਜਾਂਦੀਆਂ ਸੀ ਇੱਕ ਸਾਲ ਦੀਆਂ। ਜਦੋਂ ਇਹਨਾਂ ਨੇ ਇਹ ਚੇਂਜਸ ਲੈ ਆਂਦੀਆਂ, ਇੰਪਲੋਇਮੈਂਟ ਸਟੈਂਡਰਡ ਦਫ਼ਤਰ ਬੰਦ ਕਰ ਦਿੱਤੇ, ਉਹ ਜਿਹੜੇ ਅੱਧੇ ਉਹਨਾਂ ਦੇ ਵਰਕਰ ਉਠਾ ਦਿੱਤੇ, ਉਹ ਕੰਪਲੇਂਟ ਘੱਟ ਕੇ 4500 ਦੇ ਲਾਗੇ ਰਹਿ ਗਈਆਂ, ਅੱਧ ਤੋਂ ਵੀ ਘੱਟ। ਉਹਦਾ ਮਤਲਬ ਇਹ ਨਹੀਂ ਹੋ ਗਿਆ ਕਿ ਇੰਪਲੋਇਰ ਸਾਰੇ ਇਮਾਨਦਾਰ ਹੋ ਗਏ ਆਲ ਆਫ ਅ ਸਡਨ, ਇਹਦਾ ਮਤਲਬ ਸੀ ਵਰਕਰਾਂ ਨੇ ਗਿਵ ਅਪ ਕਰ ਦਿੱਤਾ। ਅਸੀਂ ਉਹ ਸਾਰੇ ਜਿਹੜੇ ਬੈਰੀਅਰਸ ਇਹਨਾਂ ਨੇ ਲਾਏ ਸੀ ਉਹ ਹਟਾ ਰਹੇ ਹਾਂ, ਹੋਰ ਨਵੇਂ ਵਰਕਰ ਉੱਤੇ ਇੰਪਲੋਇਮੈਂਟ ਸਟੈਂਡਰਡ ਹਾਇਰ ਕਰ ਰਹੇ ਹਾਂ, ਔਰ ਉਹਨੂੰ ਪਿੱਛੇ ਅਸੀਂ 12 ਸਾਲ ਤੱਕ ਹੁਣ ਉਹ ਆਪਣੇ ਪੈਸੇ ਲੈ 12 ਮਹੀਨਿਆਂ ਤੱਕ ਪੈਸੇ ਲੈ ਸਕਦੇ ਆ। ਪਹਿਲਾਂ ਸਰ 6 ਮਹੀਨੇ ਅਲਾਉਡ ਸੀਗੇ, ਔਰ ਹੁਣ ਉਹਨਾਂ ਦੇ ਨਾਲ ਕੀ ਹੈਗਾ ਕਿ ਆਪਣੇ ਜਿਹੜੇ ਵਰਕਰ ਹੈ ਕੰਪਲੇਂਟ ਕਰੇਗਾ ਤੇ ਉਹ ਜਿਹੜੀਆਂ ਬੈਰੀਅਰਸ ਹੈ ਨਹੀਂਗੇ, ਤੇ ਹੁਣ ਕੰਪਲੇਂਟ ਜਿਹੜੀ ਉਹ 4500 ਤੋਂ ਵੱਧ ਕੇ ਮੁੜ ਕੇ ਦੁਬਾਰਾ 8000 ਤੇ ਚਲੀਆਂ ਗਈਆਂ। ਸੋ ਮਤਲਬ ਹੈ ਕਿ ਕੰਮ ਸਿਸਟਮ ਜਿਹੜਾ ਵਰਕਰਾਂ ਦੇ ਹੱਕ ਵਿੱਚ ਚੱਲਣਾ ਸ਼ੁਰੂ ਹੋ ਗਿਆ। ਪਰ ਤੁਹਾਨੂੰ ਪਤਾ ਜਿਹੜੀਆਂ 16 ਸਾਲ ਦੀਆਂ ਜਿਹੜੇ ਡੈਮੇਜਸ ਹੋਏ ਹੈਗੇ, ਜਿਹੜੇ ਆਬਸਟੀਕਲ ਤੇ ਰੋਡ ਬੈਰੀਅਰਸ ਪਾਏ ਹੋਏ ਆ ਜਸਟਿਸ ਵਰਕਰਾਂ ਵਾਸਤੇ, ਉਹਨਾਂ ਨੂੰ ਚੇਂਜ ਹੋਣ ਨੂੰ ਥੋੜਾ ਟਾਈਮ ਲੱਗਦਾ। ਵਰਕਰ ਕੰਪਨਸੇਸ਼ਨ ਸਿਸਟਮ ਵੀ ਸੇਮ ਹੀ ਆ, ਉਹ ਅਸੀਂ ਬੜੀਆਂ ਚੇਂਜਸ ਲਿਆਂਦੀਆਂ। ਇਸ ਫਾਲ ਦੇ ਵਿੱਚ ਹੋਰ ਚੇਂਜਸ ਆ ਰਹੀਆਂ ਤਾਂ ਕਿ ਵਰਕਰ ਸੈਂਟਰਿਕ ਸਿਸਟਮ ਬਣਾਇਆ ਜਾਵੇ। ਵਰਕਰ ਕੰਮ ਤੇ ਗਿਆ, ਮੁੜ ਕੇ ਘਰ ਉਸੇ ਸ਼ੇਪ ਦੇ ਵਿੱਚ ਆਵੇ। ਆ ਜਿਹੜਾ ਐਸਬੈਸਟਸ ਜਿਹੜਾ ਹੈਗਾ, ਤੁਹਾਨੂੰ ਪਤਾ ਪੁਰਾਣੀਆਂ ਬਿਲਡਿੰਗ ਦੇ ਵਿੱਚ 1990 ਤੱਕ ਹਰ ਬਿਲਡਿੰਗ ਵਿੱਚ ਹੈਗਾ, ਔਰ ਵਿਦਆਊਟ ਪ੍ਰੋਟੈਕਸ਼ਨ ਵਰਕਰਾਂ ਨੂੰ ਮੂਹਰੇ ਧੱਕ ਦਿੱਤਾ ਜਾਂਦਾ ਸੀ ਵੀ ਜਾ ਕੇ ਤੁਸੀਂ ਕੰਮ ਕਰੋ।
ਗਿੱਲ ਸਾਹਿਬ, ਅੱਜ ਤੁਹਾਨੂੰ ਇਸ ਗੱਲ ਦਾ ਯਕੀਨ ਨਹੀਂ ਆਏਗਾ ਕਿ ਜਿਹੜੇ WCB ਜਿੰਨੀਆਂ ਮੌਤਾਂ ਨੂੰ ਹੈਂਡਲ ਕਰਦੇ ਆ ਹਰੇਕ ਸਾਲ, ਜਿਹੜੇ ਵਰਕ ਰਿਲੇਟਡ ਆ ਜੀ, ਉਹ ਤਕਰੀਬਨ 130-40 ਹੁੰਦੀਆਂ ਜੀ। ਉਹ ਟਰਮੈਟਿਕ ਇੰਜਰੀਆਂ ਵੀ ਹੋ ਜਾਂਦੀਆਂ। ਉਹਦੇ ਵਿੱਚੋਂ ਤਕਰੀਬਨ ਅੱਧ ਦੇ ਲਾਗੇ ਉਹ ਆ ਜਿਨ੍ਹਾਂ ਨੂੰ ਐਸਬੈਸਟਸ ਦੇ ਨਾਲ ਐਕਸਪੋਜ਼ਰ ਹੋਇਆ 15-20 ਸਾਲ ਪਹਿਲਾਂ। ਓ ਮਾਈ ਗॉड। ਸੋ ਹਰੇਕ ਸਾਲ 50 ਤੋਂ 60 ਮੌਤਾਂ ਉਹ ਅੱਜ ਹੋ ਰਹੀਆਂ, ਪਰ ਉਹ ਵਰਕਰ ਨੂੰ ਵਿਚਾਰਿਆਂ ਨੂੰ ਪਤਾ ਵੀ ਨਹੀਂ ਸੀ ਵੀ ਸਾਡੀ ਇਹੋ ਜਿਹੀ ਸਾਨੂੰ ਬਿਮਾਰੀ ਲੱਗ ਜਾਣੀ ਆ। ਹੁਣ ਅਸੀਂ ਉਹ ਇੱਕ ਟ੍ਰੇਨਿੰਗ ਰਜੀਮ ਲੈਣ ਦੀ ਆ, ਜਿਹਦੇ ਨਾਲ ਚਾਹੇ ਉਹ ਤੁਸੀਂ ਕਾਂਟਰੈਕਟਰ ਹੋਵੋ ਚਾਹੇ ਵਰਕਰ ਹੋ, ਤੁਸੀਂ ਉਹ ਸਪੈਸ਼ਲਾਈਜ਼ਡ ਟ੍ਰੇਨਿੰਗ ਲੈ ਕੇ ਫੇਰ ਹੀ ਕੰਮ ਕਰ ਸਕਦੇ ਹੋ ਜੀ। ਅੱਛਾ, ਤਾਂ ਕਿ ਪਤਾ ਹੋਏ ਤੇ ਡੇਂਜਰ ਕੀ ਹੈ ਤੇ ਆਪਣੇ ਨੂੰ ਪ੍ਰੋਟੈਕਟ ਕਿਸ ਤਰ੍ਹਾਂ ਕਰਨਾ। ਅੱਛਾ ਬੈਂਸ ਸਾਹਿਬ, ਇਹ ਇੱਕ ਤਾਂ ਗੱਲ ਠੀਕ ਹੈ ਵੀ ਸਿਸਟਮ ਇਨ ਪਲੇਸ ਕਰ ਰਹੇ ਹੋ 17 ਤੋਂ, ਜਦ ਤੋਂ ਤੁਸੀਂ ਮਿਨਿਸਟਰ ਬਣੇ ਹੋ, ਕੋਸ਼ਿਸ਼ ਕਰ ਰਹੇ ਹੋ ਮਨੁੱਖੀ ਹੱਕਾਂ ਦਾ ਅਧਿਕਾਰ, ਹਿਊਮਨ ਰਾਈਟਸ ਟ੍ਰਾਈਬਿਊਨਲ ਵਗੈਰਾ ਖ਼ਤਮ ਕਰ ਦਿੱਤਾ ਸੀ, ਸਾਰਾ ਕੁਛ। ਉਹਨੂੰ ਦੁਬਾਰਾ ਜਿਹੜੀਆਂ ਚੀਜ਼ਾਂ ਲੈ ਕੇ ਆ ਰਹੇ ਹੋ, ਸਮਾਂ ਉਸ ਨੂੰ ਲੱਗਣਾ ਹੀ ਲੱਗਣਾ ਹੈ। ਪਰ ਇੱਕ ਜਿਹੜੀ ਗੱਲ ਵੱਡੀ ਭਾਈਚਾਰੇ 'ਚੋਂ ਆ ਰਹੀ ਹੈ, ਕੰਪਲੇਂਟ ਜਿਹੜੀਆਂ ਹਰ ਦੂਸਰੇ ਤੀਸਰੇ ਦਿਨ ਆਉਂਦੀਆਂ ਨੇ, ਮੈਂ ਮੰਨਦਾ ਵੀ ਉਹਨਾਂ ਦੀਆਂ ਗਲਤੀਆਂ ਨੇ, ਇਹ ਮੈਂ ਮੰਨਦਾ ਕਿ ਵਰਕਰ ਦੀ ਗਲਤੀ ਹੈ। ਉਹ ਹੁਣ ਉਹਦੇ ਕੋਲ ਕੰਮ ਕਿਤੇ ਦਾ, ਉਹ ਕੰਮ ਕਿਤੇ ਹੋਰ ਕਰ ਰਿਹਾ, ਕਿਤੋਂ ਚੈੱਕ ਲੈ ਕੇ ਉਹਦੀ ਮਨੀ ਵਾਪਸ ਕਰ ਰਿਹਾ, ਦੂਜੇ ਬੰਨੇ ਕੈਸ਼ 'ਤੇ ਕੰਮ ਕਰ ਰਿਹਾ, ਕੈਸ਼ ਵਾਲੇ ਉਹਦਾ ਪੈਸਾ ਦੱਬ ਲੈਂਦੇ ਨੇ। ਇਹਦੇ ਲਈ ਉਹ ਕੀ ਕਰਨ ਜੀ, ਕੀ ਕੀਤਾ ਜਾਵੇ? ਪਹਿਲਾਂ ਤਾਂ ਦੇਖੋ, ਇਹ ਜ਼ਿੰਮੇਵਾਰੀ ਇੰਪਲੋਇਰ ਦੀ ਆ। ਮੈਂ ਸਾਰੇ ਵਰਕਰ, ਕਿਉਂਕਿ ਮੈਂ ਜਾਣਦਾ ਕਿ ਨਵੇਂ ਲੋਕ ਜਿਹੜੇ ਆਪਣੇ ਇੱਥੇ ਇਮੀਗ੍ਰੈਂਟ ਆਉਂਦੇ ਆ, ਚਾਹੇ ਉਹ ਕਿਸੇ ਵੀ ਹਾਲਾਤ ਦੇ ਵਿੱਚ ਆਉਂਦੇ ਆ ਜੀ। ਸਾਡੀ ਪਾਲਿਸੀ, ਮੇਰੀ ਪਾਲਿਸੀ ਇਹ ਹੈਗੀ ਆ ਕਿ ਅੰਡਰ ਦਾ ਲਾਅ, ਕਿ ਚਾਹੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੋਈ ਵੀ ਹੋਵੇ ਜੀ, ਤੁਹਾਨੂੰ ਸਾਰੇ ਲਾਅ ਜਿਹੜੇ ਹੈਗੇ ਸਾਡੇ ਮਿਨੀਮਮ ਸਟੈਂਡਰਡ ਉਹ ਪ੍ਰੋਟੈਕਟ ਕਰਦੇ ਆ। ਤੁਹਾਨੂੰ ਉਹ 135 ਲੈਂਗੁਏਜ ਦੇ ਵਿੱਚ ਤੁਸੀਂ ਇੰਪਲੋਇਮੈਂਟ ਸਟੈਂਡਰਡਸ ਫੋਨ ਕਰਕੇ ਆਪਣੀ ਗੱਲ ਦੱਸ ਸਕਦੇ ਹੋ। ਇਹ ਇਲੀਗਲ ਆ ਇੰਪਲੋਇਰ ਤੁਹਾਨੂੰ ਕੈਸ਼ ਪੈਸੇ ਦੇਵੇ, ਔਰ ਇਹ ਇਲੀਗਲ ਆ ਕਿ ਇੰਪਲੋਇਰ ਤੁਹਾਨੂੰ ਜਿਹੜਾ ਸਾਡਾ ਕਾਨੂੰਨ ਆ ਉਹਦੇ ਬਰਖਲਾਫ ਕੋਈ ਕੰਮ ਤੁਹਾਤੋਂ ਕਰਵਾਵੇ। ਵਰਕਰ ਭਾਵੇਂ ਮੰਨ ਵੀ ਜਾਵੇ, ਪਰ ਇਹ ਜ਼ਿੰਮੇਵਾਰੀ ਇੰਪਲੋਇਰ ਦੀ ਬਣਦੀ ਆ। ਔਰ ਮੈਂ ਸਾਰਿਆਂ ਨੂੰ ਇਹ ਚੀਜ਼ ਦੀ ਅਰਜ਼ ਕਰਦਾ ਕਿ ਤੁਹਾਡੇ ਕੋਲ ਪੂਰਾ ਹੱਕ ਹੈ। ਇੰਪਲੋਇਮੈਂਟ ਸਟੈਂਡਰਡ ਬ੍ਰਾਂਚ, ਮੈਂ ਨੰਬਰ ਦੇ ਦੇਣਾ 1833-236-3700, ਇਹ 'ਤੇ ਫੋਨ ਕਰਕੇ ਆਪਣਾ ਹੱਕ ਬਾਰੇ ਪਤਾ ਕਰ ਲਓ। ਆਨਲਾਈਨ ਜਾ ਕੇ ਇੰਪਲੋਇਮੈਂਟ ਸਟੈਂਡਰਡ ਬ੍ਰਾਂਚ 'ਤੇ ਪਤਾ ਕਰ ਲਓ ਤੁਹਾਡੇ ਹੱਕ ਕੀ ਹੈਗੇ ਆ। ਤੁਹਾਨੂੰ ਹੁਣ ਸਿੱਧੀ ਤੁਹਾਡੀ ਐਪਲੀਕੇਸ਼ਨ ਲਈ ਜਾਵੇਗੀ, ਉਹਦੇ 'ਤੇ ਗੌਰ ਹੋਏਗੀ, ਤੁਹਾਡਾ ਬਣਦਾ ਹੱਕ ਦਿਵਾਇਆ ਜਾਏਗਾ। ਹਾਂ, ਇਹ ਗੱਲ ਹੈਗੀ ਆ ਗਿੱਲ ਸਾਹਿਬ, ਮੈਂ ਵੀ ਸੁਣੀ ਆ ਕਿ ਖਾਸ ਤੌਰ ਤੇ ਜਿਸ ਤਰ੍ਹਾਂ ਕਿ ਸਟੂਡੈਂਟ ਹੈਗੇ ਆ ਜੀ, ਉਹ ਸਿਰਫ 20 ਘੰਟੇ ਅਲਾਉਡ ਹੈਗੇ ਕੰਮ ਕਰਨੇ ਅੱਜ ਦੇ ਕਾਨੂੰਨ ਮੁਤਾਬਕ। ਉਹ ਫੈਡਰਲ ਗਵਰਨਮੈਂਟ ਨੇ ਉਹਨਾਂ ਤੇ ਇਹ ਪਾਬੰਦੀ ਲਾਈ ਹੋਈ ਆ ਜਾਂ ਰਿਸਟ੍ਰਿਕਸ਼ਨ ਲਾਈ ਹੋਈ ਆ ਜੀ। ਹੁਣ 20 ਘੰਟੇ ਨਾਲ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਇੱਥੇ ਆਪਾਂ ਨੂੰ ਪਤਾ ਮਹਿੰਗਾਈ ਬੜੀ ਆ। ਉਹ ਮਜਬੂਰਨ ਕਈ ਵਾਰੀ ਮੰਨ ਜਾਂਦੇ ਕਿ ਅਸੀਂ 20 ਘੰਟੇ ਤੋਂ ਜ਼ਿਆਦਾ ਕੰਮ ਕਰਨਾ, ਔਰ ਫਿਰ ਇੰਪਲੋਇਰ ਉਹਦੀ ਐਕਸਪਲੋਇਟੇਸ਼ਨ ਕਰਦੇ ਕਿ ਇਹਨੇ ਤਾਂ ਹੁਣ ਕਾਨੂੰਨ ਭੰਗ ਕਰ ਲਿਆ, ਇਹਨਾਂ ਦਾ ਵੀਜ਼ਾ ਕੰਡੀਸ਼ਨ ਇਹਨਾਂ ਨੇ ਭੰਗ ਕਰ ਲਈ, ਹੋ ਸਕਦਾ ਹੁਣ ਕੰਪਲੇਂਟ ਨਾ ਕਰਨ ਜੀ। ਮੈਂ ਦੱਸ ਦਿੰਦਾ ਵੀ ਉਹ ਜੇ ਕੰਪਲੇਂਟ ਕਰਨ, ਉਹਨਾਂ ਨੂੰ ਪਿਛਲੇ 12 ਮਹੀਨੇ ਤੱਕ ਸਾਰੇ ਪੈਸੇ ਮਿਲ ਸਕਦੇ ਵਿਦ ਓਵਰ ਟਾਈਮ। ਸੋ ਆਈ ਥਿੰਕ ਇਹੋ ਜਿਹੀਆਂ ਚੀਜ਼ਾਂ ਬਹੁਤ ਜ਼ਰੂਰੀ ਆ ਕਿ ਆਪਣੇ ਹੱਕ ਨੂੰ ਜਾਣੋ, ਆਪਣੀ ਜ਼ਿੰਮੇਵਾਰੀ ਜਾਣੋ। ਕਿਉਂਕਿ ਆਪਾਂ ਹੁਣ ਕੈਨੇਡਾ ਦੇ ਵਿੱਚ ਆ, ਉਹ ਜਿਹੜੇ ਸਾਡੇ ਸਟੂਡੈਂਟ ਆ ਜਾਂ ਨਵੇਂ ਇਮੀਗ੍ਰੈਂਟ ਆਉਂਦੇ ਆ, ਇਹਨਾਂ ਨੇ ਨੈਕਸਟ ਸਾਡੇ ਟਾਕ ਸ਼ੋ ਹੋਸਟ ਬਣਨਾ, ਇਹਨਾਂ ਨੇ ਨੈਕਸਟ ਮਿਨਿਸਟਰ ਬਣਨਾ, ਇਹਨਾਂ ਨੇ ਪ੍ਰੋਫੈਸਰ ਬਣਨਾ, ਇਹਨਾਂ ਨੇ ਸਾਡੇ ਫੈਕਟਰੀਆਂ ਦੇ ਮਾਲਕ ਬਣਨਾ। ਤੁਸੀਂ ਆਪਣੇ ਆਪ ਨੂੰ ਕੈਨੇਡੀਅਨ ਸਮਝ ਕੇ ਕੈਨੇਡੀਅਨ ਹੱਕ ਜਾਣੋ, ਔਰ ਉਹਦੇ ਵਾਸਤੇ, ਉਹਦੀ ਇਨਫੋਰਸਮੈਂਟ ਵਾਸਤੇ ਬੜਾ ਕੁਛ ਤੁਹਾਡੇ ਕੋਲ ਆ। ਨਹੀਂ ਤੁਹਾਨੂੰ ਪਤਾ ਲੱਗਦਾ, ਲੋਕਲ MLA ਤੁਹਾਡੇ ਹੈਗੇ, ਉਹਨਾਂ ਦੇ ਦਫ਼ਤਰ ਜਾਓ, ਤੁਹਾਡੀ ਪੂਰੀ ਸਪੋਰਟ ਹੋਏਗੀ। ਤੇ ਉਹ ਇਸ ਕਰਕੇ ਮੈਂ ਸਾਰਿਆਂ ਨੂੰ ਇਨਕਰੇਜ ਕਰਦਾ, ਘਰ ਵਿੱਚ ਪਲੀਜ਼ ਏਦਾਂ ਨਾ ਕਹੋ ਕਿ ਇੱਥੇ ਇੰਡੀਆ ਵਾਂਗ ਸ਼ਾਇਦ ਮਾਲਕ ਤਕੜਾ ਆ ਜੀ, ਜਿੰਨੀਆਂ ਮਰਜ਼ੀ ਉਹ ਬੜਕਾ ਮਾਰੇ ਤੁਹਾਡੇ ਕੋਲ ਜੀ, ਮੈਂ ਤਾਂ ਜਾਣਦਾ ਹੈਰੀ ਬੈਂਸ ਨੂੰ, ਮੈਂ ਫਲਾਣੇ ਮਿਨਿਸਟਰ ਨੂੰ ਜਾਣਦਾ, ਮੈਂ ਪ੍ਰੀਮੀਅਰ ਨੂੰ ਜਾਣਦਾ। ਕਿਸੇ ਦੀ ਸੁਣਵਾਈ ਨਹੀਂ ਹੁੰਦੀ। ਜੇ ਕਾਨੂੰਨ ਦੀ ਉਲੰਘਣਾ ਹੋਈ ਆ, ਕਿਸੇ ਵੀ ਮਾਲਕ ਨੇ ਕੀਤੀ ਆ, ਉਹਦਾ ਤੁਹਾਨੂੰ ਹੱਕ ਮਿਲੇਗਾ। ਅੱਛਾ, ਜਿਹੜੀਆਂ ਸੱਟਾਂ ਜਾਂ ਸੱਟ ਤੋਂ ਬਿਨਾਂ, ਜਿਵੇਂ ਆ ਬੱਚੇ ਦੀ ਮੌਤ ਹੋਈ ਆ ਵਿਦਿਆਰਥੀ ਦੀ, ਉਹ ਲੀਗਲ ਵੀਜ਼ੇ 'ਤੇ ਸੀ, ਪਰਿਵਾਰ ਉੱਜੜ ਗਿਆ ਜੀ। ਉਹਨਾਂ ਨਾਲ ਮੈਂ ਗੱਲ ਕੀਤੀ ਸੀ, ਤੁਹਾਡੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਹੈ, ਅਤੇ ਉਹਨਾਂ ਦੇ ਵਿੱਚ ਜਦ ਕਿਸੇ ਕਾਮੇ ਦੀ ਕੰਮ 'ਤੇ ਮੌਤ ਹੁੰਦੀ ਹੈ ਜੀ, ਉਹ ਬੇਸਿਕਲੀ, ਚਲੋ ਇਹਦਾ ਕੀ ਵਰਡਿਕਟ ਆਉਂਦਾ ਇਹ ਤਾਂ ਵਰਕਸੇ BCO ਦੱਸੇਗੀ, ਕਿਉਂਕਿ ਤੁਸੀਂ ਇਹੀ ਪਾਸੇ ਕੰਮ ਕੀਤਾ ਹੈ ਸ਼ੁਰੂ ਤੋਂ।
ਯੂਨੀਅਨ ਦੇ ਵਿੱਚ ਕੰਮ ਤੇ ਯੂਨੀਅਨ ਨੂੰ ਬਣਾਉਣਾ ਤੇ ਕਾਮਿਆਂ ਦੇ ਆਲੇ ਦੁਆਲੇ ਰਹੇ ਹੋ। ਆਮ ਨਾਰਮਲ ਕੀ ਹੁੰਦਾ ਜੀ ਜਦ ਮੌਤ ਹੁੰਦੀ ਆ ਕੰਮ ਤੇ? ਉਹਦੀ ਇਨਵੈਸਟੀਗੇਸ਼ਨ ਹੁੰਦੀ ਆ। ਜਿਹਨੂੰ ਪਹਿਲਾਂ ਦੱਸਾਂਗੇ WCB ਬਣਾਇਆ ਸੀ ਇਸ ਹਿਸਾਬ ਨਾਲ 1917 ਦੇ ਵਿੱਚ। ਉਹਨੂੰ ਕਹਿੰਦੇ ਆ ਗ੍ਰੇਟ ਕੰਪਰੋਮਾਈਜ਼। ਉਹਦਾ ਮਤਲਬ ਆ ਕਿ ਵਰਕਰ ਨੇ ਆਪਣਾ ਇੰਪਲੋਇਰ ਨੂੰ ਸੂ ਕਰਨ ਦਾ ਹੱਕ ਗਵਾ ਲਿਆ ਔਰ ਇੰਪਲੋਇਰ ਨੇ ਨਾਲ ਉਹਦੇ ਵਾਅਦਾ ਕੀਤਾ ਕਿ ਮੈਂ ਜਦੋਂ ਤੁਹਾਡੇ ਕੰਮ ਤੇ ਸੱਟ ਲੱਗ ਜਾਓ ਤੁਹਾਨੂੰ ਇਲਾਜ, ਤੁਹਾਡੀ ਲੁੱਕ ਆਫਟਰ, ਤੁਹਾਡੀ ਕੇਅਰ ਵਾਪਸ ਕੰਮ ਤੇ ਆਉਣ ਤੱਕ ਵੇਜਸ ਉਹ ਸਾਰਾ ਕੁਝ ਦੇਵਾਂਗੇ ਜੀ। ਉਹ ਸਿਸਟਮ ਇਸ ਤਰ੍ਹਾਂ ਇਸ ਵੇਲੇ ਵੀ ਚੱਲ ਰਿਹਾ। ਸੋ ਜੇ ਕੰਮ ਤੇ ਸੱਟ ਲੱਗ ਜਾਂਦੀ ਆ, ਦਿਹਾੜੀ ਆਫ ਕਰਨੀ ਪੈਂਦੀ ਆ ਤੇ ਉਹਨੂੰ ਫੁੱਲ ਵੇਜਸ ਉਹਦੀਆਂ ਮਿਲਦੀਆਂ, ਉਹ WCB ਉਹਨਾਂ ਨੂੰ ਦਿੰਦੇ ਆ। ਔਰ ਜੇ ਉਹਨਾਂ ਦਾ ਇਲਾਜ ਆ ਉਹ ਵੀ WCB ਕਰਵਾਉਂਦਾ, ਉਹ ਪੇ ਕਰਦੇ ਆ। ਜੇ ਮੌਤ ਹੋ ਜਾਂਦੀ ਹੈ ਫਰਜ਼ ਕੀਤਾ ਤਾਂ ਫਿਰ ਵੀ ਉਹਦੀ ਇਨਵੈਸਟੀਗੇਸ਼ਨ ਹੁੰਦੀ ਆ ਤੇ ਉਹਦਾ ਵੀ ਉਹਦੇ ਵਿੱਚ ਬੈਨੀਫਿਟ ਲਿਖੇ ਹੋਏ ਆ ਐਕਟ ਦੇ ਵਿੱਚ, ਕੀ ਬੈਨੀਫਿਟ ਕਿਹਨੂੰ ਕਿੰਨੇ ਮਿਲਣੇ ਆ। ਸੋ ਉਹਦੇ ਮੁਤਾਬਕ ਉਹਨਾਂ ਨੂੰ ਬੈਨੀਫਿਟ ਮਿਲਣਗੇ ਜੋ ਕਿ ਐਕਟ ਦੇ ਵਿੱਚ ਹੈਗੇ ਆ। ਸੋ ਮੇਰੇ ਕੋਲ ਐਗਜ਼ੈਕਟ ਇਨਫੋਰਮੇਸ਼ਨ ਰਾਈਟ ਨਾਓ ਨਹੀਂ ਹੈਗੀ ਵੀ ਹਰੇਕ ਬੈਨੀਫਿਟ ਕਿੰਨਾ ਹੈਗਾ। ਸੋ ਨਾਲ ਕਈ ਵਾਰੀ ਬੰਦਾ ਪਰਮਾਨੈਂਟ ਡਿਸੇਬਲ ਹੋ ਜਾਂਦਾ, ਉਹਦੇ ਵਾਸਤੇ ਪਰਮਾਨੈਂਟ ਡਿਸੇਬਿਲਿਟੀ ਲੱਗ ਜਾਂਦੀ ਉਹਨਾਂ ਨੂੰ। ਹਾਂਜੀ, ਸੋ ਆਈ ਥਿੰਕ ਇਹੋ ਜਿਹੇ ਬੈਨੀਫਿਟ ਹੈਗੇ ਆ ਤੇ ਉਹ ਮੈਂ ਉਹਨਾਂ ਨੂੰ ਅਰਜ਼ ਕਰਾਂਗਾ ਕਿ ਜੇ ਉਹਨਾਂ ਨੂੰ ਕਿਸੇ ਗੱਲੋਂ ਨਹੀਂ ਪਤਾ ਲੱਗਦਾ, ਕੋਈ ਇਨਫੋਰਮੇਸ਼ਨ ਨਹੀਂ ਮਿਲ ਰਹੀ ਤਾਂ ਮੇਰੇ ਦਫ਼ਤਰ 'ਚ ਫਿਰ ਦੁਬਾਰਾ ਫੋਨ ਕਰ ਲੈਣ ਤਾਂ ਅਸੀਂ ਉਹ ਇਨਫੋਰਮੇਸ਼ਨ ਲੈ ਕੇ ਉਹਨਾਂ ਨੂੰ ਸਾਰੀ ਗੱਲ ਸਮਝਾ ਦਾਂਗੇ। ਅਖੀਰ ਦੇ ਵਿੱਚ ਜੀ ਕੋਈ ਹੋਰ ਸੁਨੇਹਾ ਦੇਣਾ ਹੋਵੇ ਪਲੀਜ਼। ਗੱਲ ਇਹ ਆ ਕਿ ਗਿੱਲ ਸਾਹਿਬ ਕਿ ਮੈਂ ਖਾਸ ਤੌਰ ਤੇ ਆਪਣੇ ਜਿਹੜੇ ਨਿਊ ਇਮੀਗ੍ਰੈਂਟ ਹੈਗੇ ਆ ਉਹਨਾਂ ਨੂੰ ਮੈਂ ਇਹ ਕਹਿੰਦਾ ਕਿ ਤੁਹਾਡਾ ਇਹ ਦੇਸ਼ ਆ, ਤੁਸੀਂ ਹੁਣ ਐਜ਼ ਏ ਸੈਕੰਡ ਕਲਾਸ ਸਿਟੀਜ਼ਨ ਹੋ ਕੇ ਨਾ ਰਹੋ। ਤੁਸੀਂ ਇੱਥੇ ਦੇ ਕਾਨੂੰਨ ਦੇ ਅਧੀਨ ਸਾਰੇ ਜਿਹੜੇ ਲੇਬਰ ਲਾਜ਼ ਆ ਉਹਦੇ ਹੱਕਦਾਰ ਹੋ। ਤੁਸੀਂ ਕੰਪਰੋਮਾਈਜ਼ ਨਾ ਕਰੋ ਕਦੀ ਵੀ। ਕਹਿਣਾ ਮੇਰਾ ਚਲੋ ਇੰਪਲੋਇਰ ਕਹਿੰਦਾ ਤਾਂ ਮੈਂ ਇੱਦਾਂ ਹੀ ਮੰਨ ਲੈਂਦਾ, ਪਰ ਕਾਨੂੰਨ ਕਹਿੰਦਾ ਆ ਕਿ ਇੰਪਲੋਇਰ ਤੇ ਇੰਪਲੋਈ ਰਲ ਕੇ ਜਿਹੜਾ ਸਾਡਾ ਬੇਸਿਕ ਕਾਨੂੰਨ ਹੈਗਾ ਉਹਨੂੰ ਨੈਗੋਸ਼ੀਏਟ ਨਹੀਂ ਕਰ ਸਕਦੇ ਜੀ। ਉਹ ਮਿਨੀਮਮ ਲਾਅ ਲਾਗੂ ਹੀ ਹੋਣਾ ਤੁਹਾਡੇ ਦੇ। ਇੰਪਲੋਇਮੈਂਟ ਸਟੈਂਡਰਡ ਬ੍ਰਾਂਚ ਤੁਹਾਡੇ ਵਾਸਤੇ ਆ, ਉੱਥੇ ਫੋਨ ਕਰੋ। WCB ਉਹ ਵੀ ਤੁਹਾਡੇ ਵਾਸਤੇ ਆ, ਉੱਥੇ ਫੋਨ ਕਰੋ। ਇੱਕ ਵਰਕਰ ਐਡਵਾਈਜ਼ਰ ਆਫਿਸ ਬਣਿਆ ਹੋਇਆ, ਜੇ ਤੁਸੀਂ ਆਪਣਾ ਕਲੇਮ ਆਪ ਨਹੀਂ ਲੜ ਸਕਦੇ, ਕਈ ਯੂਨੀਅਨਸ ਲੜਦੀਆਂ ਤੁਹਾਡੇ ਕੇਸ, ਕੰਪਲੀਕੇਟਡ ਹੁੰਦੇ ਕਾਫੀ, ਪਰ ਵਰਕਰ ਐਡਵਾਈਜ਼ਰਸ ਆਫਿਸ ਅਸੀਂ ਉੱਥੇ ਐਸਟੈਬਲਿਸ਼ ਕੀਤਾ ਹੋਇਆ ਜਿਹੜਾ ਕਿ ਉਹ ਐਕਸਪਰਟ ਹੈਗੇ ਆ ਇਸ ਕੰਮ ਦੇ ਵਿੱਚ। ਉਹ ਵਿਦਆਊਟ ਪੈਸੇ, ਵਿਦਆਊਟ ਫੀ ਤੁਹਾਡਾ ਉਹ ਕੇਸ ਲੜਦੇ ਆ ਤੁਹਾਡੇ ਬਿਹਾਫ ਤੇ, ਉਹਨਾਂ ਕੋਲ ਜਾ ਸਕਦੇ ਹੋ। ਇੰਪਲੋਇਰ ਨੂੰ ਮੇਰੀ ਇਹ ਬੇਨਤੀ ਹੈਗੀ ਆ ਕਿ ਇੱਥੇ ਕਾਨੂੰਨ ਤੁਹਾਡਾ ਬੇਸਿਕ ਜਿਹੜਾ ਹੈਗਾ ਕਾਨੂੰਨ ਹੈਗਾ ਉਹਦੇ ਮੁਤਾਬਕ, ਲਾਅ ਦੇ ਮੁਤਾਬਕ ਵਰਕਰ ਨੂੰ ਟਰੀਟ ਕਰੋ, ਉਹਦੀ ਹੈਲਥ ਐਂਡ ਸੇਫਟੀ, ਕੰਪਰੋਮਾਈਜ਼ ਨਾ ਕਰੋ ਉਹਨਾਂ ਦੀ ਹੈਲਥ ਐਂਡ ਸੇਫਟੀ ਨੂੰ। ਉਹਨਾਂ ਦੀ ਵੇਜਸ, ਬੈਨੀਫਿਟ, ਓਵਰਟਾਈਮ, ਸਟੈਚੂਟਰੀ ਹੌਲੀਡੇ ਜਿੰਨੇ ਬਣਦੇ ਉਹਨਾਂ ਨੂੰ ਦਿਓ, ਕਿਉਂਕਿ ਕਾਨੂੰਨ ਦੇ ਵਿੱਚ ਰਹਿ ਕੇ ਜੇ ਤੁਸੀਂ ਸਕਸੈਸਫੁਲ ਹੋਵੋਗੇ ਤਾਂ ਤੁਸੀਂ ਰਾਤ ਨੂੰ ਸੌਵੋਗੇ ਵੀ ਵਧੀਆ ਤੇ ਅਸੀਂ ਇਸ ਦੇਸ਼ ਨੂੰ ਵੀ ਵਧੀਆ ਬਣਾਵਾਂਗੇ। ਅਸੀਂ ਇਸ ਨੂੰ ਗਲਤ ਪਾਸੇ ਨਹੀਂ ਲੈ ਕੇ ਜਾਵਾਂਗੇ ਕਿਉਂਕਿ ਇਹ ਸਾਡਾ ਫਰਜ਼ ਬਣਦਾ। ਕੈਨੇਡਾ ਨੇ ਆਪਾਂ ਨੂੰ ਬੜਾ ਕੁਛ ਦਿੱਤਾ, ਆਓ ਆਪਾਂ ਕੈਨੇਡਾ ਜਿਹੜੇ ਸਾਡੇ ਕਾਨੂੰਨ ਵਧੀਆ ਕਾਨੂੰਨ ਹੈਗੇ ਆ ਉਹਨਾਂ ਦੇ ਮੁਤਾਬਕ ਚੱਲ ਕੇ ਆਪਣੇ ਨੂੰ ਆਪ ਨੂੰ ਪ੍ਰਫੁੱਲਿਤ ਕਰੋ। ਵਰਕਰ ਜਿਹੜਾ ਉਹ ਵੀ ਘਰ ਜਾਵੇ ਹੈਲਥ ਐਂਡ ਸੇਫ ਤੇ ਉਹਨਾਂ ਦੇ ਬੈਨੀਫਿਟ ਬੇਸਿਸ ਜਿਹੜੇ ਹੈਗੇ ਅਕੋਰਡਿੰਗ ਟੂ ਲਾ ਪੇ ਕਰੋ। ਸੋ ਇੰਨੀ ਕੁ ਮੇਰੀ ਅਰਜ਼ ਹੈਗੀ ਆ। ਜੇ ਨਹੀਂ ਪਤਾ ਲੱਗਦਾ ਕਾਨੂੰਨ ਦਾ, ਆ ਜਿਹੜਾ ਮੈਂ ਨੰਬਰ ਛੱਡਿਆ ਇੱਕ ਵਾਰ ਫੇਰ ਦੱਸ ਦਿੰਦਾ, 1833-236-3700। ਇਹ ਇੰਪਲੋਇਮੈਂਟ ਸਟੈਂਡਰਡ ਦਾ ਨੰਬਰ ਹੈਗਾ, ਉੱਥੇ ਫੋਨ ਕਰਕੇ ਆਪਣੇ ਹੱਕ ਪਤਾ ਕਰ ਲਓ ਔਰ ਪਤਾ ਕਰ ਲਓ ਕਿਸ ਤਰ੍ਹਾਂ ਕੰਪਲੇਂਟ ਕਰਨੀ ਜੇ ਤੁਸੀਂ ਫੀਲ ਕਰਦੇ ਤੁਹਾਡਾ ਹੱਕ ਕਿਸੇ ਨੇ ਮਾਰਿਆ ਹੋਇਆ। ਮੈਂ ਸਾਹਿਬ ਤੁਹਾਡੇ ਸਮੇਂ ਲਈ ਧੰਨਵਾਦ। ਮੈਨੂੰ ਪਤਾ ਹੈ ਕਿ ਜਿਹੜਾ ਪਤਝੜ ਰੁੱਤ ਦਾ ਇਜਲਾਸ ਸ਼ੁਰੂ ਹੋਇਆ ਪਰ ਫਿਰ ਵੀ ਤੁਸੀਂ ਸ਼ਾਮਲ ਹੋਏ। ਧੰਨਵਾਦ ਬਹੁਤ ਬਹੁਤ ਤੇ ਸ਼ੁਭ ਸ਼ਾਮ। ਥੈਂਕ ਯੂ ਗਿੱਲ ਸਾਹਿਬ। ਇਹ ਤੁਹਾਡੇ ਵਰਗੇ ਹੋਸਟ ਹੀ ਆ ਜਿਹੜੇ ਕਿ ਇਹੋ ਜਿਹੀਆਂ ਜਿਹੜੀਆਂ ਡਾਊਨ ਟੂ ਗਰਾਊਂਡ ਜਿਹੜੀਆਂ ਹੈਗੀਆਂ ਗੱਲਾਂ ਆਪਾਂ ਕਰ ਸਕਦੇ ਹਾਂ ਆਮ ਲੋਕਾਂ ਦੇ ਨਾਲ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਫॉर ਕਾਲਿੰਗ ਮੀ। ਥੈਂਕ ਯੂ ਜੀ, ਸ਼ੁਭ ਸ਼ਾਮ। ਓਕੇ, ਸਤਿ ਸ਼੍ਰੀ ਅਕਾਲ। ਇਹ ਸਨ ਮਿਨਿਸਟਰ ਆਫ ਲੇਬਰ ਆਨਰੇਬਲ ਹੈਰੀ ਬੈਂਸ ਗੱਲਬਾਤ ਕਰ ਰਹੇ ਸੀ। ਇਸ 'ਤੇ ਮੈਂ ਖਬਰਾਂ ਤੋਂ ਬਾਅਦ ਹੋਰ ਗੱਲ ਕਰਨੀ ਚਾਹੁੰਦਾ। ਬਹੁਤ ਚੀਜ਼ਾਂ ਇਕੱਠੀਆਂ ਹੋਈਆਂ ਨੇ, ਸਾਰੀਆਂ ਨੂੰ ਮੈਂ ਰਲਾ ਕੇ ਇਨ ਜਨਰਲ ਸਾਡੀ ਜ਼ਿੰਦਗੀ ਜਿਉਣ ਦਾ ਫਲਸਫਾ ਕੀ ਹੈ, ਅਸੀਂ ਕਰ ਕੀ ਰਹੇ ਹਾਂ, ਹੱਕਾਂ 'ਤੇ ਡਾਕੇ ਕਿਵੇਂ ਵੱਜ ਰਹੇ ਨੇ, ਕਮਿਊਨਿਟੀ 'ਚ ਹੋ ਕੀ ਰਿਹਾ। ਹਰ ਰੋਜ਼ ਆਮ ਬੰਦਾ ਪੀੜਤ ਹੈ ਜਿਹੜਾ ਉਹ ਹੋਰ ਦੱਬਿਆ ਜਾ ਰਿਹਾ।
ਇਹਦੇ ਤੇ ਮੈਂ ਅੱਜ ਗੱਲਬਾਤ ਕਰਨੀ। ਵੀਕਐਂਡ ਤੇ ਬੜੇ ਰੁਝੇਵੇਂ ਰਹੇ, ਰਾਜਨੀਤੀ ਬੜੀ ਗਰਮ ਹੋਈ ਹੋਈ ਹੈ। ਐਬਸਫੋਰਡ ਦੇ ਵਿੱਚ ਦੇਵ ਸਿੱਧੂ ਜਿਹੜੇ ਦੁਬਾਰਾ ਇਲੈਕਸ਼ਨ ਲੜ ਰਹੇ ਨੇ, ਰੋਡਿਆਂ ਵਾਲੇ, ਤੇ ਐਂਡੀ ਸਿੱਧੂ ਹੋਣੀ ਜਿਹੜੇ ਚਾਂਸਲਰ ਫਰੇਜ਼ਰ ਯੂਨੀਵਰਸਿਟੀ ਦੇ, ਉਹਨਾਂ ਦੇ ਉਹ ਪੁੱਤਰ ਨੇ, ਉਹਨਾਂ ਨੇ ਤੇ ਗੁਰਨੂਰ ਕੌਰ ਸਿੱਧੂ ਜਿਹੜੀ ਬੁਰਜਲਿੱਟਾਂ ਦੀ 22-23 ਵਰ੍ਹਿਆਂ ਦੀ ਹਲੇ ਸ਼ੁਰੂਆਤ ਹੈ ਜ਼ਿੰਦਗੀ ਦੀ, ਪੜ੍ਹਾਈ ਸੋਸ਼ੀਓਲੋਜੀ ਦੀ ਅਤੇ ਕ੍ਰਿਮਨੋਲੋਜੀ ਦੀ ਡਿਗਰੀ ਕਰਕੇ, ਅਤੇ ਐਲਡਰ ਗਰੋਵ ਦੇ ਵਿੱਚ ਨਾ ਦੇਵ ਸਿੱਧੂ, ਗੁਰਨੂਰ ਸਿੱਧੂ ਦੋਨੇ ਹੀ, ਅਤੇ ਸੁਖਮਨ ਗਿੱਲ ਜਿਹੜਾ ਮੁੰਡਾ ਆਪਣਾ ਲੈਂਗਲੀ ਟਾਊਨਸ਼ਿਪ ਦੇ ਵਿੱਚ ਚੋਣ ਲੜ ਰਿਹਾ, ਇਹ ਵੀ 22-23 ਵਰ੍ਹਿਆਂ ਦਾ ਹੀ ਹੈ। ਗੁਰਨੂਰ ਦੀ ਵੀ ਇੰਨੀ ਕੁ ਉਮਰ ਹੈ। ਐਬਸਫੋਰਡ ਦੇ ਵਿੱਚ ਜਿਹੜਾ ਇੱਕ ਪਾਰਕ ਦੇ ਵਿੱਚ ਇਕੱਠੇ ਹੋ ਗਏ ਅਤੇ ਉੱਥੇ ਬਜ਼ੁਰਗਾਂ ਦੇ ਨਾਲ ਸਾਰਿਆਂ ਨੂੰ ਮਿਲੇ, ਅਤੇ ਸਵੈਂਸਨ ਪਾਰਕ ਹੈ, ਬਜ਼ੁਰਗਾਂ ਨੂੰ ਜਾ ਕੇ ਮਿਲੇ ਅਤੇ ਬਜ਼ੁਰਗਾਂ ਨੂੰ ਪੁੱਛਿਆ ਵੀ ਤੰਗੀ ਕੀ ਹੈ। ਮਾਪੇ ਉੱਥੇ ਬੈਠੇ, ਅਤੇ ਕਿਉਂਕਿ ਐਲਡਰ ਗਰੋਵ ਅਤੇ ਐਬਸਫੋਰਡ ਦਾ ਬਾਰਡਰ ਹੈ, ਅਤੇ ਉਹਦੇ 'ਚ ਰਲ ਕੇ, ਕਿਉਂਕਿ ਇਸ ਪਾਰਕ ਵਿੱਚ ਜਾਂਦੇ ਨੇ, ਬਜ਼ੁਰਗਾਂ ਦੀਆਂ ਫੋਟੋਆਂ ਛਪੀਆਂ ਨੇ, ਸਾਰੇ ਕੁੜਤੇ ਪਜਾਮੇ ਪਾਏ ਨੇ, ਬਾਸਕਟਾਂ ਪਾਈਆਂ ਨੇ, ਚੰਗਾ ਲੱਗਿਆ, ਬਹੁਤ ਖੁਸ਼ ਨੇ, ਮਾਮਾ ਵੀ ਬੈਠੀਆਂ, ਬੇਬੇ ਹੋਣੀ ਵੀ ਖੁਸ਼ ਨੇ ਪੂਰੀਆਂ, ਅਤੇ ਤਿੰਨਾਂ ਨੇ ਰਲ ਕੇ, ਇਸੇ ਤਰ੍ਹਾਂ ਹੀ ਚਾਹੀਦਾ ਬਈ ਰਲ ਕੇ, ਅਤੇ ਇਹ ਅਗਲੀ ਪੀੜ੍ਹੀ ਸਾਡੀ ਮਿਹਨਤਾਂ ਕਰੇ, ਕੋਸ਼ਿਸ਼ਾਂ ਕਰੇ, ਅਤੇ ਘਰ ਘਰ ਹੁਣ ਜਿਹੜਾ ਲੱਗ ਰਿਹਾ ਗੇੜਾ ਸਾਰਿਆਂ ਦਾ। ਵੀਕਐਂਡ 'ਤੇ ਸ਼ੁੱਕਰਵਾਰ, ਬਾਰ, ਐਤਵਾਰ ਤਿੰਨੇ ਦਿਨ ਸੁਖਮਨ ਗਿੱਲ ਦੀ ਕੈਂਪੇਨ ਨੇੜਿਓਂ ਵੇਖਣ ਦਾ ਮੌਕਾ ਮਿਲਿਆ। ਆਪਣਾ ਜਿਹੜਾ ਪਰਸਨਲ ਟਾਈਮ ਹੈ ਉਹਦੇ ਨਾਲ ਬਤੀਤ ਕੀਤਾ, ਅਤੇ ਸ਼ੌਕ ਹੈ ਮੁੰਡੇ ਨੂੰ, ਚੜ੍ਹਦੀ ਵਰੇਸ ਆ, ਸਿੱਖਣਾ ਚਾਹੁੰਦਾ। ਪਰਿਵਾਰ ਆ ਜਿਹੜਾ ਕੁੱਸੇ ਵਾਲਾ, ਆਪਣਾ ਬਾਈ ਜੱਗੀ ਕੁੱਸੇ ਉਹਨੇ ਮਿਲਾ ਕੇ ਗਏ ਸੀ, ਬਾਈ ਰਿਸ਼ਪਾਲ ਲੱਛੇ ਉਹਨਾਂ ਨੂੰ, ਸੁੱਖੇ ਉਹਨਾਂ ਨੂੰ, ਅੰਕਲ ਜੀ ਸਰਾ ਹਰਚੰਦ ਸਿੰਘ ਕੁੱਸਾ। ਬਾਈ ਰਿਸ਼ਪਾਲ ਦੇ ਘਰ 256 'ਤੇ ਵੱਡਾ ਇਕੱਠ ਹੋਇਆ, ਕਮਿਊਨਿਟੀ ਰਲ ਕੇ ਸੁਖਮਨ ਗਿੱਲ ਨੂੰ ਉਹਨਾਂ ਨੇ ਬੜਾ ਸਤਿਕਾਰ ਦਿੱਤਾ ਉੱਥੇ, ਅਤੇ 60-70 ਦੇ ਕਰੀਬ ਜਿਹੜਾ ਇਕੱਠ ਦੇ ਵਿੱਚ ਸ਼ਖਸੀਅਤਾਂ ਸਾਰੀਆਂ, ਬਹੁਤ ਵੱਡੀ ਕਮਿਊਨਿਟੀ ਆ ਲੈਂਗਲੀ 'ਚ ਆਪਣੀ। ਤਾਂ ਫਾਰਮਾਂ 'ਚ ਮੈਂ ਤਾਂ ਹੈਰਾਨ ਹੋ ਗਿਆ, 256 'ਚ ਹਰ ਦੂਜਾ ਫਾਰਮ ਆਪਣਾ। ਬਹੁਤ ਲੋਕ ਮੂਵ ਹੋ ਰਹੇ ਨੇ ਸਰੀ ਦੇ ਵਿੱਚੋਂ ਲੈਂਗਲੀ ਦੇ ਵਿੱਚ, ਫਾਰਮਿੰਗ ਕਮਿਊਨਿਟੀ 5-7-10 ਏਕੜ ਦਾ, 15 ਏਕੜ ਦਾ ਬੇਰੀ ਲੱਗੀ ਹੋਈ ਆ। ਬਹਿ ਜਾ ਜਵਾਕ ATV ਭਜਾਈ ਫਿਰਦੇ ਨੇ, ਜਰਮਨ ਸ਼ੈਫਰਡ ਗੇੜੇ ਕੱਢਦੇ ਫਿਰਦੇ ਨੇ, ਰੌਟਵੈਲਰਾਂ ਦੇ ਚਾਂਦੀ ਦੀਆਂ ਚੇਨਾਂ ਪਾਈਆਂ ਗਲ 'ਚ, ਬੱਲੇ ਬੱਲੇ ਹੋਈ ਪਈ ਆ। ਇਸ ਇਕੱਠ ਦੇ ਵਿੱਚ ਗੁਰਜੀਤ ਸਿੰਘ ਸੰਧੂ ਅਤੇ ਰਾਜੂ ਢਿੱਲਵਾਂ ਅਤੇ ਤੇਜ ਡਾਲਾ ਸੇਫਕੋ ਟਰਾਂਸਪੋਰਟ ਵਾਲੇ, ਅਤੇ ਬਾਈ ਜੈਗ ਮੰਗੇਵਾਲ ਤੋਂ, ਗਿੱਲ ਰੌਂਤਾ, ਬਾਈ ਜੀ ਕੱਥਾ ਸਿੰਘ ਸਿੱਧੂ ਮਾਲਾ, ਅਤੇ DSP ਸਰ ਸਮਰਪਾਲ ਸਿੰਘ ਮੰਗ ਟਾਏ ਹੋਏ ਨੇ, ਸਾਈਬਰ ਕ੍ਰਾਈਮ 'ਚ ਕੰਮ ਕਰਦੇ ਨੇ, ਨਿੱਜੀ ਫੇਰੀ 'ਤੇ ਆਏ ਨੇ, ਉਹ ਵੀ ਪਹੁੰਚੇ, ਅਤੇ ਬਹੁਤ ਵਧੀਆ ਇਕੱਠ ਹੋਇਆ। ਸੁਖਮਨ ਨੂੰ ਸ਼ਾਬਾਸ਼ੇ ਜਿਹੜੀ ਬਜ਼ੁਰਗਾਂ ਨੇ, ਵੱਡਿਆਂ ਨੇ, ਬੈਠਿਆਂ ਨੇ ਦਿੱਤੀ, ਬਈ ਮੁੰਦਰਾ ਕੈੜਾ ਹੋ ਜਾ। ਉਹ ਕਹਿੰਦਾ ਮੈਂ ਕੈੜਾ ਹੀ ਹਾਂ ਜੀ, ਬਸ ਇੱਕ ਵਾਰ ਰਾਹ ਫੜਾਇਓ ਅਤੇ ਫਿਰ ਮੇਰਾ ਇਨਵੈਸਟਮੈਂਟ ਬਹੁਤ ਵਧੀਆ। 22-23 ਵਰ੍ਹਿਆਂ ਦਾ ਜਵਾਕ ਜੇ ਚੁਣਿਆ ਜਾਂਦਾ ਹੈ, ਜਿਵੇਂ ਗੁਰਨੂਰ ਸਿੱਧੂ ਹੈ, 22-23 ਵਰ੍ਹਿਆਂ ਦੀ ਹੈ, ਚੁਣੀ ਜਾਂਦੀ ਆ, ਆਉਣ ਵਾਲੇ 20 ਸਾਲ ਕਮਿਊਨਿਟੀ ਲਈ ਸਰਵ ਕਰਨ ਲਈ ਨੇ ਉਹਨਾਂ ਕੋਲ। ਇਸੇ ਤਰ੍ਹਾਂ ਹੀ ਸੁਖਮਨ ਦਾ ਇੱਕ ਇਕੱਠ, GS ਗ੍ਰੈਨਾਈਟ, ਇੱਕ ਬਹੁਤ ਵੱਡੀ ਕੰਪਨੀ ਆ ਭਾਈਚਾਰੇ ਦੀ, ਨੂਰਪੁਰਾ ਪਿੰਡ ਹੈ ਰਾਏਕੋਟ ਦੇ ਕੋਲ, ਉੱਥੇ ਦਾ ਪਰਿਵਾਰ ਹੈ ਇਹ। ਵੱਡੀਆਂ ਜਿਹੜੇ ਵੱਡੇ ਸਟੋਰਾਂ ਨੂੰ ਗ੍ਰੈਨਾਈਟ ਦੀਆਂ ਓਰਜ਼ ਨੇ, ਉਹਨਾਂ ਦੀਆਂ ਦੁਨੀਆ ਦੇ ਵਿੱਚ ਵੱਡੀਆਂ, ਬ੍ਰਾਜ਼ਿਲ ਦੇ ਵਿੱਚ, ਅਰਜਨਟੀਨਾ ਦੇ ਵਿੱਚੋਂ ਬਣਿਆ ਬਣਾਇਆ ਹੀ ਖਾਣਾ ਦੇ ਵਿੱਚੋਂ
ਪੂਰੇ ਦਾ ਪੂਰਾ ਜਿਹੜਾ ਗ੍ਰੇਨਾਈਟ ਲੈ ਕੇ ਆਉਂਦੇ ਨੇ। ਬਹੁਤ ਵੱਡੀ ਕੰਪਨੀ ਹੈ, ਕਈ ਵਾਰ ਪਤਾ ਹੀ ਨਹੀਂ ਹੁੰਦਾ। ਸਰਚਰਨ ਸਿੰਘ ਸੰਧੂ ਨੇ, ਉਹਨਾਂ ਦੇ ਪੁੱਤਰ ਨੇ ਪੌਲ ਤੇ ਰਵੀ ਸੰਧੂ। ਰਵੀ ਜੈ ਖੰਗੂੜਾ ਜਿਹੜਾ ਆਪਣਾ ਮੁੰਡਾ ਹੈ, ਉਹ ਪ੍ਰਾਹੁਣਾ ਹੈ ਜੈ ਉਹਨਾਂ ਦਾ। ਰਵੀ ਉਹਨਾਂ ਦਾ ਗਾਹਾਂ ਪ੍ਰਾਹੁਣੇ ਤੇ ਪ੍ਰਾਹੁਣੇ ਇਕੱਠੇ ਹੋਏ ਉਦਣ ਅਰਸ਼ਦੀਪ ਸਿੰਘ, ਅਮਨਦੀਪ ਢੀਂਡਸਾ, ਮਾਲ ਵੱਡੀਆਂ ਮਹਿਲ ਕਲਾਂ ਜਿਹੜੀਆਂ ਨੇ, ਉਦੋਂ ਅੱਗੇ ਉਹਨਾਂ ਦਾ ਰਮਨ ਖੰਗੂੜਾ ਬਾਰਨਹਾੜਾ ਪਿੰਡ ਹੈ। ਇਹ ਸਾਰਾ ਪਰਿਵਾਰ ਇਕੱਠਾ ਰਹਿੰਦਾ, ਵੱਡਾ ਸੰਯੁਕਤ ਪਰਿਵਾਰ 'ਚ ਜਦ ਜਾ ਕੇ ਰੂਹ ਖੁਸ਼ ਹੁੰਦੀ ਹੈ ਜਿਹੜੀ, ਉਹਦੇ ਵਰਗੀ ਰੀਸ ਨਹੀਂ, ਸਾਰੇ ਇਕੱਠੇ ਰਹਿੰਦੇ ਆ। ਅਤੇ ਜੈਗ ਵਿਦੇਸ਼ਾ ਕੌਂਕੇ, ਅਤੇ ਉਸ ਤੋਂ ਬਾਅਦ ਵਿੱਕੀ ਵਿਦੇਸ਼ਾ ਸਾਡਾ ਮਿੱਤਰ ਮੋਟਰਸਾਈਕਲ ਚਲਾਉਣ ਲਈ ਨਵੀਂ ਮੇਨਲੈਂਡ ਕੈਨਰੀ ਤੋਂ। ਓਬੀਅਸਲੀ ਇਹਨੂੰ ਸਾਰੇ ਨੂੰ ਔਰਗੇਨਾਈਜ਼ ਜੈ ਖੰਗੂੜੇ ਨੇ ਕੀਤਾ। ਅਤੇ ਉੱਥੇ ਵੀ ਜਿਹੜੀ ਸਾਰੀ ਟੀਮ ਜਦ ਪਹੁੰਚੀ ਅਤੇ ਬੜਾ ਚੰਗਾ ਲੱਗਿਆ। ਨਾਲ ਰਿਚ ਕੋਲਮੈਨ ਵੀ ਸੀ, ਉਹ ਮੇਅਰ ਦਾ ਉਮੀਦਵਾਰ ਆ। ਉਹ ਦੇਖ ਰਿਹਾ ਸੀ, ਕਹਿੰਦਾ ਯਾਰ ਬੱਲੇ ਬੱਲੇ ਕਰਾਈ ਪਈ ਆ। ਮੈਂ ਕਿਹਾ ਇਉਂ ਹੀ ਹੈ, ਕਮਿਊਨਿਟੀ ਦੇ ਨੂੰ ਕੋਈ ਪਿੱਠ ਨਾ ਕਰੇ, ਇਹਨਾਂ ਨੂੰ ਪਿਆਰ ਕਰੇ ਅਤੇ ਇਹਨਾਂ ਨੂੰ ਜਿੱਤਣ ਤੋਂ ਬਾਅਦ ਇਹਨਾਂ ਦੇ ਰਾਹੀਂ ਰਹੇ। ਜਦ ਤੁਸੀਂ ਇਹਨਾਂ ਵੱਲ ਪਿੱਠ ਕਰਦੇ ਹੋ ਜਿੱਤਣ ਤੋਂ ਬਾਅਦ, ਜਿੰਨੇ ਵੀ ਰਾਜਨੀਤਿਕ ਨੇ, ਫਿਰ ਇਹ ਬੈਰੀ ਹਾਲਾ ਪਾਉਂਦੇ ਆ। ਅਤੇ ਜਿਹੜੇ ਇਹਨਾਂ 'ਚ ਬੜੇ ਰਹਿੰਦੇ ਆ ਉਹ ਵੀ ਦਿਲੋਂ ਬਣਨ। ਇਉਂ ਨਹੀਂ ਹੈ ਬਈ ਸਿਰਫ ਵੋਟਾਂ ਲਈ, ਰਾਜਨੀਤੀ ਲਈ ਬਈ ਹਰ ਵਕਤ ਜਿਹੜਾ, ਉਹ ਵੀ ਨਹੀਂ। ਬਾਹਲਾ ਲਾਚੜਿਆ ਬੰਦਾ ਵੀ ਇਹਨਾਂ ਨੂੰ ਚੰਗਾ ਨਹੀਂ ਲੱਗਦਾ, ਉਹਦੇ ਤੋਂ ਵੀ ਵਿਗੜਦੇ ਆ। ਕਹਿੰਦੇ ਯਾਰ ਇਹ ਹਟਦਾ ਹੀ ਨਹੀਂ, ਪੈਰੇ ਮਿੱਧੀ ਜਾਂਦਾ, ਉਹਦੇ ਤੋਂ ਵੀ ਔਖੇ ਹੋ ਜਾਂਦੇ ਆ। ਇਹ ਤਾਂ ਵੱਤ 'ਤੇ ਰਹਿ ਕੇ ਹੀ, ਭੋਵੇਂ ਜਦ ਬੱਤਰ ਹੋਵੇ ਜ਼ਿਆਦਾ ਬੀ ਸਿੱਟ ਹੁੰਦਾ। ਇਹਨਾਂ ਦੀ ਤਸੀਰ ਦਾ ਨਹੀਂ ਪਤਾ ਲੱਗਦਾ। ਤਸੀਰ ਇਹ ਤਾਂ ਹਰ ਇੱਕ, ਇਹਦੀ ਤਸੀਰ ਬੜੀ ਔਖੀ ਹੈ। ਹਾਂ, ਇੱਕ ਕਾਮਨ ਗੁਣ ਹੈ ਬਈ ਜਿਹਦੇ ਨਾਲ ਜਦ ਹੱਥ ਮਿਲਾਉਂਦੇ ਆ, ਪਿੱਠ ਬਹੁਤ ਔਖੀ ਕਰਦੇ ਆ ਉਹਦੇ ਬਾਅਦ। ਹੁੰਦੇ ਨੇ ਕੋਕੜੂ ਤਾਂ ਹੁੰਦੇ ਹੀ ਨੇ, ਹੁਣ ਦਾਲ 'ਚ ਵੀ ਹੁੰਦੇ ਹੀ ਨੇ। 5-10 ਮਗਰ 1-ਅੱਧਾ% ਤਾਂ ਹੁੰਦਾ ਹੈ ਜਿਹੜਾ ਪਿੱਠ 'ਚ ਛੁਰਾ ਗੱਡ ਜਾਂਦਾ। ਪਰ 9 ਚੰਗੇ ਨੇ, ਮਾੜੇ ਵੀ ਨੇ, ਚੰਗੇ ਵੀ ਨੇ, ਚੰਗੇ ਬਹੁਤੇ ਨੇ। ਸੋ ਇਹ ਜਿਹੜੀ ਚੱਲ ਰਹੀ ਹੈ ਹੁਣ, ਬੜੀ ਗਰਮ ਹੋ ਜਾਣੀ ਹੈ। 12 ਦਿਨ ਰਹਿ ਗਏ, ਚੱਕ ਲਓ ਉਹਨੇ ਤੁਹਾਨੂੰ ਬੇਅਰ ਕਰਨਾ ਪੈਣਾ। ਅਤੇ ਇੰਟਰਵਿਊ ਖੜਕ ਰਹੀ ਹੈ, ਅਤੇ ਇੰਟਰਵਿਊ ਦੇ ਨਾਲ ਹੀ ਤੁਹਾਨੂੰ ਗੱਲਾਂ ਕਰਨੀਆਂ ਤੁਹਾਡੇ ਨਾਲ ਪੈਣੀਆਂ ਨੇ। 5-7 ਦਿਨ ਕਸੀਸ ਵੱਟ ਕੇ ਤੁਹਾਨੂੰ ਜਰਨਾ ਹੀ ਪੈਣਾ, ਕਿਉਂਕਿ ਮੇਰੀ ਵੀ ਮਜਬੂਰੀ ਹੈ ਅਤੇ ਬਾਕੀ ਸ਼ੋਆਂ ਦੀ ਵੀ ਮਜਬੂਰੀ ਹੈ। ਇਹਨਾਂ ਆਉਣਾ ਹੀ ਆ ਸੁਨੇਹਾ ਦੇਣ, ਅਤੇ ਸੁਨੇਹਾ ਆਉਣਾ ਵੀ ਚਾਹੀਦਾ, ਅਤੇ ਇਹਨਾਂ ਨੂੰ ਪੁੱਛਣਾ ਵੀ ਚਾਹੀਦਾ ਵੀ ਭਾਈ ਕਰੋਗੇ ਕੀ। ਸੋ ਸੁਖਮਨ ਗਿੱਲ ਬੁੱਕਣ ਵਾਲਾ, ਉਹਦੀ ਬਹੁਤ ਜ਼ਿਆਦਾ ਵਧੀਆ ਜਿਹੜੀ ਕੈਂਪੇਨ ਚੱਲ ਰਹੀ ਹੈ। ਗਰਨੂਰ ਦੀ ਵੀ ਬਹੁਤ ਵਧੀਆ ਜਿਹੜੀ ਕੈਂਪੇਨ ਚੱਲਣ ਦਾ ਮਤਲਬ ਕੀ ਹੈ ਬਈ ਸਤਿਕਾਰ ਜਿਹੜਾ ਮਿਲਣਾ ਚਾਹੀਦਾ। ਵੱਡੇ ਇਕੱਠ ਹੋ ਰਹੇ ਨੇ। ਅਮਰਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਗਰਨੂਰ ਦਾ ਰਾਤ ਉਹਦੇ ਸਤਿਕਾਰ 'ਚ ਘਰੇ ਇਕੱਠ ਕੀਤਾ ਵੱਡਾ, ਅਤੇ ਸਾਰੇ ਕੋਸ਼ਿਸ਼ ਕਰ ਰਹੇ ਨੇ। ਅਤੇ ਮਾਣ ਇਸ ਤਰ੍ਹਾਂ ਹੀ ਸਾਡਾ ਬਣਿਆ ਰਹੇ, ਆਪਸ ਵਿੱਚ ਬਰਕਰਾਰ ਰਹੇ। ਕੁਝ ਕੁ ਚੀਜ਼ਾਂ ਨੇ ਜਿਹੜੀਆਂ ਅੱਜ ਘੰਟੇ 'ਚ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ, ਜਿਹੜਾ ਸਾਨੂੰ ਭਾਈਚਾਰੇ ਦੇ ਤੌਰ 'ਤੇ ਫਿਰ ਤੰਗੀ ਜਿਹੜੀ ਘਟਦੀ ਹੈ। ਜਦ ਨਾ ਅਸੀਂ ਬਿਤੋਂ ਮਾੜੀ ਗੱਲ ਸਾਡੇ ਆਲੇ ਦੁਆਲੇ ਹੁੰਦੀ ਆ ਨਾ, ਸਾਨੂੰ ਸੇਕ ਬਹੁਤ ਲੱਗਦਾ ਹੈ। ਹੁਣ ਜਿਵੇਂ ਆਹ ਗੱਲ ਹਰ ਵਾਰ ਚੱਲਦੀ ਹੈ, ਜਾਲੀ ਵੋਟਾਂ ਦੀ, ਜਾਲੀ ਵੋਟਾਂ ਦੀ, ਜਾਲੀ ਵੋਟਾਂ, ਜਾਲੀ ਵੋਟਾਂ, ਜਾਲੀ ਵੋਟਾਂ। ਇਹ ਕਿਵੇਂ ਗੱਲ ਚੱਲੀ ਯਾਰ? ਇਹ ਕਿੱਥੋਂ ਚੱਲੀ? ਇਹਦੀ ਕਾਢ ਕਿਹਨੇ ਕੱਢੀ? ਉਹਨੂੰ ਨੋਬਲ ਪ੍ਰਾਈਜ਼ ਦੇ ਦਈਏ ਅਸੀਂ। ਇਹ ਪਹਿਲਾਂ ਗੁਰਦੁਆਰੇ ਦੀਆਂ ਚੋਣਾਂ 'ਚ ਸ਼ੁਰੂ ਹੋਈ ਕਹਾਣੀ। ਸ਼ੁਰੂਆਤ ਇਹਦੀ ਹੋਈ ਜਦ ਆਥਣੇ ਬੱਸਾਂ ਭਰ ਕੇ ਆਉਂਦੇ ਸੀ, ਪੂਰੀਆਂ ਬੱਸਾਂ ਆਥਣੇ, ਅਤੇ ਐਨ ਤੋਤੇ ਰੰਗੇ ਹੋਏ ਹੋਣਾ। ਅਤੇ ਜੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਨੀ, ਜਿਹੜੇ ਉਸ ਸਮੇਂ ਚੌਧਰੀ ਸੀ, ਉਹ ਪੁਲਿਸ ਨੂੰ ਕਹਿੰਦੇ ਉਹਨੂੰ ਫੜੋ, ਪਹਿਲਾਂ ਨੇੜੇ ਵੀ ਨਹੀਂ ਸੀ ਲੱਗਣ ਦਿੰਦੇ। ਆਥਣੇ ਲਾਲ ਬੱਸਾਂ, ਪੀਲੀਆਂ ਬੱਸਾਂ ਭਰੀਆਂ ਭਰਾਈਆਂ। ਜੇ ਉਹਨੂੰ ਕਹਿਣਾ ਹੋਗਾ ਨਾ ਇਹ ਸੁਸਾਇਟੀ ਬਹੁਤ ਲੰਬੇ ਦੂਰ ਤੱਕ ਹੈ, ਪ੍ਰਿੰਸ ਜਾਰਜ ਤੱਕ ਆ, ਅਤੇ ਜੇ ਅਤੇ ਵੋ, ਚਲੋ ਉਹ ਤਾਂ ਚਲੋ ਉਹ ਡੈਮੇਜ ਨਹੀਂ ਕਰਦਾ ਕੋਈ ਵੀ। ਗੁਰੂ ਸਾਡੇ ਅਸਥਾਨ ਨੇ। ਅਤੇ ਉਸ ਤੋਂ ਬਾਅਦ
ਜਿਹੜੀਆਂ ਸਾਡੇ ਆ ਸਿਸਟਮ ਦੇ ਵਿੱਚ, ਕਿਉਂਕਿ ਇਹ ਜਿਨ੍ਹਾਂ 'ਚ ਆਏ ਆ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ, ਜਿਹੜੀ ਨੋਮੀਨੇਸ਼ਨ ਪਹਿਲਾਂ ਜਿੱਤਣ ਲੱਗੇ ਉਹ ਕਹਿਣ ਹੈਰਾਨ ਹੈ ਇਹ ਨੋਮੀਨੇਸ਼ਨ ਕਿਵੇਂ ਜਿੱਤ ਜਾਂਦੇ ਨੇ। ਨੋਮੀਨੇਸ਼ਨ ਹੁਣ ਉਹਨਾਂ ਨੂੰ ਪਤਾ ਥੋੜ੍ਹਾ ਸੀ ਸਟਾਈਲ ਕੀ ਸੀ, ਉਹ ਤਾਂ ਹੁਣ ਹੌਲੀ ਹੌਲੀ ਉਹਨਾਂ ਨੇ ਸ਼ੁਰੂ ਕੀਤਾ ਵੀ ਕ੍ਰੈਡਿਟ ਕਾਰਡ ਉਹਦਾ ਹੀ ਚਾਹੀਦਾ, ਇੱਕ IP ਐਡਰੈਸ ਤੋਂ ਇੱਕ ਸੇਮ ਸਿਸਟਮ ਦੇ ਵਿੱਚੋਂ ਇੰਨੀਆਂ ਵੋਟਾਂ ਬਣ ਸਕਦੀਆਂ ਨੇ, ਇਹਨੂੰ ਆਹ ਕਰੋ ਇਹਨੂੰ ਆਹ ਕਰੋ। ਪਰ ਫਿਰ ਵੀ ਪੂਰੀਆਂ ਮਸ਼ਕੇਰ ਆ ਜਿਹੜੀ ਗਲੀ ਬੰਦ ਥੋੜ੍ਹਾ ਹੋ ਸਕਦੀ ਹੈ, ਹਵਾ ਤਾਂ ਆਉਂਦੀ ਰਹਿਣੀ ਹੈ, ਕਿਵੇਂ ਸਿਸਟਮ ਨੂੰ ਜਮਾਂ ਹੀ ਚੱਕ ਦੇਣਗੇ। ਹੁਣ ਜਿਹੜੀ ਇਹ ਗੱਲ ਹੈ ਜਾਲੀ ਵੋਟਾਂ ਦੀ, ਇਹਨੂੰ ਸੁਣਿਓ ਸਮਝਿਓ ਇਹ ਕੀ ਹੈ। ਜਾਲੀ ਵੋਟ ਪੈਂਦੀ ਕਿਵੇਂ ਆ? ਜਾਲੀ ਵੋਟ ਇਹ ਹੈ ਵੀ ਇੱਕ ਤਾਂ ਵੋਟਰ ਲਿਸਟ ਬਣੀ ਹੋਈ ਹੈ। ਵੋਟਰ ਲਿਸਟ ਜਦ ਬਣਦੀ ਹੈ ਜਦ ਤੁਸੀਂ ਸਿਟੀਜ਼ਨ ਹੁੰਦੇ ਹੋ, ਉਹ ਸਿਸਟਮ 'ਚ ਚਲੇ ਜਾਂਦਾ, ਲੈ ਵੀ ਇਹ ਬੰਦਾ ਸਿਟੀਜ਼ਨ ਬਣ ਗਿਆ, ਉਹ ਵੋਟਰ ਲਿਸਟ 'ਚ ਨਾਂ ਆ ਜਾਂਦਾ ਤੁਹਾਡਾ। ਹੁਣ ਇੱਕ ਵੋਟਰ ਲਿਸਟ ਤੋਂ ਅੱਗੇ ਜਿਹੜੀ ਘੋਖ ਕੀਤੀ, ਹੁਣ ਵੀ ਮੈਂ ਹੁਣ ਜਿਨ੍ਹਾਂ ਨੇ ਹੁਣ ਬੱਚਿਆਂ ਨੇ ਵੋਟਾਂ ਪਾਉਣੀਆਂ ਉਹਨਾਂ ਨੂੰ ਵੀ ਪਤਾ ਕੀਤਾ, ਉਹ ਕਹਿੰਦੇ ਸਾਡੀਆਂ ਤਾਂ ਇਹੀ ਇੰਸਟਰਕਸ਼ਨਸ ਨੇ। ਜਿਹੜਾ ਸੁਪਰਵਾਈਜ਼ਰ ਦੇ ਤੌਰ 'ਤੇ ਕੰਮ ਕਰਦਾ ਉਹਨਾਂ ਨੇ ਵੀ ਦੱਸਿਆ ਵੀ ਐਂਟਰੀ ਆ, ਇੱਕ ਐਂਟਰੀ ਕਹਿੰਦੇ ਨੇ ਉਹਨੂੰ। ਐਂਟਰੀ ਕੀ ਹੈ ਵੀ ਮੈਂ ਕਿਸੇ ਵੀ ਪੋਲਿੰਗ 'ਤੇ ਗਿਆ, ਮੇਰੇ ਕੋਲ ਗਵਰਨਮੈਂਟ ਇਸ਼ੂਡ ID ਹੈ ਇੱਕ, ਜਿਹੜਾ ਮੇਰਾ ਸਭ ਤੋਂ ਬੈਸਟ ਆ ਲਾਇਸੈਂਸ ਆ, ਉਹ 'ਤੇ ਮੇਰਾ ਐਡਰੈਸ ਹੈ। ਜੇ ਤਾਂ ਸੂਬੇ ਦੀਆਂ ਵੋਟਾਂ ਨੇ, ਫੈਡਰਲ ਦੀਆਂ ਨੇ, ਫਿਰ ਉਹ ਕੰਸਟੀਚੁਐਂਸੀ ਦੇ ਵਿੱਚ ਹੋਣਾ ਚਾਹੀਦਾ। ਜਦ ਤੱਕ ਗੇਮ ਇਹ ਚੱਲਦੀ ਹੈ ਬਈ ਹਲਕੇ ਦੇ ਵਿੱਚ ਵੋਟਰ ਪਵੇ, ਵੋਟਰ ਹਲਕੇ 'ਚ ਪਵੇ। ਹੁਣ ਹਲਕੇ ਦੀ ਵੋਟ 'ਚ ਜਾਣ ਦੇ ਲਈ ਕਰਨਾ ਕੀ ਹੈ? ਕੁਛ ਵੀ ਨਹੀਂ ਕਰਨਾ, ਜਾ ਕੇ ਲਾਇਸੈਂਸ 'ਤੇ ਜਾ ਕੇ ਐਡਰੈਸ ਚੇਂਜ ਕਰਾਉਣਾ ਬਈ ਲਓ ਜੀ ਮੈਂ ਤਾਂ ਸਰੀ 'ਚ ਇੱਥੇ ਮੂਵ ਹੋ ਗਿਆ, ਉਹ ID ਹੋ ਗਈ। ਚਲੋ ਕੋਈ ਲੈਟਰ ਵੀ ਹੋ ਸਕਦਾ, ਜੇ ਨਾ ਹੋਵੇ ਉਹਦੇ 'ਤੇ ਉਹਨਾਂ ਨੇ ਜਾ ਕੇ ਕਹਿਣਾ ਲਓ ਜੀ ਮੈਂ ਤਾਂ ਇੱਥੇ ਨਵਾਂ ਮੂਵ ਹੋਇਆ, ਆਹ ਮੇਰਾ ਐਡਰੈਸ ਆ। ਐਡਰੈਸ ਹੋ ਗਿਆ, ਉਹਦੇ ਬਾਅਦ ਉਹਨਾਂ ਨੇ ਕਹਿਣਾ ਵੀ ਠੀਕ ਹੈ ਜੀ। ਹੁਣ ਗੱਲ ਦੁੱਖ ਦੀ ਕਹਾਣੀ ਇਹ ਹੈ, ਉਹ ਕਹਿੰਦੇ ਅਸੀਂ ਤਾਂ ਕੋਈ ਸਿਟੀਜ਼ਨ ਦਾ ਪ੍ਰੂਫ ਨਹੀਂ। ਇੱਕ ਦੋ ਚੀਜ਼ਾਂ ਨੇ, ਇੱਕ ਤਾਂ ਇਹ ਸੀ ਵੀ ਇੱਕ ਤਾਂ ਗੱਲ ਇਹ ਚੱਲੀ, ਜਿਹੜੇ ਕੁਝ ਸਬੂਤ ਮੈਂ ਵੀ ਇਕੱਠੇ ਕੀਤੇ ਕਿ ਵਿਦਿਆਰਥੀਆਂ ਤੋਂ ਵੋਟਾਂ ਪਵਾਤੀਆਂ। ਉਹਨਾਂ ਕੋਲ ਤਾਂ ਸਿਟੀਜ਼ਨ ਹੈ ਨਹੀਂ, ਉਹਨਾਂ ਕੋਲ ਤਾਂ PR ਵੀ ਹੈ ਨਹੀਂ, ਭੇਜਤੇ। ਹੁਣ ਉਹਨਾਂ ਨੇ ਜਾ ਕੇ ਕਿਹਾ ਵੀ ਮੈਂ ਤਾਂ ਸਿਟੀਜ਼ਨ ਹਾਂ। ਉਹ ਕੀ ਕਹਿੰਦੇ ਨੇ ਵੀ ਇੱਕ ਤਾਂ ਪ੍ਰੋਟੋਕੋਲ ਇਹ ਹੈ, ਜਿਹੜੇ ਸਕੂਟਨੀਅਰ ਬੈਠੇ ਨੇ ਉਹ ਕਹਿੰਦੇ ਲਿਆ ਦਿਖਾ ਸਿਟੀਜ਼ਨ ਦਾ ਪੇਪਰ। ਉਹ ਸਿਟੀਜ਼ਨ ਦਾ ਜੇ ਕੋਈ ਕੜਿੱਕੀ ਚ ਆ ਗਿਆ, ਉਹ ਕਹਿੰਦਾ ਮੈਂ ਤਾਂ ਲਿਆਇਆ ਨਹੀਂ, ਲੈ ਮੈਂ ਲੈ ਆਉਣਾ ਘਰੋਂ, ਉਹਦੇ ਨਾਲ ਕਿਹੜਾ ਪੁਲਿਸ ਜਾਣੀ ਹੈ, ਮੁੜ ਕੇ ਨਹੀਂ ਆਊ, ਖਤਮ ਕਹਾਣੀ, ਨਿਬੜ ਗਈ। ਅਤੇ ਕੁਛ ਓਨਰ ਸਿਸਟਮ ਦੇ ਥੱਲੇ ਸਹੁੰ ਚੁਕਾਉਂਦੇ ਹੱਥ ਖੜ੍ਹਾ ਕਰਕੇ, ਸਹੁੰ ਚੁਕਾਈ ਅਤੇ ਵੋਟਾਂ ਪਈਆਂ ਅਤੇ ਖਤਮ ਕਹਾਣੀ, ਵੋਟ ਪਾ ਕੇ ਚੱਲ ਗਿਆ। ਇੱਕ ਤਾਂ ਇਹ ਸਿਸਟਮ ਹੈ। ਕਈਆਂ ਦੇ ਘਰਾਂ ਦੇ ਵਿੱਚ ਵਿਦਿਆਰਥੀਆਂ ਦੇ ਵੋਟਰ ਕਾਰਡ ਆਏ। ਇੱਕ ਹੈ ਬਈ ਸ਼ਹਿਰ ਦੇ ਵਿੱਚ, ਜਿਵੇਂ ਹੁਣ ਮਿਊਨਿਸਪਲ ਦੀਆਂ ਚੋਣਾਂ ਨੇ, ਜੇ ਕਿਸੇ ਨੇ ਚੋਰੀ ਕਰਨੀ ਹੋਵੇ, ਸ਼ਹਿਰ ਤੋਂ ਬਾਹਰਲੇ ਬੰਦਿਆਂ ਦਾ ਲਾਇਸੈਂਸ ਚੇਂਜ ਕਰਾ ਲਿਆ। ਉਹ ਇੱਥੇ ਆ ਗਿਆ, ਉੱਥੇ ਉਹਨੇ ਜਿੱਥੇ ਰਹਿੰਦਾ ਹੈ ਉਹਨੂੰ ਕਹੇ ਛੱਡ ਯਾਰ ਤੂੰ ਕਿਉਂ, ਇਹਦਾ ਵੀ ਸਿਸਟਮ ਹੈ। ਜਿਵੇਂ ਨੋਮੀਨੇਸ਼ਨ ਜਿੱਤਣ ਵਾਲੇ ਬੰਦੇ ਐਕਸਪਾਇਰਡ ਤੁਰੇ ਫਿਰਦੇ ਨੇ, ਕਹਿੰਦੇ ਨੋਮੀਨੇਸ਼ਨ ਜਿਤਾ ਦਾਂਗੇ, ਇੱਕ ਮੈਂਬਰ ਦਾ $3 ਲੱਗਣਗੇ। ਪਰ ਉਹ ਬਸ ਆਹੀ ਚੀਜ਼ਾਂ ਜੋਗੇ ਨੇ, ਖਾਜ ਕਰਦੇ ਫਿਰਦੇ ਨੇ, ਸਿਰ 'ਚ ਉਹਨਾਂ ਕੋਲ ਕੁਝ ਨਹੀਂ ਹੈ, ਕੱਖ ਨਹੀਂ, ਕਿਉਂਕਿ ਆਤਮਾ ਦਾਗੀ ਕੀਤੀ, ਆਤਮਾ ਦਾ ਵਜਨ ਉਹਨਾਂ 'ਤੇ, ਲੱਤਾਂ ਭਾਰ ਨਹੀਂ ਚੱਲਦੀਆਂ, ਕੁਛ ਨਹੀਂ ਖੱਟਣਾ ਉਹਨਾਂ ਨੇ। ਕਈਆਂ ਦਾ ਚਿਹਰੇ ਮੋਹਰੇ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਦੇ ਬਸ ਆਹੀ ਕੁਛ ਜੋਗਾ ਹੈ। ਅੱਛਾ, ਹੁਣ ਉਹ ਜਦ ਐਡਰੈਸ ਚੇਂਜ ਕਰ ਲਿਆ, ਓਬੀਅਸ ਬਾਈ ਉਹਦੇ ਬਾਅਦ ਤਾਂ ਚੈਲੰਜ ਹੈ ਕੋਈ ਨਹੀਂ ਉਹਨੂੰ। ਆਹ ਜੇ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਜਿਹੜੀਆਂ ਫਰਾਡ ਵੋਟਰਸ ਦੀ ਗੱਲ ਚੱਲ ਰਹੀ ਹੈ, ਪਿਛਲੇ 5 ਦਿਨਾਂ ਦੀ ਗੱਲ ਚੱਲ ਰਹੀ ਵੀ 5 ਕੋਈ 4000 ਕਹਿ ਰਿਹਾ, ਕੋਈ 5000 ਕਹਿ ਰਿਹਾ। ਹੁਣ ਇਹ ਤਾਂ ਚੀਜ਼ ਲੱਭਣੀ ਨਹੀਂ ਇੰਨਿਆਂ ਦੀ। ਖੈਰ ਮੈਂ ਇਹਨੂੰ ਕਹਾਂ ਵੀ ਇੰਨੇ ਮੂਵ ਕਰਨੇ ਬਹੁਤ ਔਖੇ ਨੇ ਐਡਰੈਸ। ਨੰਬਰ 2, ਹਾਂ ਕਿਤੇ ਵਰਕ ਵਾਲੇ ਕੰਮ ਵਾਲਿਆਂ ਨੂੰ ਜਿਨ੍ਹਾਂ ਕੋਲ ਇੱਥੇ ਦਾ ਕੋਈ ਵੀ ਐਡਰੈਸ ਦੇ ਨਾਲ ID ਬਣੀ ਹੋਵੇ, ਜਿਵੇਂ ਬੱਚਿਆਂ ਦੇ ਕੋਲ ਲਾਇਸੈਂਸ ਬਣਿਆ ਹੋਵੇ, ਉਹਨਾਂ ਨੂੰ ਸ਼ਿਕਾਰ ਨਾ ਬਣਾ ਲੈਣ ਕਿਤੇ। ਉਹ ਜਾ ਕੇ ਕਹਿਣ ਬਈ ਮੈਂ ਸਿਟੀਜ਼ਨ ਹੋਇਆ, ਹਲੇ ਇਹਦੇ 'ਚ ਲਿਸਟ 'ਚ ਮੇਰਾ ਨਾਂ ਨਹੀਂ। ਔਰ ਇੱਥੇ ਕਿਹਨੇ ਪੁੱਛਣਾ, ਕਿਹਨੇ ਉਸ ਗੱਲ ਦੀ ਤਹਿ ਤੱਕ ਜਾਣਾ ਜਿੱਥੇ 5000 ਬੰਦਾ ਆ ਰਿਹਾ, 4000 ਬੰਦਾ ਆ ਰਿਹਾ, ਕਿਹਦੇ ਕੋਲ ਇੰਨਾ ਸਮਾਂ? ਉੱਥੇ ਤਾਂ ਭੱਜ ਲਾ ਹੋ ਜਾਂਦਾ। ਨਾਲੇ ਕਿਸ ਨੇ ਲੈਣਾ ਕੀ ਹੈ ਇਹਦੇ 'ਚ?
ਕਿਸੇ ਨੂੰ ਕੀ ਮਤਲਬ ਹੈ ਜਿਹੜਾ ਕੋਈ ਅਗਲਾ ਦਿਹਾੜੀ ਲਾ ਕੇ $300 ਫੜਾਓ ਤਾਂ ਘਰੇ ਜਾਈਏ, ਕਿਉਂਕਿ ਸਿਸਟਮ ਹੀ ਇਹਦੇ ਲਈ ਨਹੀਂ ਬਣਿਆ ਹੋਇਆ। ਇਸ ਤਰ੍ਹਾਂ ਹੈ ਹੀ ਨਹੀਂ, ਹੁੰਦਾ ਹੀ ਨਹੀਂ। ਪਰ ਜੇ ਕਿਤੇ ਹੁੰਦਾ ਇਹ ਤਾਂ ਬਹੁਤ ਡੇਂਜਰਸ ਹੈ। ਮਤਲਬ ਇਹ ਤਾਂ ਜ਼ਿਆਦਾ ਡੇਂਜਰਸ ਆ। ਸੋ ਇਹਦੇ ਲਈ ਇਹਨੂੰ ਕਿਵੇਂ ਠੀਕ ਕਰੋਗੇ ਤੁਸੀਂ, ਕਿਵੇਂ ਇਹ ਸੈਟਲ ਹੋਊਗੀ, ਤੇ ਇਹ ਕਿੰਨੀ ਘਾਤਕ ਆ ਸਾਡੇ ਲਈ, ਤੁਹਾਨੂੰ ਪਤਾ, ਮਹਿਸੂਸ ਕਰ ਸਕਦੇ ਹੋ ਤੁਸੀਂ। ਇੱਕ ਤਾਂ ਇਹ ਗੱਲ ਚੱਲ ਰਹੀ ਹੈ ਕਮਿਊਨਿਟੀ 'ਚ। ਇੱਕ ਕੀਪ ਦਾ RCMP ਜਿਹੜਾ ਗਰੁੱਪ ਹੈ ਉਹ ਹੁਣ ਇੱਕ ਗੱਲ ਬਾਹਰ ਫੈਲਾ ਰਿਹਾ ਹੈ, ਜਿਨ੍ਹਾਂ ਦੇ ਬਾਰੇ ਲੋਕਲ ਅਥਾਰਟੀਜ਼ ਨੂੰ, ਕਿਉਂਕਿ ਉਹ ਬ੍ਰੈਂਡਾ ਲੌਕ ਦੇ ਲਈ ਕੰਮ ਕਰ ਰਹੇ ਨੇ, ਜਿਨੀ ਸਿਮਜ਼ ਉਹਨਾਂ ਦੀ ਟੀਮ ਨੇ ਉਹਨਾਂ ਬਾਰੇ ਕਿਹਾ ਸੀ ਵੀ ਉਹ ਥਰਡ ਪਾਰਟੀ ਆ ਜਿਹੜੀ ਉਹ ਇਸ ਤਰ੍ਹਾਂ ਨਹੀਂ ਕਰ ਸਕਦੀ, ਕੋਈ ਸਿੱਧਾ ਹੀ ਤੁਸੀਂ ਇਹਦੇ 'ਤੇ ਕਰ ਸਕਦੇ ਹੋ। ਹੁਣ ਉਹਨਾਂ ਨੇ ਕੀ ਕਿਹਾ, ਉਹ ਕਹਿੰਦੇ ਵੀ ਸਾਨੂੰ ਸਾਡੇ ਇੱਕ ਉਹਨਾਂ ਦਾ ਆਈਵਨ ਸਕਾਟ ਵੱਲੋਂ ਕੀਪ ਦਾ RCMP ਇਨ ਸਰੀ ਕੈਂਪੇਨ ਦਾ ਨੰਬਰ ਹੈ, ਉਹਦੇ 'ਚ ਉਹਨਾਂ ਨੇ ਇਹ ਦੱਸਿਆ ਵੀ 1 ਅਕਤੂਬਰ ਦੀ ਰਾਤ ਨੂੰ ਵੀ ਸਾਡੇ ਇੱਕ ਸਪੋਰਟਰ ਦੇ ਘਰ 'ਤੇ ਜਿਹੜੀ ਗ੍ਰੈਫਿਟੀ ਜਿਹੜੀ ਉਹ ਤੇ ਪੇਂਟ ਹੋਇਆ, ਸਪਰੇਅ ਹੋਇਆ, ਡੈਥ ਥ੍ਰੈਟ ਹੋਏ ਨੇ, ਅਤੇ ਸਰੀ RCMP ਇਸ ਨੂੰ ਜਿਹੜਾ ਡੀਲ ਕਰ ਰਹੀ ਆ। ਅਤੇ ਕਿਹਨੇ ਕੀਤਾ ਇਹ ਤਾਂ ਪਤਾ ਨਹੀਂ, ਪਰ KTRIS ਜਿਹੜਾ ਕੀਪ ਦਾ RCMP ਇਨ ਸਰੀ, ਉਹ ਕਹਿੰਦੇ ਵੀ ਅਸੀਂ ਰੀਸੈਂਟਲੀ ਐਂਡੋਰਸ ਕੀਤਾ ਸਰੀ ਕਨੈਕਟ ਸਲੇਟ ਨੂੰ, ਬ੍ਰੈਂਡਾ ਲੌਕ ਨੂੰ ਮਿਊਨਿਸਪਲ ਇਲੈਕਸ਼ਨ 'ਚ, ਅਤੇ ਕੋਈ ਵੀ ਕੰਪੀਟਿੰਗ ਸਲੇਟ ਆ ਜਿਹੜੀ ਉਹਦੇ ਸਪੋਰਟਰ ਨੇ ਸਾਨੂੰ ਕਰ ਸਕਦੇ ਨੇ। ਥੱਲੇ ਲਿਖਿਆ ਨੋ ਸਰੈਂਡਰ, ਆਈਵਨ ਮਾਈਕਲ ਸਕਾਟ, ਕੀਪ ਦਾ RCMP ਇਨ ਸਰੀ ਕੈਂਪੇਨ, ਨੰਬਰ ਆ ਉਹਦਾ। ਅੱਛਾ, ਹੁਣ ਇਹ ਵੀ ਚੱਲ ਰਹੀ ਹੈ ਨਾਲ ਇੱਕ ਗੱਲ, ਉਹ ਕਹਿੰਦੇ ਸਾਨੂੰ ਥ੍ਰੈਟ ਆ ਰਹੇ ਨੇ। ਇਹ ਜਿਉਂ-ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਨੇ, ਚੀਜ਼ਾਂ ਚੱਲ ਰਹੀਆਂ ਨੇ। ਸਰੀ ਦੇ ਵਿੱਚ ਪੁਲਿਸ ਆ ਜਿਹੜੀ, ਉਹਦੀ ਵਰਦੀ 'ਤੇ ਕਮਿਊਨਿਟੀ ਆ ਜਿਹੜੀ ਉਹ ਵੰਡੀ ਪਈ ਹੈ, ਸਾਰੇ ਸਰੀ ਦੇ ਲੋਕ ਵੰਡੇ ਪਏ ਨੇ। ਗੱਲ ਇਹ ਆ ਵੀ ਪੁਲਿਸ ਜਿਹੜੀ ਆ, ਪੁਲਿਸ ਨੇ ਜਾਨ ਮਾਲ ਦੀ ਰੱਖਿਆ ਕਰਨੀ ਹੈ, ਉਹਦੇ ਵਿੱਚ ਉਹਦੇ 'ਤੇ ਡਿਵੀਜ਼ਨ ਥੋੜ੍ਹਾ ਹੋਣੀ ਚਾਹੀਦੀ ਆ। ਆਪਣੀਆਂ ਸਲੇਟਸ ਨੇ। ਡਗ ਮਕੱਲਮ ਨੇ ਕਿਹਾ ਵੀ ਮੈਂ ਸਰੀ ਪੁਲਿਸ ਸਰਵਿਸਿਜ਼ ਲੈ ਕੇ ਆਉਣੀਆਂ ਨੇ। SPS ਸਰੀ ਪੁਲਿਸ ਸਰਵਿਸ ਦੇ ਚੀਫ ਅਤੇ ਸਾਰਜਨ ਜੈ ਖੋਸਾ ਪ੍ਰੋਗਰਾਮ 'ਚ ਵੀ ਆਏ ਸੀ। ਅਤੇ ਇਸ ਲੈਵਲ ਤੋਂ ਜੇ ਕੋਈ ਇਹ ਗੱਲ ਕਰਦਾ ਫਿਰਦਾ ਵੀ ਅਸੀਂ ਵਾਪਸ ਮੋੜ ਦਿਆਂਗੇ, ਐਡਾ ਸਟਰਕਚਰ ਬਿਲਡ ਹੋਇਆ, ਜਿਵੇਂ ਉਹ ਕਹਿ ਰਹੇ ਨੇ 200 ਤੋਂ ਪਲੱਸ ਪੁਲਿਸ ਅਫੀਸਰ ਆ ਗਏ, ਇਹ ਕਿਵੇਂ ਮੁੜਨਗੇ ਪਿੱਛੇ? ਕਿਹੜੀਆਂ ਇਹ ਗੱਲਾਂ ਨੇ? ਤਾਂ ਖੈਰ ਬ੍ਰੈਂਡਾ ਲੌਕ ਹੀ ਜਾਣ ਸਕਦੇ ਨੇ, ਉਹ ਵੀ ਕਹਿੰਦੇ ਮੈਂ ਵਾਪਸ ਕਰੂੰ। ਕੀਪ ਦਾ RCMP ਇਨ ਸਰੀ ਗਰੁੱਪ ਕਹਿੰਦਾ ਸਾਡੇ ਇੱਕ ਸਪੋਰਟਰ ਦੇ ਘਰੇ 'ਤੇ ਬਾਹਰ ਪੇਂਟ ਨਾਲ ਸਪਰੇਅ ਹੋ ਗਿਆ, ਸਾਨੂੰ ਡੈਥ ਥ੍ਰੈਟਸ ਆ ਰਹੀਆਂ। ਖੈਰ ਡੈਥ ਥ੍ਰੈਟਸ ਤਾਂ ਪੰਜਾਬੀ ਵੀ ਕਰਦੇ ਨੇ, ਪੈਸੇ ਧੇਲੇ ਵਾਲੇ। ਕਈ ਵਾਰ ਕਹਿੰਦੇ ਨੇ ਬੰਦੇ ਦਾ 5000 ਲੱਗਦਾ ਇੱਥੇ। ਫਿਰ ਜਿਹਦੇ ਕੋਲ ਲੱਖ ਹੈ ਉਹਦੇ ਕੋਲ ਤਾਂ 20 ਬੰਦਿਆਂ ਦਾ ਜਿਹੜਾ ਸਮਾਨ ਹੈ, ਇਹਦਾ ਮਤਲਬ ਉਹਦੇ ਕੋਲ ਫਿਰ ਤਾਂ ਸੰਸਕਾਰ ਕਰਦੇ ਮਰ ਜਾਵਾਂਗੇ ਅਸੀਂ। ਪੈਸੇ ਵਾਲੇ ਦਾ ਜੇ ਇੰਨਾ ਜ਼ੋਰ ਆ ਫਿਰ ਤਾਂ ਬਹੁਤ ਔਖਾ ਹੈ। ਪੈਸੇ ਵਾਲਿਆਂ ਦੀਆਂ ਗੋਡਣੀਆਂ ਲੱਗ ਰਹੀਆਂ ਨੇ ਹੁਣ। ਕੋਈ ਵੀ ਇਲੈਕਸ਼ਨ ਹੈ, ਚਾਹੇ ਚਾਹੇ ਵੱਡੀ ਚਾਹੇ ਛੋਟੀ, ਧਰਮ ਵਾਲੀ ਇਲੈਕਸ਼ਨ ਲਾ ਲਓ ਜਾਂ ਕੁਛ ਨਹੀਂ ਬਣਦਾ। ਪੈਸੇ ਪੂਸੇ ਵਾਲੀਆਂ ਗੱਲਾਂ ਤਾਂ ਜੇਬ 'ਚ ਹੀ ਨੇ। ਅਗਲਾ ਕਹਿੰਦਾ ਤੂੰ ਘਰੇ ਹੋਵੇਗਾ, ਆਪਣਾ ਮਿਲੀਅਨ ਤੇਰੇ ਕੋਲ 5, 10, 100, 500 ਰੱਖ, ਇਹਦੀਆਂ ਸਿਫਰਾਂ ਗਿਣ। ਸੋ ਇਹ ਜਿਹੜਾ ਕੁਛ ਚੱਲ ਰਿਹਾ ਹੁਣ ਕਮਿਊਨਿਟੀ ਦੇ ਵਿੱਚ, ਇਹਨੇ ਬੜਾ ਘਾਤਕ ਹੋਣਾ ਆਉਣ ਵਾਲੇ 10 ਦਿਨ। ਤੁਸੀਂ ਸੁਣਨ ਵਾਲਿਆਂ ਨੇ ਸਟਿਕ ਕਰਨਾ ਹੈ ਵੀ ਕਿਹੜੀ ਸਲੇਟ ਕੀ ਕਮਿਊਨਿਟੀ ਲਈ ਕਰ ਰਹੀ ਹੈ ਬਸ। ਹਾਂ, ਵੋਟਰ ਫਰਾਡ ਵਾਲੀ ਚੀਜ਼ 'ਤੇ ਨਿਗਾਹ ਰੱਖੋ। ਇਹ ਕਮਿਊਨਿਟੀ ਨੂੰ ਰਲ ਕੇ ਕਰਨੀ ਪੈਣੀ ਹੈ, ਅਤੇ ਕਮਿਊਨਿਟੀ 'ਤੇ ਜਦ ਨਾਂ ਕਿਤੇ ਨਿਕਲੇ, ਕਮਿਊਨਿਟੀ ਉਹ ਹੀ ਠੁਕਣੀ ਹੈ ਇਹਦੇ 'ਚ। ਜਿਵੇਂ
ਜਿਹੜੀਆਂ ਗੱਲਾਂ ਨੋਮੀਨੇਸ਼ਨ ਦੀਆਂ ਚੱਲੀਆਂ ਹੋਈਆਂ ਨੇ ਨਾ ਬਈ ਇਹ ਤਾਂ ਐਂ ਘੁਮਾ ਲੈਂਦੇ ਆ ਗੱਲ। ਹੁਣ ਗੱਲ ਸੱਚ ਸੀ, ਕਿਸੇ ਰੇਡੀਓ ਵਾਲੇ ਭਾਈ ਨੇ ਸੱਚੇ ਗੱਲ ਕਹਿਤੀ ਸੀ, ਪਰ ਉਹ ਸੱਚ ਲਈ ਮਾਫੀ ਮੰਗਣੀ ਪਈ ਔਨ ਏਅਰ ਜਾ ਕੇ। ਗੱਲਾਂ ਤਾਂ ਸੱਚਾਂ ਨੇ, ਸੱਚੇ ਹੁੰਦੀਆਂ ਨੇ, ਸੱਚੇ ਨੇ। ਸਾਨੂੰ ਪਤਾ, ਆਪਾਂ ਨੂੰ ਪਤਾ ਹੈ, ਬਣਾਉਣ ਵਾਲਿਆਂ ਨੂੰ ਪਤਾ ਹੈ ਵੀ ਕਿਵੇਂ ਬਣਦੀਆਂ ਨੇ। ਉਹ ਹੁਣ ਆਪਣੇ ਵੱਲੋਂ ਕੋਸ਼ਿਸ਼ ਤਾਂ ਕਰ ਰਹੇ ਨੇ ਜੀ, ਉਹ ਵੀਜ਼ਾ ਲਿਓ ਜੀ, ਆਹ ਲਓ ਜੀ, ਉਹ ਪਰਸਨਲ ਚੈੱਕ ਲਓ, ਉਹਨਾਂ ਗਾਂਹ ਰਾਹ ਲੱਭ ਲੈਂਦੇ ਨੇ ਅਗਲੇ। ਤੇ ਰਾਜਨੀਤੀ ਦੇ ਵਿੱਚ ਕਿਹੜਾ ਕਿਹੜੇ ਨੂੰ ਪੈਰੋਂ ਖਿੱਚ ਗਿਆ, ਬਸ ਉਹੀ ਇੱਥੇ ਤਾਂ ਵਾਅਦੇ ਦਾਅਵੇ, ਹੱਥ ਮਿਲਾਉਣਾ, ਮੈਂ ਸਹੁੰ ਖਾਧੀਆਂ, ਇਹ ਗੱਲਾਂ ਗੁੱਲਾਂ ਖਤਮ ਹੋ ਜਾਂਦੀਆਂ ਨੇ, ਕੁਛ ਨਹੀਂ ਹੈ। ਇੱਥੇ ਤਾਂ ਮਨ ਦੇ ਵਿੱਚ ਇੱਕ ਇਹੋ ਜਿਹਾ ਭਰਮ ਹੈ ਬਈ ਜੇ ਕਿਤੇ ਕੁਰਸੀ ਹਿੱਲ ਗਈ ਮਹੀਨੇ 6 ਨਹੀਂ ਕੱਟਦੇ, ਬਸ ਆਹ ਚੱਲ ਰਹੀ ਹੈ ਕਹਾਣੀ। ਤੇ ਜਦ ਆਪਾਂ ਕੋਈ ਗੱਲ ਕਹਿੰਦੇ ਆ, ਉਹ ਇਉਂ ਕਹਿੰਦੇ ਵੀ ਪਹਿਲਾਂ ਤਾਂ ਜੰਗਲ ਦਾ ਰਾਜ ਹੀ ਆ, ਕੁਛ ਨਹੀਂ ਸੀ ਪਹਿਲਾਂ, ਅਸੀਂ ਠੀਕ ਕਰਾਂਗੇ। ਇਹ ਵੀ ਸੁਨੇਹਾ ਗਲਤ ਹੈ। ਕਮਿਊਨਿਟੀ ਦੇ ਵਿੱਚ ਲੋਕ ਕਹਿੰਦੇ ਵੀ ਇਹਦਾ ਮਤਲਬ ਪਹਿਲਾਂ ਸਾਰਾ ਕੁਝ ਖਤਮ ਸੀ ਵੀ ਹੁਣ ਨਵੇਂ ਸਿਰੇ ਬਣੂ। ਨਹੀਂ, ਸੁਨੇਹਾ ਦਿਓ, ਆਪਣਾ ਪ੍ਰੋਪਰ ਸੁਨੇਹਾ ਹੋਵੇ ਵੀ ਆਹ ਸਾਡੀਆਂ ਲਾਈਨਾਂ ਨੇ, ਕਿਵੇਂ ਅਸੀਂ ਸਕੂਲਾਂ ਦੇ ਵਿੱਚੋਂ ਖੋਖੇ ਚੁਕਾਵਾਂਗੇ, ਕਿਵੇਂ ਅਸੀਂ ਹੈਲਥ ਕੇਅਰ 'ਚ ਕੋਈ ਕੰਮ ਕਰਾਂਗੇ ਜਿੱਥੇ 8-10 ਘੰਟੇ ਦੀ ਵੇਟ ਹੈ, ਕਿਵੇਂ ਵਰਦੀਆਂ ਗੋਲੀਆਂ ਨੂੰ ਰੋਕਾਂਗੇ, ਸੜਕਾਂ ਜਿਹੜੀਆਂ ਨੇ ਉਹ ਕਿਵੇਂ ਠੀਕ ਕਰਾਂਗੇ। ਇਹ ਗੱਲਾਂ ਨੇ ਕਰਨ ਦੀਆਂ, ਜਿਹੜੀਆਂ ਬਿਲਡ ਹੁੰਦੀਆਂ ਹੋਈਆਂ ਨੇ। ਜੇ ਆਪਾਂ ਕਹੀਏ ਵੀ ਫਲਾਣਾ ਬੰਦਾ ਜ਼ਿੰਮੇਵਾਰ ਆ, ਨਹੀਂ, ਸਾਰੀ ਨੈਗਲੈਕਟ ਹੋਈ ਆ ਪਿਛਲੇ 15-20 ਸਾਲਾਂ 'ਚ, ਔਰ ਇਹ ਚੀਜ਼ਾਂ ਬਿਲਡ ਹੁੰਦੀਆਂ ਹੋ ਗਈਆਂ, ਅਸੀਂ ਪੈਰਾ ਨਹੀਂ ਦਿੱਤਾ। ਸੋ ਇਹ ਜਿਹੜੇ ਇਸ਼ੂ ਚੱਲ ਰਹੇ ਨੇ ਕਮਿਊਨਿਟੀ 'ਚ, ਹੁਣ ਕੀ ਪਤਾ RCMP ਵਾਲੇ ਕਹਿੰਦੇ ਸਾਨੂੰ ਤਾਂ ਡੈਥ ਥ੍ਰੈਟਸ ਆ ਰਹੀਆਂ ਨੇ, ਮੇਰੇ ਕੋਲ ਨੋਟ ਹੈ। ਹੁਣ ਕਿੱਧਰ ਨੂੰ ਇਹ ਗੱਲ ਚੱਲ ਰਹੀ ਹੈ? ਤੁਸੀਂ ਇੱਕ ਗਰੁੱਪ ਖੜਾ ਕੀਤਾ ਹੋਇਆ ਵੀ ਅਸੀਂ RCMP ਰੱਖਣੀ ਆ, ਤੇ ਉਹ ਹੁਣ ਪੋਲੀਟੀਕਲੀ ਇਨਵੋਲਵ ਹੋ ਗਏ। ਇਹੀ ਬੰਦੇ ਨੇ ਜਿਹੜੇ ਜਿਨ੍ਹਾਂ ਨਾਲ ਰੌਲਾ, ਜਿਹੜਾ ਡਗ ਮਕੱਲਮ ਨੂੰ ਹਰ ਜਗ੍ਹਾ ਘੇਰਦਾ ਸੀ ਜਾ ਕੇ, ਉਹ ਸਕਾਟ ਹੀ ਹੈ ਜਿੱਥੋਂ ਰੌਲਾ ਪਿਆ ਪੈਰ ਤੇ ਟਾਇਰ ਚੜਾਉਣ ਵਾਲੀ ਗੱਲ, ਉਹ ਜਿਹਦੀ ਅਕਤੂਬਰ ਦੇ ਲਾਸਟ ਵੀਕ ਚੱਲਣਾ ਕੇਸ। ਹਾਂ, ਨਾਲ ਕਮਿਊਨਿਟੀ ਜਿਹੜੀ ਹੈ ਜਿਨ੍ਹਾਂ ਨੇ ਉਹਨਾਂ ਲਈ ਕੰਮ ਕੀਤਾ, ਜਿਹੜੇ ਉਹਨਾਂ ਦੇ ਨਾਲ ਖੜੇ ਨੇ, ਜਿਹੜੇ ਉਹਨਾਂ ਦੇ ਐਕਸੈਸਿਬਲ ਰਹੇ ਨੇ, ਉਹਨਾਂ ਦਾ ਵੀ ਮਾਣ ਕਰ ਰਹੇ ਨੇ, ਭੁੱਲਦੇ ਨਹੀਂ ਹੈ ਉਹ। ਇਹ ਵੀ ਨਾਲ ਗੱਲ ਚੱਲ ਰਹੀ ਹੈ। ਇਸ ਵਾਰ ਬੜੇ ਅਲੱਗ ਮਾਪਦੰਡ ਹੋ ਰਹੇ ਨੇ ਸਰੀ ਦੇ ਵਿੱਚ ਖਾਸ ਤੌਰ 'ਤੇ। ਅਤੇ ਸਾਡੀ ਖੋਹ ਖਿੰਝ ਨੇ ਹਲੇ ਤੱਕ ਬਹੁਤ ਸ਼ਹਿਰ ਨੇ ਜਿੱਥੇ ਖਾਤਾ ਹੀ ਨਹੀਂ ਖੁੱਲ੍ਹਿਆ। ਵੈਨਕੂਵਰ 'ਚ 100 ਸਾਲਾਂ ਦੇ ਰਹਿੰਦੇ ਹਾਲੇ ਤੱਕ ਕੌਂਸਲਰ ਨਹੀਂ ਬਣਾ ਸਕੇ। ਰਿਚਮੰਡ 'ਚ ਰਹਿ ਰਹੇ ਹਾਲੇ ਤੱਕ ਕੌਂਸਲਰ ਨਹੀਂ ਬਣਾ ਸਕੇ। ਨਿਊ ਵੈਸਟ 'ਚ ਰਹਿ ਰਹੇ ਹਾਲੇ ਕੌਂਸਲਰ ਨਹੀਂ ਬਣਾ ਸਕੇ। ਲੈਂਗਲੀ ਟਾਊਨਸ਼ਿਪ 'ਚ ਰਹਿ ਰਹੇ ਹਾਲੇ ਕੌਂਸਲਰ ਨਹੀਂ ਬਣਾ ਸਕੇ। ਡੈਲਟਾ ਰਹਿ ਰਹੇ ਡੈਲਟਾ 'ਚ ਨਹੀਂ ਬਣਾ ਸਕੇ। ਆ ਸਰੀ ਦੇ ਵਿੱਚ ਇੱਕ ਬਣਦਾ ਹੈ ਅਤੇ ਇੱਕ ਬੰਦੇ ਨੇ ਲੱਖ ਬੰਦੇ ਨੂੰ ਸਰਵ ਕਰਨਾ ਹੈ। ਸੋ ਇਹ ਹਰ ਵਾਰ ਇਹ ਗੱਲ ਚੱਲਦੀ ਹੈ। ਜਿਹੜੇ ਇਸ ਚੀਜ਼ ਨੂੰ ਲੈ ਕੇ ਆਉਣਾ ਚਾਹੁੰਦੇ ਆ ਬਈ ਅਸੀਂ ਚੋਰੀ ਕਰਨੀ ਆ, ਫਰਾਡ ਕਰਨਾ ਹੈ, ਉਹਨਾਂ ਨੂੰ ਤਾਂ ਯਾਰ ਰੋਕਣ ਦੀ ਗੱਲ ਕਮਿਊਨਿਟੀ ਨੂੰ ਕਲੈਕਟਿਵਲੀ ਚਾਹੀਦੀ ਹੈ। ਇਹ ਗਲਤ ਗੱਲਾਂ ਕਿਉਂ ਹੋਣ? ਇਸ ਤਰ੍ਹਾਂ ਬੰਦਾ ਕਿਉਂ ਖੋਹ ਖਿੰਝ ਕਰਕੇ ਜਿੱਤ ਕੇ ਜਾਵੇ? ਅਤੇ ਉਹਨੂੰ ਸਬੂਤਾਂ ਰਾਹੀਂ ਜਿਹਨੂੰ ਸਬੂਤ ਮਿਲਣ ਉਹਨਾਂ ਨੂੰ ਨੰਗੇ ਕਰਨਾ ਚਾਹੀਦਾ। ਅਤੇ ਇੱਕ ਗੱਲ ਹੋਰ ਸੁਣ ਲਿਓ, ਵੋਟ ਪਾਉਣ ਵਾਲਿਆਂ ਨੇ ਪਾ ਲਿਆ। ਅੱਗੇ ਵੀ ਇਹ ਗੱਲਾਂ ਚੱਲਦੀਆਂ ਨੇ ਪਾਉਣ, ਪਰ ਕਿਉਂਕਿ ਫੜਿਆ ਨਹੀਂ ਨਾ ਗਿਆ ਕੋਈ, ਪਾਉਣ ਵਾਲੇ ਨੇ ਪਾ ਜਾਣੀਆਂ, ਹਾਰ ਜਿੱਤਣ ਵਾਲੇ ਹਾਰ ਜਿੱਤਣੇ। ਜੇ ਕੋਈ ਅੜੰਗਿਆ ਗਿਆ ਅਤੇ ਜ਼ਿੰਦਗੀ ਭਰ ਦਾ ਜੇ ਕ੍ਰਿਮੀਨਲ ਚਾਰਜਸ ਲੱਗ ਗਏ, ਫਿਰ ਉਹਦੇ ਬਾਅਦ ਜੇ ਤਾਂ ਕੋਈ ਆਰਜੀ ਆ ਉਹ ਤਾਂ ਭੁੱਲ ਜਾਵੇ ਵੀ PR ਵਗੈਰਾ ਮਿਲੂ ਮੈਨੂੰ। ਜੇ ਕੋਈ ਦੂਜਾ ਫਸਾ ਲਿਆ ਅਗਲੇ ਨੇ, ਕਿਉਂਕਿ ਫਿਰ ਤਾਂ ਇਹੀ ਆ ਨਾ ਵੀ ਜਿਹੜਾ ਪਾੜ 'ਚ ਫਸ ਗਿਆ ਉਹੀ ਚੋਰ ਹੈ, ਸਾਰਾ ਕੁਛ ਉਹਦੇ 'ਤੇ ਆ ਜਾਣਾ। ਸੋ ਸਾਨੂੰ ਬਹੁਤ ਖਿਆਲ ਰੱਖਣ ਦੀ ਲੋੜ ਹੈ ਕਿ ਅਸੀਂ ਗਲਤ ਕੰਮ ਨਾ ਕਰੀਏ। ਵੋਟਾਂ ਜਿਹਨੂੰ ਮਰਜ਼ੀ ਪਾਓ, ਜਿਹਦੀ ਮਰਜ਼ੀ ਮਦਦ ਕਰੋ, ਤੁਹਾਡਾ ਸਵੈਸਿੱਧ ਅਧਿਕਾਰ, ਪਰ ਗਲਤ ਕੰਮ ਦੇ ਰਾਹ ਨਾ ਪਿਓ। ਇਹ ਇੱਕ ਬੇਨਤੀ ਹੈ। ਅਤੇ ਭਾਵਕ ਨਾ ਹੋਇਓ। ਬਹੁਤ ਬਰੂਦ, ਬਹੁਤ ਹਵਾ ਉੱਡਣੀਆਂ ਆਉਣ ਵਾਲੇ ਆ 10 ਦਿਨ। ਤੁਸੀਂ ਦੇਖਿਓ ਸਹੀ ਬੜਾਂਗਾ ਕਿਵੇਂ ਹੋਣਾ। ਟੇਪ ਰਿਕਾਰਡਾਂ ਦੱਬ ਦੇਣੀਆਂ, ਚਰ 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 ਚਲਦੀਆਂ ਜਾਣੀਆਂ ਨੇ। ਉਹ ਸੁਨੇਹਾ ਮੀਡੀਆ ਪੇਡ ਸੁਨੇਹਾ ਦਊਗਾ, ਪਰ ਤੁਸੀਂ ਗੱਲ ਦੇ ਵਿੱਚੋਂ ਗੱਲ ਲੱਭਣੀ ਆ ਵੀ ਗੱਲ ਕਿਹੜੀ ਆ। ਭਲਿੰਦਰਪਾਲ ਸਿੰਘ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ।
ਕਾਫੀ ਤੁਸੀਂ ਕਲੀਅਰ ਕਰਤਾ ਜੀ। ਮੈਂ ਤਾਂ ਜਿਵੇਂ ਆਪਾਂ ਲਾਸਟ ਵੀਕ ਵੀ ਇੱਕ ਮੁੰਡਾ ਆਇਆ ਸੀ, ਮੈਂ ਨਾਂ ਭੁੱਲ ਗਿਆ ਸੀ ਸਲੇਟ ਦਾ, ਜਿਹੜਾ ਅੱਜ ਵੀ ਮੁੰਡਾ ਆਇਆ ਸੀ ਮੱਲੀ, ਤੇ ਉਹ ਇੰਜੀਨੀਅਰ ਸੀਗਾ ਮੈਨੂੰ ਲੱਗਦਾ। ਹਾਂ, ਅਰਸ਼ ਮੰਡੇਰ ਸੀ ਮੁੰਡਾ। ਹਾਂਜੀ, ਉਹ ਪਹਿਲਾਂ ਮੈਨੂੰ ਪਤਾ ਨਹੀਂ ਸੀ ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ। ਜਦੋਂ ਉਹਨੇ ਗੱਲਾਂ ਕੀਤੀਆਂ, ਉਹਨੇ ਆਪਦਾ ਵਿਜ਼ਨ ਦੱਸਿਆ, ਮੈਨੂੰ ਬਹੁਤ ਵਧੀਆ ਲੱਗਿਆ। ਮੈਂ ਕਿਹਾ ਵੀ ਐਪਰੀਸ਼ੀਏਟ ਕਰਨੇ ਆ ਵੀ ਨਵੇਂ ਮੁੰਡੇ ਨੂੰ ਮੌਕਾ ਮਿਲਣਾ ਚਾਹੀਦਾ। ਐਂਡ ਤੇ ਜਾ ਕੇ ਜਾਂ ਤਾਂ ਉਹਨੇ ਪਹਿਲਾਂ ਦੱਸਿਆ ਉਹ ਮੈਂ ਖੁੰਝ ਗਿਆ, ਜਾਂ ਉਹਨੇ ਪਹਿਲਾਂ ਦੱਸਿਆ ਹੀ ਨਹੀਂ। ਐਂਡ ਤੇ ਜਾ ਕੇ ਜਿਹਨੇ ਦੱਸਿਆ ਵੀ ਮੈਂ ਆਹ ਸਲੇਟ ਤੋਂ ਆ, ਤਾਂ ਜਿਵੇਂ ਕਹਿੰਦਾ ਵੀ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਕੀ ਬਹਿ ਗਈ ਵਾਲਾ ਮੈਨੂੰ ਫੀਲ ਜਿਹਾ ਹੋਇਆ। ਤੇ ਅੱਜ ਹੀ ਉਹ ਵੀ ਅੱਜ ਫੇਰ ਹੋਇਆ ਜਿਹੜਾ ਮੁੰਡਾ ਆ। ਮੈਨੂੰ ਇਹਨਾਂ ਦੀਆਂ ਗੱਲਾਂ, ਇਹਨਾਂ ਦੀਆਂ ਵਿਜ਼ਨ ਤੇ ਕੋਈ ਡਾਊਟ ਨਹੀਂ ਇਹ ਕੀ ਸੋਚ ਆ, ਨਵੇਂ ਮੁੰਡੇ ਅੱਗੇ ਆ ਰਹੇ ਆ, ਪਰ ਗੱਲਾਂ ਉੱਥੇ ਆ ਗਈਆਂ। ਹੁਣ ਹੈਰੀ ਬੈਂਸ ਸਾਹਿਬ ਦੀ ਵੀ ਗੱਲ ਵੀ ਮੈਂ ਵਿੱਚ ਇਨਕਲੂਡ ਕਰੂੰਗਾ, ਅਟੈਚ ਕਰੂੰਗਾ। ਬੈਂਸ ਸਾਹਿਬ ਕਹਿੰਦੇ ਬਈ ਇਹ ਇੰਡੀਆ ਨਹੀਂ ਹੈਗਾ ਵੀ ਤੁਸੀਂ ਜੋ ਜਿਹੜਾ ਜੀ ਕਰੂਗਾ ਉਵੇਂ ਕਰੋਗੇ, ਜਾਂ ਉਹ ਇੰਡੀਆ ਵਾਂਗੂ ਪੋਲਿਟਿਕਸ ਚੱਲੂਗੀ ਜਾਂ ਉਹ ਚੱਲੂਗਾ ਨਾ। ਹੁਣ ਦੇਖੋ ਵੀ MLA ਵੀ ਬਣ ਗਏ, ਅਸੀਂ MP ਵੀ ਬਣ ਗਏ, ਹੁਣ ਅਸੀਂ ਮੇਅਰ ਵੀ ਬਣਨਾ। ਮੈਂ ਉੱਥੇ ਦੁਬਾਰੇ ਗੱਲ ਲੈ ਕੇ ਆਉਣੀ ਆ, ਰਿਪੀਟ ਕਰਨੀ ਆ, ਅੱਗੇ ਵੀ ਮੈਂ ਕੀਤੀ ਆ ਵੀ ਕੀ ਗੱਲ ਤੁਸੀਂ ਦੋ ਬੰਦਿਆਂ ਨੇ, ਇੱਕ MLA ਨੇ, ਇੱਕ ਮਿਨਿਸਟਰ ਨੇ ਤੇ ਇੱਕ MP ਨੇ, ਕਿਸੇ ਇੱਕ ਵਧੀਆ ਕੈਂਡੀਡੇਟ ਦਾ ਹੱਕ ਨਹੀਂ ਮਾਰਿਆ ਤੁਸੀਂ? ਤੁਹਾਨੂੰ ਇਹ ਲੱਗਦਾ ਨਹੀਂ ਹੈਗਾ ਵੀ ਕੋਈ ਹੋਰ ਬੰਦਾ ਬਹੁਤ ਡਿਜ਼ਰਵਿੰਗ ਮੂਹਰੇ ਆ ਸਕਦਾ ਸੀ ਵੀ ਨਹੀਂ ਅਸੀਂ ਵੀ ਲੜਾਂਗੇ? ਮਤਲਬ ਇਹ ਜਿੰਨੀਆਂ ਮਸ਼ਹੂਰੀਆਂ ਚੱਲ ਰਹੀਆਂ ਰੇਡੀਓ ਤੇ, ਮੈਂ ਹਰੇਕ ਦੀ ਮਸ਼ਹੂਰੀ ਆਉਂਦੀ ਆ ਹੁਣ ਮੂਹਰੇ, ਹਰੇਕ ਸਲੇਟ ਦੀ ਮਸ਼ਹੂਰੀ ਆਉਂਦੀ ਆ ਵੀ ਅਸੀਂ ਆ ਉਹ। ਮੈਂ ਕਹਿੰਦਾ ਮਸ਼ਹੂਰੀ ਤੁਸੀਂ ਸਾਰਿਆਂ ਦੀ ਇੱਕ ਵਾਰੀ ਰਿਕਾਰਡਿੰਗ ਕਰਕੇ ਕੱਢ ਕੇ ਦੇਖ ਲਓ, ਕੁਛ ਨਹੀਂ ਹੈਗਾ ਇਹਨਾਂ 'ਚ। ਇਹਨਾਂ ਨੇ ਕੀ ਕਰਨਾ? ਉਹ ਕਹਿੰਦਾ ਡੱਗ ਮਕੱਲਮ ਮਾੜਾ, ਉਹ ਕਹਿੰਦੇ ਫਲਾਨੇ ਖਾ ਗਏ, ਉਹ ਕਹਿੰਦੇ ਫਲਾਨੇ ਖਾ ਗਏ। ਯਾਰ ਨਾ ਕੋਈ ਹਸਪੀਟਲ ਦੀ ਗੱਲ, ਨਾ ਕੋਈ ਗਾਂ ਫਿਊਚਰ ਦੀ ਗੱਲ, ਕੁਛ ਨਹੀਂ ਹੈਗੀ। ਉੱਥੇ ਹੀ ਕਰੀ ਜਾਂਦੇ ਆ ਵੀ ਪਹਿਲਾਂ ਬਿਲਕੁਲ ਐਨ ਖਰਾਬ ਸੀ ਸਿਟੀ ਹਾਲ, ਹੁਣ ਇੱਕਦਮ ਆ ਕੇ ਅਸੀਂ ਸਹੀ ਕਰ ਦੇਣਾ। ਮੈਨੂੰ ਸਮਝ ਨਹੀਂ ਆਉਂਦੀ, ਫੈਡਰਲ ਲੈਵਲ ਤੇ ਤੁਹਾਨੂੰ ਡੱਕਾ ਨਹੀਂ ਟੁੱਟਿਆ, ਪ੍ਰੋਵਿੰਸ਼ੀਅਲ ਲੈਵਲ ਤੇ ਤੁਹਾਨੂੰ ਕੁਛ ਹੋਇਆ ਨਹੀਂ, ਉਹ ਹੁਣ ਤੁਸੀਂ ਇੱਥੇ ਆ ਕੇ ਕੀ ਝੁਰਲੂ ਮਾਰ ਦੇਣਗੇ ਸਾਰੇ। ਮੈਂ ਤਾਂ ਕਹਿੰਦਾ ਬੁਨਿਆਦ ਹੀ ਗਲਤ ਆ ਟੋਟਲੀ ਮੇਅਰ ਵਾਲੀ ਜਿਹੜਾ ਸਿਸਟਮ ਬਣਾਇਆ ਹੋਇਆ। ਬਾਕੀ ਰਹੀ ਗੱਲ ਬੇਸਿਕ ਸਹੂਲਤਾਂ, ਸਿਟੀ ਹਾਲ ਦਾ ਕੰਮ ਜਾਂ ਹੋਰ ਜਿੰਨੇ ਵੀ ਕੰਮ ਨੇ ਉਹ ਐਡਮਿਨਿਸਟ੍ਰੇਸ਼ਨ ਚਲਾਉਂਦਾ ਬੰਦਾ, ਉਹ ਬੇਸਿਕ ਸਹੂਲਤਾਂ ਤੁਹਾਨੂੰ ਸਾਰੀ ਉਮਰ ਮਿਲਣੀਆਂ ਨੇ। ਜੇ ਉਹ ਬੰਦੇ ਕਲਰਕ ਵਾਲੇ ਜਿਹੜੇ ਸੁਪਰਡੈਂਟ ਨੇ, ਜੇ ਉਹ ਸਹੀ ਹੋ ਗਏ, ਉੱਪਰ ਜਿਹੜੇ ਮਰਜ਼ੀ ਹੋਣ, ਤੁਹਾਡੇ ਕੰਮ ਸਹੀ ਹੋਣਗੇ। ਇਹ ਗੱਲਾਂ ਹੋਰ ਹੁੰਦੀਆਂ, ਪੈਸੇ ਦਾ ਕੰਟਰੋਲ ਹੁੰਦਾ, ਪਾਵਰ ਦਾ ਕੰਟਰੋਲ ਹੁੰਦਾ। ਆਮ ਲੋਕਾਂ ਦੇ ਵਿੱਚ ਕੋਈ ਮਤਲਬ ਨਹੀਂ ਹੈਗਾ ਵੀ ਆਮ ਵੀ ਅਸੀਂ ਮੇਅਰ ਬਣ ਗਏ ਤਾਂ ਲੋਕਾਂ ਦੀ ਜ਼ਿੰਦਗੀ ਸਸਤੀ ਹੋ ਜਾਊ। ਇੱਕ ਹੋਰ ਚੀਜ਼, ਅਤੇ ਜਦੋਂ ਅਸੀਂ ਆ ਗਏ, ਅਸੀਂ ਮੇਅਰ ਬਣ ਗਏ, ਹੁਣ ਅਸੀਂ MLA MP ਆ, ਪਰ ਜਦੋਂ ਅਸੀਂ ਮੇਅਰ ਬਣ ਗਏ ਤੁਹਾਨੂੰ ਜੋਬਾਂ ਨਿਕਲਣਗੀਆਂ। ਜਦੋਂ ਅਸੀਂ ਮੇਅਰ ਬਣ ਗਏ ਫੇਰ ਤੁਹਾਡੀ ਮਹਿੰਗਾਈ ਵੀ ਘਟ ਜੂਗੀ। ਜਦੋਂ ਅਸੀਂ ਮੇਅਰ ਬਣ ਗਏ ਤੁਹਾਡੇ ਘਰ ਅਫੋਰਡੇਬਲ ਹੋ ਜਾਣਗੇ। ਹੱਦ ਹੋ ਗਈ ਯਾਰ। ਉਹ ਤੁਸੀਂ ਹੁਣ ਪ੍ਰੋਵਿੰਸ਼ੀਅਲ ਚੋਂ, ਹੁਣ ਤੁਸੀਂ ਫੈਡਰਲ ਚੋਂ, ਹੁਣ ਤਾਂ ਤੁਹਾਡੇ ਤੋਂ ਕੰਟਰੋਲ ਨਹੀਂ ਹੋ ਰਿਹਾ। ਮੇਅਰ ਬਣ ਕੇ ਤੁਸੀਂ ਕਿਵੇਂ ਸਾਰੇ ਕੈਨੇਡਾ ਦਾ ਕੰਟਰੋਲ ਕਰ ਦੋਗੇ? ਇਕੱਲੀ ਜਿਹੜੀ ਰੇਟ ਵਧੇ ਨੇ ਜਾਂ ਜਿੰਨੀ ਮਹਿੰਗਾਈ ਉਹ ਇਕੱਲੇ ਸਰੀ 'ਚ ਤਾਂ ਨਹੀਂ ਵਧੀ, ਤਾਂ ਸਾਰੇ ਕੈਨੇਡਾ 'ਚ ਵਧੀ ਹੋਈ ਆ। ਇਹ ਸਾਰਾ ਢਾਂਚਾ ਹੀ ਬਿਲਕੁਲ ਝੂਠ ਦੇ। ਮੈਂ ਆਪਾਂ ਦਾ ਬਸ ਸਵਾਦ ਲੈ ਲਈਦਾ, ਉਵੇਂ ਬੋਲ ਲਈਦਾ ਦਿਲ 'ਚੋਂ, ਪਰ ਆਪਾਂ ਨੂੰ ਕੋਈ ਬਾਹਲਾ ਇਹਨਾਂ ਦੇ ਜਿਵੇਂ ਸੀਰੀਅਸ ਲੈਣ, ਜਿਵੇਂ ਸੀਰੀਅਸ ਨਹੀਂ ਲੱਗਦੇ ਮੈਨੂੰ। ਇੰਨੇ ਪੜ੍ਹੇ ਲਿਖੇ ਮੁੰਡੇ ਜਦੋਂ ਕਹਿੰਦਾ ਸੀ ਫਲਾਨੀ ਸਲੇਟ ਨਾਲ, ਉਹ ਪਤਾ ਨਹੀਂ ਤਾਂ ਵਿਚਾਰੇ ਟਾਈਮ ਪਾਸ ਕਰ ਰਿਹਾ, ਜਾਂ ਪਹਿਲਾਂ ਹੀ ਆਪਦੇ ਆਪ ਨੂੰ ਤੁਸੀਂ ਇਹ ਸਮਝੋ ਵੀ ਤੁਸੀਂ ਪਹਿਲਾਂ ਹੀ ਇੱਕ ਉਹ ਝੂਠ ਵਾਲੇ ਪਲੰਦੇ ਤੇ ਖੜੇ ਹੋ ਤੁਸੀਂ। ਧੰਨਵਾਦ। ਹਰ ਇੱਕ ਬੰਦਾ ਦਾ ਆਪਣੇ ਵਿਊ ਨੇ, ਭਲਿੰਦਰਪਾਲ ਦੇ ਆਪਣੇ ਵਿਊ ਨੇ, ਖੜਨ ਵਾਲਿਆਂ ਦੇ ਆਪਣੇ ਵਿਊ ਨੇ। ਉਹ ਪ੍ਰਿਵਿਲੇਜ ਕਰਦੇ ਨੇ ਵੀ ਸਿਸਟਮ ਉਹਨਾਂ ਨੂੰ ਅਲਾਓ ਕਰਦਾ। ਉਹ ਕਹਿੰਦੇ ਕਿਉਂ ਨਹੀਂ, ਬਾਕੀ ਅਸੀਂ ਇਕੱਲੇ ਨਹੀਂ ਖੜ੍ਹੇ, ਪਹਿਲਾਂ ਗੋਰੇ ਵੀ ਖੜ੍ਹਦੇ ਰਹੇ ਨੇ। ਇੱਕ ਦਿਨ ਮੈਂ ਤੁਹਾਨੂੰ ਦੱਸਿਆ ਵੀ ਸੀ। ਖੈਰ ਇਹ ਤਾਂ ਇਸ ਨੂੰ ਅਸੀਂ ਇਹਨੂੰ ਇਸ ਤਰ੍ਹਾਂ ਨਹੀਂ ਲੈ ਸਕਦੇ ਵੀ ਕਿਉਂ, ਇਹ ਨਹੀਂ ਗੱਲ ਕਹਿ ਸਕਦੇ ਕਿਉਂ ਨਹੀਂ, ਕਿਉਂਕਿ ਸਿਸਟਮ ਅਲਾਓ ਕਰਦਾ। ਇਹਦੇ ਵਿੱਚ ਤਾਂ ਦੂਜੀ ਰਾਏ ਨਹੀਂ ਕੋਈ। ਗਾਂ ਇਹ ਬੰਦੇ ਦੀ ਮਰਜ਼ੀ ਆ, ਆਪਣਾ ਉਹਦੀ ਵਿਸ਼ ਲਿਸਟ 'ਚ ਹੈ ਉਹ ਕੀ ਕਰਨਾ ਚਾਹੁੰਦਾ। ਬਹੁਤ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਇਨਸਾਨ ਕਰਨਾ ਚਾਹੁੰਦਾ, ਪਰ ਤੁਹਾਡੇ ਜਿਨ੍ਹਾਂ ਦੇ ਕੋਲ ਇਹ ਸਿਸਟਮ ਹੈ ਉਹਨਾਂ ਨੂੰ ਤਾਂ ਪਤਾ ਨਾ, ਵੋਟ ਦੀ ਸ਼ਕਤੀ ਤਾਂ ਆਮ ਲੋਕ ਕੋਲ ਹੈ। ਪਰ ਇਸ ਰੌਲੇ ਘਚੌਲੇ 'ਚ ਕੋਈ ਸੁਨੇਹਾ ਵਧੀਆ ਜਿਹੜਾ ਉਹ ਨਾ ਇੱਧਰ ਉੱਧਰ ਹੋ ਜਾਵੇ ਵੀ ਤੁਸੀਂ ਮੂਵ ਕਿੱਥੇ ਨੂੰ ਹੋਣਾ। ਇੱਕ ਜਿਹੜਾ ਸਭ ਤੋਂ ਵੱਡਾ ਸੁਨੇਹਾ ਆਮ ਬੰਦੇ 'ਚ ਉਹ VIP ਕਲਚਰ ਦਾ ਜਿਹੜਾ ਹੈ ਉਹ ਹਰ ਇੱਕ ਨੂੰ ਹੌਂਟ ਕਰ ਵੀ ਯਾਰ ਜੇ ਇੱਥੇ ਵੀ ਐਂ ਹੋਊਗਾ ਕਿੱਥੇ ਨੂੰ ਜਾਵਾਂਗੇ। ਬੇਨਤੀ ਕਰੂੰਗਾ ਜੀ ਜਿੰਨੇ ਵੀ ਕਾਲਰਸ ਨੇ, ਸਮਾਂ ਆਪਣੇ ਕੋਲ ਸੀਮਤ ਹੈ, ਸਾਰੇ ਛੇਤੀ ਗੱਲ ਨਿਬੇੜਿਓ। ਸਾਜਮੇਰ ਸਿੰਘ ਜੀ ਲਾਈਨ ਨੰਬਰ 2। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹੋਟੀ ਸਾਹਿਬ। ਕੱਲ ਮੈਨੂੰ ਮੌਕਾ ਮਿਲਿਆ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਜਾਣ ਦਾ। ਅੱਛਾ ਜੀ। ਉੱਥੇ ਅੱਠ ਅਖੰਡ ਪਾਠਾਂ ਜੋ ਇੱਕ ਇੱਦਾਂ ਦਾ ਸੀਗੇ ਕਿ ਉਹਨਾਂ ਨੇ ਅਰਦਾਸ ਕੀਤੀ ਕਿ ਇਸ ਇਲੈਕਸ਼ਨ ਵਿੱਚ ਉਹਨਾਂ ਨੂੰ ਜਿਤਾਇਆ ਜਾਵੇ। ਅੱਛਾ ਜੀ। ਹੁਣ ਇਹ ਨਹੀਂ ਸਮਝ ਲੱਗਦੀ ਕਿ ਗੁਰਦੁਆਰਾ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਿੱਥੇ ਵਰਤ ਰਹੇ ਆ।
ਦੇਖੋ ਜੀ, ਗੁਰੂ ਸਾਹਿਬ ਨੂੰ ਵਰਤ ਤਾਂ ਕੀ ਲੈਣਾ, ਉਹ ਤਾਂ ਦੀਨ ਦੁਨੀਆ ਦੇ ਮਾਲਕ ਨੇ, ਉਹ ਤਾਂ ਅਰਦਾਸ ਜੋਦੜੀ ਹੋ ਸਕਦੀ ਹੈ, ਅਰਦਾਸ ਕਰ ਸਕਦੇ ਨੇ ਉਹ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਆਪਾਂ ਆਮ ਘਰਾਂ 12 ਬਾਲ ਬੱਚਿਆਂ ਲਈ ਵੀ ਇਸ ਤਰ੍ਹਾਂ ਇਹ ਜਿੱਤਣ ਦੀ ਵੀ ਅਰਦਾਸ ਹੋ ਸਕਦੀ ਹੈ। ਚਰਨ ਸਿੱਧੂ ਜੀ, ਲਾਈਨ ਨੰਬਰ 3। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਹਾਂਜੀ ਬਾਈ ਜੀ, ਮੈਂ ਤਾਂ ਇਹੀ ਕਹਿਣਾ ਸੀਗਾ ਵੀ ਜਿਹੜੇ ਨਾ ਆਪਣੇ ਪੰਜਾਬੀ 2 ਮੇਅਰ ਦੇ ਕੈਂਡੀਡੇਟ ਆ, ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਸਾਡਾ ਫਿਕਰ ਛੱਡ ਦੇਣ। ਇਹਨਾਂ ਨੂੰ ਚਾਹੀਦਾ ਪਹਿਲਾਂ ਆਪਣੀਆਂ ਸਿਹਤਾਂ ਦਾ ਫਿਕਰ ਕਰਨ, ਕਿ ਉਹ ਬਣਾਉਣ ਪਹਿਲਾਂ। ਇਹਨਾਂ ਦੀਆਂ ਗਰਦਨਾਂ ਦੇਖ ਲਓ, ਢਿੱਡ ਦੇਖ ਲਓ, ਏਡੇ ਹੋਏ ਪਏ ਵੀ ਤੁਸੀਂ ਸਾਰਾ ਕੁਝ ਛੱਡੋ, ਹੁਣ ਆਪਣੀ ਸਿਹਤ ਦਾ ਖਿਆਲ ਰੱਖੋ। ਇਹ ਆਪੇ ਲੋਕ ਜੰਗ ਮੁੰਡਿਆਂ ਨੇ ਆ ਕੇ ਸਾਂਭ ਲੈਣਾ। ਰਜਿੰਦਰ ਸਿੰਘ ਜੀ, ਲਾਈਨ ਨੰਬਰ 1। ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ। ਜੀ ਸਤਿ ਸ਼੍ਰੀ ਅਕਾਲ ਸਰ ਜੀ, ਮੈਂ ਟਰੱਕਿੰਗ ਬਾਰੇ ਗੱਲ ਕਰਨੀ ਸੀ। ਕਰੋ ਜੀ। ਕੋਈ ਵੀ ਹਾਂਜੀ ਸਲੇਟ ਕੋਈ ਵੀ ਆਉਂਦੀ ਹੈ, ਚਲੋ ਮੈਂ ਤਾਂ ਐਵਰ ਸਪੋਰਟ ਤੋਂ ਆ। ਵੈਸੇ ਐਵਰ ਸਪੋਰਟ ਤਾਂ ਅਜੇ ਪੰਜਾਬੀ ਘੱਟ ਨੇ। ਜਦੋਂ ਬਾਈ ਹੁਣੀ ਕੋਈ ਵੀ ਆਊਗਾ ਉੱਥੋਂ ਤੇ ਕੋਈ ਉਹਨਾਂ ਨੂੰ ਗੱਲ ਕਰਿਓ। ਸਾਨੂੰ ਪਾਰਕਿੰਗ ਦੀ ਬਹੁਤ ਪ੍ਰੋਬਲਮ ਆਉਂਦੀ ਆ। ਅਸੀਂ ਇਕੱਠੇ ਹੋ ਕੇ ਗੱਲ ਕਰਨ ਦੀ ਟਰਾਈ ਕੀਤੀ, ਪਰ ਕੋਈ ਮੂਹਰੇ ਲੱਗਿਆ ਨਹੀਂ ਮੁੰਡਿਆਂ 'ਚੋਂ। ਤੇ ਪਰ ਜਦੋਂ ਕੋਈ ਵੀ ਆਇਆ, ਚਾਹੇ ਸਰੀ 'ਚ ਵੀ ਪ੍ਰੋਬਲਮ ਆਉਂਦੀ ਆ ਟਰੱਕਾਂ ਵਾਲਿਆਂ ਨੂੰ। ਅਸੀਂ ਲੋਕਲ ਆ, ਬੀ ਟ੍ਰੇਨਾਂ ਨੇ ਸਾਡੇ ਕੋਲੇ। ਸਾਨੂੰ 700 ਦੀ ਪਾਰਕਿੰਗ ਹੋ ਗਈ ਜੀ ਐਵਰ ਸਪੋਰਟ ਦੇ ਵਿੱਚ। ਦੇ ਲਓ 12/7/84 $8-9 ਹਜ਼ਾਰ ਡਾਲਰ ਜੇ ਇਸ ਕੰਮ 'ਚ ਹੀ ਨਿਕਲ ਜਾਂਦਾ। ਬਹੁਤ ਵੱਡਾ ਖਰਚਾ। ਤੇ ਜੀ ਨਾ ਸਾਨੂੰ ਕੋਈ ਧੋਣ ਦਿੰਦਾ ਉੱਥੇ ਟਰੱਕ। ਚਲੋ ਰਿਪੇਅਰ ਦਾ ਸ਼ਾਪਾਂ ਤੋਂ ਹੋ ਜਾਂਦੀ ਆ, ਧੋਣ ਵੀ ਨਹੀਂ ਦਿੰਦੇ। ਹੁਣ ਐਡੀ ਵੱਡੀ ਬੀ ਟ੍ਰੇਨ ਨੂੰ ਕਿੱਥੇ ਲੁਕੋ ਕੇ ਤਾਂ ਧਵਾ ਨਹੀਂ ਸਕਦੇ। ਜੇ ਕਿਤੇ ਬਾਹਰ ਅੰਦਰ ਸੜਕ ਤੇ ਜਾਂ ਆਊਟ ਆਫ ਜਾੜ ਖੜਾਉਣੇ ਆ, ਉੱਥੇ ਸਿਟੀ ਵਾਲੇ ਟਿਕਟਾਂ ਦਿੰਦੇ ਆ। ਤੇ ਉਹਨਾਂ ਨੂੰ ਕਹੋ ਵੀ ਕੋਈ ਸੋਲਿਡ ਸਾਨੂੰ ਦੱਸ ਦੇਣ, ਜਾਂ ਸਾਨੂੰ ਪੱਕਾ ਹੀ ਕਹਿ ਦੇਣ ਵੀ ਇਹਦਾ ਕੋਈ ਹੱਲ ਨਹੀਂ, ਤੁਸੀਂ ਟਰੱਕ ਵੇਚ ਕੇ ਕੋਈ ਹੋਰ ਕੰਮ ਸ਼ੁਰੂ ਕਰ ਲਓ। ਜਿੰਨੇ ਵੀ ਐਵਰ ਸਪੋਰਟ ਜੀ, ਹੁਣ ਫਾਰਮ ਏਰੀਆ ਉਹਨਾਂ ਨੇ ਉੱਥੇ ਨੋ ਟਰੱਕ ਰੂਟ ਦੇ ਸਾਈਨ ਲਾਈ ਜਾਂਦੇ ਆ। ਨਾ ਫਾਰਮਾਂ 'ਚ ਟਰੱਕ ਕਿਸੇ ਨੂੰ ਵੀ ਜਾਂ ਲਿਮਟ ਵਧਾ ਦਿਓ ਫਾਰਮਾਂ 'ਚ ਟਰੱਕ ਖੜਾਉਣ ਦੀ। ਤੇ ਜੀ ਪਾਰਕਿੰਗ ਵਾਲੇ ਵੀ ਮਰਜ਼ੀ ਦੇ ਪੈਸੇ ਮੰਗਦੇ ਆ। $700 ਤਾਂ ਹੁਣ ਟੂ ਮੱਚ ਆ ਜੀ। ਠੀਕ ਆ ਜੀ, ਵੀ ਇਹੀ ਕੁਛ ਹੋ ਰਿਹਾ ਜੀ। ਕਰਾਂਗੇ ਪਤਾ ਕਰੋ। ਪੁੱਛਿਓ ਜੀ। ਹਾਂਜੀ ਥੈਂਕ ਯੂ ਜੀ। ਥੈਂਕ ਯੂ। ਸਰਾਭ ਭਾਗ ਸਿੰਘ ਗਰਚਾ ਜੀ। ਹਾਂਜੀ, ਮੈਂ ਗਿੱਲ ਸਾਹਿਬ ਜੀ। ਗਰਚਾ ਸਾਹਿਬ, ਮੇਰਾ ਤਾਂ ਅੱਜ ਟਾਕ ਹੁੰਦਾ, ਸਾਡੇ ਬੁੱਢਾ ਦਾ ਤੁਹਾਡੀ ਟਾਕਿੰਗ ਸੁਣ ਕੇ ਬੜਾ ਟਾਈਮ ਪਾਸ ਹੋ ਜਾਂਦਾ, ਕੁਛ ਮਾਲੂਮਾਤ ਹਾਸਲ ਹੋ ਜਾਂਦੀ ਆ ਜੀ। ਪਰ ਮੈਂ ਹੁਣ ਤੁਹਾਨੂੰ ਤੁਹਾਡੀ ਸ਼ਿਕਾਇਤ ਕਰਦਾ। ਮੈਂ ਸਮਝ ਗਿਆ ਜੀ। ਹੁਣ 5-7 ਦਿਨ ਤੁਹਾਨੂੰ ਸਾਰਨਾ ਪੈਣਾ ਜੀ, ਔਖਾ ਸੌਖਾ। ਨਹੀਂ, ਮੇਰੀ ਸ਼ਿਕਾਇਤ ਤੁਹਾਡੀ ਆਪਣੀ ਆਪਣੇ ਹੈਗਾ, ਤੁਹਾਡੀ ਜਿਹੜੀ ਹੈਗਾ ਰੇਡੀਓ ਸਟੇਸ਼ਨ ਇਹਦੇ ਬਾਰੇ ਆ। ਦੱਸੋ ਜੀ। ਮੇਰੀ ਸ਼ਿਕਾਇਤ ਤੁਸੀਂ ਖਿਆਲ ਵੀ ਨਹੀਂ ਕਰ ਸਕਦੇ। ਅੱਛਾ, ਉਹਦੇ 'ਚ ਅਰਜ਼ ਇਹ ਆ ਵੀ ਜਿਹੜੇ ਤੁਸੀਂ ਐਡਵਰਟਾਈਜ਼ ਦੀਆਂ ਹੁਣ ਟੇਪਾਂ ਜਾਂ ਤੁਸੀਂ ਆਪਣੀ ਮਸ਼ੀਨਰੀ ਨੂੰ ਸੈੱਟ ਕਰਦੇ ਹੋ ਕਿ ਨਹੀਂ, ਸਮਝੇ? ਇੱਕ ਆਦਮੀ ਤੁਹਾਡਾ ਉਹਦੇ ਤੇ ਕੰਨਾਂ ਤੇ ਲਾ ਕੇ ਉਹ ਸੁਣਦਾ ਵੀ ਰਹਿੰਦਾ, ਦੇਖਦਾ ਵੀ ਕਿਤੇ ਮਿਸਟੇਕ ਤਾਂ ਨਹੀਂ ਹੋਈ। ਤੇ ਅੱਜ ਮੈਨੂੰ ਮਿਸਟੇਕ ਹੋਈ ਆ ਤੁਹਾਡੀ। ਇੱਕ ਪਾਸੇ ਕੋਈ ਕਿਸੇ ਦੀ ਤੁਹਾਡੀ ਟਾਕ ਹੋ ਰਹੀ ਸੀ, ਦੂਏ ਪਾਸੇ ਉਹ ਆਪਣੀ ਟੇਪ ਚੱਲ ਰਹੀ ਸੀ। ਇਸ ਕਰਕੇ ਅੱਗੇ ਵਾਸਤੇ ਖਿਆਲ ਰੱਖਿਆ ਕਰੋ ਵੀਰ ਜੀ। ਉਹ ਜਿਹੜਾ ਪ੍ਰੋਗਰਾਮ ਸੈੱਟ ਕਰਿਆ ਹੁੰਦਾ ਨਾ, ਮਤਲਬ ਮੈਨੂੰ ਤਾਂ ਨਹੀਂ, ਖੈਰ ਮੇਰੇ ਦਿਮਾਗ ਮੈਂ ਸਮਝ ਗਿਆ ਜੀ। ਗਰਚਾ ਸਾਹਿਬ, ਇੱਕ ਜਗ੍ਹਾ ਗਲਤੀ ਹੋਈ ਹੈ, ਡਬਲ ਚੱਲ ਗਈ ਸੀ ਉਹ ਟੇਪ, ਕਈ ਵਾਰ ਚੱਲ ਜਾਂਦੀ ਹੈ, ਮਾਫੀ ਦੇ ਦਿਓ, ਖਿਆਲ ਰੱਖਾਂਗੇ। ਲਾਈਨ ਨੰਬਰ 1 ਸਿੰਘ ਸਾਹਿਬ, ਤੁਸੀਂ ਏਅਰ ਤੇ ਹੋ। ਜੀ ਸਾਹਿਬ, ਮੈਂ ਜੀ ਇੱਕ ਬੇਨਤੀ ਕਰਨੀ ਸੀ ਕਿ ਕਿਸੇ ਦਿਨ ਟਾਕ ਸ਼ੋਅ ਲੈ ਕੇ ਆਓ। ਹੁਣ ਆਪਣੇ ਇੰਡੀਆ ਨੂੰ ਬਹੁਤ ਲੋਕ ਜਾਂਦੇ ਨੇ ਤੇ ਇੱਥੇ ਵੈਸੇ ਹੋਇਆ ਦਾ ਬਹੁਤ ਬੁਰਾ ਹਾਲ ਆ। ਮੈਂ ਕਰਦਾ ਜੀ, ਇੱਕ ਅੱਧੇ ਦਿਨ 'ਚ ਲੈ ਕੇ ਆਉਣਾ ਜੀ। ਬਹੁਤ ਮੁਸ਼ਕਲਾਂ ਨੇ ਦੋਨੇ ਦੇਸ਼ਾਂ ਦੇ ਆਪਸ ਵਿੱਚ ਸੰਬੰਧਾਂ ਦਾ ਰੌਲਾ ਜੀ। ਅਸਲ ਰੌਲਾ ਵਿੱਚੋਂ ਇਹ ਹੈ, ਉਹ ਐਡਵਾਈਜ਼ਰੀ ਦਾਖਲ ਕਰਦੇ ਆ, ਉਹ ਉੱਧਰੋਂ ਐਡਵਾਈਜ਼ਰੀ ਕਰਦੇ ਆ। ਵੀਜ਼ਿਆਂ ਦੀਆਂ ਮੁਸ਼ਕਲਾਂ, ਕੈਨੇਡਾ ਵਾਲੇ ਵੀਜ਼ਾ ਭਾਰਤ ਵਾਲਿਆਂ ਨੂੰ ਨਹੀਂ ਦੇ ਰਹੇ, ਭਾਰਤ ਵਾਲੇ ਕੈਨੇਡੀਅਨ ਭਾਰਤ ਜਾਣਾ ਚਾਹੁੰਦੇ ਨੇ, ਉਹਦਾ ਆਮ ਲੋਕ ਪਿਸ ਰਹੇ ਨੇ। ਅਸਲ ਦੋਨੇ ਦੇਸ਼ਾਂ ਦੀ ਮੁਸ਼ਕਲ ਚੱਲ ਰਹੀ ਹੈ, ਜਿਹੜੀ ਅਸਲ ਕਹਾਣੀ ਅੰਦਰਲੀ ਹੈ। ਅੱਛਾ, ਬੇਨਤੀ ਇੱਕ ਹੈ ਜੀ, ਥੋੜ੍ਹੀ ਜਿਹੀ 5-7 ਦਿਨ ਕੋਸ਼ਿਸ਼ ਕਰਾਂਗੇ ਵੀ 1 ਘੰਟਾ ਜਿਹੜਾ ਮੈਂ ਇਸ ਰਾਜਨੀਤੀ ਤੋਂ ਬਾਹਰ ਰੱਖ ਸਕਿਆ ਕਰਾਂ ਅਤੇ ਉਹਦੇ 'ਤੇ ਹੋਰ ਵਿਸ਼ੇ ਵਿਚਾਰਿਆ ਕਰੀਏ। ਕੱਲ੍ਹ ਨੂੰ ਨਾ ਮੈਂ ਜ਼ਰੂਰ ਵਿਸ਼ਾ ਵਿਚਾਰਨਾ ਜਿਹੜਾ ਵੀਜ਼ਿਆਂ ਦਾ ਰੇੜਕਾ ਪੈ ਰਿਹਾ, ਇਹਦਾ ਕਾਰਨ ਕੀ ਹੈ, ਇਹ ਕਿਉਂ ਹੋ ਰਿਹਾ। ਉੱਧਰੋਂ ਲੋਕ 7-7 ਮਹੀਨੇ ਦਾ ਵਿਜ਼ਿਟ ਵੀਜ਼ਾ ਅਪਲਾਈ ਕਰੀ ਬੈਠੇ ਨੇ। 7-7 ਮਹੀਨੇ ਹੋ ਗਏ, ਵਿਆਹ ਵੀ ਹੋ ਗਏ, ਭੋਗ ਵੀ ਪੈ ਗਏ, ਸੰਸਕਾਰ ਵੀ ਹੋ ਗਏ, ਵੀਜ਼ੇ ਨਹੀਂ ਮਿਲ ਰਹੇ ਹਾਲੇ ਤੱਕ। ਐਡਵਾਈਜ਼ਰੀ ਭਾਰਤ ਸਰਕਾਰ ਨੇ ਕਰ ਦਿੱਤੀ, ਫਿਰ ਕੈਨੇਡਾ ਸਰਕਾਰ ਨੇ ਕਰ ਦਿੱਤੀ। ਜਦ ਦੀ ਟਰੂਡੋ ਸਰਕਾਰ ਆਈ ਹੈ, ਭਾਰਤ ਦੇ ਨਾਲ ਜਿਹੜੀਆਂ ਫੋਰਨ ਪੋਲਿਸੀਜ਼ ਨੇ ਉਹਦੇ ਤਹਿਤ ਠੀਕ ਨਹੀਂ ਗੱਲ। ਜਦ ਦੇ ਵਿਜ਼ਿਟ ਕਰਕੇ ਆਏ ਨੇ,
ਮੋਦੀ ਉਹਨਾਂ ਦਾ ਉਹਨਾਂ ਨੂੰ ਨਾਮ ਮਿਲਣਾ, ਇਹ ਰੈਗੂਲਰ ਚੱਲ ਰਹੀ ਹੈ ਗੱਲ। ਸੋ ਇਹਦੇ 'ਤੇ ਮੈਂ ਕੱਲ੍ਹ ਨੂੰ ਗੱਲ ਕਰਾਂਗਾ ਵੀ ਮੁਸ਼ਕਲਾਂ ਬਹੁਤ ਨੇ, ਵੇਟਿੰਗ ਹੈ, ਵੇਟਿੰਗ ਤੋਂ ਬਿਨਾਂ ਹੋਰ ਕਈ ਇਸ਼ੂ ਨੇ, ਇਹ 'ਤੇ ਕੱਲ੍ਹ ਨੂੰ ਗੱਲ ਕਰਾਂਗੇ। ਧੰਨਵਾਦ, ਰੱਬ ਰਾਖਾ। ਕੱਲ੍ਹ ਨੂੰ ਸਵੇਰੇ 10:15 ਤੇ ਸੇਵਾ 'ਚ।